ਹੋਵੇ ਜਾਂ ਧਰਮ ਦੀ, ਮੁੱਦਾ ਰਾਸ਼ਟਰੀ ਹੋਵੇ ਜਾਂ ਅੰਤਰਰਾਸ਼ਟਰੀ, ਕੱਲ ਸਮਾਜ ਦੀ, ਕੱਲ ਆਮ ਆਦਮੀ ਦੀ, ਸਮਾਜ ਤੇ ਸਿਆਸੀ ਬਦਲਾ, ਸਿਆਸਤ ਦੇ ਖਿਡਾਰੀਆਂ ਦੇ ਦਾ, ਹਰੇਕ ਪੱਖ ਨੂੰ ਉਜਾਗਰ ਕਰਦਾ ਹੈ PTN 24। ਹੱਕ ਸੱਚ ਦੀ ਆਵਾਜ਼। PTN 24 ਰੇਡੀਓ ਤੇ TV। ਬਣੋ ਸਾਡੇ ਪ੍ਰੋਗਰਾਮਾਂ ਦਾ ਹਿੱਸਾ। ਜੁੜੋ Facebook ਤੇ YouTube ਚੈਨਲ ਦੇ ਨਾਲ। PTN 24 ਹੱਕ ਸੱਚ ਦੀ ਆਵਾਜ਼। बापू पैसे मिल गए सी ना टाइम सर? हाँ पुत्र, इधर तू पैसे पाए नाले मैनू मिल गए। बस बस इसी करके मैं अपरा ट्रेडिंग इंक वालियां ते भरोसा करदा। जी हाँ, अपरा ट्रेडिंग इनकॉर्पोरेट मनी एक्सचेंज। जे तुसी पैसे इंडिया भेजना या मंगवाना चाहते हो, वधिया डॉलरां दा रेट लेना चाहते हो, तां अज ही कॉल करो जगतार सिंह ढा हुणां नूं 9057943233 905 794 3233 4167317710 416 731 7710 6 रे एवेन्यू ब्रैम्पटन। ਓਏ ਹੋਏ ਹੈ ਕਿ ਨਾ, ਮੈਂ ਕਿਹਾ ਮੈਂ ਮੋਣਿਓ ਗੱਡੀ ਦਾ ਟਾਇਰ ਤੇ ਗਿਆ ਨਾ, ਹੁਣ ਕੀ ਕਰੀਏ? ਓਏ ਹੋਏ ਓਹੋ, ਕਿੰਨੀ ਵਾਰ ਕਿਹਾ ਹੈ ਕਿ ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਹੀ ਟਾਇਰ ਲਿਆ ਕਰੋ, ਜਿੱਥੇ ਮਿਲਦੇ ਨੇ ਟਰੱਕ, ਟਰਾਲੇ ਤੇ ਕਾਰ ਦੇ ਲਈ ਹਰ ਤਰ੍ਹਾਂ ਦੇ ਵਧੀਆ ਟਾਇਰ। ਇੱਥੇ ਮਿਸ਼ਲਿਨ, BF ਗੁੱਡਰਿਚ, ਬ੍ਰਿਜਸਟੋਨ, ਫਾਇਰਸਟੋਨ, ਚਾਈਨੀਜ਼ ਬ੍ਰਾਂਡ ਹੋਰ ਵੀ ਕਈ ਕੰਪਨੀਆਂ ਦੇ ਟਾਇਰ ਘੱਟ ਰੇਟ ਤੇ ਮਿਲਦੇ ਨੇ। ਹੁਣੇ ਪਹੁੰਚੋ ਨਿਊ ਮਿਲੇਨੀਅਮ ਟਾਇਰ ਸੈਂਟਰ, 25 ਕਲਾਰਕ ਬੁਲੇਵਾਰਡ, ਬ੍ਰੈਂਪਟਨ। ਕਾਲ 9054520111 905 452 0111। ਮੈਂ ਨਾ ਜੀ ਸੁਪਨੇ 'ਚ ਦੇਖਿਆ ਕਿ ਮੇਰਾ ਘਰ ਬੜਾ ਆਲੀਸ਼ਾਨ, ਬੜਾ ਵੱਡਾ ਤੇ ਬੜਾ ਸੋਹਣਾ ਹੈ। ਬਸ ਸੁਪਨਾ ਇਹ ਤਾਂ ਸੱਚ ਹੋ ਕਮਲੀਏ। ਬਸ ਸਰਬਲੋ ਡਿਜ਼ਾਈਨ ਐਂਡ ਬਿਲਡ ਲਿਮਟਿਡ ਵਾਲਿਆਂ ਨੂੰ ਫੋਨ ਕਰ। ਜੀ ਹਾਂ, ਜੇ ਤੁਸੀਂ ਵੀ ਲਗਜ਼ਰੀ ਘਰ, ਛੋਟਾ ਜਾਂ ਵੱਡਾ ਨਵਾਂ ਘਰ ਲੈਣਾ ਚਾਹੁੰਦੇ ਹੋ ਜਾਂ ਫਿਰ ਪੁਰਾਣਾ ਘਰ ਢਾ ਕੇ ਨਵਾਂ ਬਣਾਉਣਾ ਚਾਹੁੰਦੇ ਹੋ, ਤਾਂ ਅੱਜ ਹੀ ਮਿਲੋ ਸਰਬਲੋ ਡਿਜ਼ਾਈਨ ਐਂਡ ਬਿਲਡਿੰਗ ਵਾਲੇ ਕੁਲਵਿੰਦਰ ਪੱਤੜ ਜੀ ਨੂੰ। ਇਹਨਾਂ ਕੋਲ 15 ਸਾਲ ਦਾ ਤਜਰਬਾ ਹੈ ਤੇ ਹਾਂ, ਤੁਸੀਂ 20,000 ਸਕੁਅਰ ਫੁੱਟ ਦਾ ਘਰ ਵੀ ਬਣਵਾ ਸਕਦੇ ਹੋ। ਲਗਜ਼ਰੀ ਹੋਮ ਤੁਹਾਡੇ ਬਜਟ ਵਿੱਚ। ਕਾਲ ਕੁਲਵਿੰਦਰ ਪੱਤੜ 4168410478 416 841 0478। ਓ ਮੈਨੂੰ ਰੱਖ ਲੈ ਕਲੀਨਰ ਯਾਰਾ ਓਏ ਲੰਬਿਆਂ ਰੂਟਾਂ ਤੇ। ਜਦੋਂ ਮੈਂ ਸੇਫਐਕਸ ਟਰਾਂਸਪੋਰਟ ਨਾਲ ਨਹੀਂ ਜੁੜਿਆ ਸੀ, ਉਦੋਂ ਇਹੀ ਹਾਲ ਸੀ, ਪਰ ਹੁਣ ਤਾਂ ਸ਼ਾਨ ਨਾਲ ਡਰਾਈਵਰੀ ਕਰੀਦੀ ਹੈ। ਜੀ ਹਾਂ, ਸੇਫਐਕਸ ਟਰਾਂਸਪੋਰਟ, ਜਿਸ ਨੂੰ ਕਿਊਬਿਕ ਵਿੱਚ ਨੰਬਰ 1 ਤੇ ਕੈਨੇਡਾ ਵਿੱਚ ਦੂਜੇ ਨੰਬਰ ਤੇ ਹੋਣ ਦਾ ਮਾਣ ਹਾਸਲ ਹੈ। ਹਾਈਐਸਟ ਗ੍ਰੋਥ ਅਕ੍ਰੋਸ ਦ ਵਰਲਡ। ਸੇਫਐਕਸ ਨੇ ਹੁਣ ਮੌਂਟਰੀਅਲ ਤੇ ਬੋਲਟਨ ਓਨਟਾਰੀਓ ਵਿੱਚ ਨਵੇਂ ਟਰਮੀਨਲ ਸ਼ੁਰੂ ਕੀਤੇ ਨੇ ਤੇ ਇਹਨਾਂ ਨੂੰ USA ਦੇ ਲਈ ਡਰਾਈਵਰ ਤੇ ਓਨਰ ਆਪਰੇਟਰ ਦੀ ਲੋੜ ਹੈ। ਵਧੀਆ ਪੇ ਵੀ ਮਿਲੇਗੀ। ਹੁਣੇ ਕਾਲ ਕਰੋ ਰਮਿੰਦਰਦੀਪ ਜਾਂ ਅਮਨਦੀਪ ਨੂੰ 5146250025 514 625 0025 ਜਾਂ ਫਿਰ 5148870025 514 887 0025। हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए, और जब तलाश हो ऐसे फर्नीचर की, तो यहाँ ये स्टीवंस फर्नीचर, एन अल्ट्रा मॉडर्न फर्नीचर डेस्टिनेशन इन GTA, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग ओनली एट स्टीवंस फर्नीचर since 1992. Visit in store for much more. 2 locations to serve you. Stevens Furniture. ਟਰੱਕਾਂ 'ਚ ਅੱਜ ਕੱਲ ਕੁਝ ਨਹੀਂ ਬਚਦਾ। ਉਹ ਤੂੰ ਇੰਸ਼ੋਰੈਂਸ ਕਟਾ ਲੈ। ਇੰਸ਼ੋਰੈਂਸ ਕਟਾ ਕੇ ਕਿਵੇਂ ਚੱਲੂ? ਉਹ ਕਟਾ ਲੈ ਨਹੀਂ, ਘਟਾ ਲੈ। ਕਿਵੇਂ? ਹਰਜੀਤ ਸਿੰਘ ਢੱਡਾ ਨਾਲ ਗੱਲ ਕਰ, ਉਹ ਮੈਕਸਿਮਮ ਡਿਸਕਾਊਂਟਸ ਲੈ ਕੇ ਦਿੰਦੇ ਆ, ਹਰੇਕ ਬਰੀਕੀ ਨੂੰ ਚੰਗੀ ਤਰ੍ਹਾਂ ਸਮਝਦੇ ਤੇ ਚੰਗੀ ਤਰ੍ਹਾਂ ਸਮਝਾਉਂਦੇ ਆ। ਹਰਜੀਤ ਸਿੰਘ ਢੱਡਾ ਨੈਸ਼ਨਲ ਟਰੱਕ ਲੀਗ ਨਾਲ ਕੰਮ ਕਰਦੇ ਆ। ਫੋਨ ਕਰ 647 705 5492 6477055492। ਅੱਛਾ, ਇਹਨੂੰ ਕਹਿੰਦੇ ਇੰਸ਼ੋਰੈਂਸ ਪ੍ਰੀਮੀਅਮ ਕੱਟ ਕਰਨਾ। ਨਾ ਸਿਆਣਾ ਤੇ ਬੜਾ ਹੈ ਤੂੰ। ਓ ਘਰ ਤੇ ਤੈਨੂੰ ਬਹੁਤ ਵਧੀਆ ਬਣਾ ਕੇ ਦੇਣਾ ਤੇ ਕੱਢ ਦੇਣੇ ਆ ਕੜੇਲਾ, ਜਿੰਨੂੰ ਵੇਖ ਕੇ ਜਾਣਗੇ ਸ਼ਰੀਕ ਵੀ ਹਿੱਲ। ਸ਼ਰੀਕਾਂ ਦੇ ਕੱਢਦੇ ਕੜੇਲ ਕਿਤੇ ਆਪਣਾ ਘਰ ਨਾ ਜਾਵੇ ਹਿੱਲ। ਧਿਆਨ ਰੱਖੀ, ਘਰ ਦੇ ਵਿੱਚ ਪਲੰਬਿੰਗ ਐਂਡ ਇਲੈਕਟ੍ਰੀਕਲ ਦਾ ਸਮਾਨ ਹੋਵੇ ਨੰਬਰ 1। ਓਏ GTA ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ ਬਰਮਟਨ ਵਿੱਚ ਸਟੋਰ ਆ ਨੰਬਰ 1। ਅੱਛਾ, ਉਹੀ GTA ਵਾਲੇ ਜਿੱਥੋਂ ਕੰਟਰੈਕਟਰਸ ਲਈ ਘਰ ਦੇ ਵਿੱਚ ਪਲੰਬਿੰਗ ਤੇ ਇਲੈਕਟ੍ਰੀਕਲ ਦਾ ਸਾਰਾ ਸਮਾਨ ਡਿਸਕਾਊਂਟ ਤੇ ਮਿਲਦਾ। ਵਾਸ਼ਰੂਮ ਲਈ ਵੈਨਿਟੀਜ਼, ਟੈਪਸ, ਸਪੌਟਲਾਈਟਸ ਤੇ ਰੇਂਜ ਮਿਲਦੇ ਆ। ਫਿਰ ਕਾਹਨੂੰ ਕਰਨੀ ਆ ਦੇਰ, ਅੱਜ ਹੀ ਪਹੁੰਚੋ 241 ਕਲੈਰੈਂਸ ਸਟਰੀਟ, ਬਰੈਂਪਟਨ ਤੇ ਸੰਪਰਕ ਕਰੋ 905 792 0036 905 792 0036। ਹੋਰ ਸੁਣਾਓ। ਪਿਛਲੇ 2 ਘੰਟਿਆਂ ਤੋਂ ਫੋਨ ਤੇ ਲੱਗੀ ਆ, ਹੱਲੇ ਵੀ ਹੋਰ ਸੁਣਾਓ। ਲੈ ਦੱਸ, ਜਦੋਂ ਓਮਾ ਫੋਨ ਸਰਵਿਸ ਵਾਲੇ ਦੇ ਰਹੇ ਨੇ ਅਨਲਿਮਿਟਿਡ ਕਾਲਸ, ਉਹ ਵੀ 60 ਤੋਂ ਵੱਧ ਦੇਸ਼ਾਂ 'ਚ,
ਤੇ ਗੱਲਾਂ ਤਾਂ ਫਿਰ ਲੰਬੀਆਂ ਹੋਣਗੀਆਂ ਹੀ ਨਾ। ਜੀ ਹਾਂ, ਇੰਡੀਆ, UK, USA, ਕੈਨੇਡਾ 60 ਦੇਸ਼ਾਂ 'ਚ ਅਨਲਿਮਿਟਿਡ ਕਾਲ ਓਮਾ ਫੋਨ ਸਰਵਿਸ ਦੇ ਨਾਲ। ਤੁਸੀਂ ਓਮਾ ਐਪ 3 ਸੈੱਲ ਫੋਨਸ 'ਚ ਡਾਊਨਲੋਡ ਕਰ ਸਕਦੇ ਹੋ ਤੇ ਕਰੋ ਇੰਟਰਨੈਸ਼ਨਲ ਕਾਲਸ। ਨਾ ਕੋਈ ਕੰਟਰੈਕਟ, ਨਾ ਕੋਈ ਐਗਰੀਮੈਂਟ ਤੇ ਨਾ ਹੀ ਕੈਂਸਲੇਸ਼ਨ ਚਾਰजेस ਤੇ ਹੋਰ क्रेडिट चेक भी नहीं लगेगा। मंथली चार्जेस $1428 प्लस टैक्स। वन टाइम डिवाइस कॉस्ट $49.99 प्लस टैक्स। ज्यादा जानकारी लई कॉल करो प्रिया जी नू 6476494000 647 649 4000। दोपहर 12 बजे तो शाम 7 बजे तक। ਕੀ ਗੱਲ ਅੰਕਲ ਜੀ ਬੜੇ ਪਰੇਸ਼ਾਨ ਹੋ? ਕੀ ਦੱਸਾਂ ਪੁੱਤਰ, ਇੱਕ ਤਾਂ ਤੇਰੀ ਆਂਟੀ ਬਹੁਤ ਬਿਮਾਰ ਰਹਿੰਦੇ ਨੇ, ਕੋਈ ਦਵਾਈ ਅਸਰ ਨਹੀਂ ਕਰਦੀ, ਉਤੋਂ ਹੱਲੇ ਤੱਕ ਸੋਨੂ ਦੀ ਸ਼ਾਦੀ ਨਹੀਂ ਹੋਣ ਕਰਕੇ ਨਸ਼ੇ ਵਿੱਚ ਪੈ ਗਿਆ ਤੇ ਨਿੱਕੀ ਦੇ ਘਰ ਦੇ ਕਲੇਸ਼ ਕਰਕੇ ਵੀ ਮੈਨੂੰ ਤੇ ਸਮਝ ਨਹੀਂ ਆਉਂਦਾ ਕੀ ਕਰਾਂ। ਉਹ ਅੰਕਲ ਜੀ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਮਿਲੇਗਾ ਤੁਹਾਨੂੰ ਜੋਤਿਸ਼ ਗੁਰੂ ਬਲਦੇਵ ਸਿੰਘ ਜੀ ਕੋਲ, ਜੋ ਕਿ ਭ੍ਰਿਗੂ ਜੋਤਿਸ਼ ਸੰਸਥਾਨ ਦੁਆਰਾ 7 ਟਾਈਮ 골ਡ ਮੈਡਲ ਜਿੱਤ ਚੁੱਕੇ ਨੇ। जी हाँ, ज्योतिष गुरु बलदेव सिंह जो महादशा, अंतरदशा, नजर दोष, वास्तु, गंडमूल दोष, घरेलू कलेश, जादू टोना, ਪਤੀ ਪਤਨੀ ਦਾ ਝਗੜਾ, ਤਲਾਕ ਦੀ ਨੌਬਤ ਆਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਸੰਤਾਨ ਕਹਿਣੇ ਤੋਂ ਬਾਹਰ ਹੋਣਾ, ब्याज देरी, PR ना मिलना, बैंड घट होना, लॉटरी ना लगना, ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਹਵਨ ਪੂਜਾ ਪਾਠ ਦੁਆਰਾ ਜੜੋਂ ਖਤਮ ਕਰਦੇ ਨੇ। आज ही कॉल करो 7427047267। 742 704 7267। ਕੀ ਤੁਸੀਂ ਓਨਰ ਆਪਰੇਟਰ ਬਣਨਾ ਚਾਹੁੰਦੇ ਹੋ, ਟਰੱਕ ਪਾਉਣ ਬਾਰੇ ਸੋਚ ਰਹੇ ਹੋ ਜਾਂ ਡਰਾਈਵਰੀ ਕਰਨੀ ਹੈ ਤਾਂ ਅੱਜ ਹੀ ਸੰਪਰਕ ਕਰੋ ਰੋਇਲ ਕ੍ਰੋਨ ਐਕਸਪ੍ਰੈਸ ਤੇ ਪ੍ਰੀਤ ਕਾਲੋ ਹੁਰਾਂ ਦੇ ਨਾਲ 6472106000 647 प्रॉपर्टी रेट। PTN 24 ਔਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਤੁਹਾਡਾ ਸੁਖਵਿੰਦਰ ਸਿੰਘ ਚੰਦੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ PTN 24। ਇਹ ਪ੍ਰੋਗਰਾਮ ਮੰਡੇ ਟੂ ਫਰਾਈਡੇ 9 ਤੋਂ 11 ਵਜੇ ਤੱਕ, 11 ਤੋਂ 12 ਤੱਕ ਸੰਦੀਪ ਭੱਟੀ ਤੇ 12 ਤੋਂ 3 ਵਜੇ ਤੱਕ ਅਮਰ ਸਿੰਘ ਪੱਡਾ ਹੁਣੀ ਜੁੜਦੇ ਨੇ ਤੁਹਾਡੇ ਨਾਲ। ਅੱਜ 12 ਤਰੀਕ ਹੈ ਜੀ ਤੇ ਬਾਹਰ ਟੈਂਪਰੇਚਰ 8 ਆ ਤੇ 100% ਜਿਹੜਾ ਮੀਂਹ ਪੈਣਾ ਆ ਲਗਭਗ ਕੱਲ ਅੱਜ ਵੀ ਕੱਲ ਵੀ ਤੇ ਹਟ ਕੇ ਇੱਕ ਦਿਨ ਛੱਡ ਕੇ ਫਿਰ ਮੀਂਹ ਆ ਜੀ ਪੂਰਾ ਵੀਕ ਹੀ। ਤੇ ਸੂਰਜ 6:38 ਤੇ ਚੜਿਆ, 7:58 ਤੇ ਛਿਪੇਗਾ। ਸਟੂਡੀਓ ਦੇ ਘੜੀ ਅਨੁਸਾਰ 9:09 ਹੋ ਚੁੱਕੇ। ਆਪਣੀ ਜਿਹੜੀ ਕਾਲ ਆ ਮਹਾਲੀ ਸਟੂਡੀਓ ਜੁੜ ਚੁੱਕੀ ਹੈ ਜੀ ਅਰਸ਼ਦੀਪ ਉਹਨਾਂ ਨਾਲ, ਉਹਨਾਂ ਦਾ ਕਰਦੇ ਨਿੱਘਾ ਸਵਾਗਤ ਜੀ। ਅਰਸ਼ਦੀਪ ਸਵਾਗਤ ਆ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪਾਂ ਖਬਰਾਂ ਤੇ ਚੱਲਦੇ ਹਾਂ ਜੀ, ਕਿਉਂਕਿ ਵੀਕਐਂਡ ਦੇ ਜਿਹੜਾ ਪਹਿਲਾਂ ਆ ਬੜਾ ਵੱਡਾ ਫੈਸਲਾ ਆਇਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਸੀਗੀ ਉਸ ਟਾਈਮ ਜਿਹੜਾ ਘਟਨਾਕ੍ਰਮ ਵਾਪਰਿਆ ਜਿਹਦੇ 'ਚ 2 ਸਿੰਘ ਸ਼ਹੀਦ ਵੀ ਹੋਏ ਸੀਗੇ ਤੇ CBI ਨੇ ਜਾਂਚ ਸ਼ੁਰੂ ਕੀਤੀ। ਤਾਂ CBI ਦੀ ਜਾਂਚ ਜਿਹੜੀ ਆ ਕਿਉਂਕਿ ਪਿੰਜਰੇ ਦਾ ਤੋਤਾ ਜੀ ਤੇ ਛੇਤੀ ਉਹ ਲੋਕਾਂ ਦੇ ਸਾਹਮਣੇ ਆ ਗਈ ਸੀ, ਉਹਦਾ ਸਾਰਾ ਜਲੂਸ ਨਿਕਲ ਗਿਆ ਸੀਗਾ ਵੀ ਕਿੰਨੇ ਕੁ ਜੋਗੀ ਹੈ CBI। ਉਹ ਮੁੜ ਕੇ ਉਹਨਾਂ ਨੇ ਤਾਂ ਆਪਣੀ ਕਲੋਜ਼ਰ ਰਿਪੋਰਟ ਵੀ ਸੌਂਪ ਦਿੱਤੀ ਸੀ, ਪਰ ਇੰਨੀ ਜ਼ਿਆਦਾ ਇਨਸਲਟ ਹੋਈ ਕਿਉਂਕਿ ਪੰਜਾਬ ਸਰਕਾਰ ਨੇ ਆਪਣੀ SIT ਬਣਾ ਕੇ ਉਹਦਾ ਸਾਰਾ ਕੁਝ ਵਿਸ਼ਲੇਸ਼ਣ ਕਰ ਦਿੱਤਾ। ਪਰ ਹੁਣ ਜਿਹੜੀ ਕੋਟਕਪੂਰਾ ਗੋਲੀਕਾਂਡ ਦੇ ਵਿੱਚ ਜਿਹੜੀ ਸਿੱਟ ਦੀ ਰਿਪੋਰਟ ਆ ਉਹ ਉੱਤੇ ਘਮਾਸਾਨ ਸ਼ੁਰੂ ਹੋ ਗਿਆ ਜੀ। ਹਾਈ ਕੋਰਟ ਦੇ ਇੱਕ ਜੱਜ ਵੱਲੋਂ ਉਹਨੂੰ ਰੱਦ ਕੀਤਾ ਗਿਆ। ਇਹ ਵੀ ਸ਼ਾਇਦ ਕਿਸੇ ਦਬਾਅ ਦੇ ਥੱਲੇ ਕੀਤਾ ਗਿਆ, ਕੀ ਕੀਤਾ ਗਿਆ ਅਸੀਂ ਕੋਰਟਾਂ ਤੇ ਬੜਾ ਕਿੰਤੂ ਪਰੰਤੂ ਤਾਂ ਨਹੀਂ ਕਰ ਸਕਦੇ, ਪਰ ਭਾਰਤ ਦੇ ਵਿੱਚ ਜਿਹੜੀਆਂ ਅਦਾਲਤਾਂ ਭਾਵੇਂ ਸੁਪਰੀਮ ਕੋਰਟ ਵੀ ਹੋਵੇ ਉਹਨਾਂ ਦੀ ਵੀ ਰੀੜ੍ਹ ਦੀ ਹੱਡੀ ਹੈ ਨਹੀਂ, ਕਿਉਂਕਿ ਜਿਹੜਾ ਚੀਫ ਜਸਟਿਸ ਆ ਸਭ ਤੋਂ ਵੱਡਾ ਉਹਦਾ ਤੇ ਉਹ ਜਦੋਂ ਰਾਜ ਸਭਾ ਦਾ ਮੈਂਬਰ ਬਣ ਜਾਂਦਾ ਤੇ ਇੱਥੋਂ ਪਤਾ ਲੱਗ ਜਾਂਦਾ ਵੀ ਇਹ ਸਾਡੇ ਭਾਰਤ ਦੀਆਂ ਨਿਆਂ ਪ੍ਰਣਾਲੀ ਦੀ ਵੀ ਔਕਾਤ ਕਿੰਨੀ ਕਾ ਜੀ। ਦੇਖੋ ਜੀ, ਜਿਹੜਾ ਬੇਅਦਬੀ ਦਾ ਮਸਲਾ ਸਭ ਤੋਂ ਪਹਿਲਾਂ ਬੇਹੱਦ ਗੰਭੀਰ ਮਸਲਾ ਗਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਹੈ ਤੇ ਉਹਦੇ ਬਾਅਦ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ ਵਿੱਚ ਇਨਸਾਫ ਲੈਣ ਲਈ ਸੰਗਤਾਂ ਜਦੋਂ ਸ਼ਾਂਤਮਈ ਪ੍ਰਦਰਸ਼ਨ ਕਰਦੀਆਂ ਨੇ ਤੇ ਉਹਨਾਂ ਤੇ ਹੀ ਸੂਬੇ ਦੀ ਪੁਲਿਸ ਵੱਲੋਂ ਗੋਲੀ ਚਲਾਉਣੀ ਜਿਹੜੀ ਆ ਉਹ ਉਸ ਤੋਂ ਵੀ ਜ਼ਿਆਦਾ ਮੰਦਭਾਗੀ ਹੈ ਜੀ। ਤੇ ਸਰਕਾਰ ਜਿਹੜੀ ਖੁਦ ਨੂੰ ਪੰਥਕ ਕਹਾਉਂਦੀ ਹੋਵੇ ਤੇ ਪੰਥਕ ਸਰਕਾਰ ਦੇ ਕਾਰਜਕਾਲ ਦੇ ਵਿੱਚ ਸ਼ਾਂਤਮਈ ਬੈਠੀਆਂ ਸੰਗਤਾਂ ਤੇ ਇਸ ਤਰ੍ਹਾਂ ਗੋਲੀ ਚੱਲਣੀ ਜਿਹੜੀ ਹੈ ਉਹ ਨਿੰਦਣਯੋਗ ਵੀ ਸੀ, ਗੁੱਸੇ ਦੀ ਲਹਿਰ ਵੀ ਸੀ, ਸਭ ਕੁਝ ਸੀਗਾ। ਤੇ ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਵਾਅਦਾ ਕਰਕੇ ਆਏ ਸੀ ਕਿ ਬੇਅਦਬੀ ਤੇ ਗੋਲੀਕਾਂਡ ਮਾਮਲੇ ਦੇ ਵਿੱਚ ਮੈਂ ਬਖਸ਼ਣਾ ਨਹੀਂ ਕਿਸੇ ਨੂੰ,
ਕੋਈ ਵੀ ਦੋਸ਼ੀ ਹੋਵੇ ਉਹਨੂੰ ਸਖਤ ਸਜ਼ਾਵਾਂ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ। ਤਾਂ ਬੇਅਦਬੀ ਮਾਮਲੇ ਵਾਲਾ ਜਿਹੜਾ ਕੇਸ ਸੀਗਾ ਉਹ CBI ਦੇ ਸਪੁਰਦ ਸੀਗਾ, ਗੋਲੀकांड ਵਾਲਾ ਵੀ CBI ਕੋਲੇ ਸੀ। ਤੇ ਇਸ ਮਾਮਲੇ ਦੇ ਵਿੱਚ ਜਦੋਂ ਪੰਜਾਬ ਸਰਕਾਰ ਵੱਲੋਂ ਸੈੱਟ ਬਣਾਈ ਗਈ ਤਾਂ ਉਹਦੇ ਚ IG ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਨੇ ਉਹ ਹਮੇਸ਼ਾ ਹੀ ਚਰਚਾ ਦੇ ਵਿੱਚ ਰਹੇ ਨੇ। ਉਹਨਾਂ ਤੇ ਬਦਲਾ ਲਊ ਕੰਮ ਕਰਨ ਦੇ ਦੋਸ਼ ਲਗਾਤਾਰ ਲੱਗਦੇ ਰਹੇ ਨੇ, ਪਰ ਇਹਦੇ ਬਾਵਜੂਦ ਉਹਨਾਂ ਨੇ ਜਿਹੜੀ ਆਪਣੀ ਜਾਂਚ ਹੈ ਉਹ ਜਾਰੀ ਰੱਖੀ। ਜਾਂਚ ਪੂਰੀ ਕਰਨ ਤੋਂ ਬਾਅਦ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ ਕਿ ਮੈਨੂੰ ਬਹੁਤ ਪ੍ਰਕਾਰ ਦੀਆਂ ਧਮਕੀਆਂ ਵੀ ਮਿਲੀਆਂ, ਮੈਨੂੰ ਦਬਾਉਣ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਜਿਹੜਾ ਕੰਮ ਮੈਨੂੰ ਸੌਂਪਿਆ ਗਿਆ ਤੇ ਮੁੱਦੇ ਦੀ ਜਿਸ ਤਰ੍ਹਾਂ ਦੀ ਗੰਭੀਰਤਾ ਸੀ, ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਭ ਦਾ ਹੀ ਸਤਿਕਾਰ ਹੈ, ਤੇ ਮੈਂ ਉਸ ਮੁੱਦੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਭਾਵਨਾਵਾਂ ਨੂੰ ਦੇਖਦੇ ਹੋਏ ਨਿਰਪੱਖ ਜਾਂਚ ਜਿਹੜੀ ਉਹ ਕੀਤੀ ਹੈ ਤੇ ਜਿਸ ਨੂੰ ਲੈ ਕੇ ਚਲਾਨ ਜਿਹੜਾ ਫਰੀਦਕੋਟ ਸੈਸ਼ਨ ਕੋਰਟ ਦੇ ਵਿੱਚ ਦੇ ਦਿੱਤਾ ਗਿਆ। ਤਾਂ ਇਸੇ ਦੌਰਾਨ ਹੀ ਜਿਹੜਾ ਸੀ ਹਾਈ ਕੋਰਟ ਤੱਕ ਪਹੁੰਚ ਬਣਾਈ ਜਾ ਰਹੀ ਸੀਗੀ, ਜਿਹੜੇ ਵੀ ਲੋਕ ਇਸ ਘੇਰੇ ਦੇ ਵਿੱਚ ਆ ਰਹੇ ਸੀ। ਤਾਂ ਹਾਈ ਕੋਰਟ ਵੱਲੋਂ ਇਹ ਫੈਸਲਾ ਕੀਤਾ ਗਿਆ ਜਾਂ ਪੰਜਾਬ ਸਰਕਾਰ ਨੂੰ 3 ਆਪਸ਼ਨਾਂ ਦਿੱਤੀਆਂ ਗਈਆਂ ਕਿ ਜਿਹੜਾ ਗੋਲੀकांड ਮਾਮਲਾ ਹੈ ਇਹਦੀ ਜਾਂਚ ਜਾਂ ਤਾਂ ਹਰਿਆਣਾ ਪੁਲਿਸ ਤੋਂ ਕਰਵਾ ਲਓ ਜਾਂ CBI ਤੋਂ ਕਰਵਾ ਲਓ, ਜਾਂ ਫਿਰ IG ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਜਿਹੜਾ ਹੈ ਜਾਂਚ ਦਾ ਹਿੱਸਾ ਤੁਸੀਂ ਨਾ ਰੱਖੋ ਤੇ ਜਾਂਚ ਦੀ ਜਿਹੜੀ ਰਿਪੋਰਟ ਹੈ ਉਹਨੂੰ ਅਸੀਂ ਰੱਦ ਕਰਦੇ ਹਾਂ। ਤੇ ਇਸ ਮਾਮਲੇ ਦੇ ਵਿੱਚ ਹੁਣ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਹਾਈ ਕੋਰਟ ਦਾ ਜਿਹੜਾ ਫੈਸਲਾ ਆਇਆਗਾ ਉਹ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਫੈਸਲਾ ਹੈਗਾ, ਕਿਉਂਕਿ ਸੰਗਤਾਂ 2017 ਤੋਂ ਇੰਤਜ਼ਾਰ ਕਰ ਰਹੀਆਂ ਨੇ ਕਿ ਇਸ ਮਾਮਲੇ ਦੇ ਵਿੱਚ ਜੋ ਦੋਸ਼ੀ ਨੇ ਉਹਨਾਂ ਨੂੰ ਸਖਤ ਸਜ਼ਾਵਾਂ ਮਿਲਣ। ਪਰ ਇਸ ਦੇ ਬਾਵਜੂਦ ਵੀ ਜਿਹੜੀ ਜਾਂਚ ਲੰਮਾ ਸਮਾਂ ਚੱਲਦੀ ਹੈ ਤੇ ਉਹਦੇ ਬਾਅਦ ਹਾਈ ਕੋਰਟ ਵੱਲੋਂ ਉਸ ਜਾਂਚ ਨੂੰ ਜਦੋਂ ਰੱਦ ਕਰ ਦਿੱਤਾ ਜਾਂਦਾ ਹੈਗਾ ਤਾਂ ਲੋਕਾਂ ਦੇ ਵਿੱਚ ਨਿਰਾਸ਼ਾ ਆਉਣੀ ਤੇ ਗੁੱਸੇ ਦੀ ਲਹਿਰ ਜਿਹੜੀ ਆ ਉਹ ਤੈਅ ਹੈਗੀ। ਉਹਦੇ ਨਾਲ ਲਗਭਗ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਨਾਲ ਮਿਲਣ ਲਈ ਟਾਈਮ ਵੀ ਪੰਥਕ ਧਿਰਾਂ ਵੱਲੋਂ ਮੰਗਿਆ ਗਿਆ ਹੈ। ਇਸ ਤੋਂ ਇਲਾਵਾ ਹਾਈ ਕੋਰਟ ਦੇ ਬਾਹਰ ਸ਼ਾਂਤਮਈ ਰੋਸ ਪ੍ਰਦਰਸ਼ਨ ਵੀ ਜਿਹੜਾ ਕੀਤਾ ਜਾਣਾ, ਯਾਨੀ ਕਿ ਆਪਣਾ ਵਿਰੋਧ ਜਿਹੜਾ ਉਹ ਪ੍ਰਗਟ ਕੀਤਾ ਜਾਣਾ ਸੰਗਤਾਂ ਵੱਲੋਂ। ਪਰ ਇਸ ਮਾਮਲੇ ਦੇ ਵਿੱਚ ਆ ਕੇ ਹੁਣ ਸਭ ਤੋਂ ਪਹਿਲੀ ਭੂਮਿਕਾ ਤੇ ਸਵਾਲ ਜਿਹੜੇ ਉਹ ਪੰਜਾਬ ਸਰਕਾਰ ਤੇ ਖੜੇ ਹੁੰਦੇ ਨੇ ਕਿ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਪੱਖ ਕਿਸ ਢੰਗ ਦੇ ਨਾਲ ਰੱਖਿਆ ਕਿ ਪੰਜਾਬ ਸਰਕਾਰ ਇਹ ਪ੍ਰੂਫ ਨਹੀਂ ਕਰ ਸਕੀ ਕਿ ਜਿਹੜੀ ਸੈੱਟ ਅਸੀਂ ਬਣਾਈ ਹੈ ਉਹਦੇ ਵੱਲੋਂ ਨਿਰਪੱਖ ਜਾਂਚ ਕੀਤੀ ਗਈ ਹੈ ਤੇ ਚੰਗੇ ਵਕੀਲ ਜਿਹੜੇ ਉੱਥੇ ਕਿਉਂ ਨਹੀਂ ਖੜਾ ਸਕੀ। ਕਿਉਂਕਿ ਜਦੋਂ ਸੁਰੇਸ਼ ਕੁਮਾਰ ਦਾ ਮਾਮਲਾ ਸੀਗਾ, ਜਿਹੜੇ ਮੁੱਖ ਮੰਤਰੀ ਦੇ ਪ੍ਰਮੁੱਖ ਸਲਾਹਕਾਰ ਨੇ, ਜਦੋਂ ਉਹਨਾਂ ਦੀ ਨਿਯੁਕਤੀ ਨੂੰ, ਉਹਨਾਂ ਨੂੰ ਐਕਸਟੈਂਸ਼ਨ ਦੇਣ ਨੂੰ ਹਾਈ ਕੋਰਟ ਵੱਲੋਂ ਜਿਹੜਾ ਸੀ ਕੁਐਸਚਨ ਕੀਤਾ ਗਿਆ, ਉਹਦੇ ਤੇ ਤਾਂ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹ P ਚਿਦੰਬਰਮ ਨੂੰ ਵਕੀਲ ਬਣਾ ਕੇ ਲਿਆਏ ਸੀਗੇ। ਇਸ ਤੋਂ ਇਲਾਵਾ ਜਿਹੜਾ ਗੈਂਗਸਟਰ UP ਦਾ ਸੀਗਾ ਉਸ ਮਾਮਲੇ ਦੇ ਵਿੱਚ ਵੀ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਤੱਕ ਲੜਾਈ ਲੜੀ। ਤਾਂ ਹੁਣ ਇਸ ਮਾਮਲੇ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦੀ ਭੂਮਿਕਾ ਤੇ ਸਵਾਲ ਖੜੇ ਹੁੰਦੇ ਨੇ ਕਿ ਪੰਜਾਬ ਸਰਕਾਰ ਕਿਸ ਤਰ੍ਹਾਂ ਕੇਸ ਜਿਹੜਾ ਹੈ ਹਾਈ ਕੋਰਟ ਦੇ ਵਿੱਚ ਜਾ ਕੇ ਲੂਜ਼ ਕਰ ਸਕਦੀ ਹੈ। ਉਹਨਾਂ ਨੂੰ ਚੰਗੇ ਵਕੀਲ ਉੱਥੇ ਅਪੁਆਇੰਟ ਕਰਨੇ ਚਾਹੀਦੇ ਸੀ, ਫੈਕਟ ਉਹਨਾਂ ਕੋਲੇ ਸਾਰੇ ਹੋਣੇ ਚਾਹੀਦੇ ਸੀ, ਕਿਉਂਕਿ ਜੇ ਹਾਈ ਕੋਰਟ CBI ਕੋਲੇ ਜਾਣ ਦੀ ਗੱਲ ਕਰ ਰਹੀ ਹੈ ਤਾਂ ਪੰਜਾਬ ਸਰਕਾਰ ਕੋਲੇ ਸਿੱਧਾ ਲੌਜਿਕ ਸੀ ਕਿ CBI ਜਿਹੜੀ ਹੈ, CBI ਤਾਂ ਪਹਿਲੇ ਹੀ ਪਾਣੀ 'ਚ ਮਧਾਣੀ ਇੱਥੇ ਪਾ ਕੇ ਰੱਖੀ। CBI ਨੇ 3.5 ਸਾਲ, ਇਸ ਤੋਂ ਇਲਾਵਾ ਕਲੋਜ਼ਰ ਰਿਪੋਰਟ 'ਚ ਕਲੀਨ ਚਿੱਟਾਂ ਦਿੱਤੀਆਂ ਬੇਅਦਬੀ ਮਾਮਲੇ ਦੇ ਵਿੱਚ, ਜਿਨ੍ਹਾਂ ਦੀ ਖੱਟੜਾ ਸਾਹਿਬ ਦੀ ਸਿੱਟ ਨੇ ਜਿਹੜੇ ਬੇਨਕਾਬ ਕੀਤੇ ਸੀ ਲੋਕ ਸੌਦੇ ਸਾਧ ਨਾਲ ਸੰਬੰਧਿਤ। ਤਾਂ ਇਸ ਮਾਮਲੇ ਦੇ ਵਿੱਚ ਫੈਕਟ ਜਿਹੜੇ ਆ ਉਹ ਪੰਜਾਬ ਸਰਕਾਰ ਦੇ ਕਮਜ਼ੋਰ ਰਹੇ ਨੇ। ਇਸ ਕਰਕੇ IG ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਜਿਹੜਾ ਹੈ ਵਿਸ਼ੇਸ਼ ਸੈਕਟ ਟੀਮ ਚੋਂ ਬਾਹਰ ਕਰਨ ਦੀ ਗੱਲ ਤੇ ਰਿਪੋਰਟ ਖਾਰਜ ਕਰਨ ਦਾ ਫੈਸਲਾ ਜਿਹੜਾ ਉਹ ਹਾਈ ਕੋਰਟ ਵੱਲੋਂ ਦਿੱਤਾ ਗਿਆ। ਇਸ ਮਾਮਲੇ ਦੇ ਵਿੱਚ ਬੇਸ਼ੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਮੁੜ ਤੋਂ IG ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਥਾਪੜਾ ਦਿੱਤਾ ਹੈ ਕਿ ਉਹ ਯੋਗ ਅਧਿਕਾਰੀ ਨੇ ਤੇ ਪੰਜਾਬ ਸਰਕਾਰ ਜਿਹੜੀ ਉਹ ਸੁਪਰੀਮ ਕੋਰਟ ਜਾਊਗੀ। ਸੁਪਰੀਮ ਕੋਰਟ ਜਾਵੇ, ਪੰਜਾਬ ਸਰਕਾਰ ਕੋਲੇ ਅਧਿਕਾਰ ਹੈ, ਪਰ ਉੱਥੇ ਵਕੀਲਾਂ ਦੀ ਐਸੀ ਟੀਮ ਜਿਹੜੀ ਹੈ ਉਹ ਨਿਯੁਕਤ ਕੀਤੀ ਜਾਵੇ ਜਿਹੜੀ ਕਿ ਹਾਈ ਕੋਰਟ ਦੇ ਫੈਸਲੇ ਦੀ ਘੋਖ ਕਰੇ। ਸਭ ਤੋਂ ਪਹਿਲਾਂ ਜਿਹੜੀਆਂ ਖਾਮੀਆਂ ਨੇ ਉਹਨਾਂ ਦੀ ਦਰੁਸਤੀ ਕਰਕੇ ਜਿਹੜਾ ਹੈ ਉਹ ਸੁਪਰੀਮ ਕੋਰਟ ਜਾਵੇ। ਪਰ ਇਹ ਮੁੱਦਾ ਜਿਹੜਾ ਇੱਕ ਵਾਰ ਮੁੜ ਤੋਂ ਸਿਆਸੀ ਮੁੱਦਾ ਬਣ ਗਿਆ, ਜਿਹਦੇ 'ਚ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਬਿਆਨ ਆਇਆ ਕਿ ਗੱਠਜੋੜ ਦੀ ਜਿਹੜੀ ਇਹ ਜਾਂਚ ਟੀਮ ਸੀਗੀ, ਇਹਦੀ ਜਾਂਚ ਜਿਹੜੀ ਸੀ ਉਹ ਬਾਦਲ ਪਰਿਵਾਰ ਨੂੰ ਟਾਰਗੇਟ ਕਰਨ ਦੇ ਲਈ ਸੀ, ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੇ ਲਈ ਸੀ। ਤਾਂ ਉਹਦੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਜਾਂਚ ਖਤਮ ਨਹੀਂ ਹੋਈ, ਸੁਖਬੀਰ ਸਿੰਘ ਬਾਦਲ ਜਿਹੜੇ ਉਹ ਖੁਸ਼ੀਆਂ ਨਾ ਮਨਾਉਣ, ਮੈਂ ਕਿਸੇ ਵੀ ਦੋਸ਼ੀ ਨੂੰ ਜਿਹੜਾ ਉਹ ਬਖਸ਼ਾਂਗਾ ਨਹੀਂ। ਤੇ ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਉੱਪਰ ਆਮ ਆਦਮੀ ਪਾਰਟੀ ਵੱਲੋਂ ਵੀ ਸਵਾਲ ਚੁੱਕੇ ਗਏ ਨੇ। ਉਹਨਾਂ ਨੇ ਮੁੜ ਤੋਂ ਉਹੀ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ 2 ਕੇਸ ਸੀਗੇ, ਬੇਸ਼ੱਕ ਉਹ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦਾ ਕੇਸ ਸੀਗਾ, ਲੁਧਿਆਣਾ ਸਿਟੀ ਸੈਂਟਰ ਦਾ ਕੇਸ ਸੀਗਾ, ਉਹਨਾਂ ਤੇ ਕਲੋਜ਼ਰ ਰਿਪੋਰਟ ਜਿਹੜੀ ਉਹ ਅਕਾਲੀ ਦਲ ਭਾਜਪਾ ਸਰਕਾਰ ਵੱਲੋਂ ਆਖਰੀ ਸਮੇਂ ਦੇ ਵਿੱਚ ਦਾਇਰ ਕੀਤੀ ਗਈ। ਤੇ ਹੁਣ ਮੁੱਖ ਮੰਤਰੀ ਸਾਹਿਬ ਵੀ ਜਿਹੜੇ ਨੇ ਉਹ ਕੇਸ ਹੌਲੀ-ਹੌਲੀ ਕਰਕੇ ਇਸ ਢੰਗ ਦੇ ਨਾਲ ਵਾਪਸ ਲੈ ਰਹੇ ਨੇ। ਤਾਂ ਆਮ ਆਦਮੀ ਪਾਰਟੀ ਵੱਲੋਂ ਵੀ ਇਸ ਮੁੱਦੇ ਤੇ ਘੇਰਿਆ ਗਿਆ ਮੁੱਖ ਮੰਤਰੀ ਸਾਹਿਬ ਨੂੰ। ਇਸ ਤੋਂ ਇਲਾਵਾ ਪੰਥਕ ਧਿਰਾਂ ਨੇ, ਜਿਹੜੀਆਂ ਪੰਥਕ ਜਥੇਬੰਦੀਆਂ ਨੇ, ਉਹਨਾਂ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਜਿਹਦੇ 'ਚ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਸਵਾਲ ਵੀ ਚੁੱਕੇ ਨੇ ਤੇ ਉਹਨਾਂ ਨੇ ਮੁਲਾਕਾਤ ਦਾ ਸਮਾਂ ਵੀ ਮੰਗਿਆ ਕਿ ਮੁੱਖ ਮੰਤਰੀ ਸਾਹਿਬ ਇਸ ਮਾਮਲੇ ਦੇ ਵਿੱਚ ਸਮਾਂ ਦੇਣ। ਨਾਲੋਂ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਬਾਹਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਦੀ ਗੱਲ ਵੀ ਜਿਹੜੀ ਹੈ ਪੰਥਕ ਧਿਰਾਂ ਵੱਲੋਂ ਆਖੀ ਗਈ ਹੈ। ਸਭ ਤੋਂ ਪਹਿਲਾਂ ਜਿਹੜੀਆਂ ਪੰਥਕ ਧਿਰਾਂ ਦੇ ਨੁਮਾਇੰਦੇ ਅੱਜ ਸੀਗੇ ਉਹ ਬਰਗਾੜੀ ਜਿਹੜਾ ਮੋਰਚਾ ਲੱਗਿਆ ਸੀ ਉਸ ਦੇ ਵਿੱਚ ਵੀ ਸ਼ਾਮਲ ਸੀਗੇ। ਤਾਂ ਉੱਥੇ ਜਿਹੜਾ ਸਭ ਤੋਂ ਵੱਡਾ ਲੂਪ ਰਿਹਾ ਕਿ ਲੋਕਾਂ ਦਾ ਵੱਡਾ ਇਕੱਠ ਸੀ ਉੱਥੇ, ਉਹ ਮੋਰਚਾ ਜਿਹੜਾ ਕੇਂਦਰ ਬਣਿਆ ਹੋਇਆ ਸੀ, ਸੂਬਾ ਸਰਕਾਰ ਵੀ ਪ੍ਰੈਸ਼ਰਾਈਜ਼ ਸੀ ਉੱਥੇ। ਤਾਂ ਉੱਥੇ ਟਾਈਮ ਬਾਉਂਡ ਇਨਕੁਆਇਰੀ ਦੀ ਮੰਗ ਪੰਥਕ ਧਿਰਾਂ ਵੀ ਕਰਵਾ ਸਕਦੀਆਂ ਸੀ, ਇਸ ਫੈਸਲੇ ਨੂੰ ਕਿਸੇ ਤਨ ਪੱਤਨ ਲਾਇਆ ਜਾ ਸਕਦਾ ਸੀ। ਪਰ ਉਹ ਮੋਰਚਾ ਵੀ ਜਿਹੜਾ ਇੱਕਦਮ ਦੋ ਮੰਤਰੀਆਂ ਦੇ ਭਰੋਸੇ ਦੇ ਉੱਪਰ ਖਤਮ ਕਰ ਦਿੱਤਾ ਗਿਆ ਤੇ ਉਹਦੇ ਬਾਅਦ ਇਕੱਠ ਜਿਹੜਾ ਲੋਕਾਂ ਦਾ ਉਸ ਹਿਸਾਬ ਦੇ ਨਾਲ ਨਹੀਂ ਹੋਇਆ। ਬੇਸ਼ੱਕ ਇਹ ਮਸਲਾ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਹੀ ਸਭ ਤੋਂ ਵੱਡਾ ਮਸਲਾ ਹੋਵੇਗਾ, ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਲੋਕਾਂ 'ਚ ਗੁੱਸਾ ਗਾ ਸਵਾਲ ਖੜੇ ਕੀਤੇ ਜਾਣੇ, ਉੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਵੀ ਸਵਾਲ ਜਿਹੜੇ ਆ ਉਹ ਇਸ ਵਾਰ ਲੋਕਾਂ ਵੱਲੋਂ ਖੜੇ ਕੀਤੇ ਜਾਣੇ ਆ ਕਿ ਇਸ ਮਾਮਲੇ ਦੇ ਵਿੱਚ ਇਨਸਾਫ ਜਿਹੜਾ ਉਹ ਕਿਉਂ ਨਹੀਂ ਮਿਲ ਰਿਹਾ। ਤੇ ਇਸ ਕਰਕੇ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਨਿਰਾਸ਼ਾ ਗਈ ਸਭ ਦੇ ਵਿੱਚ। ਪੰਜਾਬ ਸਰਕਾਰ ਸੁਪਰੀਮ ਕੋਰਟ 'ਚ ਜਾਣ ਦੀ ਗੱਲ ਕਰ ਰਹੀ ਹੈ, ਪਰ ਸਵਾਲ ਉਹੀ ਹੈ ਕਿ ਕੇਸ ਸਹੀ ਢੰਗ ਦੇ ਨਾਲ ਪੇਸ਼ ਨਹੀਂ ਕੀਤਾ ਗਿਆ, ਜਿਸ ਕਰਕੇ ਹਾਈ ਕੋਰਟ ਦਾ ਫੈਸਲਾ ਆਇਆ। ਕਿਉਂਕਿ ਇਹ ਤਾਂ ਨਿਰਪੱਖ ਹੈਗਾ, ਸਾਹਮਣੇ ਹੈ ਕਿ ਗੋਲੀ ਤਾਂ ਚੱਲੀ ਹੈ ਸੰਗਤਾਂ ਤੇ, ਸ਼ਾਂਤਮਈ ਬੈਠੀਆਂ ਸੰਗਤਾਂ ਦੇ ਉੱਪਰ ਚੱਲੀ ਹੈ। ਇਹਦੇ ਲਈ ਕਮਿਸ਼ਨ ਵੀ ਬਣੇ ਨੇ, ਦੋਵੇਂ ਕਮਿਸ਼ਨਾਂ ਦੇ ਵਿੱਚ ਇਹ ਸਾਹਮਣੇ ਆਇਆ ਕਿ ਸ਼ਾਂਤਮਈ ਬੈਠੀਆਂ ਸੰਗਤਾਂ ਦੇ ਉੱਪਰ ਜਿਹੜੀ ਗੋਲੀ ਹੈ ਉਹ ਚਲਾਈ ਗਈ ਹੈਗੀ ਤੇ ਉਸ ਸਮੇਂ ਦੀ ਪੁਲਿਸ ਵੱਲੋਂ ਚਲਾਈ ਗਈ ਹੈ। ਤੇ ਪੁਲਿਸ ਦੇ ਡੀਜੀਪੀ ਇਹ ਕਹਿੰਦੇ ਨੇ ਕਿ ਅਸੀਂ ਆਜ਼ਾਦਾਨਾ ਤੌਰ ਤੇ ਫੈਸਲੇ ਜਿਹੜੇ ਉਹ ਨਹੀਂ ਲੈਂਦੇ। ਆਪਣੇ ਹਲਫਨਾਮੇ ਦੇ ਵਿੱਚ ਵੀ ਉਹ ਕਹਿੰਦੇ ਨੇ, ਕਿਉਂਕਿ ਪੁਲਿਸ ਜਿਹੜੀ ਉਹ ਹੋਮ ਮਿਨਿਸਟਰ ਦੇ ਅੰਡਰ ਹੁੰਦੀ ਹੈ ਤੇ ਇਸ ਕਰਕੇ ਇਸ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਸਹੀ ਢੰਗ ਦੇ ਨਾਲ ਹੋਣ ਦਾ ਦਾਅਵਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਵੀ ਕੀਤਾ ਗਿਆ, ਪੰਜਾਬ ਸਰਕਾਰ ਵੱਲੋਂ ਵੀ ਕੀਤਾ ਜਾ ਰਿਹਾ। ਪਰ ਜ਼ਰੂਰੀ ਇਹ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਪੱਖ ਜਿਹੜਾ ਉਹ ਸਹੀ ਢੰਗ ਦੇ ਨਾਲ ਪੇਸ਼ ਕੀਤਾ ਜਾਵੇ, ਕਿਉਂਕਿ ਜੇ ਜਾਂਚ ਰਿਪੋਰਟ ਅਪਰੂਵਲ ਹੋ ਜਾਂਦੀ ਹੈ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਤੇ ਇਸ ਮਾਮਲੇ ਦੇ ਵਿੱਚ ਇਨਸਾਫ ਦੀ ਆਸ ਜਿਹੜੀ ਉਹ ਸੰਗਤਾਂ ਨੂੰ ਵੱਧ ਜਾਂਦੀ ਹੈ। ਨਹੀਂ ਤਾਂ ਫਿਰ ਪਾਣੀ 'ਚ ਮਧਾਣੀ ਵਾਲਾ ਕੰਮ ਤੇ ਜਿਹੜਾ ਹੈ ਸਿਰਫ ਵੋਟਾਂ ਬਟੋਰਨ ਵਾਲਾ ਮੁੱਦਾ ਇਹਨੂੰ ਨਾ ਬਣਾਇਆ ਜਾਵੇ, ਕਿਉਂਕਿ ਬੜਾ ਸੰਵੇਦਨਸ਼ੀਲ ਮਸਲਾ ਗਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਨਾਲ ਜੁੜਿਆ ਹੋਇਆ ਮਸਲਾ ਗਾ ਤੇ ਨਾਲੋਂ ਨਾਲ ਜਿਹੜਾ ਸ਼ਾਂਤਮਈ ਸੰਗਤਾਂ ਤੇ ਪੁਲਿਸ ਵੱਲੋਂ ਗੋਲੀਆਂ ਚਲਾਉਣ ਦਾ ਮਸਲਾ ਗਾ। ਜੀ ਬਿਲਕੁਲ ਜੀ, ਅੱਜ ਆਪਾਂ ਇਸੇ ਵਿਸ਼ੇ ਤੇ ਗੱਲਬਾਤ ਕਰਾਂਗੇ ਹਰਜਿੰਦਰ ਸਿੰਘ ਧਨੋਆ ਦੀਆਂ ਖਬਰਾਂ ਤੋਂ ਬਾਅਦ, ਕਿਉਂਕਿ ਕਿਹਾ ਇਹ ਜਾਂਦਾ ਜੀ ਮੇਰੇ ਕੋਲ ਇੱਕ ਆਡੀਓ ਆਈ ਹੈ, ਕਹਿੰਦੇ ਜੀ ਇਹ ਜੱਜ ਬੜਾ ਇਮਾਨਦਾਰ ਆ, ਗੁਰਸਿੱਖ ਹੈ, ਜੇ ਇਮਾਨਦਾਰ ਆ ਤੇ ਫਿਰ ਇਹ ਇਮਾਨਦਾਰੀ 'ਚ ਕਿਤੇ ਝਲਕਦੀ ਨਹੀਂ, ਜੇ ਗੁਰਸਿੱਖ ਆ ਤਾਂ ਗੁਰਸਿੱਖੀ ਵਾਲਾ ਵੀ ਰੂਪ ਇਹਦੇ 'ਚ ਕਿਤੇ ਨਹੀਂ ਦਿਸਦਾ। ਲੱਖਾ ਸਿਧਾਣਾ ਦੇ ਭਰਾ ਨੂੰ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦੇ ਮਾਮਲੇ ਵਿੱਚ ਗਰਮਾਈ ਸਿਆਸਤ, ਕਾਫੀ ਟੌਰਚਰ ਕੀਤਾ ਗਿਆ ਜੀ ਉਹਨੂੰ, ਉਹਦੇ ਭਰਾ ਦੇ ਉੱਪਰ ਕੋਈ ਉਹਦੇ ਤੇ ਕੇਸ ਨਹੀਂ, ਕੋਈ ਪਰਚਾ ਦਰਜ ਨਹੀਂ, ਕੋਈ ਕੁਛ ਨਹੀਂਗਾ। ਦੇਖੋ ਜੀ, ਲੱਖਾ ਸਿਧਾਣੇ ਦਾ ਜਿਹੜਾ ਮਸਲਾ ਗਾ, ਲੱਖਾ ਸਿਧਾਣੇ ਦੇ ਭਰਾ ਨੂੰ ਜਿਹੜਾ ਹੈ ਗੁਰਦੀਪ ਸਿੰਘ ਮੁੰਡੀ ਜਿਹੜਾ ਉਸਦਾ ਨਾਮ ਹੈ, ਉਹ ਚਾਚੇ ਦਾ ਪੁੱਤਰ ਹੈ ਲੱਖੇ ਸਿਧਾਣੇ ਦਾ। ਤਾਂ ਉਹ ਜਿਹੜਾ ਸੀ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਆਪਣੇ ਪੇਪਰ ਦੇ ਸਿਲਸਿਲੇ ਦੇ ਵਿੱਚ ਆਇਆ ਹੋਇਆ ਸੀ ਲਾਅ ਦੇ ਤੇ ਉਹਨੇ ਕਿਹਾ ਕਿ ਅਸੀਂ ਜਦੋਂ ਮੋਟਰਸਾਈਕਲ ਤੇ ਆ ਰਹੇ ਸੀ ਤਾਂ ਸਿਵਲ ਡਰੈਸ ਦੇ ਵਿੱਚ ਜਿਹੜਾ 4-5 ਵਿਅਕਤੀਆਂ ਵੱਲੋਂ ਉਹਨਾਂ ਨੂੰ ਗੱਡੀ 'ਚ ਸੁੱਟਿਆ ਗਿਆ ਸੜਕ ਤੋਂ ਚੁੱਕ ਕੇ, ਤੇ ਆਖਿਆ ਗਿਆ ਤੇ ਬਾਅਦ 'ਚ ਉਹਨੂੰ ਪਤਾ ਲੱਗਿਆ ਕਿ ਇਹ ਦਿੱਲੀ ਪੁਲਿਸ ਦੇ ਲੋਕ ਨੇ, ਜਿਨ੍ਹਾਂ ਵੱਲੋਂ ਜਿਹੜੇ ਗੁਰਦੀਪ ਸਿੰਘ ਵੱਲੋਂ ਇਹ ਦੋਸ਼ ਲਾਇਆ ਗਿਆ ਕਿ ਉਸ ਨੂੰ ਗੈਰ ਕਾਨੂੰਨੀ ਹਿਰਾਸਤ 'ਚ ਵੀ ਰੱਖਿਆ ਗਿਆ, ਉਹਦੇ ਨਾਲ ਕੁੱਟਮਾਰ ਵੀ ਜਿਹੜੀ ਹੈ ਉਹ ਕੀਤੀ ਗਈ ਹੈ ਇਸ ਮਾਮਲੇ ਦੇ ਵਿੱਚ। ਤਾਂ ਇਹਦੇ ਬਾਅਦ ਵੀ ਸਿਆਸੀ ਉਬਾਲ ਆਉਣਾ ਜਿਹੜਾ ਉਹ ਲਗਭਗ ਤੈਅ ਸੀ, ਕਿਉਂਕਿ ਲੱਖੇ ਸਿਧਾਣੇ ਦੇ ਉੱਪਰ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਤੇ ਨਾਲੋਂ ਨਾਲ ਦਿੱਲੀ ਪੁਲਿਸ ਨੇ ਹੁਣ ਇਹ ਗੱਲ ਕਬੂਲੀ ਆਖਰਕਾਰ ਕਿ ਹਾਂ ਅਸੀਂ ਗੁਰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ, ਉਹ ਤੋਂ ਪੁੱਛ ਪੜਤਾਲ ਕੀਤੀ ਹੈ ਜੀ, ਸਿਰਫ ਉਹਦੇ ਤੇ ਟੌਰਚਰ ਜਿਹੜਾ ਉਹ ਨਹੀਂ ਕੀਤਾ ਗਿਆ, ਸਿਰਫ ਪੁੱਛ ਪੜਤਾਲ ਕੀਤੀ ਗਈ ਹੈ ਤੇ ਅੱਗੇ ਵੀ ਅਸੀਂ ਪੁੱਛ ਪੜਤਾਲ ਕਰਾਂਗੇ। ਠੀਕ ਹੈ, ਦਿੱਲੀ ਪੁਲਿਸ ਨੇ ਪੁੱਛ ਪੜਤਾਲ ਦਾ ਦਾਅਵਾ ਕਰਤਾ, ਪਰ ਗੁਰਦੀਪ ਸਿੰਘ ਨੇ ਕਿਹਾ ਕਿ ਮੇਰੇ ਤੇ ਜਿਹੜਾ ਤਸ਼ੱਦਦ ਕੀਤਾ ਗਿਆ, ਮੈਨੂੰ ਇੰਟਰੋਗੇਟ ਕੀਤਾ ਗਿਆ, ਮੇਰੇ ਸਿਰ 'ਚ ਵੀ ਮੁੱਕੀਆਂ ਮਾਰੀਆਂ ਗਈਆਂ, ਮੇਰੀਆਂ ਤਲੀਆਂ ਤੇ ਵੀ ਡੰਡੇ ਜਿਹੜੇ ਉਹ ਮਾਰੇ ਗਏ ਨੇ ਦਿੱਲੀ ਪੁਲਿਸ ਵੱਲੋਂ, ਤੇ ਉਹ ਹਸਪੀਟਲ ਦੇ ਵਿੱਚ ਜਿਹੜਾ ਹੈ ਜ਼ੇਰੇ ਇਲਾਜ ਹੈ। ਤਾਂ ਇਸ ਮਾਮਲੇ ਨੂੰ ਲੈ ਕੇ ਹੁਣ ਜਿਹੜਾ ਸਭ ਤੋਂ ਵੱਡਾ ਸਵਾਲ ਜਿਹੜਾ ਉਹ ਖੜਾ ਹੁੰਦਾ ਗਾ, ਇਹ ਉਹ ਖੜਾ ਹੁੰਦਾ ਕਿ ਦਿੱਲੀ ਪੁਲਿਸ ਪੰਜਾਬ ਦੇ ਵਿੱਚ ਜਦੋਂ ਆਈ ਹੈਗੀ, ਕਿਸੇ ਵਿਅਕਤੀ ਨੂੰ ਚੁੱਕ ਰਹੀ ਹੈ, ਤਾਂ ਕੀ ਪੰਜਾਬ ਪੁਲਿਸ ਨੂੰ ਇਸ ਦੀ ਜਾਣਕਾਰੀ ਸੀ? ਕੀ ਪੰਜਾਬ ਪੁਲਿਸ ਤੋਂ ਪਰਮਿਸ਼ਨ ਲਈ ਗਈ? ਕਿਉਂਕਿ ਕਾਨੂੰਨ ਮੁਤਾਬਕ ਇਹ ਹੈ ਕਿ ਜੇ ਕਿਸੇ ਦੂਜੀ ਸਟੇਟ ਦੀ ਪੁਲਿਸ ਨੇ ਕੋਈ ਕਾਰਵਾਈ ਕਰਨੀ ਹੈ ਕਿਸੇ ਦੂਜੇ ਸੂਬੇ ਦੇ ਵਿੱਚ ਆ ਕੇ, ਤਾਂ ਉਸ ਸਟੇਟ ਦੀ ਪੁਲਿਸ ਤੋਂ ਪਰਮਿਸ਼ਨ ਵੀ ਲੈਣੀ ਪੈਂਦੀ ਹੈ ਤੇ ਉਸ ਸਟੇਟ ਦੀ ਪੁਲਿਸ ਜਿਹੜੀ ਉਹ ਨਾਲ ਵੀ ਜਾਂਦੀ ਹੈਗੀ। ਇਕੱਲਿਆਂ ਕੋਈ ਦੂਜੀ ਸੂਬੇ ਦੀ ਪੁਲਿਸ ਆ ਕੇ ਜਿਹੜਾ ਹੈ ਉਹ ਐਕਸ਼ਨ ਨਹੀਂ ਲੈ ਸਕਦੀ, ਕਿਉਂਕਿ ਆਪਣੇ ਸਰੋਤਿਆਂ ਦੇ ਤੇ ਤੁਹਾਡੇ ਯਾਦ ਹੋਣਾ ਇਨਸੀਡੈਂਟ ਕਿ ਹਰਿਆਣਾ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਸੀ ਉਹ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਨ ਦੇ ਲਈ ਗਏ ਸੀ। ਉਹਨਾਂ ਨੇ ਹਰਿਆਣਾ ਪੁਲਿਸ ਨੂੰ ਦੱਸਿਆ ਵੀ ਹੋਇਆ ਸੀ, ਹਰਿਆਣਾ ਪੁਲਿਸ ਵੀ ਨਾਲ ਸੀ, ਪਰ ਇਸ ਦੇ ਬਾਵਜੂਦ ਵੀ ਪੰਜਾਬ ਪੁਲਿਸ ਦੇ ਜਵਾਨਾਂ ਦੀ ਉੱਥੇ ਕਿੰਨੀ ਬੁਰੀ ਤਰ੍ਹਾਂ ਕੁੱਟਮਾਰ ਜਿਹੜੀ ਉਹ ਕੀਤੀ ਗਈ ਸੀਗੀ ਜੀ ਹਰਿਆਣਾ ਦੇ ਵਿੱਚ।
ਤੇ ਇਸ ਕਰਕੇ ਜੇ ਦਿੱਲੀ ਪੁਲਿਸ ਪੰਜਾਬ ਆਈ ਹੈ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਉੱਪਰ ਸਵਾਲ ਜਿਹੜੇ ਉਹ ਖੜੇ ਕੀਤੇ ਜਾ ਰਹੇ ਨੇ। ਸਭ ਤੋਂ ਪਹਿਲਾ ਸਵਾਲ ਜਿਹੜਾ ਹੈ ਉਹਨਾਂ ਦੇ ਸਾਬਕਾ ਕੈਬਨਿਟ ਵਜ਼ੀਰ ਤੇ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਉਹ ਖੜਾ ਕੀਤਾਗਾ। ਨਵਜੋਤ ਸਿੰਘ ਸਿੱਧੂ ਨੇ ਸਭ ਤੋਂ ਪਹਿਲਾਂ ਤਾਂ ਇਹ ਕਿਹਾ ਕਿ ਜਿਹੜਾ ਉੜਤਾ ਪੰਜਾਬ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ ਤਾਂ ਉਹ ਸੰਘਰਸ਼ ਜਿਹੜੇ ਨੌਜਵਾਨ ਕੁੱਦੇ ਨੇ ਉਹਨਾਂ ਨੇ ਉਹਨੂੰ ਚੜ੍ਹਦੇ ਪੰਜਾਬ ਦੇ ਵਿੱਚ ਬਦਲ ਦਿੱਤਾ। ਤੇ ਨਾਲੋਂ ਨਾਲ ਉਹਨਾਂ ਨੇ ਇਹ ਵੀ ਆਖਿਆ ਕਿ ਜਿਹੜੀ ਇਹ ਕਾਰਵਾਈ ਕੀਤੀ ਗਈ ਹੈਗੀ, ਜਿਹੜੀ ਕਾਰਵਾਈ ਦਿੱਲੀ ਪੁਲਿਸ ਵੱਲੋਂ ਕੀਤੀ ਗਈ ਹੈ, ਇਸ ਨੂੰ ਲੈ ਕੇ ਜਵਾਬ ਜਿਹੜਾ ਉਹ ਦਿੱਤਾ ਜਾਵੇ। ਜਿਹੜੇ ਸ਼ੰਕੇ ਨੇ ਲੋਕਾਂ ਦੇ ਕਿ ਕੀ ਪੁਲਿਸ ਨੂੰ ਪਤਾ ਸੀਗਾ, ਜੇ ਨਹੀਂ ਪਤਾ ਸੀ ਤਾਂ ਫਿਰ ਕੋਈ ਪੁਲਿਸ ਇਸ ਤਰ੍ਹਾਂ ਕਿ ਕਾਰਵਾਈ ਕਿਵੇਂ ਕਰ ਸਕਦੀ ਹੈ। ਉਹਦੇ ਵਿਰੁੱਧ FIR ਜਿਹੜੀ ਆ ਉਹ ਦਿੱਲੀ ਪੁਲਿਸ ਦੇ ਵਿਰੁੱਧ ਪੰਜਾਬ ਦੇ ਵਿੱਚ ਦਰਜ ਹੋਣੀ ਚਾਹੀਦੀ ਹੈ। ਨਾਲ ਦੀ ਨਾਲ ਨਵਜੋਤ ਸਿੰਘ ਸਿੱਧੂ ਨੇ ਮਮਤਾ ਬੈਨਰਜੀ ਦੀ ਉਦਾਹਰਨ ਵੀ ਦਿੱਤੀ ਹੈ ਕਿ ਜਦੋਂ CBI ਅਧਿਕਾਰੀਆਂ ਨੇ ਵੈਸਟ ਬੰਗਾਲ ਦੇ ਵਿੱਚ ਗਏ ਉਹ ਤਾਂ ਮਮਤਾ ਬੈਨਰਜੀ ਨੇ ਉਹਨਾਂ ਨੂੰ ਫੜ ਕੇ ਜਿਹੜਾ ਗ੍ਰਿਫਤਾਰ ਕਰ ਲਿਆ ਸੀਗਾ, ਘੇਰਾਬੰਦੀ ਕਰ ਲਈ ਸੀ। ਤਾਂ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਆਪਣੇ ਨੌਜਵਾਨਾਂ ਦੀ ਸੁਰੱਖਿਆ ਦੇ ਲਈ ਕੋਈ ਅਜਿਹੇ ਕਦਮ ਜਿਹੜੇ ਉਹ ਚੁੱਕੇ। ਤਾਂ ਇਹਦੇ ਬਾਅਦ ਹੁਣ ਪੁਲਿਸ ਮੁਲਾਜ਼ਮਾਂ ਵੱਲੋਂ ਜਿਹੜਾ ਹੈ ਲੱਖੇ ਸਿਧਾਣੇ ਦੇ ਭਰਾ ਦੇ ਬਿਆਨ ਜਿਹੜੇ ਨੇ ਉਹ ਦਰਜ ਕਰ ਲਏ ਗਏ ਨੇ। ਬਿਆਨ ਦਰਜ ਕਰਕੇ ਹੁਣ ਉਮੀਦ ਹੈ ਕਿ ਜਲਦੀ ਜਿਹੜੀ ਹੈ ਉਹ ਗ੍ਰਿਫਤਾਰੀ ਹੋ ਸਕਦੀ ਹੈ। ਲੱਖੇ ਸਿਧਾਣੇ ਵੱਲੋਂ ਵੀ ਤੇ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਵੱਲੋਂ ਵੀ ਜਿਹੜੀ ਇਸ ਗੱਲ ਦੀ ਨਿਖੇਧੀ ਵੀ ਕੀਤੀ ਗਈ ਹੈ ਤੇ ਨਾਲੋਂ ਨਾਲ ਲੋਕਾਂ ਨੂੰ ਅਪੀਲ ਵੀ ਜਿਹੜੀ ਕੀਤੀ ਗਈ, ਜਿਹੜੀ ਪਹਿਲਾਂ ਵੀ ਕਿਸਾਨ ਲੀਡਰ ਕਰ ਰਹੇ ਨੇ ਲਗਾਤਾਰ, ਕਿ ਜੇਕਰ ਦਿੱਲੀ ਪੁਲਿਸ ਆਉਂਦੀ ਹੈ ਜਾਂ ਉਹਨਾਂ ਦੇ ਅਧਿਕਾਰੀ ਆਉਂਦੇ ਨੇ ਤਾਂ ਉਹਨਾਂ ਦੀ ਘੇਰਾਬੰਦੀ ਜਿਹੜੀ ਉਹ ਕੀਤੀ ਜਾਵੇ। ਘੇਰਾਬੰਦੀ ਕਰਕੇ ਉਹਨਾਂ ਨਾਲ ਸਵਾਲ ਜਵਾਬ ਕੀਤਾ ਜਾਵੇ, ਪਰ ਹਿੰਸਕ ਝੜਪ ਨੂੰ ਅੰਜਾਮ ਨਾ ਦਿੱਤਾ ਜਾਵੇ, ਪਰ ਘੇਰਾਬੰਦੀ ਕਰਕੇ ਉਹਨਾਂ ਤੋਂ ਪੁੱਛਿਆ ਜ਼ਰੂਰ ਜਾਵੇ ਤੇ ਉਸੇ ਤਰ੍ਹਾਂ ਹੀ ਵਾਪਸ ਭੇਜਿਆ ਜਾਵੇ ਜਿਸ ਤਰ੍ਹਾਂ ਦਿੱਲੀ ਪੁਲਿਸ ਜਿਹੜੀ ਉਹ ਪੰਜਾਬ ਦੇ ਵਿੱਚ ਆਈ ਹੈ। ਤੇ ਇਸ ਮਾਮਲੇ ਨੂੰ ਲੈ ਕੇ ਹੁਣ ਸਿਆਸਤ ਗਰਮਾਈ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਉੱਪਰ ਸਵਾਲ ਜਿਹੜੇ ਉਹ ਵਿਰੋਧੀਆਂ ਵੱਲੋਂ ਖੜੇ ਕੀਤੇ ਜਾ ਰਹੇ ਨੇ ਤੇ ਮੰਗ ਕੀਤੀ ਜਾ ਰਹੀ ਹੈ ਕਿ ਦਿੱਲੀ ਪੁਲਿਸ ਦੇ ਉੱਪਰ FIR ਜਿਹੜੀ ਉਹ ਦਰਜ ਹੋਣੀ ਚਾਹੀਦੀ ਹੈ, ਕਿਉਂਕਿ ਹਾਲੇ ਤੱਕ ਪੰਜਾਬ ਪੁਲਿਸ ਦੇ ਕਿਸੇ ਅਧਿਕਾਰੀ ਨੇ ਨਹੀਂ ਮੰਨਿਆ ਕਿ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਸੀ ਕਿ ਦਿੱਲੀ ਪੁਲਿਸ ਜਿਹੜੀ ਹੈ ਉਹ ਲੱਖੇ ਸਿਧਾਣੇ ਦੇ ਭਰਾ ਨੂੰ ਗ੍ਰਿਫਤਾਰ ਕਰਨ ਆ ਰਹੀ ਹੈ। ਤੇ ਲੱਖੇ ਸਿਧਾਣੇ ਦੇ ਭਰਾ ਵੱਲੋਂ ਪੁਲਿਸ ਨੂੰ ਆਪਣੇ ਬਿਆਨ ਜਿਹੜੇ ਉਹ ਦਰਜ ਕਰਾਏ ਗਏ ਨੇ, ਜਿਹਦੇ 'ਚ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਮੈਨੂੰ ਇੰਟਰੋਗੇਟ ਜਿਹੜਾ ਪੁਲਿਸ ਵੱਲੋਂ ਕੀਤਾ ਗਿਆ, ਮੁਖੀਆਂ ਦੇ ਨਾਲ ਵੀ ਕੀਤਾ ਗਿਆ ਤੇ ਡੰਡਿਆਂ ਦੇ ਨਾਲ ਵੀ ਕੀਤਾ ਗਿਆ। ਹਾਂ ਬਿਲਕੁਲ ਜੀ, ਚੱਲਦੇ ਆਪਾਂ ਪਹਿਲੀ ਕਾਲ ਤੇ ਉਸ ਤੋਂ ਬਾਅਦ ਆਪਾਂ 1 ਬਾਏ 1 ਕਾਲ ਔਨ 에ਅਰ ਕਰਾਂਗੇ। 9:30 ਵਜੇ ਹਰਜਿੰਦਰ ਸਿੰਘ ਧਨੋਵਾ ਆਪਣੇ ਨਾਲ ਖਬਰਾਂ ਲੈ ਕੇ ਜੁੜਨਗੇ ਜੀ। ਹਾਂਜੀ ਕਿਸ਼ਪੰਜਾ ਸਵਾਗਤ ਹੈ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਦੇਖੋ ਜੀ, ਜਦੋਂ ਪੰਜਾਬ ਸਰਕਾਰ ਦੇ ਸੈਂਟਰ ਦੀ ਗੁਲਾਮ ਹੋਈ ਹੋਵੇ, ਉਹਨਾਂ ਨਾਲ ਰਲੀ ਹੋਵੇ ਤਾਂ ਉਹਨਾਂ ਨੂੰ ਪੁਲਿਸ ਤੋਂ ਪਰਮਿਸ਼ਨ ਲੈਣ ਦੀ ਕੀ ਲੋੜ ਆ? ਜੇ ਮੁੱਖ ਮੰਤਰੀ ਪਰਮਿਸ਼ਨ ਦੇਣ ਦਾ ਇੱਕ ਵਾਰੀ, ਉਹ ਬਾਰ-ਬਾਰ ਉਹਨਾਂ ਨੂੰ ਪਰਮਿਸ਼ਨ ਉੱਦਾਂ ਲੈਣੀ ਪੈਂਦੀ ਆ। ਕਿਉਂਕਿ ਜੇ ਮੁੱਖ ਮੰਤਰੀ ਚਾਹੁੰਦਾ ਹੋਵੇ ਤਾਂ ਪੁਲਿਸ ਬਗੈਰ ਕਿਸੇ ਦੀ ਵੀ ਪੁੱਛਗਿੱਛ ਤੋਂ ਉਹ ਅੰਦਰ ਵੜ ਸਕਦੀ ਆ, ਕਿਉਂਕਿ ਉਹਨਾਂ ਨੂੰ ਮੁੱਖ ਮੰਤਰੀ ਵੱਲੋਂ ਖੋਲ੍ਹੋ ਆ। ਤੇ ਬਾਕੀ ਜਦੋਂ ਜਿਹੜੇ ਬਰਗਾੜੀ ਕਾਂਡ ਤੁਸੀਂ ਫੈਸਲੇ ਦੀ ਗੱਲ ਕੀ ਕਰਦੇ ਆ, ਸੁਪਰੀਮ ਕੋਰਟ ਨੇ ਕਿਹਾ ਬਈ ਇਹਨੂੰ ਏਦਾਂ ਕਰੋ ਏਦਾਂ ਕਰੋ, ਜਦੋਂ ਸਰਕਾਰਾਂ ਕਿਸੇ ਕੰਮ ਦੇ ਵਿੱਚ ਇਨਵਾਲਵ ਹੋਣ ਉਹਦਾ ਫੈਸਲਾ ਨਹੀਂ ਮਿਲਦਾ। ਕਿ ਦਿੱਲੀ ਦੇ ਵਿੱਚ ਜੋ 84 ਦੇ ਵਿੱਚ ਹੋਇਆ ਸਾਨੂੰ ਉਹਦਾ ਫੈਸਲਾ ਮਿਲਿਆ ਕਿਉਂਕਿ ਉਹ ਸਰਕਾਰਾਂ ਨੇ ਕੀਤਾ। ਇਹ ਸਭ ਕੁਛ ਹੀ ਮੌਕੇ ਦੀ ਸਰਕਾਰ ਨੇ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਕੀਤੀ ਆ, ਉਹ ਸਰਕਾਰਾਂ ਦੇ ਖਿਲਾਫ ਕੋਈ ਵੀ ਜਿਹੜੀ ਕੋਰਟ ਆ ਉਹ ਨਹੀਂ ਜਾਂਦੀ। ਕੋਰਟ ਸਰਕਾਰਾਂ ਦੀ ਤੇ ਸਰਕਾਰ ਜਿਹੜੀ ਆ ਉਹ ਕੋਰਟ ਵਾਲਿਆਂ ਦੀ ਆ। ਇਹ ਇਹਨਾਂ ਦੇ ਨਿਯੁਕਤ ਕੀਤੇ ਬੰਦੇ ਹੁੰਦੇ ਆ, ਇਹਨਾਂ ਦੇ ਖਿਲਾਫ ਨਹੀਂ ਜਾਂਦੇ, ਇੱਕ ਦੂਸਰੇ ਨਾਲ ਰਲੇ ਹੁੰਦੇ ਆ। ਜਦੋਂ ਕੋਈ ਆਮ ਬੰਦਾ ਗੱਲ ਕਰਦਾ, ਕੋਈ ਗਲਤੀ ਕਰਦਾ, ਉਹਦਾ ਫੈਸਲਾ ਤਾਂ ਮਿਲ ਜਾਊ। ਉਹਦੇ ਮਗਰ ਵੀ ਜੇ ਕੋਈ ਮੰਤਰੀ ਛਾਤਰੀ ਹੋਵੇ ਤਾਂ ਫੈਸਲਾ ਉਹ ਵੀ ਨਹੀਂ ਮਿਲਦਾ। ਇਹ ਤਾਂ ਸਾਰੇ ਮੰਤਰੀ ਛਾਤਰੀ ਦਾ ਆਪ ਉਹਦੇ ਵਿੱਚ ਇਨਵਾਲਵ ਹੈਗੇ, ਕੋਰਟ ਉਹਨਾਂ ਤੋਂ ਖਿਲਾਫ ਨਹੀਂ ਜਾ ਸਕਦੀ। ਦੇਖੋ ਇਹ ਤਾਂ ਮੈਂ ਕਹਿੰਦੇ ਸੁਣਿਆ ਸੀ, ਫਲਾਣੇ ਥੈਂ ਅਣਪਛਾਤੇ ਅੱਤਵਾਦੀ ਆਏ ਤਾਂ ਗੋਲੀਆਂ ਚਲਾ ਕੇ ਚਲੇ ਗਏ, ਦੋ ਬੰਦੇ ਹਲਾਕ ਹੋ ਗਏ। ਹੁਣ ਬਾਦਲ ਸਾਹਿਬ ਕਹਿੰਦੇ ਸੀ ਅਣਪਛਾਤੇ ਪੁਲਿਸ ਵਾਲਿਆਂ ਨੇ ਗੋਲੀ ਚਲਾਤੀ। ਇੱਕ ਪਾਸੇ ਤਾਂ ਕਹਿੰਦੇ ਪੁਲਿਸ ਵਾਲੇ, ਫਿਰ ਕਹਿੰਦੇ ਅਣਪਛਾਤੇ ਪੁਲਿਸ ਵਾਲੇ। ਉਹ ਰੱਬ ਦਾ ਤੁਸੀਂ ਥੋੜਾ ਜਿਹਾ ਖੌਫ ਖਾਓ, ਪੁਲਿਸ ਵਾਲੇ ਕਿੱਦਾਂ ਅਣਪਛਾਤੇ ਹੋ ਸਕਦੇ ਆ? ਹਰ ਇੱਕ ID ਉਹਦੀ ਹੁੰਦੀ ਸਰਕਾਰ ਕੋਲ, ਹਰ ਇੱਕ ਕਾਗਜ਼ ਪੱਤਰ ਹੁੰਦਾ, ਹਰ ਇੱਕ ਹੁਕਮ ਨਾਲ ਚੱਲਦੇ ਆ। ਅਣਪਛਾਤੇ ਪੁਲਿਸ ਵਾਲਿਆਂ ਨੂੰ ਇੱਕ ਮੁੱਖ ਮੰਤਰੀ ਕਹਿੰਦੇ ਜਿਹੜੇ 3-4 ਵਾਰੀ ਬਣ ਚੁੱਕੇ, 3-4 ਪੈਨਸ਼ਨਾਂ ਲਈ ਜਾਂਦੇ ਆ। ਉਹ ਏਦਾਂ ਦੇ ਲੋਕਾਂ ਦੇ ਵਿੱਚ ਸਾਨੂੰ ਫੈਸਲੇ ਕੋਰਟ ਕਿੱਦਾਂ ਦਊਗੀ? ਇਹ ਲੋਕ ਤਾਂ ਉਹਦੇ ਸੁਮੇਧ ਸੈਣੀ ਨੂੰ ਕਿਸੇ ਨੇ ਫੜਿਆ, ਇਹ ਲੋਕ ਉਹਨੂੰ ਬਚਾਉਣੇ ਵਾਲੇ ਆ। ਕੋਈ ਜਿਹਦੇ ਮਗਰ ਇਹ ਲਾਣਾ ਹੋਵੇ ਪੋਲੀਟੀਕਲ, ਉਹ ਉੱਥੋਂ ਸਾਨੂੰ ਫੈਸਲਾ ਨਹੀਂ ਮਿਲਣਾ। ਨਾ 84 ਦਾ ਮਿਲਿਆ, ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਕੀਤਾ, ਉਹਦਾ ਕੋਈ ਹਵਜਾਨਾ ਨਹੀਂ ਕਿਸੇ ਨੂੰ ਪਿਆ, ਕੋਈ ਵੀ ਨਹੀਂ ਗੱਲ ਬਣੀ। ਜਿੰਨੇ ਕਿੰਨੇ ਬੰਦੇ ਗੁਰਦਾਸਪੁਰ ਅੰਮ੍ਰਿਤਸਰ ਦੇ ਵਿੱਚ ਚੱਕ ਕੇ ਪੁਲਿਸ ਨੇ ਮਾਰੇ ਆ, ਤੇ ਉਹਨਾਂ ਨੂੰ ਵੀ ਇਹਨਾਂ ਨੇ ਬੜੇ ਖਿਤਾਬ ਦੇ ਕੇ ਤਾਂ ਬੜੀਆਂ ਨੌਕਰੀਆਂ ਤੇ ਲਾਤਾ।
ਤੇ ਬਾਦਲ ਸਾਹਿਬ ਨੇ ਫਕਰੇ ਕੌਮ ਦੇ ਅਵਾਰਡ ਲੈ ਲਏ। ਜਿਹੜੇ ਇਦਾਂ ਦੇ ਕੰਮ ਕਰਦੇ ਉਹ ਫਕਰੇ ਕੌਮ ਕਰਕੇ ਬਹਿ ਜਾਂਦੇ ਆ। ਅਣਪਛਾਤੇ ਪੁਲਿਸ ਵਾਲੇ ਫਿਰ ਉਹ ਜਿਹੜੀਆਂ ਪੁਲਿਸ ਦੀ ਕਸਟਡੀ ਦੇ ਵਿੱਚ ਗੋਲੀਆਂ ਹੋਣ ਪਛਾਣ ਵਾਸਤੇ ਰੱਖੀਆਂ ਉਹ ਉਹਨਾਂ ਦੇ ਨੰਬਰ ਕਿੱਦਾਂ ਰਗੜ ਹੋ ਜਾਣ। ਇਹ ਸਭ ਕੁਝ ਤੇ ਆਮ ਕਰਾਣੇ ਵਾਲੇ ਆ। ਫੈਸਲਾ ਸਾਨੂੰ ਕਿੱਥੋਂ ਮਿਲਣਾ? ਕੌਣ ਕਹੇ ਰਾਣੀ ਅੱਗਾ ਢੱਕ? ਇਹਨਾਂ ਤੋਂ ਕੁਛ ਨਹੀਂ ਸਾਨੂੰ ਲੱਭਣਾ, ਇਹਨਾਂ ਨੇ ਏਦਾਂ ਹੀ ਕਰਨਾ। ਇਹ ਤਾਂ ਰੱਬ ਇੱਥੇ ਆ ਜਾਵੇ ਉਹਨੂੰ ਵੇਚ ਕੇ ਉਹਦੇ ਕੱਪੜੇ ਲਾ ਲੈਣ। ਬਿਲਕੁਲ ਜੀ। ਇਹਨਾਂ ਤੋਂ ਕੀ ਅਸੀਂ ਭਾਲਦੇ ਆ? ਜੀ ਜੀ ਇਹ ਤਾਂ ਇੱਕ ਜੋਕਾ ਸਾਨੂੰ ਚਿਮੜੀਆਂ। ਉਹ ਜਿੱਦਾਂ ਕਹਿੰਦੇ ਹੁੰਦੇ ਆ ਮਾਝੇ ਜਿਹੜੇ ਮਾਰਦੀ ਦੇ ਚਿੱਚੜ ਨਾਲੇ ਜਾਂਦਾ, ਇਹ ਇਹਨਾਂ ਨੇ ਸਾਨੂੰ ਛੱਡਣਾ ਹੈ ਨਹੀਂ ਤੇ ਇਹਨਾਂ ਤੋਂ ਰੱਬੇ ਬਚਾ ਸਕਦਾ। ਹੋਰ ਕੋਈ ਇਹਨਾਂ ਤੋਂ ਬਚਣੇ ਦਾ ਸਾਨੂੰ ਕੋਈ ਤਰੀਕਾ ਨਹੀਂ ਹਲੇ ਲੰਘ ਦੇਖਦਾ। ਕੋਈ ਵੀ ਬੰਦਾ ਅਸੀਂ ਨਵਾਂ ਖੜਾ ਕਰ ਲਈਏ ਉਹ ਵੀ ਇਹਨਾਂ ਨਾਲ ਰਲਿਆ ਹੁੰਦਾ। ਕਿਸੇ ਧਾਰਮਿਕ ਜਗ੍ਹਾ ਤੇ ਬੰਦੇ ਉਹ ਵੀ ਇਹਨਾਂ ਨਾਲ ਰਲੇ ਹੋ ਆ। ਕੋਰਟ ਕਚਹਿਰੀਆਂ 'ਚ ਉਹ ਵੀ ਇਹਨਾਂ ਰਲੇ ਹੋ। ਇਹਨਾਂ ਤੋਂ ਕੀ ਲੱਭਣਾ? ਰੱਬ ਦਾ ਭਜਨ ਬੰਦਗੀ ਕਰੋ, ਉਹੀ ਤੁਹਾਨੂੰ ਬਚਾ ਦੇਵੇ। ਇਹਨਾਂ ਨੇ ਤੁਹਾਨੂੰ ਖਾਣਾ ਖਾਣਾ ਆ, ਦੁਨੀਆ ਨੂੰ ਮਾਰਨਾ। ਕਿਸਾਨਾਂ ਨੂੰ ਕਾਹਦੇ ਕੁਛ ਨਹੀਂ ਮਿਲ ਰਿਹਾ। ਕਰਪਟ ਲੋਕਾਂ ਦੇ ਹੱਥ ਰਾਜ ਆਇਆ, ਲੁਟੇਰਿਆਂ ਦੇ ਹੱਥ ਬੈਂਕਾਂ ਆਈਆਂ, ਹਰ ਪਾਸੇ ਲੁੱਟੀ ਜਾਂਦੇ ਆ। ਜੇ ਕੋਈ ਮੋਦੀ ਦਾ ਬੰਦਾ ਬੈਂਕ ਦੇ ਵਿੱਚ ਕਰੋੜਾਂ ਅਰਬਾਂ ਰੁਪਈਆ ਲੈ ਕੇ ਫਰਾਰ ਤੇ ਕੋਈ ਨਹੀਂ ਪੁੱਛਦਾ। ਜੇ ਕਿਸੇ ਕਿਸਾਨ ਨੇ 10 ਰੁਪਈਏ ਨਾ ਦੇਣੇ ਹੋਵੇ ਉਹਦੀ ਕੋਰੀ ਕਰਨ ਤੁਰ ਪੈਂਦੇ ਆ। ਆਹ ਕੁਛ ਤਾਂ ਕਰ ਰਹੀ ਹੈ ਸਰਕਾਰ, ਇੱਥੋਂ ਕੁਛ ਨਹੀਂ ਮਿਲਣਾ। ਕੋਟਾ ਜੋ ਕੁਛ ਕਰ ਰਹੀ ਆ ਇਹਨਾਂ ਦੇ ਨਾਲ ਆ ਕੇ ਕਰ ਰਹੀ ਆ। ਜੋ ਕੁਛ ਸਾਡੇ ਨਾਲ ਹੋਇਆ ਇਹ ਕਾਨੂੰਨ ਬਣੇ ਆ, ਲਾਠੀ ਚਾਰਜ ਹੁੰਦੇ, ਸਭ ਇੱਕ ਕਰਪਟ ਰਾਜਨੀਤੀ ਆ। ਇੱਥੇ ਸਭ ਕੁਝ ਹੋਣਾ ਹੀ ਹੋਣਾ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਤੁਸੀਂ ਬੜੇ ਵਧੀਆ ਵਿਚਾਰ ਦੇ ਦਿੱਤੇ ਆ ਜੀ। ਵਾਕਿਆ ਜੀ 5 ਵਾਰੀ ਬਣਿਆ ਹੋਇਆ ਅਣਪਛਾਤਾ ਮੁੱਖ ਮੰਤਰੀ ਆਪਾਂ ਇਹੀ ਕਹਿ ਸਕਦੇ ਜੀ। ਅਣਪਛਾਤੇ ਪੁਲਿਸ ਵਾਲੇ ਸੀ ਤਾਂ ਅਣਪਛਾਤਾ ਮੁੱਖ ਮੰਤਰੀ ਇਸ ਟਾਈਮ ਜਿਹੜਾ ਲੱਭ ਨਹੀਂ ਰਿਹਾ, ਤਾਂ ਨਾ ਹੀ ਸ਼ਾਇਦ ਇਦਾਂ ਦੇ ਹਾਲਾਤ ਰਹੇ ਤਾਂ ਲੱਭਣ ਵੀ ਨਹੀਂ ਦੇਣਾ। ਅਰਸ਼ਦੀਪ ਕੀ ਕਹੋਗੇ ਤੁਸੀਂ? ਦੇਖੋ ਜੀ, ਇਹਨਾਂ ਨੇ ਬਿਲਕੁਲ ਵਾਜਿਬ ਪੁਆਇੰਟ ਉਠਾਇਆ ਕਿ ਪੁਲਿਸ ਜਿਹੜੀ ਆ ਉਹ ਕਦੇ ਅਣਪਛਾਤੀ ਨਹੀਂ ਹੋ ਸਕਦੀ, ਕਿਉਂਕਿ ਜਿਹੜੇ ਜ਼ਿਲ੍ਹੇ ਦੀ ਪੁਲਿਸ ਤੈਨਾਤ ਕੀਤੀ ਹੈ ਜਾਂ ਜਿਹੜੇ ਕਾਂਸਟੇਬਲ ਨੇ, ਹੈਡ ਕਾਂਸਟੇਬਲ ਨੇ ਉੱਥੇ ਜਾਂ ਸਬ ਇੰਸਪੈਕਟਰ ਨੇ, ਉਹ ਸਾਰੇ ਸਰਕਾਰੀ ਰਿਕਾਰਡ ਦੇ ਵਿੱਚ ਆ। ਤੇ ਜਿਹੜਾ ਉਹਨਾਂ ਕੋਲੇ ਵੈਪਨਸ ਨੇ ਉਹ ਵੀ ਸਰਕਾਰੀ ਨੇ। ਜੇ ਸਰਕਾਰੀ ਵੈਪਨਸ ਨੇ ਤਾਂ ਉਹ 'ਚ ਕਿੰਨੀਆਂ ਗੋਲੀਆਂ ਨੇ ਤੇ ਕਿਹਨੇ ਕਿੰਨੇ ਫਾਇਰ ਕੀਤੇ ਇਹ ਵੀ ਸਰਕਾਰੀ ਰਿਕਾਰਡ ਦੇ ਵਿੱਚ ਹੈ। ਕਿਉਂਕਿ ਗੌਰਮੈਂਟ ਜਿਹੜੀ ਆ ਉਹ ਰਿਕਾਰਡ ਦੇ ਆਧਾਰ ਤੇ ਚੱਲਦੀ ਹੈ। ਪੁਲਿਸ ਮਹਿਕਮੇ ਨੂੰ ਕਿੰਨੀਆਂ ਗੋਲੀਆਂ ਦਿੱਤੀਆਂ ਉਹ ਸਾਰਾ ਕੁਝ ਜਿਹੜਾ ਰਿਕਾਰਡ ਦੇ ਵਿੱਚ ਹੈ। ਪਰ ਇਸ ਦੇ ਬਾਵਜੂਦ ਜਿਹੜੀ ਉਹ ਕਾਰਵਾਈ ਨਹੀਂ ਹੋਈ, ਕਿਉਂਕਿ ਜਿਹੜੇ ਕਮਿਸ਼ਨ ਬਣੇ ਉਹ ਕਮਿਸ਼ਨਾਂ ਦੇ ਵਿੱਚ ਆਈਜੀ ਪਰਮਰਾਜ ਸਿੰਘ ਉਮਰਾ ਨੰਗਲ ਦੀ ਜਿਹੜੀ ਉੱਥੇ ਮੌਜੂਦਗੀ ਸੀ, ਜਿਹੜੇ ਸਾਬਕਾ ਆਈਜੀ ਨੇ ਅੱਜ ਕੱਲ ਤਾਂ ਬਰਖਾਸਤ ਨੇ, ਤਾਂ ਉਹਨਾਂ ਦੀ ਜਿਹੜੀ ਮੌਜੂਦਗੀ ਸੀ ਉਸ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਗਏ ਕਿ ਉਹ ਜਿਹੜੇ ਉੱਥੇ ਕੀ ਕਰ ਰਹੇ ਸੀਗੇ, ਉਹ ਫੋਰਸ ਦੇ ਨਾਲ ਉੱਥੇ ਜਿਹੜਾ ਉਹ ਕਿਉਂ ਪਹੁੰਚੇ। ਤਾਂ ਇਹ ਤਮਾਮ ਚੀਜ਼ਾਂ ਨੂੰ ਲੈ ਕੇ ਜਿਹੜਾ ਸਵਾਲ ਸ਼ੰਕੇ ਉੱਠੇ ਨੇ। ਪਰ ਸਵਾਲ ਇਹ ਹੈ ਕਿ ਇਨਸਾਫ ਜਿਹੜਾ ਉਹ ਨਹੀਂ ਮਿਲਿਆ। ਤੇ ਇਥੋਂ ਸਾਫ਼ ਹੈ ਕਿ ਇਸ ਮੁੱਦੇ ਤੇ ਸਿਰਫ ਸਿਆਸਤ ਜਿਹੜੀ ਉਹ ਕੀਤੀ ਜਾ ਰਹੀ ਹੈ। ਤੇ ਹੁਣ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਕੀ ਪੱਖ ਰੱਖਦੀ ਹੈ, ਜੇ ਸੁਪਰੀਮ ਕੋਰਟ ਦਾ ਕੀ ਫੈਸਲਾ ਆਉਂਦਾ, ਉਸ ਤੋਂ ਜਿਹੜੀ ਤਸਵੀਰ ਪੂਰੀ ਤਰ੍ਹਾਂ ਸਾਫ਼ ਹੋ ਜਾਣੀ ਹੈ। ਉਹਦੇ ਬਾਅਦ ਇਹ ਮਸਲਾ ਜਿਹੜਾ ਸਿਆਸੀ ਤੌਰ ਤੇ ਹੋਰ ਜ਼ਿਆਦਾ ਗਰਮਾਏਗਾ। ਤੇ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਹਦਾ ਖਮਿਆਜਾ ਭੁਗਤਣਾ ਪਿਆ ਸੀ, ਤਾਂ ਕਾਂਗਰਸ ਪਾਰਟੀ ਨੂੰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਿਆਸੀ ਤੌਰ ਤੇ ਇਹਦਾ ਖਮਿਆਜਾ ਜਿਹੜਾ ਉਹ ਭੁਗਤਣਾ ਪੈਣਾ। ਬਿਲਕੁਲ ਜੀ, ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 0849 ਬਲਵਿੰਦਰ ਭਾਈ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇੱਕ ਤਾਂ ਜੀ ਖਬਰਾਂ 'ਚ ਉਹ ਗਾਇਬ ਹੋ ਰਿਹਾ ਜਿਹੜਾ ਕਿਸਾਨੀ ਅੰਦੋਲਨ ਆ, ਇਹਦੇ ਬਾਰੇ ਜ਼ਰੂਰ ਅਪਡੇਟ ਦਿਓ। ਤੇ ਵੈਸੇ ਤਾਂ ਪਤਾ ਲੱਗ ਰਿਹਾ ਉਹਦਾ ਸੋਸ਼ਲ ਮੀਡੀਆ ਤੇ ਚੜ੍ਹਦੀ ਗੱਲਾਂ 'ਚ, ਵੈਸੇ ਖਬਰਾਂ 'ਚੋਂ ਗਾਇਬ ਹੋ ਰਿਹਾ ਮੈਨੂੰ ਲੱਗਦਾ ਏਦਾਂ ਨਾ ਜੀ। ਦੂਜਾ ਜਿਹੜਾ ਇਹ ਹਾਈ ਕੋਰਟ ਦਾ ਫੈਸਲਾ ਆ, ਇਹ ਤਾਂ ਜੀ ਜਿੱਦਾਂ ਪਹਿਲਾਂ ਸੀਗਾ ਪਤਾ ਵੀ ਏਦਾਂ ਹੀ ਹੋਣੀ ਆ। ਇਹ ਚਾਹੇ ਕਾਂਗਰਸ ਆ ਚਾਹੇ ਅਕਾਲੀ ਆ, ਇਹ ਇੱਕੋ ਥਾਲੀ ਦੇ ਅੱਟੇ ਪੱਟੇ ਆ। ਕਿਸੇ ਨੇ ਕੁਛ ਕਰਨਾ ਕਿਸੇ ਦੇ ਲਈ। ਜਿੱਦਾਂ ਪਹਿਲਾਂ ਸੰਗਤ ਨੇ ਫੈਸਲਾ ਦਿੱਤਾ ਨਾ ਕਾਂਗਰਸ ਦੇ ਹੱਕ ਦੇ ਵਿੱਚ, ਅਕਾਲੀਆਂ ਦੇ ਵਿਰੋਧ ਦੇ ਵਿੱਚ, ਕਿਤੇ ਹੁਣ ਹੋਣਾ ਅੱਗੇ ਜਿਹੜੀਆਂ ਵੋਟਾਂ ਆ ਰਹੀਆਂ ਉਹ ਸੰਗਤ ਦੇ ਫੈਸਲਾ, ਸੰਗਤ ਨੂੰ ਫੈਸਲਾ ਲੈਣਾ ਚਾਹੀਦਾ। ਜਿਹੜੀਆਂ ਜਥੇਬੰਦੀਆਂ ਦੀ ਆਪਾਂ ਗੱਲ ਕਰਦੇ ਆ, ਉਹਨੇ ਬਰਗਾੜੀ ਮੋਰਚੇ 'ਚ ਕੀ ਕੀਤਾ ਕੀ ਨਹੀਂ ਕੀਤਾ ਉਹ ਸਾਰਿਆਂ ਨੂੰ ਪਤਾ ਹੈ। ਕਿੰਨੇ ਕੁ ਹਤੈਸ਼ੀ ਆ ਸੰਗਤ ਦੇ ਜਾਂ ਕਿੰਨੇ ਕੁ ਹੈਗੇ ਬੰਦੇ ਇਸ ਗੱਲ ਨੂੰ ਲੈ ਕੇ ਸੀਰੀਅਸ ਹੈ ਵੀ ਉਹਨਾਂ ਲੋਕਾਂ ਨੂੰ ਸਜ਼ਾ ਹੋਣੀਆਂ ਚਾਹੀਦੀਆਂ ਜਿਨ੍ਹਾਂ ਨੇ ਇਹ ਕਾਂਡ ਕੀਤਾ ਸੀਗਾ ਜੀ। ਤੇ ਦੇਖੋ ਜੀ, ਇੱਕ ਦਮੇ ਜਦੋਂ ਆਇਆ ਉਹ ਬਿਆਨ ਦੇ ਰਿਹਾ ਕਾਂਗਰਸ। ਤੁਹਾਡੀ ਆਵਾਜ਼ ਨਹੀਂ ਆ ਰਹੀ ਵੀਰ ਜੀ, ਤੁਹਾਡੀ ਆਵਾਜ਼ ਕੱਟ ਕੱਟ ਕੇ ਆ ਰਹੀ ਹੈ। ਹਾਂਜੀ ਹਾਂਜੀ, ਹੁਣ ਠੀਕ ਹੈ ਜੀ। ਹਾਂਜੀ ਹੁਣ ਠੀਕ ਹੈ ਜੀ। ਹਾਂਜੀ ਅੱਛਾ, ਉਹ ਜਦੋਂ ਨਾ ਹੁਣ ਇਹ ਫੈਸਲਾ ਆਇਆ, ਸੁਖਬੀਰ ਬਾਦਲ ਦੇ ਬਿਆਨ ਤੇ ਬਿਆਨ ਆ ਰਿਹਾ ਜੀ, ਅਸੀਂ ਏਦਾਂ ਦੇਖ ਲਓ ਏਦਾਂ। ਇਹ ਗੱਲ ਜ਼ਰੂਰ ਸਮਝ ਲੈਣੀ ਚਾਹੀਦੀ ਵੀ ਕੀ ਜਿਹੜੇ ਲੋਕ ਆ, ਲੋਕ ਕੀ ਯਾਰ ਕਮਲੇ ਆ ਜਿਹੜੇ ਮੂਹਰੇ ਬੈਠੇ, ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਇੱਕ ਗੌਰਮੈਂਟ ਦੇ ਹੁੰਦੇ ਕੋਈ ਜੀ। ਮੈਂ ਆਪਣੀ ਸੁਣਨਾ। ਧੰਨਵਾਦ ਜੀ, ਧੰਨਵਾਦ ਜੀ।
ਬਿਲਕੁਲ ਜੀ, ਜਿੱਦਾਂ ਵੀਰ ਨੇ ਕਿਹਾ ਅਰਸ਼ਦੀਪ ਵੀ ਕਿਸਾਨਾਂ ਦੀ ਕੋਈ ਖਬਰ ਨਹੀਂ ਆ ਰਹੀ, ਪਰ ਆਪਣੇ ਕੋਲ ਖਬਰ ਹੈਗੀ ਆ, ਉਹ ਵੀ ਨਾਲ ਹੀ ਆਪਾਂ ਸਾਂਝੀ ਕਰ ਲੈਂਦੇ ਜੀ। ਕਹਿੰਦੇ ਮੀਟਿੰਗ ਲਈ ਖੇਤੀਬਾੜੀ ਮੰਤਰੀ ਨੇ ਸੁਝਾਅ ਨਹੀਂ ਦਿੱਤਾ, ਬਲਕਿ ਸ਼ਰਤ ਰੱਖੀ ਆ ਕਿਸਾਨ ਆਗੂ। ਪਹਿਲਾਂ ਤੁਸੀਂ ਵੀਰ ਉਹਨਾਂ ਦੀ ਉਹ ਜਵਾਬ ਦੇ ਦਿਓ, ਨਾਲ ਹੀ ਖਬਰ ਸਾਂਝੀ ਕਰ ਰਹੀ ਕਿਉਂਕਿ ਉਹਦੇ ਨਾਲ ਰਲਦੀ ਹੈ ਜੀ। ਦੇਖੋ ਜੀ, ਜੇ ਲੋਕਾਂ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਤਾਂ ਜਿਹੜਾ ਸਭ ਕੁਝ ਸਾਫ਼ ਹੁੰਦਾ ਹੀ ਹੈ, ਕਿਉਂਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਜੇ ਆਪਾਂ ਨਤੀਜੇ ਦੇਖੀਏ ਤਾਂ ਉਹਦੇ 'ਚ ਸਾਫ਼ ਹੀ ਹੈ ਸਾਰੀ ਤਸਵੀਰ ਜਿਹੜੀ ਉਹ ਲੋਕਾਂ ਦੇ ਸਾਹਮਣੇ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਤੀਜੇ ਨੰਬਰ ਤੇ ਜਿਹੜਾ ਉਹ ਨਹੀਂ ਗਿਆ ਸੀ, ਤੇ ਇਸ ਕਰਕੇ ਉਹ ਪਹਿਲੇ ਵਾਰੀ ਜਿਹੜਾ ਹੈ ਤੀਜੇ ਨੰਬਰ ਤੇ ਖਿਸਕਿਆ। ਤਾਂ ਉਸ ਕਰਕੇ ਇਸ ਵਾਰ ਵੀ ਜਦੋਂ ਇਹ ਮੁੱਦਾ ਬਣੇਗਾ ਤਾਂ ਲੋਕਾਂ ਨੂੰ ਤਸਵੀਰ ਜਿਹੜੀ ਉਹ ਲਗਭਗ ਸਾਫ਼ ਹੈ, ਸ਼ੰਕੇ ਲੋਕਾਂ ਦੇ ਕਲੀਅਰ ਨੇ, ਤੇ ਉਸ ਤਰ੍ਹਾਂ ਦੇ ਨਤੀਜੇ ਜਿਹੜੇ ਪੰਜਾਬ ਦੇ ਵਿੱਚ ਇਸ ਵਾਰ ਸਾਹਮਣੇ ਆਉਣਗੇ ਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਕੋਈ ਜਿਹੜੀ ਹੈ ਉਹ ਨਾ ਕੀਤੀ। ਤੇ ਨਾਲੋਂ ਨਾਲ ਜਿਹੜਾ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਹੈ ਉਹ ਵੀ ਇਸ ਫੈਸਲੇ ਤੋਂ ਬਾਅਦ ਹੁਣ ਬਦਲਣ ਲੱਗਾ, ਤੇ ਜਿਹੜੀਆਂ ਪੰਥਕ ਧਿਰਾਂ ਹੁਣ ਮੁੱਖ ਮੰਤਰੀ ਸਾਹਿਬ ਤੋਂ ਮਿਲਣ ਦਾ ਸਮਾਂ ਵੀ ਮੰਗ ਰਹੀਆਂ ਨੇ, ਹਾਈ ਕੋਰਟ ਦੇ ਬਾਹਰ ਜਿਹੜਾ ਹੈ ਧਰਨਾ ਦੇਣ ਦੀ ਗੱਲ ਵੀ ਕਰ ਰਹੀਆਂ ਨੇ, ਉਹਨਾਂ ਤੋਂ ਵੀ ਸਵਾਲ ਜਿਹੜਾ ਉਹ ਸੰਗਤਾਂ ਨੇ ਮੰਗਣਾਗਾ। ਆਪਾਂ ਦੇਖਿਆ ਕਿ ਜਿਹੜੀ ਉਹਨਾਂ ਦੀ ਠਾਠ ਪਹਿਲਾਂ ਸੀ, ਜਿਸ ਤਰ੍ਹਾਂ ਸੰਗਤਾਂ ਉਹਨਾਂ ਤੇ ਭਰੋਸਾ ਕਰਦੀਆਂ ਸੀ, ਵੱਡੇ ਇਕੱਠ ਸੀ, ਉਹ ਜਿਹੜੇ ਉਹ ਲਗਭਗ ਉਹਨਾਂ ਦੇ ਪਿੱਛੋਂ ਪੂਰੀ ਤਰ੍ਹਾਂ ਖਤਮ ਹੋ ਚੁੱਕੇ ਨੇ। ਕਿਸਾਨੀ ਅੰਦੋਲਨ ਦੇ ਵਿੱਚ ਵੀ ਹੱਥ ਪੈਰ ਮਾਰਨ ਤੋਂ ਬਾਅਦ ਉਹਨਾਂ ਦੇ ਪੱਲੇ ਜਿਹੜਾ ਹੈ ਕੁਝ ਨਹੀਂ ਬਣਿਆ। ਉਹ ਕਹਿੰਦੀਆਂ ਖੁਦ ਨੂੰ ਪੰਥਕ ਧਿਰਾਂ ਨੇ, ਪਰ ਉਹ ਵੀ ਸਿਆਸੀ ਧਿਰਾਂ ਹੀ ਨੇ। ਮੈਨੂੰ ਲੱਗਦਾ ਕਿ ਉਸੇ ਤਰ੍ਹਾਂ ਹੀ ਪੰਥਕ ਐਂਗਲ ਲੈ ਕੇ ਜਿਹੜੀ ਸਿਆਸਤ ਉਹ ਆਪਣੀਆਂ ਕਰਦੀਆਂ ਨੇ। ਨਾਲੋਂ ਨਾਲ ਜਿਹੜਾ ਕਿਸਾਨੀ ਮਸਲੇ ਦੀ ਗੱਲ ਹੈਗੀ ਜਾਂ ਕਿਸਾਨਾਂ ਦੇ ਪ੍ਰਦਰਸ਼ਨ ਦੀ ਗੱਲ ਹੈ, ਤਾਂ ਕਿਸਾਨਾਂ ਦੇ ਜਿਹੜੇ ਮੋਰਚੇ ਨੇ ਉਹ ਚੜ੍ਹਦੀ ਕਲਾ ਦੇ ਵਿੱਚ 24 ਘੰਟੇ ਦੇ ਲਈ KMP ਹਾਈਵੇ ਜਿਹੜਾ ਸੀ ਕਿਸਾਨਾਂ ਨੇ ਉਹ ਜਾਮ ਕੀਤਾ। ਤੇ ਉਹਦੇ ਬਾਅਦ ਖੇਤੀਬਾੜੀ ਮੰਤਰੀ ਦਾ ਬਿਆਨ ਜਿਹੜਾ ਉਹ ਸਾਹਮਣੇ ਆਇਆ ਸੀ। ਖੇਤੀਬਾੜੀ ਮੰਤਰੀ ਨੇ ਇਹ ਕਿਹਾ ਸੀ ਕਿ ਕਿਸਾਨ ਜਿਹੜੇ ਉਹ ਧਰਨਾ ਚੁੱਕਣ ਤੇ ਸਰਕਾਰ ਦੇ ਨਾਲ ਗੱਲਬਾਤ ਲਈ ਅੱਗੇ ਆਉਣ, ਸਰਕਾਰ ਜਿਹੜੀ ਉਹ ਗੱਲਬਾਤ ਦੇ ਲਈ ਤਿਆਰ ਹੈ ਪੂਰੀ ਤਰ੍ਹਾਂ। ਤਾਂ ਇਹਦੇ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ, ਉਹਨਾਂ ਨੇ ਇਹੀ ਕਿਹਾ ਕਿ ਇਹ ਖੇਤੀਬਾੜੀ ਮੰਤਰੀ ਜਿਹੜੇ ਉਹ ਸੁਝਾਅ ਨਹੀਂ ਦੇ ਰਹੇ, ਉਹ ਸ਼ਰਤ ਰੱਖ ਰਹੇ ਆ ਕਿ ਜੇ ਸਰਕਾਰ ਦੇ ਨਾਲ ਗੱਲਬਾਤ ਕਰਨੀ ਹੈ ਤਾਂ ਪਹਿਲਾਂ ਧਰਨਾ ਜਿਹੜਾ ਉਹ ਖਤਮ ਕਰੋ। ਤਾਂ ਉਹਨਾਂ ਨੇ ਸਾਫ਼ ਕੀਤਾ ਕਿ ਸਰਕਾਰ ਦੇ ਨਾਲ ਜੇ ਗੱਲਬਾਤ ਹੋਣੀ ਹੈ ਤਾਂ ਸਰਕਾਰ ਚੱਲਦੇ ਧਰਨੇ ਦੇ ਵਿੱਚ ਗੱਲਬਾਤ ਲਈ ਸੱਦਾ ਭੇਜੇ, ਚੱਲਦੇ ਧਰਨੇ ਦੇ ਵਿੱਚ ਗੱਲਬਾਤ ਜਿਹੜੀ ਉਹ ਕੀਤੀ ਜਾਊਗੀ, ਤੇ ਜਦੋਂ ਤਿੰਨੇ ਖੇਤੀ ਕਾਨੂੰਨ ਵਾਪਸ ਲਏ ਜਾਣਗੇ ਤੇ MSP ਤੇ ਕਾਨੂੰਨੀ ਗਰੰਟੀ ਜਿਹੜੀ ਉਹ ਦਿੱਤੀ ਜਾਊਗੀ, ਉਹਦੇ ਬਾਅਦ ਹੀ ਕਿਸਾਨਾਂ ਵੱਲੋਂ ਆਪਣਾ ਪ੍ਰਦਰਸ਼ਨ ਜਿਹੜਾ ਉਹ ਰੱਦ ਕੀਤਾ ਜਾਣਾਗਾ। ਕਿਉਂਕਿ ਕਿਸਾਨੀ ਅੰਦੋਲਨ ਦੀ ਛਾਪ ਜਿਹੜੀ ਉਹ ਸਾਫ਼ ਤੌਰ ਤੇ ਦਿਖਾਈ ਦੇ ਰਹੀ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਵੀ ਆਪਣਾ ਪ੍ਰੋਗਰਾਮ ਜਿਹੜਾ ਹੈ ਉਹ ਰੱਦ ਕਰਨ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਪੂਰੀ ਤਰ੍ਹਾਂ। ਕਿਉਂਕਿ ਜਿਹੜੇ ਸੰਵਿਧਾਨ ਨਿਰਮਾਤਾ ਨੇ ਡਾਕਟਰ ਭੀਮ ਰਾਓ ਅੰਬੇਦਕਰ, ਉਹਨਾਂ ਦੀ 130ਵੀਂ ਜਯੰਤੀ ਦੇ ਮੌਕੇ ਜਿਹੜੇ ਸਮਾਗਮ ਸੀ ਉਹ ਹਰਿਆਣਾ ਦੇ ਵਿੱਚ ਕੀਤੇ ਜਾਣੇ ਸੀ, ਜਿਹਦੇ ਚ ਮੁੱਖ ਮੰਤਰੀ ਸਾਹਿਬ ਵੱਲੋਂ ਵੀ ਸ਼ਮੂਲੀਅਤ ਭਰੀ ਜਾਣੀ ਸੀ ਤੇ ਉਪ ਮੁੱਖ ਮੰਤਰੀ ਵੱਲੋਂ ਤੇ ਕੈਬਨਿਟ ਮੰਤਰੀਆਂ ਨੇ ਉਹਦਾ ਹਿੱਸਾ ਬਣਨਾ ਸੀ। ਪਰ ਇਹ ਸਮਾਗਮ ਜਿਹੜੇ ਜਦੋਂ ਕਿਸਾਨ ਜਥੇਬੰਦੀਆਂ ਨੇ ਸੱਦਾ ਦਿੱਤਾ ਕਿ ਮੁੱਖ ਮੰਤਰੀ ਦੇ ਇਸ ਪ੍ਰੋਗਰਾਮ ਦਾ ਵਿਰੋਧ ਕਰਨਾਗਾ, ਤਾਂ ਮੁੱਖ ਮੰਤਰੀ ਸਾਹਿਬ ਨੂੰ ਪੁਰਾਣਾ ਪ੍ਰੋਗਰਾਮ ਯਾਦ ਆ ਗਿਆ ਹੋਣਾ, ਜਦੋਂ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਜਿਹੜੇ ਉੱਥੇ ਬੈਨਰ ਕਿਸਾਨਾਂ ਨੇ ਪਾੜ ਦਿੱਤੇ ਸੀ, ਕੁਰਸੀਆਂ ਦੀ ਤੋੜ ਭੰਨ ਕਰਤੀ ਸੀ, ਤੇ ਉਹਨਾਂ ਦਾ ਹੈਲੀਕਾਪਟਰ ਜਿਹੜਾ ਉਹ ਜ਼ਮੀਨ ਤੇ ਲੈਂਡ ਨਹੀਂ ਹੋਇਆ ਸੀ, ਤੇ ਇਸ ਕਰਕੇ ਉਹਨਾਂ ਨੇ ਜਿਹੜਾ ਹੈ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ। ਤੇ ਇਸੇ ਦੌਰਾਨ ਹੀ ਫਿਰ ਜਿਹੜੇ ਗ੍ਰਹਿ ਮੰਤਰੀ ਨੇ ਹਰਿਆਣਾ ਦੇ ਅਨਿਲ ਵਿਜ, ਉਹਨਾਂ ਨੇ ਵੀ ਮੁੱਖ ਖੇਤੀਬਾੜੀ ਮੰਤਰੀ ਨੂੰ ਚਿੱਠੀ ਲਿਖੀ ਹੈ ਕਿ ਤੁਸੀਂ ਜਿਹੜਾ ਕਿਸਾਨਾਂ ਦੇ ਨਾਲ ਗੱਲਬਾਤ ਕਰੋ, ਕਿਸਾਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਬੰਦ ਨਾ ਰੱਖੋ, ਕਿਸਾਨਾਂ ਦੇ ਨਾਲ ਮੀਟਿੰਗ ਕਰੋ। ਇਹ ਤੋਂ ਸਾਫ਼ ਹੈ ਕਿ ਕਿਸਾਨੀ ਅੰਦੋਲਨ ਦਾ ਜਿਹੜਾ ਪ੍ਰੈਸ਼ਰ ਹੈਗਾ ਉਹ ਬਰਕਰਾਰ ਹੈਗਾ ਉਸੇ ਤਰ੍ਹਾਂ। ਤੇ ਜਿਹੜਾ ਮੁੱਖ ਮੰਤਰੀ ਖੇਤੀਬਾੜੀ ਮੰਤਰੀ ਵੱਲੋਂ ਬਿਆਨ ਦਿੱਤਾ ਗਿਆ ਸੀ, ਉਹਨੂੰ ਕਿਸਾਨ ਆਗੂਆਂ ਨੇ ਇਹੀ ਕਿਹਾ ਕਿ ਇਹ ਸੁਝਾਅ ਨਹੀਂ, ਇਹ ਸ਼ਰਤ ਹੈ ਤੇ ਸ਼ਰਤਾਂ ਦੇ ਨਾਲ ਗੱਲਬਾਤ ਜਿਹੜੀ ਉਹ ਨਹੀਂ ਹੋਏਗੀ। ਬਿਲਕੁਲ ਜੀ, ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 2437 ਸਵਾਗਤ ਹੈ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਵੀਰ ਜੀ ਬੇਨਤੀ ਇਹ ਆ ਜੀ ਕਿ ਇਹ ਜਿਹੜਾ ਗੋਲੀ ਕਾਂਡ ਹੈ, ਜਦੋਂ ਸਿੱਧੂ ਨੇ ਉਹ ਵਿਧਾਨ ਸਭਾ ਦੇ ਵਿੱਚ ਕਾਜੀ ਨੂੰ ਕਿਹਾ ਸੀ ਤੇ ਹੁਣ ਤਾਂ ਮੇਰੀ ਝੋਲੀ ਤੇ ਖੈਰ ਪਾਵੇ, ਇਹਨਾਂ ਨੇ ਠੰਡੇ ਵਾਸਤੇ ਚ ਉਦੋਂ ਹੀ ਪਾਤਾ। ਹੁਣ ਰਾਜਾ ਜਿਹੜਾ ਆ ਉਹ ਵੋਟਾਂ ਤੇ ਆ ਕੇ ਇਹੋ ਜਿਹੀਆਂ ਗੱਲਾਂ ਕਰਦਾ ਆ। ਪਹਿਲੇ ਕਿਸੇ ਨੇ ਇਹ ਨਹੀਂ ਪੁੱਛਿਆ ਅੱਜ ਤੱਕ ਬਾਦਲਾਂ ਨੂੰ, ਭਈ ਸੁਖਵੀਰ ਨੂੰ ਇਹ ਨਹੀਂ ਪੁੱਛਿਆ ਵੀ ਤੇਰੇ ਕੋਲ ਇੰਨੀ ਜਾਇਦਾਦ ਜਿਹੜੀ ਬਣੀ ਆ ਜਾਂ ਜਿਹੜਾ ਪੰਜਾਬ ਦੇ ਸਿਰ ਇੰਨਾ ਕਰਜ਼ਾ ਹੋਇਆ ਉਹ ਕਿਉਂ ਹੋਇਆ, ਕਿੱਦਾਂ ਹੋਇਆ, ਉਹਦਾ ਜ਼ਿੰਮੇਵਾਰ ਕੌਣ ਆ? ਕਦੇ ਕਿਸੇ ਨੇ ਇਹਦੇ ਬਾਰੇ ਸਵਾਲ ਚੁੱਕਿਆ? ਜੀ। ਫਿਰ ਦੂਜੀ ਗੱਲ ਇਹ ਆ ਕਿ ਇਹਨਾਂ ਨੇ ਸਮੇਤ ਸੈਣੀ ਨੂੰ ਚੁੱਕ ਲਿਆ, ਕਰਾਇਆ ਉਹਦੇ ਕੋਲੋਂ ਆ, ਉਹਨੂੰ ਚੁੱਕ ਕੇ ਤੁਸੀਂ ਦੇਖੋ ਵੀ ਇੱਕ ਬੰਦਾ ਏਡਾ ਵੱਡਾ ਬੰਦਾ ਉਹਨੂੰ ਚੁੱਕ ਲਿਆ, ਚੁੱਕ ਕੇ ਲੁਕੋ ਲਿਆ, ਲੁਕੋ ਕੇ ਮੁੜ ਕੇ ਬਾਹਰ ਕੱਢ ਦਿੱਤਾ। ਇਹ ਸਾਰਾ ਕੁਝ ਪਖੰਡ ਕੀਤਾ ਇਹਨਾਂ ਨੇ ਜੀ ਤੁਹਾਡੇ ਸਾਹਮਣੇ ਸਾਰਿਆਂ ਦੇ। ਇਹਦੇ ਬਾਰੇ ਕੋਈ ਗੱਲ ਨਹੀਂ ਹੋਈ। ਤੁਸੀਂ ਹੋਰ ਤਾਂ ਹੋਰ ਕੀ, ਮੈਂ ਤੁਹਾਨੂੰ ਇੱਕ ਹੋਰ ਬੇਨਤੀ ਕਰਨ ਲੱਗਾ ਭਈ ਸ਼ਹੀਦ ਭਗਤ ਸਿੰਘ ਨੂੰ ਇਹਨਾਂ ਨੇ ਅੱਜ ਤੱਕ ਸ਼ਹੀਦ ਦੀ ਪਦਵੀ ਨਹੀਂ ਦਿੱਤੀ ਹੈ ਜੀ। ਕਦੀ ਕਿਸੇ ਨੇ ਮੰਗੀ ਆ? ਕਿਉਂ ਨਹੀਂ ਅਸੀਂ ਮੰਗ ਰਹੇ ਇਹ ਚੀਜ਼ਾਂ? ਬਾਕੀ ਆ ਜਿਹੜਾ ਕਿਸਾਨਾਂ ਦਾ ਮੋਰਚਾ ਆ, ਇਹ
ਸਾਰੇ ਜਣੇ ਇਹਨਾਂ ਨੂੰ ਖੂਹ 'ਚ ਪਾਉਣਾ ਚਾਹੁੰਦੇ ਆ, ਇਹਨਾਂ ਜ਼ਿਮੀਂਦਾਰਾਂ ਨੂੰ। ਇਹ ਬਹੁਤ ਵੱਡੀਆਂ ਗੱਲਾਂ ਆ। ਤੁਹਾਡੀ ਮੈਂ ਇੱਕ ਦਿਨ ਅੱਗੇ ਵੀ ਬੇਨਤੀ ਕੀਤੀ ਸੀ, ਤੁਹਾਡੀਆਂ ਗੱਲਾਂ ਬਹੁਤ ਕੀਮਤੀ ਹੁੰਦੀਆਂ ਹਨ, ਪਰ ਉਹਨਾਂ ਦੀ ਕੋਈ ਮਤਲਬ ਨਹੀਂ ਨਿਕਲਦਾ, ਕੋਈ ਉਹਨਾਂ ਦੀ ਸੇ ਨਹੀਂ ਹੁੰਦੀ, ਕੋਈ ਉਹਨਾਂ ਦਾ ਉਹਨਾਂ ਮਤਲਬ ਉਹਨਾਂ ਦਾ ਨਿਕਲਦਾ ਨਹੀਂ ਕੋਈ ਖਾਸ। ਤੇ ਤੁਹਾਡੇ ਦੀ ਕੋਈ ਇਹੋ ਜਿਹੀ ਸੁਸਾਇਟੀ ਹੋਣੀ ਚਾਹੀਦੀ ਬਣੀ ਜਿਹੜੀ ਕਿ ਇਹਨਾਂ ਨੂੰ ਨੱਥ ਪਾਉਣ ਵਾਸਤੇ। ਇਹ ਮੈਂ ਬੇਨਤੀ ਕਰੂੰਗਾ ਤੁਹਾਨੂੰ ਮੀਡੀਆ ਵਾਲਿਆਂ ਨੂੰ ਕਿ ਤੁਹਾਡੀ ਵੀ ਕੋਈ ਇਹੋ ਜਿਹੀ, ਜਿਸ ਤਰ੍ਹਾਂ UNO ਦੇ ਵਿੱਚ ਹਰ ਮੀਡੀਆ ਦੇ ਵਿੱਚ ਮੀਡੀਆ ਦੇ ਹਿਸਾਬ ਨਾਲ ਵੀ ਉੱਥੇ ਹੈਗੇ ਆ, ਜਿੱਦਾਂ ਪੰਜਾਬੀ ਲੈਂਗੁਏਜ ਦਾ ਹਿੰਦੀ ਲੈਂਗੁਏਜ ਦੇ ਬੰਦੇ ਜਾਂਦੇ ਆ, ਕੋਈ ਇਦਾਂ ਤੁਹਾਡੇ ਬੰਦੇ ਵੀ ਕੋਈ ਮੀਡੀਆ ਵਾਲਿਆਂ ਵੱਲੋਂ ਕੋਈ ਵਿਧਾਨ ਸਭਾ ਦੇ ਵਿੱਚ ਜਾਣਾ ਚਾਹੀਦਾ, ਜਾ ਕੇ ਇਹਨਾਂ ਨੂੰ ਤਾਂ ਕਿ ਟੋਕ ਕੇ ਤੇ ਇਹਨਾਂ ਨੂੰ ਕਹੇ ਤਾਂ ਸਹੀ ਕੰਮ, ਬੰਦਿਆਂ ਵਾਲਾ ਕੰਮ ਕਰੋ। ਕੋਈ ਕਿਹੜਾ ਕੰਮ ਕਰਦੇ ਹੋ ਤੁਸੀਂ ਜੀ? ਹੁਣ ਦੋਨੋਂ ਰਲ ਮਿਲ ਕੇ, ਜੇ ਪਹਿਲੇ ਬਾਦਲ ਸੀਗੇ ਫਿਰ ਰਾਜਾ ਆਇਆ, ਤੁਸੀਂ ਦੱਸੋ ਕੀ ਫਰਕ ਪਿਆ? ਨਾ ਰੇਤਾ ਨੂੰ ਫਰਕ ਪਿਆ, ਨਾ ਕੇਬਲ ਨੂੰ ਫਰਕ ਪਿਆ, ਨਾ ਉਹਦੀਆਂ ਬੱਸਾਂ ਨੂੰ ਫਰਕ ਪਿਆ। ਉਹ ਤਾਂ ਕੰਮ ਉੱਥੇ ਦਾ ਉੱਥੇ ਹੀ, ਉਹ ਪਰਨਾਲਾ ਉੱਥੇ ਦਾ ਉੱਥੇ ਵਾਲੀ ਗੱਲ ਹੈ। ਤੇ ਇਹ ਵੀਰ ਜੀ ਇਹ ਗੱਲਾਂ ਬਹੁਤ ਵੱਡੀਆਂ ਹੈਗੀਆਂ। ਇਹ ਪੈਸੇ ਵਾਲੇ ਬੰਦੇ ਆ, ਇਹਨਾਂ ਨੇ ਹੁਣ ਆਮ ਆਦਮੀ ਪਾਰਟੀ ਨੂੰ ਨੇੜੇ ਨਹੀਂ ਲੱਗਣ ਦੇਣਾ, ਦੂਜੀ ਹੋਰ ਕੋਈ ਪਾਰਟੀ ਆਉਂਦੀ ਨਹੀਂ। ਹੁਣ ਇਹਨਾਂ ਨੇ ਵੋਟਾਂ ਪੈਣ ਲੱਗੀਆਂ ਤੇ ਇਹਨਾਂ ਨੇ ਮੁੱਦੇ ਚੁੱਕ ਲਏ ਆ, ਹਾਂਜੀ। ਤੇ ਇਹਨਾਂ ਨੂੰ ਤਕਰੀਬਨ ਤੁਹਾਨੂੰ ਮੇਰੀ ਬੇਨਤੀ ਹੈ ਸਾਰੇ ਮੀਡੀਆ ਵਾਲਿਆਂ ਨੂੰ, ਤੁਸੀਂ ਕਮ ਸੇ ਕਮ ਕੁਛ ਥੋੜਾ ਜਿਹਾ ਲੋਕਾਂ ਦੇ ਵਿੱਚ ਇਹ ਰਾਜਾ ਤੇ ਬਾਦਲ ਰਲੇ ਹੋ ਆ, ਲੋਕਾਂ ਨੂੰ ਬੇਵਕੂਫ ਬਣਾਉਂਦੇ ਆ। ਹੁਣ ਦੇਖੋ ਨਾ, ਬੋਲਦੇ ਇੱਕ ਦੂਜੇ ਤੇ ਕਿੰਨਾ ਚਿੱਕੜ ਛੱਡਦੇ ਆ, ਸੁਣੋ ਤੁਸੀਂ, ਇਹਨਾਂ ਚਿੱਕੜ ਛੱਡਦੇ ਹੱਥੋਂ ਪਰੇ, ਮੁੜ ਕੇ ਉਹਦਾ ਮਤਲਬ ਕੋਈ ਨਿਕਲਦਾ ਨਹੀਂ। ਇੱਕ ਦੂਜੇ ਨੂੰ ਉਹ ਨਹੀਂ ਗੱਲ ਕਰਦੇ, ਉਹ ਲੋਕਾਂ ਦੀ ਗੱਲ, ਲੋਕੀ ਐਸੇ ਜਿਹੇ ਮਤਲਬ ਉਹ ਜਿਹੇ ਭੋਲੇ ਹੈਗੇ ਜਿਹੜੇ ਜਾ ਕੇ ਲੜ ਪੈਂਦੇ ਆ। ਬਿਲਕੁਲ ਜੀ, ਹਾਂਜੀ। ਫਿਰ ਲੋਕ ਤਾਂ ਹੁਣ ਵੋਟਾਂ ਦੇ ਵਾਸਤੇ ਹੁਣੇ ਹੀ ਬਾਦਲ ਦੇ ਮੁੰਡੇ ਨੇ ਉਹ ਸ਼ੁਰੂ ਕਰਦੀਆਂ, ਉੱਥੇ ਬੰਦਾ ਆ ਖੜਾ ਕਰਤਾ, ਉੱਥੇ ਬੰਦਾ ਆ ਕਰਤਾ, ਸਾਲ ਪਹਿਲਾਂ ਹੀ ਆ ਕੰਮ ਕਰਤਾ, ਕੀ ਮਤਲਬ ਇਹਦਾ? ਇਹ ਚੀਜ਼ਾਂ ਸਾਰੀਆਂ ਤੁਹਾਡੇ ਕੋਲੋਂ ਲੋਕਾਂ ਨੂੰ ਜਾਣੀਆਂ ਚਾਹੀਦੀਆਂ। ਪਰ ਲੋਕਾਂ ਦੇ ਵਿੱਚ ਤੁਹਾਡੇ ਕੋਲੋਂ ਇਹ ਸਾਰਾ ਡਾਟਾ ਇਕੱਠਾ ਕਰਕੇ ਲੋਕਾਂ ਦੇ ਕੋਲੋਂ ਇਹਨਾਂ ਨੂੰ ਬਦਨਾਮ ਕਰਨਾ ਚਾਹੀਦਾ, ਤਾਂ ਕਿ ਇਹ ਪਹਿਲਾਂ ਬਾਦਲਾਂ ਨੇ ਕਿੱਦਾਂ ਲੁੱਟਿਆ ਪੰਜਾਬ ਨੂੰ, ਹੁਣ ਰਾਜਾ ਲੁੱਟੀ ਜਾ ਰਿਹਾ, ਪਹਿਲਾਂ ਵੀ ਰਾਜੇ ਨੇ ਲੁੱਟਿਆ, ਸਾਰੇ ਦਰਖਤ ਵੱਢ ਕੇ ਖਾ ਲਿਆ, ਸਾਰਾ ਕੁਝ ਖਾ ਲਿਆ। ਫਿਰ ਹੋਰ ਵੀ ਕਈ ਕੇਸ ਹੈਗੇ ਆ, ਇੱਕ ਦੂਜੇ ਉੱਤੇ ਕੇਸ ਤਾਂ ਪੈਣ ਨਹੀਂ ਦਿੰਦੇ, ਇਹਨਾਂ ਨੂੰ ਪੁੱਛਦਾ ਕੋਈ ਨਹੀਂ। ਉਹਦਾ ਕੀ ਹੱਲ ਆ? ਉਹਦਾ ਹੱਲ ਕੱਢੋ ਜੇ ਕੱਢ ਸਕਦੇ ਆ ਤਾਂ। ਪੰਜਾਬ ਦੇ ਵਿੱਚ ਕਿਹੜਾ ਹਸਪੀਟਲ ਹੈ ਜਿੱਥੇ ਕੋਈ ਕੰਮ ਹੁੰਦਾ? ਤੇ ਕਿਸੇ ਵੀ ਹਸਪੀਟਲ 'ਚ ਕੋਈ ਦਵਾਈ ਨਹੀਂ ਜਾਂਦੀ। ਜਿਹੜੀਆਂ ਛੋਟੇ ਹਸਪਤਾਲ ਹੈਗੇ ਆ ਉਹਨਾਂ ਦੇ ਜੇ ਦਵਾਈਆਂ ਜਾਂਦੀਆਂ ਤਾਂ ਉਹਦੇ 'ਚ ਹਿੱਸਾ ਜਾ ਕੇ ਮੰਗਦੇ ਆ। ਪੰਚਾਇਤਾਂ ਨੂੰ ਜਾ ਕੇ ਜਿਹੜੇ ਪੈਸੇ ਮਿਲਦੇ ਆ ਉਹ ਜਾ ਕੇ ਹਿੱਸੇ ਮੰਗਦੇ ਆ। ਇਹ ਰਿਸ਼ਵਤਖੋਰੀ ਤਾਂ ਖਤਮ ਹੀ ਨਹੀਂ ਹੁੰਦੀ। ਉੱਥੇ ਕਰੋਗੇ ਕੀ ਤੁਸੀਂ? ਬਿਲਕੁਲ ਜੀ, ਭਾਰਤ ਹੈ ਵੀਰ ਜੀ, ਤੁਸੀਂ ਸੁਣ ਲਓ ਜੀ, ਆਫ 에ਅਰ ਆਪਾਂ ਪੁੱਛਦੇ ਵੀਰ ਨੂੰ। ਗੱਲ ਵੈਸੇ ਪਹੁੰਚਦੀ ਹੈ, ਇਹਨੂੰ ਵੀ ਨਹੀਂ ਪਹੁੰਚਦੀ, ਪਰ ਸਾਡੇ ਜਿਹੜੇ ਲੀਡਰ ਆ ਢੀਠ ਹੀ ਇੰਨੇ ਹੋ ਗਏ ਜੀ, ਉਹਨਾਂ ਨੂੰ ਪਰਵਾਹ ਹੀ ਕੋਈ ਨਹੀਂ ਗੀ। ਉਹ ਗੱਲ ਤਾਂ ਉਹੀ ਆ ਨਾ, ਫਿਰ ਜੇ ਉਹਨਾਂ ਦੇ ਡੰਡੇ ਪੈਣੇ ਚਾਹੀਦੇ ਆ ਨਾ। ਗੱਲ ਤਾਂ ਡੰਡੇ ਵਾਲੇ ਬੰਦੇ ਹੈ ਨਹੀਂ ਨਾ, ਪਿੱਛੇ ਗੱਲ ਇਹ ਆ। ਬਿਲਕੁਲ ਜੀ, ਬਿਲਕੁਲ। ਉਹਨਾਂ ਦੇ ਕੋਲ ਪੈਸਾ ਆ, ਤੁਹਾਡੇ ਕੋਲ ਸਾਡੇ ਕੋਲ ਪੈਸਾ ਕੋਈ ਨਹੀਂ, ਚੱਕਰਗੇ ਅਸੀਂ ਇਹਨਾਂ ਤੋਂ ਡੰਡੇ ਖਾਣ ਜੋਗੇ ਰਹਿ ਗਏ, ਉਹ ਖਾਈ ਜਾਓ। ਬਿਲਕੁਲ ਜੀ। ਦੂਜੀ ਗੱਲ ਇਹ ਆ ਵੀਰ ਜੀ ਵੀ ਸਾਰਾ ਇੰਡੀਆ ਵਿੱਚੋਂ, ਜੋ ਪੰਜਾਬ ਦੇ ਵਿੱਚੋਂ ਖਾਸ ਮਲਾਈ ਤਾਂ ਸਾਰੀ ਬਾਹਰ ਆ ਗਈ। ਇਹ ਵੀ ਤੁਸੀਂ ਨੋਟ ਕਰਨ ਵਾਲੀ ਗੱਲ ਆ ਜੀ, ਸਾਰੀ ਮਲਾਈ ਤਾਂ ਬਾਹਰ ਆ ਗਈ। ਉੱਥੇ ਕੌਣ ਰਹਿ ਗਿਆ? ਉੱਥੇ ਜਿਹੜੇ ਬੱਚੇ ਇੱਥੇ ਇੰਨੇ ਪੜ੍ਹੇ ਲਿਖੇ, ਜ਼ਿਆਦਾ ਪੜ੍ਹੇ ਲਿਖੇ ਜਿਹੜੇ ਬਾਹਰ ਆ ਰਹੇ ਆ, ਉੱਥੇ ਕੌਣ ਰਹਿ ਗਿਆ? ਇਹਨਾਂ ਦੇ ਉੱਤੇ ਰਾਜ ਕਰਨ ਨੂੰ ਕੌਣ ਰਹਿ ਗਿਆ? ਇਹ ਤਾਂ ਅਨਪੜ੍ਹ ਬੰਦੇ ਇਕੱਠੇ ਹੋਏ ਆ, ਟੋਲਾ, ਇਹ ਤਾਂ ਮਰਜ਼ੀ ਨਾਲ ਰਾਜ ਕਰਦੇ ਆ ਜੀ। ਹੁਣ ਦੀ ਕਦੀ ਸੁਣਿਆ ਵੀ ਕਿਤੇ ਕਿਸੇ ਦੀ ਪੇ ਘੱਟ ਹੋਈ ਹੋਵੇ? ਇਹਨਾਂ ਨੇ ਆਪਣੀਆਂ ਤਨਖਾਹਾਂ ਵਧਾ ਲਈਆਂ। ਦੂਜੇ ਪਾਸੇ ਟੀਚਰਾਂ ਨੂੰ ਕਹਿੰਦੇ ਆ 15,000 ਦੇ ਕੰਮ ਕਰੋ, ਜਿਹੜੇ 40-45,000 ਲੈਂਦੇ ਆ ਉਹਨਾਂ ਨੂੰ ਕਹਿੰਦੇ 15,000 ਦੇ ਕੰਮ ਕਰੋ ਜੀ। ਇਹ ਪਹਿਲੀ ਵਾਰੀ ਸੁਣਿਆ। ਕਿਹੜੀ ਭਰਤੀ ਕੀਤੀ? ਕੋਈ ਭਰਤੀ ਨਹੀਂ ਕੀਤੀ। ਇੱਕ ਸਕੂਲ ਦੇ ਵਿੱਚ ਇੱਕ ਕਮਰਾ, ਇੱਕ ਕਮਰੇ ਵਿੱਚ 4 ਕਲਾਸਾਂ, ਇੱਕ ਟੀਚਰ, ਇਦਾਂ ਦੀਆਂ ਖਬਰਾਂ ਵਿੱਚ ਆਉਂਦੀਆਂ ਅਖਬਾਰਾਂ 'ਚ। ਉਹਨਾਂ ਦਾ ਕੀ ਬਣੂਗਾ ਪੰਜਾਬ ਦਾ? ਇਦਾਂ ਬਿਲਕੁਲ ਜੀ, ਧੰਨਵਾਦ ਵੀਰ ਜੀ। ਪੁੱਛਦੇ ਆਪਾਂ ਦੇਖੋ ਭਈ ਦਿੱਲੀ ਸਾਰਾ ਕੁਝ ਫ੍ਰੀ ਆ, ਪਾਣੀ ਵੀ, ਬਿਜਲੀ ਵੀ, ਕੁਝ ਯੂਨਿਟ ਫ੍ਰੀ ਆ। ਉਹ ਕਿਉਂ ਫ੍ਰੀ? ਕਿੱਦਾਂ ਕਰਦੇ ਉਹ ਫ੍ਰੀ? ਉਹਨਾਂ ਨੂੰ ਕਿੱਥੋਂ ਉਹਦੀ ਇਨਕਮ? ਦੇਖੋ ਨਾ, ਉਹਨਾਂ ਨੇ ਐਜੂਕੇਸ਼ਨ ਗਵਰਨਮੈਂਟ ਸਕੂਲ ਦੇ ਜਿਹੜੇ ਹੈਗੇ ਉਹਨਾਂ ਦੀ A1 ਪੜ੍ਹਾਈ ਆ ਉਹਨਾਂ ਦੀ ਜੀ। ਇੱਥੇ ਸਾਰੇ ਪ੍ਰਾਈਵੇਟ ਬਣਾਤੇ ਇਹਨਾਂ ਨੇ, ਪੈਸੇ ਲੈ ਕੇ ਸਕੂਲ ਖੋਲ ਦਿੱਤੇ। ਇਹ ਇੱਕ ਗੱਲ ਨਹੀਂ, ਇਹ ਗੱਲਾਂ ਬਹੁਤ ਵੱਡੀਆਂ ਗੱਲਾਂ ਇਹਨਾਂ ਨੇ ਕੀਤੀਆਂ ਆ। ਤੁਸੀਂ ਦੱਸੋ ਵੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੇ ਟੀਚਰ ਹੈਗੇ ਆ ਉਹਨਾਂ ਨੂੰ ਉਹੀ ਤਨਖਾਹ, ਉਹਨਾਂ ਨੂੰ ਉਹੀ ਮਿਲਦੀ 2-2.5-3 ਹਜ਼ਾਰ। ਫਿਰ ਉੱਥੇ ਬੱਚੇ ਨੂੰ ਸਕੂਲ ਜਿਹੜੇ ਗਵਰਨਮੈਂਟ ਦੇ ਸਕੂਲ ਆ ਉਹਨਾਂ ਨੂੰ ਚਾਲੂ ਕਰਨਾ ਚਾਹੀਦਾ, ਹਸਪਤਾਲਾਂ ਨੂੰ ਚਾਲੂ ਕਰਨਾ ਚਾਹੀਦਾ। ਕਿਤੇ ਦਵਾਈ ਨਹੀਂ, ਕਿਤੇ ਕੁਛ ਨਹੀਂ। ਮੈਂ CM ਨੂੰ ਕਿਹਾ, ਹੁਸ਼ਿਆਰ ਵਾਲੇ ਨੂੰ, ਮੈਨੂੰ ਵਾਸਤਾ ਪਿਆ ਤੇ ਮੈਂ ਕਿਹਾ ਵੀ ਤੁਸੀਂ ਇਹ ਦੱਸੋ ਤੁਸੀਂ ਇੱਥੇ ਰਹਿੰਦੇ ਕਿੱਦਾਂ ਹੋ? ਕਹਿੰਦਾ ਕੀ ਗੱਲ? ਮੈਂ ਕਿਹਾ ਕਿਹੜਾ ਬਾਥਰੂਮ ਠੀਕ ਆ?
ਕਿੱਥੇ ਉਲਟੀਆਂ ਨਹੀਂ ਹੋਈਆਂ, ਕਿੱਥੇ ਟੱਟੀ ਨਹੀਂ ਹੈਗੀ, ਕਿੱਥੇ ਖੂਨ ਨਹੀਂ, ਕਿੱਥੇ ਕੀ ਦੇਖੋ ਸਿਰ ਕਿਸੇ ਵੀ ਬਾਥਰੂਮ ਬੰਦ, ਟੂਟੀਆਂ ਸਾਰੀਆਂ ਬੰਦ, ਪਾਣੀ ਵਗੀ ਜਾਂਦਾ ਕਿਤੇ ਕੋਈ ਕੀ ਤੁਹਾਡਾ ਇੰਤਜ਼ਾਮ ਕੀ ਆ? ਉਹਦਾ ਇੱਕੋ ਹੀ ਜਵਾਬ ਮੈਨੂੰ ਕਹਿੰਦਾ ਜੀ ਅਖੇ ਕੋਈ ਖਰਚਾ ਪੈਸੇ ਮਿਲਣ ਤਾਂ ਕਰੀਏ। ਇਹ ਤਾਂ ਹਾਲ ਹੈ ਉੱਥੇ। ਬਿਲਕੁਲ ਜੀ, ਤੁਸੀਂ ਜਾ ਕੇ ਕਿਸੇ ਵੀ ਹਸਪਤਾਲ ਦਾ ਹਾਲ ਦੇਖੋ ਕੀ ਆ। ਇਹ ਸਾਰਾ ਕੁਝ ਠੀਕ ਢਾਂਚਾ ਸਾਰਾ ਹੀ ਖਰਾਬ ਆ। ਸਿਸਟਮ ਹੀ ਖਰਾਬ ਆ ਵੀਰ। ਕਰਦੇ ਆਪਾਂ ਇਸ ਵਿਸ਼ੇ ਤੇ ਗੱਲਬਾਤ। ਦੇਖੋ ਨਾ ਵੀ ਹੁਣ ਪੁਲਿਸ ਵਾਲਿਆਂ ਨੂੰ ਪੇ ਵੀ ਚੰਗੀ ਮਿਲਦੀ ਆ, ਰਿਸ਼ਵਤਖੋਰੀ ਫੇਰ ਨਹੀਂ ਹਟਦੀ। ਬਿਲਕੁਲ ਜੀ, ਬਿਲਕੁਲ। ਹਾਂਜੀ, ਉਹ ਰਿਸ਼ਵਤਖੋਰੀ ਜਿਹੜੀ ਆ ਹੁਣ ਜੇ ਗਵਰਨਮੈਂਟ ਪੈਸੇ ਦਿੰਦੀ ਆ ਤਾਂ ਪਹਿਲਾਂ ਉਹ ਮੂੰਹ ਅੜ ਕੇ ਆ ਜਾਂਦੇ, ਇੰਨੇ ਅਸੀਂ ਐਸਐਚਓ ਨੂੰ ਦੇਣੇ, ਇੰਨੇ ਤਹਿਸੀਲਦਾਰ ਨੂੰ, ਇੰਨੇ ਆਹ ਨਹੀਂ ਦੇਣੇ, ਇੰਨੇ ਨਹੀਂ ਦੇਣੇ ਆ। ਉੱਥੇ ਉਹ ਜਿਹੜੇ ਪੈਸੇ ਆਉਂਦੇ ਆ ਪੰਚਾਇਤਾਂ ਨੂੰ ਜਾਂ ਹੋਰ ਪਾਸੇ ਸਕੂਲਾਂ ਦੇ ਵਿੱਚ ਕੀ ਕੀਤਾ ਇਹਨਾਂ ਨੇ, ਜੇ ਕਿਸੇ ਬਾਹਰੋਂ ਬੰਦੇ ਨੇ ਜਾ ਕੇ ਕਮਰੇ ਬਣਾਤੇ ਨਾ 2, ਇਹ ਬੜੇ ਵੀ ਗੱਲ ਖਾਸ ਗੱਲ ਹੈ। ਮੈਂ ਤਾਂ ਦੱਸਦਾ ਉਹ ਕਮਰੇ 2 ਸਾਲ ਬਾਅਦ 3 ਸਾਲ ਬਾਅਦ ਇਹਨਾਂ ਨੇ ਐਸਟੀਮੇਟ ਬਣਾ ਕੇ ਮੁੜ ਕੇ ਕਮਰੇ ਬਣਾ ਕੇ ਮੋੜ ਕੇ ਸ਼ੋਅ ਕਰਕੇ ਵੀ ਕਮਰੇ ਬਣਾਏ ਤੇ ਉਹਦੇ ਪੈਸੇ ਵੀ ਇਹਨਾਂ ਨੇ ਖਾਦੇ ਆ। ਤੁਸੀਂ ਇਹਦਾ ਪਿੱਛੋਂ ਸਾਰਾ ਕਢਾ ਕੇ ਦੇਖ ਲਓ, ਇਹਨਾਂ ਦਾ ਰਿਕਾਰਡ ਇਹਦਾ ਇਦਾਂ ਇਹਨਾਂ ਨੇ ਕੀਤੀਆਂ ਆ। ਬਿਲਕੁਲ। ਸੜਕਾਂ ਦੇ ਵਿੱਚ ਮਿੱਟੀ ਲੋਕਾਂ ਤੋਂ ਪਵਾਈ ਆ ਇਹਨਾਂ ਨੇ 2 ਸਾਲ 1.5 ਸਾਲ ਬਾਅਦ ਮਿੱਟੀ ਪਾ ਕੇ ਪੇਪਰਾਂ 'ਚ ਸਾਰਾ ਕੁਝ ਕਰਾ ਕੇ ਉਹ ਪੈਸੇ ਫੇਕ ਮੁੜ ਕੇ ਖਾ ਗਏ। ਸਿਸਟਮ ਹੀ ਵੀਰ ਮਾੜਾ ਜੀ। ਕੋਈ ਨਹੀਂ, ਧੰਨਵਾਦ ਜੀ। ਆਪਣਾ ਸਮਾਂ ਜਿਹੜਾ ਕਮਰਸ਼ੀਅਲ ਬ੍ਰੇਕ ਦਾ ਜੀ ਆਪਣਾ ਸਮਾਂ ਕਮਰਸ਼ੀਅਲ ਬ੍ਰੇਕ ਦਾ। ਹਾਂ, ਤਾਂ ਆਪਾਂ ਵੀਰ ਕੋਲੋਂ ਪੁੱਛਦੇ ਜੀ ਸਾਰੇ ਸਵਾਲ ਜਿਹੜੇ ਤੁਹਾਡੇ, ਉਹਨਾਂ ਦਾ ਜਵਾਬ। ਧੰਨਵਾਦ। ਕੋਈ ਇਹਨਾਂ ਦਾ ਮੇਰਾ ਇੱਕ ਸਵਾਲ ਨਹੀਂ, ਮੇਰੇ ਤਾਂ ਕਈ ਸਵਾਲ ਇਦਾਂ ਦੇ ਆ। ਧੰਨਵਾਦ ਜੀ, ਧੰਨਵਾਦ। ਤੁਹਾਡੀ ਮਿਹਰਬਾਨੀ। ਧੰਨਵਾਦ ਜੀ। ਬੜੇ ਵਧੀਆ ਵਿਚਾਰ ਦਿੱਤੇ ਆ ਵੀਰ ਨੇ। ਤੇ ਅਰਸ਼ਦੀਪ ਇਦਾਂ ਹੋਲਡ ਕਰ ਰੱਖਣਾ ਜੀ। ਆਪਣਾ ਸਮਾਂ ਜਿਹੜਾ ਲੋਕਲ ਖਬਰਾਂ ਦਾ ਇੱਕ ਨਿੱਕੀ ਜੀ ਬ੍ਰੇਕ ਤੋਂ ਬਾਅਦ ਆਪਾਂ ਹਰਜਿੰਦਰ ਸਿੰਘ ਧਨੋਆ ਹੋਣਾ ਨਾਲ ਜੁੜਦੇ, ਤੋਂ ਉਸ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਜੀ। ਰੇਟ ਹੋਵੇ ਉੱਤੇ ਜਾਂ ਥੱਲੇ, ਰਾਇਲ ਲੀਪੇਜ ਵਾਲੇ ਹਰਪਾਲ ਭੱਲਾ ਹਮੇਸ਼ਾ ਕਰਾਉਂਦੇ ਨੇ ਬੱਲੇ ਬੱਲੇ। ਇਹਨਾਂ ਕੋਲ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਇਨਵੈਸਟਮੈਂਟ, ਲੀਜ਼ ਤੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟ ਹਮੇਸ਼ਾ ਅਵੇਲੇਬਲ ਰਹਿੰਦੇ ਨੇ। ਇਹ ਫ੍ਰੀ ਹੋਮ ਐਵੋਲੂਸ਼ਨ ਵੀ ਕਰਦੇ ਨੇ। ਨਵੇਂ ਰੀਅਲਟਰਸ ਜੇ ਇਹਨਾਂ ਨੂੰ ਜੁਆਇਨ ਕਰਨਾ ਚਾਹਣ ਤਾਂ ਐਡਵਾਈਸ ਲੈ ਸਕਦੇ ਨੇ। ਟੌਪ ਰੀਅਲਟਰ ਰਾਇਲ ਲੀਪੇਜ, ਕਾਲ ਹਰਪਾਲ ਪੱਲਾ 4165602400 416 560 2400। ਆਹਾਹਾਹਾ, ਛੁੱਟੀ ਦਾ ਦਿਨ ਹੋਵੇ ਤੇ ਨਿਆਗਰਾ ਫਾਲਸ, ਸੀਐਨ ਟਾਵਰਸ, ਕਿਊਬਿਕ ਸਿਟੀ ਘੁੰਮਣ ਜਾਣ ਦਾ ਮਨ ਹੈ, ਪਰ ਇੰਨੀ ਡਰਾਈਵ ਕੌਣ ਕਰੇ? ਜੀ ਐਲੋ ਨੰਬਰ ਤੇ ਹੁਣੇ ਬੁਕਿੰਗ ਕਰੋ। ਬੈਸਟ ਕੈਨੇਡੀਅਨ ਰਾਈਡ ਸਰਵਿਸ, ਟੋਰਾਂਟੋ ਤੋਂ ਮੌਂਟਰੀਅਲ ਤੇ ਮੌਂਟਰੀਅਲ ਤੋਂ ਟੋਰਾਂਟੋ। ਜਿੱਥੇ ਵੀ ਘੁੰਮਣ ਦਾ ਮਨ ਹੋਵੇ ਬਸ ਇੱਕ ਕਾਲ ਤੇ ਹਾਜ਼ਰ ਤੇ ਸੋਨੇ ਤੇ ਸੁਹਾਗਾ ਪਾਰਸਲਸ ਵੀ ਡਿਲੀਵਰ ਕਰਦੇ ਨੇ ਹਰ ਰੋਜ਼ ਮਾਰਨਿੰਗ, ਆਫਟਰਨੂਨ ਐਂਡ ਈਵਨਿੰਗ। ਸਵੇਰੇ, ਦੁਪਹਿਰ, ਸ਼ਾਮ 24 ਘੰਟੇ ਸਰਵਿਸ। ਕਾਲ 5145606613। ਹੋਰ ਸੁਣਾਓ? ਪਿਛਲੇ 2 ਘੰਟਿਆਂ ਤੋਂ ਫੋਨ ਤੇ ਲੱਗੀ ਆ, ਹੱਲੇ ਵੀ ਹੋਰ ਸੁਣਾਓ। ਲੈ ਦੱਸ, ਜਦੋਂ ਓਮਾ ਫੋਨ ਸਰਵਿਸ ਵਾਲੇ ਦੇ ਰਹੇ ਨੇ ਅਨਲਿਮਿਟਿਡ ਕਾਲਸ, ਉਹ ਵੀ 60 ਤੋਂ ਵੱਧ ਦੇਸ਼ਾਂ 'ਚ, ਤੇ ਗੱਲਾਂ ਤਾਂ ਫਿਰ ਲੰਬੀਆਂ ਹੋਣਗੀਆਂ ਹੀ ਨਾ। ਜੀ ਹਾਂ, ਇੰਡੀਆ, UK, USA, ਕੈਨੇਡਾ 60 ਦੇਸ਼ਾਂ 'ਚ ਅਨਲਿਮਿਟਿਡ ਕਾਲ ਓਮਾ ਫੋਨ ਸਰਵਿਸ ਦੇ ਨਾਲ। ਤੁਸੀਂ ਓਮਾ ਐਪ 3 ਸੈੱਲ ਫੋਨਸ 'ਚ ਡਾਊਨਲੋਡ ਕਰ ਸਕਦੇ ਹੋ ਤੇ ਕਰੋ ਇੰਟਰਨੈਸ਼ਨਲ ਕਾਲਸ। ਨਾ ਕੋਈ ਕੰਟਰੈਕਟ, ਨਾ ਕੋਈ ਐਗਰੀਮੈਂਟ ਤੇ ਨਾ ਹੀ ਕੈਂਸਲੇਸ਼ਨ ਚਾਰजेस ਤੇ ਹੋਰ क्रेडिट चेक भी नहीं लगेगा। मंथली चार्जेस $1428 प्लस टैक्स। वन टाइम डिवाइस कॉस्ट $49.99 प्लस टैक्स। ज्यादा जानकारी लई कॉल करो प्रिया जी नू 6476494000 647 649 4000। दोपहर 12 बजे तो शाम 7 बजे तक। की गल अंकल जी, बड़े परेशान हो? ਕੀ ਦੱਸਾਂ ਪੁੱਤਰ, ਇੱਕ ਤਾਂ ਤੇਰੀ ਆਂਟੀ ਬਹੁਤ ਬਿਮਾਰ ਰਹਿੰਦੇ ਨੇ, ਕੋਈ ਦਵਾਈ ਅਸਰ ਨਹੀਂ ਕਰਦੀ, ਉਤੋਂ ਹੱਲੇ ਤੱਕ ਸੋਨੂ ਦੀ ਸ਼ਾਦੀ ਨਹੀਂ ਹੋਣ ਕਰਕੇ ਨਸ਼ੇ ਵਿੱਚ ਪੈ ਗਿਆ, ਤੇ ਨਿੱਕੀ ਦੇ ਘਰ ਦੇ ਕਲੇਸ਼ ਕਰਕੇ ਵੀ ਮੈਨੂੰ ਤੇ ਸਮਝ ਨਹੀਂ ਆਉਂਦਾ ਕੀ ਕਰਾਂ। ਉਹ ਅੰਕਲ ਜੀ, ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਮਿਲੇਗਾ ਤੁਹਾਨੂੰ ਜੋਤਿਸ਼ ਗੁਰੂ ਬਲਦੇਵ ਸਿੰਘ ਜੀ ਕੋਲ, ਜੋ ਕਿ ਭ੍ਰਿਗੂ ਜੋਤਿਸ਼ ਸੰਸਥਾਨ ਦੁਆਰਾ 7 ਟਾਈਮ 골ਡ ਮੈਡਲ ਜਿੱਤ ਚੁੱਕੇ ਨੇ। ਜੀ ਹਾਂ, ਜੋਤਿਸ਼ ਗੁਰੂ ਬਲਦੇਵ ਸਿੰਘ ਜੋ ਮਹਾਦਸ਼ਾ, अंतरदशा, नजर दोष, वास्तु, गंडमूल दोष, घरेलू कलेश, जादू टोना, पति पत्नी दा झगड़ा, तलाक दी नौबत आउणा, सौतन दुश्मन तो छुटकारा, संतान कहने तो बाहर होना, ब्याज देरी, PR ना मिलना, बैंड घट होना, लॉटरी ना लगना, इन्हां सारियां समस्यावां नूं हवन पूजा पाठ द्वारा जड़ों खत्म करदे ने। अज ही कॉल करो 7427047267 742 704 7267।
ਸੋਫਾ ਸਟੂਡੀਓ 'ਚ ਘਰ ਦੇ ਵਿੱਚ ਵਧੀਆ ਸੋਫਾ ਪਵਾਉਣਾ ਚਾਹੁੰਦੇ ਹੋ, ਭਾਵੇਂ ਲੈਦਰ ਦਾ ਹੋਵੇ ਜਾਂ ਕੱਪੜੇ ਦਾ ਹੋਵੇ, ਜਿਸ ਤਰ੍ਹਾਂ ਦਾ ਚਾਹੋਗੇ ਉਸ ਤਰ੍ਹਾਂ ਦਾ ਸੋਫਾ ਤਿਆਰ ਕਰਕੇ ਤੁਹਾਡੇ ਘਰੇ ਡਿਲੀਵਰ ਕੀਤਾ ਜਾਵੇਗਾ। ਸਗਨਦੀਪ ਨੂੰ ਕਾਲ ਕਰ ਸਕਦੇ ਹੋ 905 799 8877 905 799 8877 ਸੋਫਾ ਸਟੂਡੀਓ। ਜਦੋਂ ਹਾਂ ਬਿਲਕੁਲ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਹੈ ਜੀ। ਆਪਣੇ ਨਾਲ ਹਰਜਿੰਦਰ ਸਿੰਘ ਧਰੋਵਾ ਹੁਣੀ ਲੋਕਲ ਖਬਰਾਂ ਲੈ ਕੇ ਜੁੜ ਚੁੱਕੇ ਆ। ਇਹਨਾਂ ਖਬਰਾਂ ਲਈ ਤੁਹਾਡੇ ਤੱਕ ਪਹੁੰਚਾਉਣ ਲਈ ਸਾਥ ਦੇ ਰਿਹਾ ਜੀ। ਜੇ ਤੁਸੀਂ ਮੌਂਟਰੀਅਲ ਦੇ ਵਿੱਚ IPTV ਬਾਕਸ ਲਵਾਉਣਾ ਜੀ, ਨੰਬਰ ਆ 514 566 0055। ਘਰ ਖਰੀਦਣਾ ਜਾਂ ਵੇਚਣਾ, ਤੁਸੀਂ ਕੋਈ ਪਾਰਕਿੰਗ ਲਾਟ, ਗੈਸ ਸਟੇਸ਼ਨ, ਕੁਝ ਵੀ ਕਰਨਾ ਚਾਹੁੰਦੇ ਹੋ, ਇੱਕ ਵਾਰੀ ਸੁਝਾਅ ਜ਼ਰੂਰ ਲਓ। ਪੰਕਜ ਸਪਰਾ ਉਹਨਾਂ ਦਾ 416 722 2385 ਤੇ ਤੁਸੀਂ ਬੈਸਟ ਕੁਆਲਿਟੀ ਦੇ ਵਿੱਚ ਫਰਨੀਚਰ ਲੈਣਾ ਜੀ। ਸਟੀਫਨ ਫਰਨੀਚਰ ਬੜੀ ਭਾਰੀ ਸੇਲ ਲੱਗੀ ਹੋਈ ਆ ਉਹਨਾਂ ਦੇ ਕੋਲ। ਦੋ ਲੋਕੇਸ਼ਨ ਆ ਜੀ, ਬੋਲਟਨ ਤੇ ਸਟੀਲ ਦੇ ਉੱਪਰ ਆ, ਬਿਲਕੁਲ ਸਟੀਲ ਤੇ 2575 ਸਟੀਲ ਐਵੀਨਿਊ ਬਰੈਂਪਟਨ ਦੇ ਵਿੱਚ। 905 790 0560 ਤੇ ਕਾਲ ਕਰਨੀ ਹੈ। ਤੁਸੀਂ ਵੀਡੀਓ ਕਾਲ ਕਰਕੇ ਵੀ ਫਰਨੀਚਰ ਪਸੰਦ ਕਰ ਸਕਦੇ ਹੋ ਕਿਉਂਕਿ ਲੋਕਡਾਊਨ ਲੱਗਾ ਹੋਇਆ। ਤੇ ਚੱਲਦੇ ਜੀ ਆਪਾਂ ਲੋਕਲ ਖਬਰਾਂ ਤੇ ਸਵਾਗਤ ਕਰਦੇ ਹਰਜਿੰਦਰ ਸਿੰਘ ਧੰਨਵਾਦ ਜੀ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਚੰਦੀ ਸਾਹਿਬ ਤੇ ਜਿੰਨੇ ਵੀ ਆਪਣੇ PTN 24 ਦੇ ਨਾਲ ਸਰੋਤੇ ਜੁੜੇ ਆ, ਸਾਰਿਆਂ ਨੂੰ ਜੀ ਦੋਵੇਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਚੰਦੀ ਸਾਹਿਬ, ਆਪਾਂ ਸ਼ੁਰੂ ਕਰਦੇ ਹਾਂ। ਜਿਵੇਂ ਆਪਾਂ ਕੇਸ ਜਿਹੜੇ ਪਹਿਲਾਂ ਆਪਾਂ ਹਮੇਸ਼ਾ ਹੀ ਆਪਾਂ ਦੱਸੀਦੇ ਆ, ਕਿਉਂਕਿ ਡੇ ਬਾਏ ਡੇ ਜਿਹੜੇ ਕੇਸ ਆ ਉਹ ਬਹੁਤ ਜ਼ਿਆਦਾ ਵਧੀ ਜਾਂਦੇ ਆ। ਜਿਵੇਂ ਤੁਸੀਂ ਫਰਾਈਡੇ ਦੱਸ ਵੀ ਗਏ ਸੀਗੇ, ਫਰਾਈਡੇ ਵਾਲੇ ਦਿਨ ਜਿਹੜੇ ਕੇਸ ਸੀਗੇ 4227 ਕੇਸ ਆਏ ਸੀਗੇ। ਉਸ ਤੋਂ ਬਾਅਦ ਸੈਚਰਡੇ 3813 ਕੇਸ ਆਏ ਸੀ। ਜਿਹੜੀਆਂ ਡੈਥ ਆ ਉਹ 19 ਹੋਈਆਂ ਸੀ। ਤੇ ਟੈਸਟ ਜਿਹੜੇ 61000 ਹੋਏ ਸੀ। ਤੇ ਟੋਰਾਂਟੋ ਦੇ ਵਿੱਚ 973 ਕੇਸ ਆਏ ਸੀ। ਤੇ ਪੀਲ 'ਚ 669, ਯਾਰਕ ਰੀਜਨ 'ਚ 442, ਓਟਵਾ ਦੇ ਵਿੱਚ 289 ਤੇ ਡਰਹਮ ਦੇ ਵਿੱਚ 281। ਇੱਥੋਂ ਹੁਣ ਪਤਾ ਲੱਗਦਾ ਕਿ ਡੇ ਬਾਏ ਡੇ ਜਿਹੜਾ ਕਿੰਨੇ ਕੇਸ ਜਿਹੜੇ ਹਰ ਜਗ੍ਹਾ ਤੇ ਵਧੀ ਜਾਂਦੇ ਆ ਜੀ। ਤੇ ਆਪਾਂ ਜੇ ਸੰਡੇ ਦੀ ਗੱਲ ਕੀਤੀ ਜਾਵੇ ਤੇ ਸੰਡੇ ਵੱਧ ਕੇ ਜਿਹੜੇ ਕੇਸ ਆ 4456 ਹੋ ਗਿਆ ਜੀ ਇਹ। ਤੇ ਡੈਥ ਜਿਹੜੀਆਂ 21 ਹੋਈਆਂ ਤੇ ਟੈਸਟ ਜਿਹੜੇ ਆ 56378 ਹੋਏ ਸੀ। ਤੇ ਜੇ ਟੋਰਾਂਟੋ ਦੀ ਗੱਲ ਕੀਤੀ ਜਾਵੇ 1353 ਇੱਕ ਦਿਨ ਦੇ ਵਿੱਚ ਉੱਥੇ ਕੇਸ ਆਏ ਆ। ਤੇ ਪੀਲ ਦਾ ਨੰਬਰ ਵੀ ਕਾਫੀ ਉੱਤੇ ਹਾਈ ਗਿਆ ਜੀ, 860 ਕੇਸ ਜਿਹੜੇ ਪੀਲ ਦੇ ਵਿੱਚ ਆਏ ਆ। ਯਾਰਕ ਰੀਜਨ 'ਚ 444, ਓਟਵਾ ਦੇ ਵਿੱਚ ਦੇਖ ਲਓ ਜੀ 377, ਡਰਹਮ 'ਚ 329। ਤੇ ਇਹਦੇ ਨਾਲ ਜੇ ਆਪਾਂ ICU ਦੀ ਗੱਲ ਕੀਤੀ ਜਾਵੇ ਤਾਂ 605 ਕੇਸ ਜਿਹੜੇ ਉੱਥੇ ਪਹੁੰਚ ਗਏ। ਜਿਸ ਤਰ੍ਹਾਂ ਇਹਨਾਂ ਨੇ ਪਹਿਲਾਂ ਵੀ ਕਿਹਾ ਸੀਗਾ ਕਿ ਇਹ ਜਿਹੜੇ ਕੇਸ ਆ ਜਿਹੜੇ ਐਂਡ ਆਫ ਅਪ੍ਰੈਲ ਜਿਹੜੇ ਆ 800 ਦੇ ਕਰੀਬ ਇਹ ਹੋ ਜਾਣਗੇ ਜੀ ਇਹ। ਬਿਲਕੁਲ। ਤੇ ਬਾਕੀ ਵੈਕਸੀਨ ਦੀ ਆਪਾਂ ਗੱਲ ਕਰਦੇ ਹਾਂ, ਡਾਕਫੋਰਡ ਨੇ ਵੀ ਜਿਹੜੀ ਜਿਨ੍ਹਾਂ ਦੀ ਉਮਰ ਡਾਕਫੋਰਡ ਦੀ ਉਮਰ 56 ਸਾਲ ਦੀ ਆ, ਇਹਨਾਂ ਨੇ ਵੀ ਆਪਣੇ ਫਰਾਈਡੇ ਜਿਹੜੀ ਆਪਣੇ ਪ੍ਰੋਗਰਾਮ ਤੋਂ ਬਾਅਦ ਐਸਟਰਾਜੈਨਕਾ ਦੀ ਈਟੋਵਿਕੋ ਦੇ ਵਿੱਚ ਆਪਣੇ ਲੋਕਲ ਫਾਰਮੇਸੀ ਆ ਉੱਥੋਂ ਇਹਨਾਂ ਨੇ ਵੈਕਸੀਨ ਲਈ ਆ। ਤੇ ਇਸੇ ਤਰ੍ਹਾਂ ਆਪਣੇ ਟੋਰਾਂਟੋ ਦੇ ਮੇਅਰ ਜੌਨ ਟੋਰੀ ਆ, ਜਿਨ੍ਹਾਂ ਦੀ ਉਮਰ 66 ਸਾਲ ਹੈ ਜੀ। ਜਿਸ ਤਰ੍ਹਾਂ ਕਿਹਾ ਸੀਗਾ ਕਿ ਜਿਹੜੇ 55 ਤੋਂ ਥੱਲੇ ਆ ਉਹਨਾਂ ਨੂੰ ਇਹ ਵੈਕਸੀਨ ਨਹੀਂ ਦਿੱਤੀ ਜਾਊਗੀ। ਤੇ 66 ਈਅਰ 올ਡ ਆ ਜੀ ਇਹ ਆਪਣੇ ਜੌਨ ਟੋਰੀ। ਤੇ ਇਹਨਾਂ ਨੇ ਵੀ ਡਾਊਨਟਾਊਨ ਦੇ ਵਿੱਚ ਕੁਈਨ ਸਟਰੀਟ ਵੈਸਟ ਦੇ ਫਾਰਮੇਸੀ ਆ ਉੱਥੋਂ ਐਸਟਰਾਜੈਨਕਾ ਦੀ ਲਈ ਆ। ਇਹਨਾਂ ਤੋਂ ਪਹਿਲਾਂ ਜਿਹੜੇ ਆਪਣੇ ਅੰਟੇਰੀਓ ਦੇ ਹੈਲਥ ਮਿਨਿਸਟਰ ਹੈ ਕ੍ਰਿਸਟੀਨ ਐਲੀਅਟ, ਉਹਨਾਂ ਦੀ 65 ਸਾਲ ਦੀ ਉਮਰ ਹੈ, ਉਹਨਾਂ ਨੇ ਵੀ ਐਸਟਰਾਜੈਨਕਾ ਲਈ ਸੀ। ਇਹਨਾਂ ਸਾਰਿਆਂ ਨੇ ਫਰੰਟ ਆਫ ਦਾ ਕੈਮਰਾ ਲਈ ਆ ਤੇ ਲੋਕਾਂ ਨੂੰ ਦਿਖਾਇਆ ਵੀ ਦੇਖੋ ਅਸੀਂ ਵੀ ਲੈ ਰਹੇ ਆ, ਵੀ ਤੁਸੀਂ ਵੀ ਜਿਹੜੀ ਵੈਕਸੀਨ ਲੈਣ ਦੀ ਆਦਤ ਇਹ ਬਣਾਓ ਜੀ। ਜਿਸ ਤਰ੍ਹਾਂ ਇਹਨਾਂ ਨੇ ਹੁਣ ਜਿਹੜੇ ਹੌਟਸਪੌਟ ਏਰੀਆ 18+ ਆ ਜਿਹੜੇ ਆਲ ਓਵਰ ਹੀ ਆ, ਪੋਸਟਲ ਕੋਡ ਇਹਨਾਂ ਦੇ ਦਿੱਤੇ ਆ। ਪੋਸਟਲ ਕੋਡ ਦੇ ਆਧਾਰ ਤੇ ਤੁਸੀਂ ਆਪਣੇ ਚੈੱਕ ਕਰਕੇ ਆਪਣੀ ਅਪੁਆਇੰਟਮੈਂਟ ਬਣਾ ਕੇ ਤੁਸੀਂ ਵੈਕਸੀਨ ਜਿਹੜੀ ਉਹ ਲੈ ਸਕਦੇ ਆ ਜੀ। ਤੇ ਮਿਸਿਸਾਗਾ ਦੇ ਵਿੱਚ ਇੱਕ ਫੀਮੇਲ ਚਾਈਲਡ ਸੀ, ਇਹਦੀ 10 ਸਾਲ ਦੀ ਉਮਰ ਸੀ। ਇੱਕ ਕਾਰ ਨੇ ਹਿੱਟ ਕੀਤਾ ਜੀ। ਇਹ ਐਰਨ ਮਿਲ ਪਾਰਕਵੇ ਤੇ ਬੈਟਲ ਫੋਰਡ ਏਰੀਆ ਦੇ ਵਿੱਚ ਸੀਗਾ ਤੇ ਬੜੀ ਕ੍ਰਿਟੀਕਲ ਕੰਡੀਸ਼ਨ 'ਚ ਆ, ਲਾਈਫ ਥ੍ਰੈਟਨਿੰਗ ਕੰਡੀਸ਼ਨ 'ਚ ਦੇ ਵਿੱਚ ਆ। ਇਹਨਾਂ ਨੂੰ ਉੱਥੇ ਸਿੱਕਡ ਹਸਪੀਟਲ ਪਹੁੰਚਾਇਆ ਗਿਆ, ਪਰ ਡਰਾਈਵਰ ਉੱਥੋਂ ਸੀਨ ਤੋਂ ਭੱਜਿਆ ਨਹੀਂ, ਉੱਥੇ ਰਿਹਾ। ਤੇ ਸਾਰੇ ਉਸ ਏਰੀਆ ਦੇ ਜਿਹੜੇ ਰੋਡ ਸੀਗੇ ਉਹਨੂੰ ਕਲੋਜ਼ ਕਰਕੇ ਜਿਹੜੀ ਇਨਵੈਸਟੀਗੇਸ਼ਨ ਉੱਥੇ ਪੁਲਿਸ ਨੇ ਕਰਨੀ ਸ਼ੁਰੂ ਕਰ ਦਿੱਤੀ ਆ। ਤੇ ਅੰਟੇਰੀਓ ਦੇ ਵਿੱਚ ਜਿੰਨੇ ਵੀ ਹਸਪੀਟਲ ਆ ਉੱਥੇ ਸਾਰੇ ਜਿਹੜੀਆਂ ਵੀ ਇਲੈਕਟਿਵ ਸਰਜਰੀ, ਨੌਨ ਐਮਰਜੈਂਸੀ ਸਰਜਰੀ ਜਾਂ ਨੌਨ ਅਰਜੈਂਟ ਐਕਟੀਵਿਟੀਜ਼ ਆ, ਸਾਰੀਆਂ ਉਹਨਾਂ ਨੇ ਅੱਜ ਮੰਡੇ ਤੋਂ ਜਿਹੜੀਆਂ ਉਹ ਕੈਂਸਲ ਕਰਤੀਆਂ। ਉਹਨਾਂ ਦਾ ਕਾਰਨ ਇਹੀ ਆ ਕਿ ਉਹਨਾਂ ਨੂੰ ਇੰਟੈਂਸਿਵ ਕੇਅਰ ਯੂਨਿਟ ਵਾਸਤੇ ਬਹੁਤ ਜ਼ਿਆਦਾ ਜਗ੍ਹਾ ਜਿਹੜੀ ਚਾਹੀਦੀ ਆ। ਇਹਨਾਂ ਨੇ ਇੱਥੇ ਦੇਖਣ ਵਾਲੀ ਗੱਲ ਹੈ ਕਿ ਆਪਾਂ ਪਿੱਛੇ ਵੀਕਐਂਡ ਤੇ ਖਬਰ ਸਾਂਝੀ ਵੀ ਕੀਤੀ ਸੀ ਕਿ ਜਿਹੜੇ ਸਿੱਕਡ ਹਸਪੀਟਲ ਆ ਉੱਥੇ ਵੀ ਦੇਖ ਲਓ ਜਿਹੜੇ ਆ ਅਡਲਟ ਵਾਸਤੇ ਜਿਹੜੇ ਆ ICU ਲਈ ਜਗ੍ਹਾ ਖਾਲੀ ਕੀਤੀ ਜਾ ਰਹੀ ਆ। ਜਿਹੜੇ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਇੱਥੇ 40 ਸਾਲ ਜਾਂ ਉਸ ਤੋਂ ਘੱਟ ਉਮਰ ਵਾਲੇ ਹੀ ਜਿਹੜੇ ICU ਦੇ ਵਿੱਚ ਇਸ ਏਜ ਦੇ ਹੋਣਗੇ ਉਹੀ ਉੱਥੇ ਜਾ ਸਕਦੇ ਆ ਜੀ ਉਹ। ਤੇ ਸਟੈਟਿਕ ਕੈਨੇਡਾ ਨੇ ਜਿਹੜੇ ਆਪਣੇ ਮਾਰਚ ਮਹੀਨੇ ਦੀਆਂ ਜੌਬਾਂ ਦਾ ਦੱਸਿਆ ਸੀ 3,03,000 ਜਿਹੜੀਆਂ ਨਵੀਆਂ ਜੌਬਾਂ
ਆਈਆਂ ਸੀ। ਤਾਂ EMPLOYMENT ਮਿਨਿਸਟਰ ਜਿਹੜੇ ਹੁਣ ਕਹਿ ਰਹੇ ਆ ਕਿ ਜਿਸ ਤਰ੍ਹਾਂ ਹੁਣ ਸਾਰਾ ਲਾਕਡਾਊਨ ਸ਼ਟਡਾਊਨ COVID-19 ਕਰਕੇ ਹੋ ਗਿਆ, ਇਹਦੇ ਨਾਲ ਹੁਣ ਜਿਹੜਾ ਇਹ ਜੌਬਾਂ ਜ਼ਰੂਰ ਘਟਣਗੀਆਂ ਜੀ। ਇਹਦੇ ਨਾਲ ਜਿਸ ਤਰ੍ਹਾਂ ਪਹਿਲਾਂ 8.92% ਸੀ, ਘਟ ਕੇ ਇਹ 7.5% ਤੇ ਜਿਹੜਾ ਆ ਗਿਆ ਸੀਗਾ ਜੀ। ਤੇ ਫੂਡ ਸਰਕਾਰ ਜਿਹੜੀ ਹੈ ਇਹਨਾਂ ਨੇ 2 ਐਮਰਜੈਂਸੀ ਆਰਡਰ ਇਸ਼ੂ ਕੀਤੇ ਸੀ ICU ਨੂੰ ਲੈ ਕੇ। ਕੈਪੈਸਿਟੀ ਜਿਹੜੀ ਡੇ ਬਾਏ ਡੇ ਇੰਨੇ ਕੇਸ ਵਧੀ ਜਾਂਦੇ ਆ, ਤੇ ਇਹਨਾਂ ਨੇ ਕਿਹਾ ਆ ਕਿ ਜਿਸ ਤਰ੍ਹਾਂ ਹੁਣ ਡਾਕਟਰਾਂ ਨੇ ਵੀ ਕਿਹਾ ਸੀ ਐਂਡ ਆਫ ਅਪ੍ਰੈਲ ਜਿਹੜੇ 800 ICU ਦੇ ਵਿੱਚ ਚਲੇ ਜਾਣਗੇ, ਤੇ ਇਹਨਾਂ ਦੀ ਤਿਆਰੀ ਆ ਕਿ 1000 ਬੈੱਡ ਜਿਹੜਾ 1000 ਬੈੱਡ ਆ ਅਸੀਂ ਤਿਆਰ ਕੀਤਾ ਜਾਵੇ। ਇਹੀ ਇਹਨਾਂ ਨੇ ਜਿੰਨੀਆਂ ਵੀ ਇਲੈਕਟਿਵ ਸਰਜਰੀ, ਨੌਨ ਸਰਜਰੀ ਸਾਰੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਕੈਂਸਲ ਕਰ ਦਿੱਤਾ ਜੀ। ਤੇ ਮਾਰਟਨ ਗਰੋਵ ਫ੍ਰੈਂਚ ਦੇ ਉੱਤੇ ਵੀ ਸ਼ੂਟਿੰਗ ਹੋਈ ਆ। 20 ਸਾਲ ਦਾ ਲੜਕਾ ਬੜਾ ਸੀਰੀਅਸਲੀ ਹਰਟ ਹੋਇਆ ਜੀ, ਟਰੋਮਾ ਸੈਂਟਰ ਉਹਨੂੰ ਪਹੁੰਚਾਇਆ ਗਿਆ। 2 ਸਸਪੈਕਟ ਜਿਹੜੇ ਆ ਸੀਨ ਤੋਂ ਭੱਜ ਗਏ ਆ ਇਹ ਡਾਰਕ ਕਾਰ ਦੇ ਵਿੱਚ, ਤੇ ਪੁਲਿਸ ਉਹਨਾਂ ਦੀ ਭਾਲ ਕਰ ਰਹੀ ਆ। ਤੇ ਇਸੇ ਤਰ੍ਹਾਂ 427 ਐਗਲਿੰਟਨ ਦੇ ਉੱਤੇ ਵੀ ਇੱਕ ਮੋਟਰਸਾਈਕਲ ਚਾਲਕ ਜਿਹੜਾ ਸੀਗਾ ਆਪਣਾ ਕੰਟਰੋਲ ਜਿਹੜਾ ਲੋਸਟ ਕਰ ਗਿਆ, ਕ੍ਰੈਸ਼ ਹੋਇਆ, ਤੇ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਉਹਨੂੰ ਵੀ ਉੱਥੇ ਟਰੋਮਾ ਸੈਂਟਰ ਜੀ ਪਹੁੰਚਾਇਆ ਗਿਆ ਜੀ। ਤੇ 2 ਸਿਟੀ ਦੇ ਜਿਹੜੇ EMPLOYE ਆ ਵਰਕਿੰਗ ਐਟ ਮਾਸ ਕਲੀਨਿਕ ਇਨ ਟੋਰਾਂਟੋ, ਉਹਨਾਂ ਨੂੰ ਵੀ ਪੋਜ਼ਿਟਿਵ ਪਾਇਆ ਗਿਆ ਹੈ ਜੀ। ਇੱਕ ਤਾਂ ਇਹ ਆਪਣੇ ਹੈਗਾ ਮੈਟਰੋ ਕਨਵੈਨਸ਼ਨ ਸੈਂਟਰ ਅਪ੍ਰੈਲ 2 ਤੋਂ ਲੈ ਕੇ 5 ਤੱਕ, ਤੇ ਇਸੇ ਤਰ੍ਹਾਂ ਦੂਸਰਾ ਜਿਹੜਾ ਮਾਸ ਕਲੀਨਿਕ ਹੈ ਸਕਾਰਬਰੋ ਟਾਊਨ ਸੈਂਟਰ ਮਾਰਚ 31 ਤੋਂ ਲੈ ਕੇ 2 ਅਪ੍ਰੈਲ ਤੱਕ। ਇਹਨਾਂ ਦਾ ਕਹਿਣਾ ਹੈ ਕਿ ਹੈ ਤਾਂ ਬੜਾ ਰਿਸਕ ਆ, ਜਿਹੜੇ ਲੋਕ ਉੱਥੇ ਵੈਕਸੀਨ ਲੈਣ ਗਏ ਸੀਗੇ ਤੇ ਉਹ ਆਪਣੇ ਆਪ ਨੂੰ ਥੋੜਾ ਜਿਹਾ ਅਗਲੇ 14 ਦਿਨ ਲਈ ਧਿਆਨ ਰੱਖਣ। ਜੇ ਉਹਨਾਂ ਨੂੰ ਕੁਝ ਸਿੰਪਟਮ ਵਗੈਰਾ ਆਉਂਦੇ ਆ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਵੈਕਸੀਨ ਲਈ ਆ, ਤੇ ਥੋੜਾ ਜਿਹਾ ਫੇਰ ਜੇ ਲੱਗ ਰਿਹਾ ਕਿ ਇਹਨਾਂ ਨੂੰ ਉਹ ਜਿਹੜੇ ਸਿੰਪਟਮ ਆ COVID-19 ਵਾਲੇ ਆ, ਤੇ ਉਹਨਾਂ ਨੂੰ ਆਪਣੇ ਆਪ ਨੂੰ ਆਈਸੋਲੇਟ ਜਿਹੜਾ 14 ਦਿਨ ਕਰ ਲੈਣ ਤਾਂ ਉਹ ਬੈਟਰ ਹੈ ਜੀ। ਉਹ ਤੇ ਕਰੈਕਸ਼ਨਲ ਆਫੀਸਰ ਹੈ ਜੀ ਮਿਲਟਨ ਪ੍ਰਿਜ਼ਨ, ਜਿਹੜੀ ਮਿਲਟਨ ਦੀ ਜੇਲ੍ਹ ਆ, 5 ਮਾਰਚ ਨੂੰ ਇੱਥੇ 2 ਜਿਹੜੀਆਂ ਵੂਮਨ ਸੀ ਉਹਨਾਂ ਨੂੰ ਸੈਕਸ਼ੂਅਲੀ ਅਸੌਲਟ ਕੀਤਾ ਗਿਆ, ਤੇ 25 ਮਾਰਚ ਨੂੰ 42 ਸਾਲ ਇਹ ਜਿਹੜੇ ਆਫੀਸਰ ਸੀਗੇ ਜੀ ਇਹਨਾਂ ਡਵੇਨ ਏਸਨ ਥਾਮਸ ਇਹਨਾਂ ਨੂੰ ਅਰੈਸਟ ਕੀਤਾ ਗਿਆ। ਇਹਨਾਂ ਦੇ ਉੱਤੇ ਜਿਹੜੇ ਆ ਚਾਰਜ ਲਗਾਏ ਗਏ ਆ 2 ਕਾਊਂਟ ਆਫ ਸੈਕਸ਼ੂਅਲ ਅਸਾਲਟ ਐਂਡ 2 ਕਾਊਂਟ ਆਫ ਬ੍ਰੀਚ ਆਫ ਟਰਸਟ। ਦੇਖ ਲਓ ਜੀ ਜੇਲ੍ਹਾਂ ਦੇ ਵਿੱਚ ਜਿਹੜੇ ਉੱਥੋਂ ਦੇ ਆਫੀਸਰ ਆ ਇਹੀ ਇਹ ਕੰਮ ਕਰਦੇ ਆ, ਤੇ ਆਪਾਂ ਨਿਆਂ ਕਿੱਥੋਂ ਲੈ ਸਕਦੇ ਆ ਜੀ ਇਹ। ਤੇ ਫਾਰਮਰ ਵਰਕਰ ਜਿਹੜੇ ਪਹਿਲਾਂ ਵੀ ਆਪਾਂ ਖਬਰਾਂ ਦੇ ਵਿੱਚ ਕੀਤਾ ਸੀ, ਜਿਹੜੇ ਐਡਵੋਕੇਟ ਸੀਗੇ ਕਿ ਜਿਹੜੇ ਮਾਈਗ੍ਰਾਂਟ ਜਿਹੜੇ ਇੱਥੇ ਫਾਰਮਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਆਉਂਦੇ ਆ, ਹਰੇਕ ਸਾਲ ਜਿਹੜੇ 20,000 ਤੋਂ ਵੱਧ ਲੋਕ ਆ ਜਾਂਦੇ ਆ। ਜੇ ਆਪਾਂ 2020 ਦੀ ਗੱਲ ਕੀਤੀ ਜਾਵੇ 1970 ਕੇਸ ਜਿਹੜੇ ਉਸ ਵੇਲੇ ਪੋਜ਼ਿਟਿਵ ਪਾਏ ਗਏ ਸੀ। ਤੇ ਇਹਨਾਂ ਨੇ ਹੁਣ ਪੀਅਰਸਨ 에ਅਰਪੋਰਟ ਦੇ ਉੱਤੇ ਵੈਕਸੀਨ ਪਾਇਲਟ ਪ੍ਰੋਜੈਕਟ ਜਿਹੜਾ ਉਹ ਸਟਾਰਟ ਕੀਤਾ। ਜਿਸ ਤਰ੍ਹਾਂ ਮੈਕਸੀਕੋ ਤੋਂ ਸੈਚਰਡੇ ਫਲਾਈਟ ਆਈ ਸੀ, 200 ਦੇ ਕਰੀਬ ਇਹਦੇ ਵਿੱਚ ਉੱਤੇ ਵਰਕਰ ਸੀਗੇ, ਤੇ ਇਹਨਾਂ ਨੂੰ ਜਿਹੜੀ ਆ ਮੋਡਰਨਾ ਦੀ ਜਿਹੜੀ ਆ ਵੈਕਸੀਨ ਉੱਥੇ ਦਿੱਤੀ ਗਈ। ਉਸ ਤੋਂ ਬਾਅਦ ਜਿਹੜਾ ਮੈਂਡੇਟਰੀ ਟੈਸਟ ਆ ਅਰਾਈਵਿੰਗ ਵਾਸਤੇ COVID-19 ਦਾ ਉਹ ਵੀ ਇਹਨਾਂ ਦਾ ਕੀਤਾ ਗਿਆ ਜੀ। ਤੇ ਟੋਰਾਂਟੋ ਪਲਾਨ ਟੂ ਬਿਗਨ ਅੱਜ ਜਿਹੜੇ ਇਹਨਾਂ ਦੇ ਜਿਹੜੇ ਐਜੂਕੇਸ਼ਨ ਵਰਕਰ ਆ ਹੌਟਸਪੌਟ ਏਰੀਆ ਦੇ ਵਿੱਚ ਉਹਨਾਂ ਨੂੰ ਜਿਹੜੀ ਆ ਵੈਕਸੀਨ ਦੇਣੀ ਸ਼ੁਰੂ ਕਰ ਦਿੱਤੀ ਹੈ ਜੀ। ਆਪਣੇ ਇੱਕ ਰੈਪਰ ਸੀਗਾ DMX ਰੈਪਰ ਤੇ ਐਕਟਰ ਵੀ ਸੀਗਾ, ਉਹਨਾਂ ਦੀ ਮੌਤ ਹੋਈ ਆ। 50 ਸਾਲ ਦੀ ਉਹਨਾਂ ਦੀ ਉਮਰ ਸੀਗੀ, ਤੇ ਉਹ ਪਿਛਲੇ ਵੀਕ ਸਫਰਡ ਹਾਰਟ ਅਟੈਕ ਤੋਂ ਉਹਨਾਂ ਦੀ ਫੈਮਿਲੀ ਦੇ ਦੱਸਣ ਦੇ ਮੁਤਾਬਕ। ਪਰ ਹੁਣ ਜਿਹੜੇ ਲੋਕ ਜ਼ਿਆਦਾ ਕਲੋਜ਼ਲੀ ਇਹਨਾਂ ਨੂੰ ਵਾਚ ਕਰਦੇ ਆ ਜਾਂ ਸੁਣਦੇ ਆ, ਤੇ ਇਹਦੇ ਵਿੱਚ ਹੁਣ ਜਿਸ ਤਰ੍ਹਾਂ ਕੋਈ ਬੰਦੇ ਦੀ ਸ਼ੋਹਰਤ ਹੋ ਜਾਂਦੀ, ਪੈਸਾ ਜ਼ਿਆਦਾ ਹੁੰਦਾ, ਤੇ ਇਹ ਡਰੱਗ ਵੱਲ ਨੂੰ ਬੜੇ ਚਲੇ ਜਾਂਦੇ ਆ। ਤੇ ਇਹਦੇ ਵਿੱਚ ਇਹ ਵੀ ਖਬਰਾਂ ਆ ਰਹੀਆਂ ਕਿ ਇਹਦਾ ਜਿਹੜਾ ਹਾਰਟ ਅਟੈਕ ਦਾ ਕਾਰਨ ਹੈ, ਇਸ ਤੋਂ ਪਹਿਲਾਂ ਇਹਨਾਂ ਨੇ ਜਿਹੜੀ ਐਕਸਟਰਾ ਡੋਜ਼ ਲਈ ਸੀ ਉਹ ਵੀ ਇੱਕ ਕਾਰਨ ਬਣੀ ਹੈ ਜੀ। ਤੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਹੋਮਲੈਸ ਪੀਪਲ ਆ ਐਨਕੈਂਪਮੈਂਟ ਸਾਈਟ ਜਿਹੜੀ ਆ ਉਹਨਾਂ ਨੂੰ ਕਲੀਨ ਕਰਨਾ ਇਹਨਾਂ ਨੇ ਸ਼ੁਰੂ ਕਰ ਦਿੱਤਾ। ਹਾਊਸਿੰਗ ਐਂਡ ਪਬਲਿਕ ਸਰਵਿਸ ਮੈਨੇਜਰ ਜਿਹੜੇ ਆ ਐਲਕ ਗਰੋਵ, ਉਹਨਾਂ ਨੇ ਦੱਸਿਆ ਕਿ 1,74,000 ਲੋਕ ਜਿਹੜੇ ਇੱਥੇ ਆ ਲੋਕੇਟਡ 15 ਮਾਈਲ ਸਾਊਥ ਆਫ ਸੈਕਰਾਮੈਂਟੋ ਹੈ ਜੀ ਇਹ। ਤੇ ਵੀਕਐਂਡ ਦੇ ਉੱਤੇ ਜੀ ਆਪਣੇ ਬਰੈਂਪਟਨ ਦੇ ਵਿੱਚ ਇੱਕ ਐਕਸੀਡੈਂਟ ਹੋਇਆ, ਬੜੀ ਮਾੜੀ ਖਬਰ ਆ, ਆਪਣੇ ਭਾਈਚਾਰੇ ਨਾਲ ਰਿਲੇਟਡ ਆ। ਸੈਚਰਡੇ 9:30 ਵਜੇ ਇੱਥੇ ਐਕਸੀਡੈਂਟ ਹੋਇਆ ਜੀ, 2 ਵਹੀਕਲ ਦਾ ਹੋਇਆ ਬਾਰਟਲੀ ਬੁੱਲ ਪਾਰਕਵੇ ਤੇ ਮੇਨ ਸਟਰੀਟ ਤੇ ਹੋਇਆ ਜੀ। ਇਹ ਨਾਰਥ ਆਫ ਸਟੀਲ ਪੈਂਦਾ, ਤੇ ਇੱਕ ਜੀਪ ਸੀਗੀ ਤੇ ਉਹ ਜਦੋਂ ਇੱਕ ਦੂਜੇ 'ਚ ਵੱਜੀਆਂ ਕਾਰਾਂ ਤੇ ਫਲਿਪ ਓਵਰ ਹੋ ਗਈ ਆ, ਤੇ ਦੂਸਰੀ ਕਾਰ ਦਾ ਜਿਹੜਾ ਫਰੰਟ ਐਂਡ ਸੀਗਾ ਉਹ ਕਾਫੀ ਡੈਮੇਜ ਹੋਇਆ। ਤੇ ਜਿੱਥੇ ਪੈਰਾਮੈਡਿਕ ਨੇ ਦੱਸਿਆ ਕਿ ਜਦੋਂ ਉਹ ਇੱਕ ਪਰਸਨ ਨੂੰ ਜਿਹੜਾ ਉਹ ਲੈ ਕੇ ਜਾ ਰਿਹਾ ਸੀ ਤੇ ਰਸਤੇ 'ਚ ਜਾਂਦੇ ਦੀ ਮੌਤ ਹੋ ਗਈ ਆ। 3 ਹੋਰ ਲੋਕ ਜਿਹੜੇ ਬੜੇ ਇੰਜਰਡ ਹੋਏ ਆ। ਤੇ ਇਹ ਦੱਸਣ ਦੇ ਖਬਰ ਦੇ ਮੁਤਾਬਕ ਇਹ ਆਪਣਾ ਸਟੂਡੈਂਟ ਹੀ ਸੀਗਾ, ਇੱਧਰ ਅੰਮ੍ਰਿਤਸਰ ਏਰੀਏ ਪੱਟੀ ਤੋਂ ਸੀਗਾ, ਗੁਰਲਾਲ ਸਿੰਘ ਸ਼ੇਖੋਂ ਇਹਨਾਂ ਦਾ ਨਾਂ ਆ ਜੀ। ਇਹਨਾਂ ਦੇ 2 ਬੱਚੇ ਸੀਗੇ, 3 ਸਾਲ ਦਾ ਲੜਕਾ ਤੇ 6 ਸਾਲ ਦੀ ਲੜਕੀ ਸੀ। ਦੇਖੋ ਜੀ ਚੰਗੇ ਭਵਿੱਖ ਲਈ ਇੱਥੇ ਆਏ ਆ, ਤੇ ਦੇਖ ਲਓ ਜੋ ਪ੍ਰਮਾਤਮਾ ਨੂੰ ਮਨਜ਼ੂਰ ਆ ਉਹੀ ਹੋਣਾ। ਪਰ ਪੁਲਿਸ ਦੇ ਦੱਸਣ ਦੇ ਇਨਵੈਸਟੀਗੇਸ਼ਨ ਜਿਹੜੀ ਉੱਥੇ ਸ਼ੁਰੂ ਹੋ ਰਹੀ ਆ, ਕਾਰਨਾਂ ਦਾ ਪਤਾ ਨਹੀਂ ਲੱਗਾ, ਪਰ ਇੱਥੋਂ ਜ਼ਰੂਰ ਲੱਗ ਰਿਹਾ ਕਿ ਦੋਨਾਂ ਦੇ ਵਿੱਚੋਂ ਜਿਹੜੀ ਇੱਕ ਕਾਰ ਆ ਉਹਦੀ ਕਾਫੀ ਹਾਈ ਸਪੀਡ ਸੀ। ਜਿਸ ਤਰ੍ਹਾਂ ਇੱਕ ਕਾਰ ਤਾਂ ਇਹ ਫਲਿਪ ਓਵਰ ਹੋ ਗਈ ਆ ਜਿਹੜੀ ਜੀਪ ਆ,
ਦੂਸਰੀ ਦਾ ਫਰੰਟ ਐਂਡ ਡੈਮੇਜ ਹੋਇਆ, ਲੱਗ ਇਸ ਤਰ੍ਹਾਂ ਰਿਹਾ ਕਿ ਜਿਸ ਤਰ੍ਹਾਂ ਕਿ ਸਪੀਡ ਦੇ ਵਿੱਚ ਹੋਣ ਤੇ ਲੇਨ ਜਦੋਂ ਚੇਂਜ ਕਰਦੇ ਆ, ਇੱਕ ਕਾਰ ਨੇ ਜਦੋਂ ਹਿੱਟ ਮਾਰੀ ਆ ਤੇ ਜੀਪ ਫਲਿਪ ਓਵਰ ਹੋ ਗਈ ਆ, ਇਹ ਇੱਕ ਕਾਰਨ ਬਣਦਾ। ਬਾਕੀ ਵੇਟ ਕਰਦੇ ਆ ਇਨਵੈਸਟੀਗੇਸ਼ਨ ਦੀ, ਤੇ ਜੋ ਵੀ ਹੋਇਆ ਜੀ ਬਹੁਤ ਮਾੜਾ ਹੋਇਆ ਜੀ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀਗਾ ਜੀ। ਬਾਕੀ ਹਮੇਸ਼ਾ ਹੀ ਧਿਆਨ ਰੱਖਣਾ ਚਾਹੀਦਾ ਜੀ, ਗੱਡੀਆਂ ਜਿਹੜੀਆਂ ਹਿਸਾਬ ਦੇ ਨਾਲ ਹੀ ਚਲਾਉਣੀਆਂ ਚਾਹੀਦੀਆਂ, ਸਪੀਡ ਲਿਮਟ ਦੇ ਵਿੱਚ ਰਹਿ ਕੇ ਹੀ ਗੱਡੀਆਂ ਚਲਾਉਣੀਆਂ ਚਾਹੀਦੀਆਂ। ਆਪਣਾ ਤੇ ਦੂਜਿਆਂ ਦਾ ਬਚਾਅ ਰੱਖੋ ਜੀ। ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਆ, ਮਾਰਨਿੰਗ ਸਟਾਰ ਦੇ ਕੋਲ ਉੱਤੇ ਇਜਾਜ਼ ਚੌਧਰੀ 62 ਸਾਲ ਦੀ ਉਮਰ ਸੀਗੀ, ਤੇ ਜਿਹੜੇ ਪਰਿਵਾਰ ਨੇ ਹੈਲਪ ਮੰਗੀ ਸੀ ਪੁਲਿਸ ਤੋਂ, ਤੇ ਪੀਲ ਪੁਲਿਸ ਨੇ ਜਿਹੜਾ ਵੀ ਉਹਨਾਂ ਨੂੰ ਕਿਲ ਕੀਤਾ ਸੀਗਾ, ਤੇ ਉਹ ਉਹਨਾਂ ਨੂੰ ਗ੍ਰੀਨ ਝੰਡੀ ਦੇ ਦਿੱਤੀ ਸੀਗੀ ਜਿਹੜਾ ਪੁਲਿਸ ਆਫੀਸਰ ਆ। ਜੂਨ 2020 ਦੇ ਵਿੱਚ ਹੈਪਨ ਹੋਇਆ ਸੀ, ਤੇ ਹੁਣ ਦੁਬਾਰਾ ਜਿਹੜੇ ਲੋਕ ਉੱਥੇ ਇਕੱਠੇ ਹੋਏ ਆ, ਇਹਨਾਂ ਨੇ ਦੁਬਾਰਾ ਮੁਜ਼ਾਹਰਾ ਕੀਤਾ ਸੀਗਾ ਮਾਰਨਿੰਗ ਸਟਾਰ ਗੌਰਵੇ ਡਰਾਈਵ ਤੇ ਵੀਕਐਂਡ ਦੇ ਉੱਤੇ, ਤਾਂ ਪੁਲਿਸ ਨੇ ਹੁਣ 7 ਲੋਕਾਂ ਨੂੰ ਜਿਹੜਾ ਉੱਥੇ ਅਰੈਸਟ ਕੀਤਾ ਜੀ। ਉਹ ਤੇ ਲਿਬਰਲ ਪਾਰਟੀ ਦੀ ਕਨਵੈਨਸ਼ਨ ਸੀਗੀ 3 ਦਿਨ ਦੀ, ਸੈਚਰਡੇ ਉਹ ਖਤਮ ਹੋ ਗਈ ਆ, ਤੇ ਜਸਟਿਨ ਟਰੂਡੋ ਨੇ ਵੀ ਸਪੀਚ ਦਿੱਤੀ ਆ। ਵੀ ਸਪੀਚ ਤਾਂ ਇਲੈਕਸ਼ਨ ਕੈਂਪੇਨ ਸਟਾਈਲ ਜਿਹੜੀ ਆ ਉਹ ਸਪੀਚ ਸੀਗੀ, ਜਿਸ ਤਰ੍ਹਾਂ ਇਹਨਾਂ ਨੇ ਆਪਣੀ ਤਿਆਰੀ ਕੱਸੀ ਹੋਵੇ। ਬਾਕੀ ਬਜਟ ਜਿਹੜਾ 19 ਅਪ੍ਰੈਲ ਨੂੰ ਆਉਣਾ ਹੈ, ਉਸ ਤੋਂ ਬਾਅਦ ਪਤਾ ਲੱਗੂਗਾ। ਜੇ ਤਾਂ ਬਜਟ ਜਿਹੜੇ 3 ਪਾਰਟੀਆਂ ਜੀ, ਆਪਣੇ ਕੰਜ਼ਰਵੇਟਿਵ ਹੋਈ ਤਾਂ NDP ਹੋਈ ਜਾਂ ਬਲਾਕ ਹੋਈ, ਜੇ ਇਹਨਾਂ ਦਾ ਸਾਥ ਨਹੀਂ ਦੇਣਗੇ ਫਿਰ ਤਾਂ ਸਰਕਾਰ ਡਿੱਗ ਜਾਊਗੀ। ਪਰ ਮੈਨੂੰ ਨਹੀਂ ਲੱਗਦਾ ਕਿ ਜਗਮੀਤ ਸਿੰਘ ਨੇ ਆਲਰੇਡੀ ਪਹਿਲਾਂ ਹੀ ਕਿਹਾ ਆ ਕਿ ਕੋਵਿਡ ਤੇ ਚੱਲਦਿਆਂ, ਪੈਂਡੈਮਿਕ ਤੇ ਚੱਲਦਿਆਂ, ਕਿ ਮੈਂ ਸਰਕਾਰ ਨਹੀਂ ਡਿੱਗਣ ਦੇਵਾਂਗਾ ਜੀ। ਤੇ ਬਾਕੀ ਜਿਹੜੇ ਲਿਬਰਲ ਆ ਉਹ ਦੇਖਦੇ ਆ ਵੀ ਇੰਟਰੋਡਿਊਸ ਟੂ ਹੈਲਪ ਮਿਲੀਅਨਸ ਆਫ ਕੈਨੇਡੀਅਨਸ, ਇਹਨਾਂ ਦੀ ਜਿਹੜੀ ਹੈਲਪ ਕੀਤੀ ਆ, ਜਿਵੇਂ ਸਰਵ ਬੜਾ ਇਹਨਾਂ ਨੇ ਵੰਡਿਆ, ਵੇਜ ਸਬਸਿਡਾਈਜ਼ ਦੀ ਗੱਲ ਕੀਤੀ ਜਾਵੇ, ਰੈਂਟ ਰਿਲੀਫ, ਬਿਜ਼ਨਸ ਲੋਨ ਜਿਹੜੇ ਆ, ਹੋਰ ਇਸ ਤਰ੍ਹਾਂ ਦੇ ਬੜੇ ਆ। ਤੇ ਇਹਦੇ ਵਿੱਚ ਕੁਝ ਸਰਵੇ ਵੀ ਆਏ ਆ, ਤੇ ਇਹ ਲਿਬਰਲ ਪਾਰਟੀ ਆਪਣਾ ਪਲੱਸ ਮਾਈਨਸ ਜ਼ਰੂਰ ਕਰਨਗੇ। ਜੇ ਇਹਨਾਂ ਨੂੰ ਲੱਗਿਆ ਤੇ ਇਲੈਕਸ਼ਨ ਹੋਣੀ ਚਾਹੀਦੀ ਆ, ਫਿਰ ਜ਼ਿਆਦਾ ਜ਼ੋਰ ਇਲੈਕਸ਼ਨ ਕਰਵਾਉਣ ਦੇ ਵਿੱਚ ਹੀ ਹੋਊਗਾ। ਜਿਹੜੀ ਹੁਣ ਖਿੱਚ ਹੁੰਦੀ ਆ ਕਿ ਇਹਨੂੰ ਕਿਸ ਤਰ੍ਹਾਂ ਜਿਹੜਾ ਮੈਜੋਰਿਟੀ ਦੇ ਵਿੱਚ ਬਦਲਿਆ ਜਾਵੇ। ਤੇ 100 ਸਰਵੇ ਚੰਦੀ ਸਾਹਿਬ ਆਏ ਆ, ਜਿਹਦੇ ਵਿੱਚ ਹੁਣ ਲਿਬਰਲ ਪਾਰਟੀ ਜਿਹੜੀ ਅਜੇ ਵੀ ਲੀਡ ਇੱਥੇ ਕਰ ਰਹੀ ਆ, 36% ਜਿਹੜੀ ਸਪੋਰਟ ਆ ਲਿਬਰਲ ਪਾਰਟੀ ਦੇ ਕੋਲ ਆ, ਤੇ ਕੰਜ਼ਰਵੇਟਿਵ ਪਾਰਟੀ ਦੇ ਕੋਲ 29.8 ਜਿਹੜੀ 30% ਤੋਂ ਥੱਲੇ ਆ, ਤੇ NDP ਦੇ ਕੋਲ 18.1, ਤੇ ਕੁਬੈਕ ਕੋਲ 6.9, ਤੇ ਗ੍ਰੀਨ ਪਾਰਟੀ ਦੇ ਕੋਲ 6.4 ਆ। ਤੇ ਇਹਨਾਂ ਦੇ ਹਿਸਾਬ ਨਾਲ ਇਹਨਾਂ ਨੇ ਸੀਟਾਂ ਦੀ ਵੰਡ ਕੀਤੀ ਆ ਕਿ ਕਿਉਂਕਿ 338 ਟੋਟਲ ਸੀਟਾਂ ਤੇ 170 ਜਿਹੜੀ ਵੀ ਪਾਰਟੀ ਲੈ ਜਾਂਦੀ ਉਹਨਾਂ ਦੀ ਮੈਜੋਰਿਟੀ ਹੁੰਦੀ ਆ। ਇੱਥੇ ਜਸਟਿਨ ਟਰੂਡੋ ਨੂੰ ਜੇ ਅੱਜ ਇਲੈਕਸ਼ਨ ਹੁੰਦੀ ਆ ਤੇ 169 ਸੀਟਾਂ ਜਿਹੜੀਆਂ ਦਿਖਾ ਰਹੇ ਆ। ਕੰਜ਼ਰਵੇਟਿਵ ਦੇ ਕੋਲ ਜਿਹੜੀਆਂ 121 ਸੀਟਾਂ ਇਸ ਵੇਲੇ ਆ, ਤੇ ਇਹਦੀਆਂ ਘੱਟ ਕੇ 110 ਰਹਿ ਜਾਣਗੀਆਂ। ਤੇ ਕੁਬੈਕ ਦੇ ਕੋਲ 32 ਸੀਟ ਆ, ਇਹਨਾਂ ਦੀ 1 ਸੀਟ ਇੱਥੇ ਲਾਸਟ ਦਿਖਾਈ ਆ। ਤੇ NDP ਨੂੰ 2 ਸੀਟਾਂ ਦਾ ਜਿਹੜਾ ਗੇਨ ਆ ਜੀ ਇਸ ਵੇਲੇ 24 ਆ, ਤੇ ਇਹ ਵੱਧ ਕੇ 26 ਹੋ ਜਾਣਗੀਆਂ। ਤੇ ਗ੍ਰੀਨ ਪਾਰਟੀ ਨੂੰ ਵੀ 2 ਸੀਟਾਂ ਮਿਲਣਗੀਆਂ, ਜੋ ਰਿਪੋਰਟ ਦੇ ਵਿੱਚ ਦੱਸਿਆ ਗਿਆ ਜੀ ਇਹ। ਤੇ US ਟੈਕਸੀ ਸਰਵਿਸ, 에ਅਰਪੋਰਟ ਟਰਾਂਸਪੋਰਟ ਸਰਵਿਸ ਆ, ਸਾਰਿਆਂ ਨੂੰ ਪਤਾ ਹੈ ਇੱਥੇ ਆਪਣੇ ਟੋਰਾਂਟੋ ਵੀ ਇਹੀ ਹੈ। ਜਦੋਂ ਦਾ COVID-19 ਆਇਆ ਆ, 에ਅਰਪੋਰਟ ਤੇ ਜਿਹੜਾ ਲੋਕਲ ਜਿੰਨਾ ਵੀ ਬਿਜ਼ਨਸ ਟੈਕਸੀਆਂ ਦਾ ਬਹੁਤ ਥੱਲੇ ਆਇਆ। ਤੇ ਉੱਥੋਂ ਦੀ ਇੱਕ ਬਫਲੋ ਲਿਮੋਜਿਨ ਕੰਪਨੀ ਦੇ ਮਾਲਕ ਆ, ਉਹ ਮੀਡੀਆ ਦੇ ਸਾਹਮਣੇ ਆ ਕੇ ਉਹਨਾਂ ਨੇ ਦੱਸਿਆ ਕਿ ਜਦੋਂ ਕੋਵਿਡ ਸ਼ੁਰੂ ਹੋ ਗਿਆ ਸੀ 70% ਜਿਹੜਾ ਬਿਜ਼ਨਸ ਹੈ ਉਹਨਾਂ ਦਾ COVID-19 ਕਰਕੇ ਡ੍ਰੌਪ ਹੋਇਆ ਸੀ। ਤਾਂ ਉਹਨਾਂ ਨੇ ਕਿਹਾ ਕਿ ਜਦੋਂ ਕੈਨੇਡਾ ਦੇ ਵਿੱਚ ਫਰਵਰੀ 22 ਨੂੰ ਹੋਟਲ ਕੁਆਰੰਟੀਨ ਦੀ ਗੱਲ ਆਈ ਆ ਕਿ ਬਹੁਤ ਸਾਰੇ ਲੋਕ ਜਿਹੜੇ ਆ ਹੋਟਲ ਦੇ ਵਿੱਚ $2000 ਸਪੈਂਡ ਕਰਕੇ ਕੁਆਰੰਟੀਨ ਨਹੀਂ ਕਰਨਾ ਚਾਹੁੰਦੇ, ਉਹ ਕੀ ਕਰਦੇ ਆ ਆਪਣੇ ਵੱਖਰੇ ਮੁਲਕਾਂ ਤੋਂ ਫਲਾਈਟ ਫੜ ਕੇ ਤੇ ਬਫਲੋ ਤੇ ਆ ਜਾਂਦੇ ਆ। ਉਹਦੇ ਨਾਲ ਫਿਰ ਟੈਕਸੀ ਤੇ ਲਿਮੋ ਜਿਹੜੀ ਆ ਉਹਨਾਂ ਨੂੰ ਬਾਰਡਰ ਕ੍ਰਾਸ ਕਰਾਉਂਦੀ ਆ, ਜਾਂ ਉਹਨਾਂ ਨੇ ਅੰਟੇਰੀਓ ਜਾਂ ਕਿਸੇ ਹੋਰ ਸੂਬੇ ਦੇ ਵਿੱਚ ਕਿਤੇ ਲਾਗੇ ਜਾਣਾ, ਉੱਥੇ ਉਹ ਡ੍ਰੌਪ ਕਰਕੇ ਆਉਂਦੇ। ਇਹਨਾਂ ਨੇ ਦੱਸਿਆ ਕਿ ਬਾਰਡਰ ਤੋਂ ਜੇ ਕ੍ਰਾਸ ਕਰਕੇ ਕਸਟਮਰ ਨੂੰ ਛੱਡਿਆ ਜਾਵੇ ਤਾਂ ਇਹ $120 ਜਿਹੜੇ ਚਾਰਜ ਕਰਦੇ ਆ, ਤੇ ਜੇ ਆਪਣੀ ਡਾਊਨਟਾਊਨ ਟੋਰਾਂਟੋ ਦੇ ਵਿੱਚ ਡ੍ਰੌਪ ਕਰਦੇ ਆ ਤਾਂ $300 ਇਹ ਚਾਰਜ ਕਰਦੇ ਆ। ਹਰ ਰੋਜ਼ ਜਿਹੜੇ ਆ 50 ਤੋਂ 60 ਜਿਹੜੇ ਕਸਟਮਰ ਇਹ ਰੋਜ਼ਾਨਾ ਹੀ ਆਉਂਦੇ ਆ। ਤੇ ਇਹ ਹੁਣ ਸਾਰੀਆਂ ਖਬਰਾਂ ਜਿਹੜੀਆਂ ਆ ਹੁਣ ਨਿਊਜ਼ ਦੇ ਵਿੱਚ ਆ ਗਈਆਂ, ਇੰਗਲਿਸ਼ ਨਿਊਜ਼ ਦੇ ਵਿੱਚ ਆ ਗਈਆਂ। ਸਰਕਾਰਾਂ ਨੇ ਵੀ ਇੱਥੇ ਅੱਖਾਂ ਖੁੱਲਣੀਆਂ ਚਾਹੀਦੀਆਂ। ਆਪਣੇ ਵੀ ਜਿਹੜੇ ਮੈਂਬਰ ਆਫ ਪਾਰਲੀਮੈਂਟ ਇੱਥੇ ਬਰੈਂਪਟਨ 'ਚ ਰਹਿੰਦੇ ਆ, ਆਪਣੇ ਜਿਹੜੇ ਵਸਨੀਕ ਆ, ਇਹਨਾਂ ਨੂੰ ਵੀ ਈਮੇਲ ਵਗੈਰਾ ਕਰਕੇ ਇਹਨਾਂ ਨੂੰ ਦੱਸਣਾ ਚਾਹੀਦਾ ਕਿ ਉਹ ਲੋਕ ਜਿਹੜੇ ਆਉਂਦੇ ਆ ਉਹ ਪਿੱਛੋਂ, ਹੁਣ ਜੇ ਮੈਂ ਇਹਦੇ ਵਿੱਚ ਹੋਰ ਵੀ ਥੋੜਾ ਜਿਹਾ ਐਡ ਅਪ ਕਰ ਦਿੰਦਾ ਕਿ ਜ਼ਿਆਦਾ ਅਸੀਂ ਪ੍ਰੈਸ਼ਰਾਈਜ਼ ਕਿਉਂ ਕਰਦੇ ਆ। ਹੁਣ ਜੇ ਦੇਖਿਆ ਜਾਵੇ ਇਹਨਾਂ ਨੇ ਜਿਹੜੇ ਵੇਰੀਐਂਟ ਦੇ ਕੇਸ ਸੀਗੇ ਤਾਂ ਇਹਨਾਂ ਨੇ ਸਰਚ ਕੀਤਾ ਸੀ 112 ਫਲਾਈਟਾਂ ਸੀਗੀਆਂ। 112 ਫਲਾਈਟਾਂ ਦੇ ਵਿੱਚੋਂ 42 ਫਲਾਈਟਾਂ ਜਿਹੜੀਆਂ ਇੰਡੀਆ ਤੋਂ ਹੀ ਆਈਆਂ ਸੀਗੀਆਂ। ਇਸੇ ਤਰ੍ਹਾਂ ਜੇ ਆਪਾਂ ਨਿਊਜ਼ੀਲੈਂਡ ਦੀ ਗੱਲ ਕਰਦੇ, ਉੱਥੇ ਪਤਾ ਨਹੀਂ 24 ਤੋਂ 25 ਕੇਸ ਕੋਈ ਵੇਰੀਐਂਟ ਤੇ ਪਾਏ ਗਿਆ ਸੀ, ਉਹਨਾਂ ਦੇ ਵਿੱਚੋਂ 19 ਲੋਕ ਜਿਹੜੇ ਇੰਡੀਆ ਤੋਂ ਆਏ ਸੀ। ਇਸ ਕਰਕੇ ਸਾਨੂੰ ਧਿਆਨ ਰੱਖਣਾ ਚਾਹੀਦਾ, ਜੇ ਹੁਣ 70-80% ਜਿਹੜੇ ਇੰਡੀਆ ਤੋਂ ਹੀ ਆਉਂਦੇ ਆ ਲੋਕ, ਉਹ ਉੱਥੋਂ ਤਾਂ ਨੈਗੇਟਿਵ ਲੈ ਕੇ ਆਉਂਦੇ ਆ, ਇੱਥੇ ਜਦੋਂ ਦੁਬਾਰਾ ਆਉਂਦੇ ਆ ਤਾਂ ਪੋਜ਼ਿਟਿਵ ਪਾਏ ਜਾਂਦੇ। ਜੇ ਹੁਣ ਬਾਰਡਰ ਕ੍ਰਾਸ
ਹਰ ਰੋਜ਼ ਜਿਹੜਾ ਇਹਨਾਂ ਨੇ ਨਿਊਜ਼ ਦੇ ਵਿੱਚ ਦੱਸਿਆ 50 ਤੋਂ 60 ਲੋਕ ਆਉਂਦੇ ਆ। ਜੇ ਆਪਾਂ ਉਹਦੇ ਹਿਸਾਬ ਨਾਲ ਆਪਾਂ ਇਹਨਾਂ ਦੀ ਪਲੱਸ ਮਾਈਨਸ ਰੇਸ਼ੋ ਕੱਢ ਕੇ ਦੇਖ ਲੈਂਦੇ 35-40 ਬੰਦੇ ਤਾਂ ਇਹਨਾਂ 'ਚ ਵੀ ਪੋਜ਼ਿਟਿਵ ਆ ਤੇ ਉਹਨਾਂ ਨੇ ਜਦੋਂ ਆਲ ਓਵਰ ਇੰਟੀਰੀਅਰ ਦੇ ਵਿੱਚ ਘੁੰਮਣਾ ਜਾਂ ਬਾਹਰ ਵੀ ਕਿਤੇ ਜਾਣਾ ਤੇ ਡੇ ਬਾਏ ਡੇ ਇਹ ਕੇਸ ਸਰਕਾਰਾਂ ਜਿੰਨਾ ਵੀ ਜ਼ੋਰ ਲਾ ਲੈਣ ਇਹ ਕੇਸ ਨਹੀਂ ਘਟ ਸਕਦੇ। ਇੱਥੇ ਤਾਂ ਹੁਣ ਮੈਂ ਤਾਂ ਪਹਿਲਾਂ ਹੀ ਇਹ ਲਿਬਰਲ ਸਰਕਾਰ ਨੂੰ ਆਪਾਂ ਕਹਿ ਰਹੇ ਕਿ ਜਸਟਿਨ ਟਰੂਡੋ ਜਿਹੜੀਆਂ ਇੰਟਰਨੈਸ਼ਨਲ ਫਲਾਈਟਾਂ ਇਹ ਬੰਦ ਕਰ ਦੇਣੀਆਂ ਚਾਹੀਦੀਆਂ। ਪਲੱਸ ਇਹ ਜਿਹੜਾ ਬਾਰਡਰ ਕ੍ਰਾਸਿੰਗ ਦਾ ਹੈਗਾ ਖਾਸ ਕਰਕੇ ਜਿਹੜੇ ਲੋਕ ਕਿਸੇ ਬਾਹਰਲੀਆਂ ਕੰਟਰੀਆਂ ਤੋਂ ਆਉਂਦੇ ਆ ਟੈਕਸੀ ਲੈ ਕੇ ਬਾਰਡਰ ਕ੍ਰਾਸ ਕਰਦੇ ਆ ਇਹਨਾਂ ਦਾ ਵੀ ਜਿਹੜਾ ਕੁਆਰੰਟੀਨ 3 ਦਿਨ ਦਾ ਪ੍ਰੋਸੈਸ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਜੀ। ਬਿਲਕੁਲ ਜੀ। ਤੇ ਅਗਲੀ ਖਬਰ ਤੇ ਆਪਾਂ ਚੱਲਦੇ ਆ ਜੀ ਕਲਾਈਮੇਟ ਐਕਟਿਵਿਸਟ ਆ ਗ੍ਰੇਟਾ ਥਨਬਰਗ ਤੇ UN ਕਲਾਈਮੇਟ ਕਾਨਫਰੰਸ ਹੋਣੀ ਸੀ ਇਹਨਾਂ ਨੇ ਬਾਈਕਾਟ ਕੀਤਾ। ਉਹੀ ਜੀ ਆਪਣੇ ਸਾਈਟਿੰਗ COVID-19 ਵੈਕਸੀਨ ਇਨ ਇਕੁਅਲਿਟੀ ਕਰਕੇ ਉਹ ਕਹਿੰਦੇ ਆ ਵੀ ਕਈਆਂ ਦੇ ਵੈਕਸੀਨ ਲੱਗੀ ਆ ਕਈਆਂ ਦੇ ਨਹੀਂ ਲੱਗੀ ਤੇ ਫਲਾਈ ਕਰਕੇ ਜਾਂਦੇ ਆ ਆਪਣੇ ਆਪ ਨੂੰ ਵੀ ਚੱਕਰਾਂ 'ਚ ਪਾਉਣਾ ਤੇ ਇਸ ਕਰਕੇ ਇਹਨਾਂ ਨੇ ਉੱਥੇ ਜਿਹੜਾ UN ਦੇ ਵਿੱਚ ਹੋਣੀ ਸੀ ਕਾਨਫਰੰਸ ਉਹ ਉਹਨਾਂ ਨੇ ਬਾਈਕਾਟ ਕਰ ਦਿੱਤੀ ਆ ਜੀ। ਤੇ ਫੋਰਟ ਵਰਥ ਟੈਕਸਸ ਦੇ ਵਿੱਚ ਹਾਈਵੇ ਦੇ ਉੱਤੇ ਜੀ ਆਪਣੇ 2 ਕਾਰਾਂ ਸੀਗੀਆਂ ਇੱਕ ਦੂਜੇ ਦੇ ਉੱਤੇ ਉਹਨਾਂ ਨੇ ਗੋਲੀਆਂ ਚਲਾਈਆਂ ਜਿੱਥੇ ਇੱਕ ਆਦਮੀ ਦੀ ਮੌਤ ਤੇ 5 ਬੜੇ ਇੰਜਰਡ ਹੋਏ ਆ ਜੀ। ਤੇ ਅੰਟੀਰੀਓ ਦੀ ਜਿਹੜੀਆਂ ਫਾਰਮੇਸੀਆਂ ਪਹਿਲਾਂ ਜਿਸ ਤਰ੍ਹਾਂ ਉਹ ਐਸਟਰਾਜੈਨਕਾ ਲਾਉਂਦੀਆਂ ਤੇ 700 ਫਾਰਮੇਸੀਆਂ ਸੀਗੀਆਂ ਤੇ ਇੱਥੇ ਡਾਗਫੋਰਡ ਸਰਕਾਰ ਨੇ ਵਧਾ ਕੇ 700 ਹੋਰ ਐਡ ਕੀਤੀਆਂ ਤੇ ਹੁਣ 1400 ਜਿਹੜੀਆਂ ਫਾਰਮੇਸੀ ਆ ਉੱਥੇ ਇਹਨਾਂ ਨੂੰ ਸਰਵਿਸ ਮਿਲ ਰਹੀ ਹੈ ਤੇ ਇਹਨਾਂ ਦੇ ਕਹਿਣ ਦੇ ਮੁਤਾਬਕ ਐਂਡ ਆਫ ਅਪ੍ਰੈਲ ਦੇ ਇਹ 1500 ਜਿਹੜੀਆਂ ਫਾਰਮੇਸੀਆਂ ਇਹ ਹੋ ਜਾਣਗੀਆਂ ਜੀ। ਸਾਊਥ ਕੈਰੋਲਾਈਨਾ ਦੇ ਵਿੱਚ ਮਾਸ ਸ਼ੂਟਿੰਗ ਹੋਈ ਸੀ ਜਿੱਥੇ 6 ਲੋਕਾਂ ਦੀ ਮੌਤ ਹੋਈ ਸੀ। ਉਹਨਾਂ ਦੇ ਵਿੱਚ ਇੱਕ ਡਾਕਟਰ ਤੇ ਉਹਨਾਂ ਦੀ ਵਾਈਫ ਤੇ ਗ੍ਰੈਂਡ ਚਿਲਡਰਨ ਸੀਗੇ ਜਿਨ੍ਹਾਂ ਦੀ ਉਮਰ 5 ਤੇ 9 ਸਾਲ ਸੀਗੀ। ਤੇ ਮੌਂਟਰੀਅਲ ਦੇ ਵਿੱਚ ਅਪਾਰਟਮੈਂਟ ਬਿਲਡਿੰਗ ਨੂੰ ਇੱਕ ਅੱਗ ਲੱਗੀ ਆ ਇੱਕ ਆਦਮੀ ਦੀ ਮੌਤ ਤੇ 7 ਬੜੇ ਬੁਰੀ ਤਰ੍ਹਾਂ ਇੰਜਰਡ ਹੋਏ ਆ ਜੀ। ਕੈਨੇਡਾ ਪੋਸਟ ਦਾ ਇੰਪਲਾਈ ਸੀਗਾ ਜੀ ਆਪਣੇ ਬੀਚਸ ਦੀ ਖਬਰ ਆ ਇਹ 969 ਈਸਟਰਨ ਐਵਨਿਊ ਸਾਊਥ ਸੈਂਟਰਲ ਆ ਉੱਥੇ ਆਪਣਾ ਮੇਲਮੈਨ ਸੀਗਾ ਉਹਨੂੰ ਕੋਵਿਡ ਹੋਇਆ ਤੇ ਪੋਜ਼ਿਟਿਵ ਪਾਇਆ ਗਿਆ। ਉਸ ਤੋਂ ਬਾਅਦ ਉਹਦਾ ਇਲਾਜ ਵਗੈਰਾ ਚੱਲਿਆ ਤੇ ਹੁਣ ਦੱਸਣ ਦੇ ਮੁਤਾਬਕ ਉਹਨਾਂ ਦੀ ਕੋਵਿਡ ਦੇ ਨਾਲ ਮੌਤ ਹੋ ਗਈ ਹੈ ਜੀ। ਤੇ ਇਸੇ ਤਰ੍ਹਾਂ ਡਫਰਨ ਫਿੰਚ ਦੇ ਉੱਤੇ ਟਾਰਗੇਟ ਸ਼ੂਟਿੰਗ ਹੋਈ ਆ ਕੱਲ ਸ਼ਾਮੀ 6 ਵਜੇ 40 ਸਾਲਾਂ ਦਾ ਆਦਮੀ ਬੜਾ ਇੰਜਰਡ ਹੋਇਆ ਟਰੋਮਾ ਸੈਂਟਰ ਪਹੁੰਚਾਇਆ ਗਿਆ ਤੇ ਦੂਸਰਿਆਂ ਦੀ ਆਪਣੇ ਜਿਹੜੇ ਸ਼ੂਟਿੰਗ ਕਰਕੇ ਗਏ ਉਹਨਾਂ ਦੀ ਉਹ ਭਾਲ ਕਰ ਰਹੇ ਆ। ਤੇ ਦੂਸਰਾ ਜਗਮੀਤ ਸਿੰਘ ਦੀ ਵੀ ਜਿਹੜੀ ਆ ਕਾਨਫਰੰਸ ਸੀਗੀ ਜੀ ਇਹ ਆਪਣੇ ਕੱਲ ਸੰਡੇ ਖਤਮ ਹੋਈ ਆ ਤੇ ਜਗਮੀਤ ਸਿੰਘ ਫੇਸਸ ਸੈਕੰਡ ਲੀਡਰਸ਼ਿਪ ਰਿਵਿਊ ਜਿਹੜਾ ਕਿਉਂਕਿ ਰਿਵਿਊ ਵੀ ਹੋਣਾ ਤੇ ਇਹ ਦੇਖਦੇ ਆ ਜੀ ਇੱਥੇ ਕਨਵੈਨਸ਼ਨ ਸੈਂਟਰ ਦੇ ਵਿੱਚ ਇਹ ਲੀਡਰ ਦੇ ਵਿੱਚ ਕਿੰਨਾ ਕੁ ਦਮ ਹੈ ਜੀ ਆਉਣ ਵਾਲੀਆਂ ਚੋਣਾਂ ਦੇ ਵਿੱਚ ਸਾਨੂੰ ਕਿੰਨਾ ਉੱਪਰ ਨੂੰ ਲਿਜਾ ਸਕਦਾ। ਇਹ 2000 ਜਿਹੜੇ ਇੱਥੇ ਡੈਲੀਗੇਟ ਸੀਗੇ ਤੇ ਇਹਨਾਂ ਨੇ 87% ਜਗਮੀਤ ਸਿੰਘ ਦੇ ਹੱਕ ਦੇ ਵਿੱਚ ਇਹਨਾਂ ਨੇ ਕਿਹਾ ਆ ਵੀ ਇਹ ਜੋ ਵੀ ਕਰ ਰਿਹਾ ਵਧੀਆ ਕਰ ਰਿਹਾ ਜੀ ਇਹ। ਤੇ ਜਿਹੜੀ ਜਗਮੀਤ ਸਿੰਘ ਦੀ ਸਪੀਚ ਸੀਗੀ ਉਹਨਾਂ ਨੇ ਵੀ ਜਿਹੜਾ ਟਾਰਗੇਟ ਜਿਹੜਾ ਲਿਬਰਲ ਨੂੰ ਕੀਤਾ ਸੀਗਾ ਉਹਨਾਂ ਨੂੰ ਲੱਗ ਰਿਹਾ ਕਿ ਜੇ ਮੈਨੂੰ ਕੋਈ ਮਾਤ ਪਾ ਸਕਦਾ ਤੇ ਲਿਬਰਲ ਪਾਰਟੀ ਆ ਤੇ ਪੀਸੀ ਪਾਰਟੀ ਜਿਹੜੀ ਕੰਜ਼ਰਵੇਟਿਵ ਪਾਰਟੀ ਆ ਉਹਨਾਂ ਨੂੰ ਨਹੀਂ ਇਹ ਲੈਂਦੇ। ਉਹਨਾਂ ਨੂੰ ਪਤਾ ਕਿ ਉਹਨਾਂ ਦਾ ਜਿਹੜਾ ਲੀਡਰ ਆ ਉਹ ਵੀ ਐਂਡਰੂ ਸ਼ੇਰ ਵਰਗਾ ਹੀ ਆ। ਦੇਖ ਲਓ ਜਦੋਂ ਦਾ ਵੀ ਆਇਆ ਕੁਛ ਨਹੀਂ ਕੀਤਾ ਇਹਦੇ 28 29 30% 30 ਤੋਂ ਥੱਲੇ ਸੀਗਾ ਜਿੱਥੇ ਉਹ ਜਦੋਂ ਲੀਡਰ ਬਣਿਆ ਸੀ ਉਦੋਂ ਵੀ ਉੱਥੇ ਸੀ ਤਾਂ ਹੁਣ ਵੀ ਉੱਥੇ ਆ। ਕਈਆਂ ਲੋਕਾਂ ਦਾ ਇਹ ਹੁੰਦਾ ਕਿ ਅਸੀਂ ਜਿੱਤਣਾ ਜਿਤਾਣਾ ਤਾਂ ਕੁਛ ਨਹੀਂ ਹੁੰਦਾ ਸਿਰਫ ਸਾਡਾ ਇੱਕ ਹੁੰਦਾ ਕਿ ਅਸੀਂ ਕਹਿ ਸਕਦੇ ਹਾਂ ਵੀ ਲੋਕਾਂ ਨੂੰ ਵੀ ਅਸੀਂ ਵੀ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਕੰਜ਼ਰਵੇਟਿਵ ਪਾਰਟੀ ਜਾਂ ਕਿਸੇ ਹੋਰ ਪਾਰਟੀ ਦੇ ਲੀਡਰ ਬਣ ਚੁੱਕੇ ਆ। ਭਾਈ ਜੇ ਤੁਹਾਡੇ ਕੰਮ ਕਰਨ ਦੀ ਇੰਨੀ ਸ਼ਕਤੀ ਨਹੀਂ ਗੀ ਤੁਹਾਡੇ ਵਿੱਚ ਤਾਂ ਤੁਸੀਂ ਲੀਡਰ ਨਾ ਬਣੋ। ਇੱਥੋਂ ਲੱਗ ਰਿਹਾ ਕਿ ਅਗਲੀਆਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੀ ਜਿਹੜੇ ਆ ਜਸਟਿਨ ਟਰੂਡੋ ਦਾ ਮਤਲਬ ਕਿ ਮੁਕਾਬਲੇ 'ਚ ਅਜੇ ਇਸ ਵੇਲੇ ਕੋਈ ਹੈ ਨਹੀਂਗਾ ਜੀ। ਤੇ ਅਗਲੀ ਖਬਰ ਤੇ ਆਪਾਂ ਜਾਂਦੇ ਆ ਯਾਰਕ ਰੀਜਨ ਦੇ ਵਿੱਚ ਜੀ ਆਪਣੇ ਜਿਹੜੀ ਡਰਾਈਵ ਥਰੂ ਕਲੀਨਿਕ ਆ ਜਿੱਦਾਂ ਕੈਨੇਡਾ ਵੰਡਰਲੈਂਡ ਆ ਉਹਨਾਂ ਨੇ ਵੀ ਟੈਂਪਰੇਰੀ ਜਿਹੜੇ ਆ ਉਹ ਬੰਦ ਕਰਤਾ ਡਿਊ ਟੂ ਦੀ ਜਿਹੜੀ ਵੈਕਸੀਨ ਦੀ ਸ਼ਾਰਟੇਜ ਸੀਗੀ। ਤੇ ਸੈਕੰਡ ਜਿਹੜਾ ਜਾਰਜੀਨਾ ਦੇ ਵਿੱਚ ਆਈਸ ਪਲੇਸ ਸੀਗਾ ਤੇ ਉਹ ਵੀ ਜਿਹੜਾ ਉਹ ਪੌਜ਼ ਕਰ ਦਿੱਤਾ ਗਿਆ ਚੰਦੀ ਸਾਹਿਬ। ਤੇ ਦੂਸਰੀ ਆਪਣੀ ਇੱਕ ਹੋਰ ਖਬਰ ਹੈ ਜੀ ਆਪਣੇ ਕਬੈਕ ਤੋਂ ਆਉਂਦੀ ਆ ਉੱਥੋਂ ਦੇ ਜਿਹੜੇ ਪ੍ਰੀਮੀਅਰ ਆ ਉਹਨਾਂ ਨੇ ਵੀ ਜਿਹੜਾ ਉੱਥੇ ਕਰਫਿਊ ਲਗਾਇਆ ਜਿਹੜਾ 9:30 ਤੇ ਸੀਗਾ ਉਹ 8 ਵਜੇ ਕਰ ਦਿੱਤਾ। ਹੋਰ ਉਹਨਾਂ ਨੇ ਸਕੂਲ ਬੰਦ ਕੀਤੇ ਨੌਨ ਅਸੈਂਸ਼ੀਅਲ ਬਿਜ਼ਨਸ ਬੰਦ ਕੀਤੇ। ਇਹ ਐਕਸਟੈਂਡ ਜਿਹੜਾ 18 ਅਪ੍ਰੈਲ ਤੱਕ ਕਰ ਦਿੱਤਾ। ਉੱਥੋਂ ਦੇ ਮੌਂਟਰੀਅਲ ਡਾਊਨਟਾਊਨ ਦੇ ਵਿੱਚ 100 ਤੋਂ ਵੱਧ ਜਿਹੜੇ ਪ੍ਰੋਟੈਸਟਰ ਆ ਉਹਨਾਂ ਨੇ ਉੱਥੇ ਅੱਗਾਂ ਲਗਾਈਆਂ ਗਈਆਂ ਵਿੰਡੋ ਤੋੜੀਆਂ ਗਈਆਂ ਬੜਾ ਉੱਥੇ ਕਰਾਊਡ ਇਕੱਠਾ ਹੋਇਆ ਲਾਊਡ ਸਪੀਕਰ ਲਾ ਕੇ ਡਾਂਸ ਕੀਤੇ ਗਏ ਲਾਈਟਨਿੰਗ ਫਾਇਰ ਵਰਕਰ ਐਂਡ ਚੈਂਟਿੰਗ ਉੱਥੇ ਕੀਤੀ ਗਈ ਤੇ ਪੁਲਿਸ ਨੇ ਕਈ ਲੋਕਾਂ ਨੂੰ ਜਿਹੜਾ ਉੱਥੇ ਚਾਰਜ ਕੀਤਾ ਗਿਆ ਜੀ। ਤੇ ਬਾਕੀ ਕੈਨੇਡਾ ਟੂ ਰਿਸੀਵ 1 ਮਿਲੀਅਨ ਕੋਵਿਡ-19 ਵੈਕਸੀਨ ਜਿਹੜੀ ਆ ਇਸ ਵੀਕ ਮਿਲ ਜਾਊਗੀ। ਇਹ ਫਾਈਜ਼ਰ ਤੇ ਦਾ ਬਾਇਓਟੈਕ ਦੀ ਹੋਊਗੀ ਜੀ। ਤੇ ਇੱਕ ਆਪਣੇ ਖਬਰ ਹੈ ਜੀ ਆਪਣੇ ਪ੍ਰਿੰਸ ਫਿਲਿਪ ਜੀ
ਤੁਸੀਂ ਵੀ ਚੰਦੀ ਸਾਹਿਬ ਖਬਰ ਸਾਂਝੀ ਕੀਤੀ ਸੀਗੀ ਕਿ ਉਹਨਾਂ ਦੀ ਜਿਹੜੇ ਫਰਾਈਡੇ ਇਸ ਦੁਨੀਆ ਤੋਂ ਚਲੇ ਗਏ, ਜਿਨ੍ਹਾਂ ਦੀ ਉਮਰ 99 ਈਅਰ 올ਡ ਸੀ। ਉਹਨਾਂ ਦਾ ਹੁਣ ਫਿਊਨਰਲ ਜਿਹੜਾ 17 ਅਪ੍ਰੈਲ ਨੂੰ ਜਿਹੜਾ ਪਲੇਸ ਅਨਾਉਂਸ ਕੀਤੀ ਗਈ ਆ। ਇੱਥੇ ਮੈਂ ਥੋੜਾ ਜਿਹਾ ਐਡ ਅਪ ਕਰ ਦਿੰਦਾ, ਕੁਈਨ ਐਲਿਜ਼ਾਬeth ਦਾ ਇਹਨਾਂ ਦੇ ਨਾਲ ਵਿਆਹ ਜਿਹੜਾ 1947 ਦੇ ਵਿੱਚ ਹੋਇਆ ਸੀ। ਉਸ ਤੋਂ ਬਾਅਦ ਇਹ 20 ਵਾਰੀ 20 ਟਾਈਮ ਇਹ ਕੈਨੇਡਾ ਦਾ ਟੂਰ ਇਹਨਾਂ ਨੇ ਕੀਤਾ ਸੀਗਾ। 1951 'ਚ ਪਹਿਲੀ ਵਾਰੀ ਆਏ ਸੀ ਤੇ 2013 ਦੇ ਵਿੱਚ ਇਹਨਾਂ ਦਾ ਲਾਸਟ ਟ੍ਰਿਪ ਕੈਨੇਡਾ ਦਾ ਸੀਗਾ। ਤੇ ਜਸਟਿਨ ਟਰੂਡੋ ਨੇ ਵੀ ਕਿਹਾ ਹੈ ਕਿ ਸਾਡੇ ਇਹਨਾਂ ਦੇ ਨਾਲ ਬੜੇ ਕਲੋਜ਼ ਰਿਲੇਸ਼ਨ ਸੀਗੇ। ਤਾਂ ਸੇਮ ਡੇ ਇਹਨਾਂ ਨੇ ਪੂਰੇ ਕੈਨੇਡਾ ਦੇ ਵਿੱਚ ਜਿਹੜੇ ਆ ਹਾਫ ਫਲੈਗ ਜਿਹੜੇ ਆ ਉਹ ਡਾਊਨ ਕੀਤੇ ਸੀਗੇ ਜੀ। ਉਹ ਜੀ ਇਹ ਚੰਦੀ ਸਾਹਿਬ ਅੱਜ ਦੀਆਂ ਖਬਰਾਂ ਸੀਗੀਆਂ ਜੀ। ਧੰਨਵਾਦ ਜੀ। ਧੰਨਵਾਦ ਜੀ, ਬਹੁਤ ਬਹੁਤ ਇੰਨੀ ਭਰਪੂਰ ਜਾਣਕਾਰੀ ਦੇਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਜੀ। ਇਹ ਸਨ ਹਰਜਿੰਦਰ ਸਿੰਘ ਧਨੋਆ ਹੁਣੀ। ਤਾਂ ਆਪਾਂ ਨਿੱਕੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਕੇ ਫਿਰ ਤੁਹਾਡੇ ਨਾਲ ਜੁੜਦੇ ਹਾਂ ਜੀ। ਕੱਲ ਸਿਆਸਤ ਦੀ ਹੋਵੇ ਜਾਂ ਧਰਮ ਦੀ, ਬਾਪੂ ਪੈਸੇ ਮਿਲ ਗਏ ਸੀ ਨਾ ਟਾਈਮ ਸਰ? ਹਾਂ ਪੁੱਤਰ, ਇੱਧਰ ਤੂੰ ਪੈਸੇ ਪਾਏ ਨਾਲੇ ਮੈਨੂੰ ਮਿਲ ਗਏ। ਬਸ ਇਸੇ ਕਰਕੇ ਮੈਂ ਅਪਰਾ ਟ੍ਰੇਡਿੰਗ ਇੰਕ ਵਾਲਿਆਂ ਤੇ ਭਰੋਸਾ ਕਰਦਾ। ਜੀ ਹਾਂ, ਅਪਰਾ ਟ੍ਰੇਡਿੰਗ ਇਨਕੋਰਪੋਰੇਟ ਮਨੀ ਐਕਸਚੇਂਜ। ਜੇ ਤੁਸੀਂ ਪੈਸੇ ਇੰਡੀਆ ਭੇਜਣਾ ਜਾਂ ਮੰਗਵਾਉਣਾ ਚਾਹੁੰਦੇ ਹੋ, ਵਧੀਆ ਡਾਲਰਾਂ ਦਾ ਰੇਟ ਲੈਣਾ ਚਾਹੁੰਦੇ ਹੋ, ਤਾਂ ਅੱਜ ਹੀ ਕਾਲ ਕਰੋ ਜਗਤਾਰ ਸਿੰਘ ਢਾਹ ਹੁਣਾਂ ਨੂੰ 9057943233 905 794 3233 4167317710 416 731 7710 6 ਰੇ ਐਵੇਨਿਊ ਬ੍ਰੈਂਪਟਨ। ਇਮੀਗ੍ਰੇਸ਼ਨ ਦੇ ਮਸਲਿਆਂ ਨੂੰ ਹਲਕੇ ਵਿੱਚ ਲੈਣਾ ਮਹਿੰਗਾ ਪੈ ਸਕਦਾ ਹੈ, ਪਰ ਸੋਚ ਸਮਝ ਕੇ ਲਿਆ ਹੋਇਆ ਫੈਸਲਾ ਤੁਹਾਡੀ ਜ਼ਿੰਦਗੀ ਨੂੰ ਸਵਾਰ ਸਕਦਾ ਹੈ। ਇਸੇ ਲਈ ਡਿਲਾਈਟ ਇਮੀਗ੍ਰੇਸ਼ਨ ਦੇ ਨਵਜੋਤ ਗਿੱਲ ਹਾਜ਼ਰ ਨੇ ਤੁਹਾਡੀ ਸੇਵਾ 'ਚ। ਸਟੱਡੀ ਪਰਮਿਟ, ਸਟੂਡੈਂਟ ਵੀਜ਼ਾ, ਵਿਜ਼ਿਟਰ ਸੁਪਰ ਵੀਜ਼ਾ, LMI ਫੈਮਿਲੀ ਕੇਸ, ਪੇਰੈਂਟ ਸਪਾਂਸਰਸ਼ਿਪ ਤੇ ਰਿਫਿਊਜੀਜ਼ ਅਪੀਲਸ ਵੀ ਐਕਸੈਪਟ ਕਰਦੇ ਨੇ। ਕਾਲ ਨਵਜੋਤ ਗਿੱਲ 6478643719 647 864 3719। ਐਡਰੈਸ 350 ਰਦਰਫੋਰਡ ਰੋਡ, ਸਾਊਥ ਬ੍ਰੈਂਪਟਨ, ਯੂਨਿਟ 223। ਓ ਘਰ ਤੇ ਤੈਨੂੰ ਬਹੁਤ ਵਧੀਆ ਬਣਾ ਕੇ ਦੇਣਾ ਤੇ ਕੱਢ ਦੇਣੇ ਆ ਕੜੇਲਾ, ਜਿੰਨੂੰ ਵੇਖ ਕੇ ਜਾਣਗੇ ਸ਼ਰੀਕ ਵੀ ਹਿੱਲ। ਸ਼ਰੀਕਾਂ ਦੇ ਕੱਢਦੇ ਕੜੇਲ ਕਿਤੇ ਆਪਣਾ ਘਰ ਨਾ ਜਾਵੇ ਹਿੱਲ। ਧਿਆਨ ਰੱਖੀ, ਘਰ ਦੇ ਵਿੱਚ ਪਲੰਬਿੰਗ ਐਂਡ ਇਲੈਕਟ੍ਰੀਕਲ ਦਾ ਸਮਾਨ ਹੋਵੇ ਨੰਬਰ 1। ਓਏ GTA ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ ਬਰਮਟਨ ਵਿੱਚ ਸਟੋਰ ਆ ਨੰਬਰ 1। ਅੱਛਾ, ਉਹੀ GTA ਵਾਲੇ ਜਿੱਥੋਂ ਕੰਟਰੈਕਟਰਸ ਲਈ ਘਰ ਦੇ ਵਿੱਚ ਪਲੰਬਿੰਗ ਤੇ ਇਲੈਕਟ੍ਰੀਕਲ ਦਾ ਸਾਰਾ ਸਮਾਨ ਡਿਸਕਾਊਂਟ ਤੇ ਮਿਲਦਾ। ਵਾਸ਼ਰੂਮ ਲਈ ਵੈਨਟੀਜ਼, ਟੈਪਸ, ਸਪੌਟਲਾਈਟਸ ਤੇ ਰੇਂਜ ਮਿਲਦੇ ਆ। ਫਿਰ ਕਾਹਨੂੰ ਕਰਨੀ ਹੈ ਦੇਰ, ਅੱਜ ਹੀ ਪਹੁੰਚੋ 241 ਕਲੈਰੈਂਸ ਸਟਰੀਟ ਬ੍ਰੈਂਪਟਨ ਤੇ ਸੰਪਰਕ ਕਰੋ 905 792 0036 905 792 0036। ਬਸ ਤੂੰ ਹੁਣ ਤਿਆਰੀ ਖਿੱਚ, ਛੇਤੀ ਇੱਥੇ ਆਉਣ ਦੀ। ਅੱਛਾ, ਨਾਲੇ ਕਹਿੰਦੇ ਬੜਾ ਹੀ ਔਖਾ ਹੈ। ਉਹ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਦੇ ਹੁੰਦਿਆਂ ਕੋਈ ਔਖਾ ਨਹੀਂ। ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਫॉर स्टूडेंट वीजा, विजिटर वीजा, LMI refugees case appeals, family case sponsorship. Call Sandeep Singh 6477862012 647 786 2012। हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए, और जब तलाश हो ऐसे फर्नीचर की, तो यहाँ ये स्टीवंस फर्नीचर, एन अल्ट्रा मॉडर्न फर्नीचर डेस्टिनेशन इन GTA, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग ओनली एट स्टीवंस फर्नीचर since 1992. Visit in store for much more. 2 locations to serve you. Stevens Furniture. ਓ ਮੈਨੂੰ ਰੱਖ ਲੈ ਕਲੀਨਰ ਯਾਰਾ ਓਏ ਲੰਬਿਆਂ ਰੂਟਾਂ ਤੇ। ਜਦੋਂ ਮੈਂ ਸੇਫਐਕਸ ਟਰਾਂਸਪੋਰਟ ਨਾਲ ਨਹੀਂ ਜੁੜਿਆ ਸੀ, ਉਦੋਂ ਇਹੀ ਹਾਲ ਸੀ, ਪਰ ਹੁਣ ਤਾਂ ਸ਼ਾਨ ਨਾਲ ਡਰਾਈਵਰੀ ਕਰੀਦੀ ਹੈ। ਜੀ ਹਾਂ, ਸੇਫਐਕਸ ਟਰਾਂਸਪੋਰਟ, ਜਿਸ ਨੂੰ ਕਿਊਬਿਕ ਵਿੱਚ ਨੰਬਰ 1 ਤੇ ਕੈਨੇਡਾ ਵਿੱਚ ਦੂਜੇ ਨੰਬਰ ਤੇ ਹੋਣ ਦਾ ਮਾਣ ਹਾਸਲ ਹੈ। ਹਾਈਐਸਟ ਗ੍ਰੋਥ ਅਕ੍ਰੋਸ ਦ ਵਰਲਡ। ਸੇਫਐਕਸ ਨੇ ਹੁਣ ਮੌਂਟਰੀਅਲ ਤੇ ਬੋਲਟਨ, ਓਨਟਾਰੀਓ ਵਿੱਚ ਨਵੇਂ ਟਰਮੀਨਲ ਸ਼ੁਰੂ ਕੀਤੇ ਨੇ ਤੇ ਇਹਨਾਂ ਨੂੰ USA ਦੇ ਲਈ ਡਰਾਈਵਰ ਤੇ ਓਨਰ ਆਪਰੇਟਰ ਦੀ ਲੋੜ ਹੈ। ਵਧੀਆ ਪੇ ਵੀ ਮਿਲੇਗੀ। ਹੁਣੇ ਕਾਲ ਕਰੋ ਰਮਿੰਦਰਦੀਪ ਜਾਂ ਅਮਨਦੀਪ ਨੂੰ 5146250025 514 625 0025 ਜਾਂ ਫਿਰ 5148870025 514 887 0025। क्या बात बई, गड्डी ਤਾਂ ਨਵੀਂ ਕਢਾਈ ਲੱਗਦੀ। ਉਹ ਨਾ ਉਹ ਆ ਬਸ ਰਿਪੇਅਰ ਕਰਾਈ ਆ। ਉਹ ਕਿੱਥੋਂ? ਪੀਲ ਆਟੋ ਕਲੀਜਨ ਵਾਲਿਆਂ ਕੋਲੋਂ। ਜੀ ਹਾਂ, ਜੇ ਤੁਸੀਂ ਵੀ ਗੱਡੀ ਦੀ ਰਿਪੇਅਰ, ਡੈਂਟਿੰਗ, ਪੇਂਟਿੰਗ ਕਰਾਉਣੀ ਹੋਵੇ, GTA ਵਿੱਚ ਕੋਈ ਵੀ ਐਕਸੀਡੈਂਟ ਹੋਵੇ ਤਾਂ ਗੱਡੀ ਨੂੰ ਰਿਪੇਅਰ ਕਰਦੇ ਨੇ। ਹਰ ਇੱਕ ਇੰਸ਼ੋਰੈਂਸ ਕੰਪਨੀ ਦੇ ਨਾਲ ਇਹਨਾਂ ਦਾ ਟਾਈ ਅਪ ਹੈ। ਹੁਣ ਗੱਡੀ ਦੀ ਨੋ ਮੋਰ ਟੈਨਸ਼ਨ, ਕਿਉਂਕਿ ਬਸ ਅੱਜ ਹੀ ਆਓ ਪੀਲ ਆਟੋ ਕਲੀਜਨ, 14 ਹਿਲ ਰੋਡ, ਬ੍ਰੈਂਪਟਨ। ਕਾਲ ਦਰਬਾਰਾ ਸਿੰਘ 9054591300 905 459
1300। ਗੱਲ ਸੁਣੋ, ਇੰਜ ਵੇਲੇ ਬਹਿ ਕੇ ਕਿਵੇਂ ਗੁਜ਼ਾਰਾ ਚੱਲੇਗਾ? ਮੈਨੂੰ ਆਪ ਨਹੀਂ ਸਮਝ ਆ ਰਹੀ ਕਿੱਥੇ ਪਤਾ ਕਰਾਂ ਕੰਮ ਦਾ। ਕੱਲ ਭਾਈ ਸਾਹਿਬ ਦੱਸਦਾ ਰਹੇ ਸੀ ਵੀ jobsinGTA.com ਵਾਲੇ ਫੁੱਲ ਟਾਈਮ ਜੌਬ ਦਵਾ ਦਿੰਦੇ ਨੇ। ਲੈ ਮੈਂ ਹੋਰ ਸੁਣਾਓ। ਪਿਛਲੇ 2 ਘੰਟਿਆਂ ਤੋਂ ਫੋਨ ਤੇ ਲੱਗੀ ਆ, ਹੱਲੇ ਵੀ ਹੋਰ ਸੁਣਾਓ। ਲੈ ਦੱਸ, ਜਦੋਂ ਓਮਾ ਫੋਨ ਸਰਵਿਸ ਵਾਲੇ ਦੇ ਰਹੇ ਨੇ ਅਨਲਿਮਿਟਿਡ ਕਾਲਸ, ਉਹ ਵੀ 60 ਤੋਂ ਵੱਧ ਦੇਸ਼ਾਂ 'ਚ, ਤੇ ਗੱਲਾਂ ਤਾਂ ਫਿਰ ਲੰਬੀਆਂ ਹੋਣਗੀਆਂ ਹੀ ਨਾ। ਜੀ ਹਾਂ, ਇੰਡੀਆ, UK, USA, ਕੈਨੇਡਾ 60 ਦੇਸ਼ਾਂ 'ਚ ਅਨਲਿਮਿਟਿਡ ਕਾਲ ਓਮਾ ਫੋਨ ਸਰਵਿਸ ਦੇ ਨਾਲ। ਤੁਸੀਂ ਓਮਾ ਐਪ 3 ਸੈੱਲ ਫੋਨਸ 'ਚ ਡਾਊਨਲੋਡ ਕਰ ਸਕਦੇ ਹੋ ਤੇ ਕਰੋ ਇੰਟਰਨੈਸ਼ਨਲ ਕਾਲਸ। ਨਾ ਕੋਈ ਕੰਟਰੈਕਟ, ਨਾ ਕੋਈ ਐਗਰੀਮੈਂਟ, ਤੇ ਨਾ ਹੀ ਕੈਂਸਲੇਸ਼ਨ ਚਾਰजेस, ਤੇ ਹੋਰ क्रेडिट चेक भी नहीं लगेगा। मंथली चार्जेस $1428 प्लस टैक्स। वन टाइम डिवाइस कॉस्ट $49.99 प्लस टैक्स। ज्यादा जानकारी लई कॉल करो प्रिया जी नू 6476494000 647 649 4000। दोपहर 12 बजे तो शाम 7 बजे तक। ਸੋਫਾ ਸਟੂਡੀਓ 'ਚ ਘਰ ਦੇ ਵਿੱਚ ਵਧੀਆ ਸੋਫਾ ਪਵਾਉਣਾ ਚਾਹੁੰਦੇ ਹੋ, ਭਾਵੇਂ ਲੈਦਰ ਦਾ ਹੋਵੇ ਜਾਂ ਕੱਪੜੇ ਦਾ ਹੋਵੇ, ਜਿਸ ਤਰ੍ਹਾਂ ਦਾ ਚਾਹੋਗੇ ਉਸ ਤਰ੍ਹਾਂ ਦਾ ਸੋਫਾ ਤਿਆਰ ਕਰਕੇ ਤੁਹਾਡੇ ਘਰੇ ਡਿਲੀਵਰ ਕੀਤਾ ਜਾਵੇਗਾ। ਸਗਨਦੀਪ ਨੂੰ ਕਾਲ ਕਰ ਸਕਦੇ ਹੋ 905 799 8877 9057998877 ਸੋਫਾ ਸਟੂਡੀਓ। ਆ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਹੈ ਜੀ। ਚੱਲਦੇ ਆਪਾਂ ਨੈਕਸਟ ਕਾਲ ਤੇ ਨਾਲ ਹੀ। ਅਰਸ਼ਦੀਪ ਤੁਹਾਡਾ ਵੀ ਸਵਾਗਤ ਹੈ ਜੀ। ਆਪਾਂ ਹਾਂਜੀ, ਕਿਸ਼ ਪੰਜਾ ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਖੁਲਾਸਾ ਦਿੱਤਾ ਜੀ ਧਨੋਆ ਸਾਹਿਬ ਨੇ ਖਬਰਾਂ ਦਾ। ਜੀ ਤੇ ਇੱਕ ਮੈਂ ਤੁਹਾਨੂੰ ਦੱਸਣਾ, ਮੈਂ ਕੱਲ ਨਾ ਇੱਕ ਇੰਟਰਵਿਊ ਦੇਦਾ ਸੀ ਸਾਇੰਸਦਾਨ ਦੀ ਜੀ, ਤੇ ਉਹ ਅੱਧਾ ਘੰਟਾ ਉਹਦੀ ਇੰਟਰਵਿਊ ਚੱਲੀ। ਉਹ ਜਿਹੜਾ ਕਹਿੰਦੇ ਕਲਾਈਮੇਟ ਖਰਾਬ ਹੋ ਰਿਹਾ, ਤੇ ਉਹ ਕਹਿੰਦਾ ਵੀ ਕੋਈ ਕਲਾਈਮੇਟ ਖਰਾਬ ਨਹੀਂ ਹੋ ਰਿਹਾ, ਕੋਈ ਕਾਰਬਨ ਨਹੀਂ ਆ, ਤੁਸੀਂ ਤੇਲ ਫੂਕਦੇ ਆ। ਉਹ ਕਹਿੰਦੇ ਇਹਨਾਂ ਬਰਫਾਂ ਢਲਦੀਆਂ, ਅੱਗਾਂ ਲੱਗਦੀਆਂ, ਹਨੇਰੀਆਂ ਆਉਂਦੀਆਂ, ਮੀਂਹ ਪੈਂਦੇ। ਕਹਿੰਦੇ ਕੁਛ ਨਹੀਂ, ਸਭ ਕੋਈ ਕਹਿੰਦਾ ਝੂਠ ਬੋਲਦੇ ਆ। ਮੇਰੀ ਕਹਿੰਦਾ ਕਿਤਾਬ ਆ ਰਹੀ ਆ, ਉਹ ਤੁਸੀਂ ਪੜ੍ਹਿਓ। ਕਹਿੰਦਾ ਬਿਲਕੁਲ ਸਾਇੰਸਦਾਨ ਇਹ ਕਰ ਰਹੇ ਆ ਵੀ ਅਸੀਂ ਲੋਕਾਂ ਨੂੰ ਗੁੰਮਰਾਹ ਕਰੀਏ, ਡਰਾਈਏ, ਤਾਂ ਇਹਨਾਂ ਤੋਂ ਪੈਸੇ ਬਟੋਰੀਏ। ਲੋਕ ਇਹ ਸਮਝਣ ਵੀ ਸਾਡੇ ਵੈਦਰ ਨੂੰ ਠੀਕ ਕਰਨ ਲਈ ਬਹੁਤ ਕੁਛ ਕਰ ਰਿਹਾ। ਕਹਿੰਦਾ ਅੱਜ ਤੋਂ ਬਿਲੀਅਨ ਸਾਲ ਪਹਿਲਾਂ ਦੇ ਰੈਕਡ ਵੀ ਕਹਿੰਦਾ ਮੈਂ ਦੇਖੇ ਆ। ਮੈਂ ਖੁਦ ਇਸ ਡਿਪਾਰਟਮੈਂਟ ਦੇ ਵਿੱਚ ਰਿਹਾ। ਕਹਿੰਦਾ ਮੈਨੂੰ 20 ਸਾਲ ਹੋ ਗਏ ਛੱਡੇ ਨੂੰ। ਕਹਿੰਦਾ ਉਹ ਤੋਂ ਹੀ ਜ਼ਿਆਦਾ ਰੌਲਾ ਪਾਉਣ ਲੱਗ ਪਏ ਆ। ਕਹਿੰਦਾ ਅੱਜ ਤੋਂ ਬਿਲੀਅਨ ਸਾਲਾਂ ਪਹਿਲਾਂ ਜਿਹੜੇ ਰੈਕਡ ਵੀ ਆ, ਉਦੋਂ ਵੀ ਅੱਗਾਂ ਲੱਗਦੀਆਂ ਸੀ, ਉਦੋਂ ਬਿਜਲੀਆਂ ਵੀ ਪੈਂਦੀਆਂ ਸੀਗੀਆਂ। ਉਦੋਂ ਕਈ ਸਾਲ ਮੀਂਹ ਨਹੀਂ ਸੀ ਪੈਂਦਾ, ਕਿਸੇ ਸਾਲ ਮੀਂਹ ਇੰਨਾ ਪੈਂਦਾ ਸੀ ਸਭ ਕੁਝ ਰੋੜ ਕੇ ਲੈ ਜਾਂਦਾ ਸੀ। ਕਹਿੰਦਾ ਇਹਦੇ ਲਈ ਕੁਛ ਨਹੀਂ ਕਰ ਸਕਦੇ, ਇਹ ਕੁਦਰਤੀ ਚੀਜ਼ਾਂ ਆ। ਜਦੋਂ ਕਿਤੇ ਕੋਈ ਪਲਾਨਟ ਇੱਕ ਦੂਸਰੇ ਦੇ ਅੱਗੇ ਪਿੱਛੇ ਥੋੜੇ ਦੂਰ ਹੁੰਦੇ ਆ, ਉਹਦੇ ਨਾਲ ਵੈਦਰ ਚੇਂਜ ਹੁੰਦੇ ਆ। ਇਹਨਾਂ ਨਾਲ ਕੁਛ ਨਹੀਂ ਹੁੰਦਾ, ਸਿਰਫ ਲੋਕਾਂ ਨੂੰ ਗੁੰਮਰਾਹ ਕਰਕੇ ਲੋਕਾਂ ਨੂੰ ਲੁੱਟ ਰਹੇ ਆ। ਇਹਨਾਂ ਦਾ ਹੋਰ ਕੋਈ ਮਕਸਦ ਨਹੀਂ ਹੈਗਾ। ਇਹਦੇ ਤੋਂ ਤੁਸੀਂ ਡਰੋ ਨਾ। ਹਾਂ, ਆਲੇ ਦੁਆਲੇ ਦੀ ਸਫਾਈ ਜ਼ਰੂਰ ਰੱਖੋ, ਜਿਹਦੇ ਨਾਲ ਗੰਦਗੀ ਨਾ ਫੈਲੇ। ਇਹੀ ਕੁਛ ਅਸੀਂ ਕਰ ਸਕਦੇ ਹਾਂ। ਨਾ ਕਹਿੰਦਾ ਜਿਹੜਾ এনवायरमेंट ਨੂੰ ਅਸੀਂ ਖਰਾਬ ਕਰ ਸਕਦੇ ਹਾਂ, ਨਾ ਅਸੀਂ ਠੀਕ ਕਰ ਸਕਦੇ ਹਾਂ। ਇਹ ਸਾਡੀ ਪਹੁੰਚ ਤੋਂ ਬਾਹਰ ਆ ਜੀ। ਬਿਲਕੁਲ ਜੀ। ਜਿੱਦਾਂ ਹਰਜਿੰਦਰ ਸਿੰਘ ਧਨੋਆ ਹੋਣਾ ਨੇ ਵੀ ਕਿਹਾ ਵੀ ਬਫਲੋ ਦੇ ਵਿੱਚ ਲੋਕ ਆਉਂਦੇ ਜੀ, ਆਪਣੇ ਨਹੀਂ ਸਾਰੇ ਹੀ, ਕਿਉਂਕਿ ਇੱਥੇ ਕੁਆਰੰਟਾਈਨ ਕਰਨਾ ਪੈਂਦਾ। ਉੱਥੇ ਆਉਂਦੇ, ਉੱਥੇ ਟੈਕਸੀ ਕਰਕੇ $300 ਲੈਂਦੇ ਆ, ਕਹਿੰਦੇ ਡਾਊਨਟਾਊਨ ਪਹੁੰਚਾਉਣ ਦਾ, ਤੇ 100 ਕਿੰਨੇ ਡਾਲਰ ਲੈਂਦੇ ਬਾਰਡਰ ਕ੍ਰਾਸ ਕਰਾਉਣ ਦਾ। ਤੇ ਜਿਹੜੇ 70% ਲੋਕ ਆ ਜਿਹੜੇ ਇੱਥੇ ਪੋਜ਼ਿਟਿਵ ਆ ਰਹੇ ਆ, ਉਹਨਾਂ ਦੇ ਵਿੱਚ ਪੋਜ਼ਿਟਿਵ ਨਹੀਂ ਆਉਂਦੇ। ਇਹ ਸਾਰੇ ਜਾਂਦੇ, ਪਰ ਇਹ ਉਹਨਾਂ ਨੂੰ ਫੜਨਾ ਨਹੀਂ ਚਾਹੁੰਦੇ। ਜਿੰਨਾ ਚਿਰ ਇਲੈਕਸ਼ਨ ਹੁੰਦੀ ਇਹਨਾਂ ਨੇ ਰੌਲਾ ਰੱਖਣਾ। ਜੇਲੇ ਦੇਖਿਆ ਸਾਨੂੰ ਹੁਣ ਥੋੜੀ ਜਿਹੀ ਪੋਪੂਲੈਰਿਟੀ ਸਾਡੀ ਘਟੀ ਆ, ਵੋਟਾਂ ਤੋਂ ਪਹਿਲਾਂ ਆ ਕੇ ਇਹਨਾਂ ਨੇ ਪੈਸੇ ਹੋਰ ਵਧਾ ਦੇਣੇ ਆ। ਉਹ ਵਧਾਉਗੇ ਤਾਂ ਜੇ ਕਰੋਨਾ ਹੋਊਗਾ ਕਿਹਦੇ ਨਾਲ? ਉਧਰ ਰਿਸ਼ਵਤ ਤਾਂ ਦੇ ਨਹੀਂ ਸਕਦੇ। ਇੰਡੀਆ 'ਚ ਕਹਿੰਦੇ ਤੁਹਾਡੇ ਅਸੀਂ ਕਾਰਡ ਬਣਾ ਲਵਾਂਗੇ ਸਸਤੇ ਸੌਦੇ ਦੇ, ਇੱਥੇ ਕਹਿੰਦੇ ਤੁਹਾਨੂੰ ਅਸੀਂ ਆ ਬੈਨੀਫਿਟ ਲਾ ਦੇਵਾਂਗੇ। ਇਹੀ ਇਹਨਾਂ ਨੇ ਢਗਵਾ ਜਾ ਵੋਟਾਂ ਤੱਕ ਇਹਨਾਂ ਨੇ ਏਦਾਂ ਰੱਖਣਾ ਆ। ਇਹ ਬਿਲਕੁਲ ਗੁੰਮਰਾਹ ਕਰਦੇ ਕੱਖ ਨਹੀਂ। ਨਾ ਤਾਂ ਇਹਨਾਂ ਨੇ ਫਲੈਟਾਂ 'ਚ ਕੋਈ ਬੰਦਾ ਰੋਕਿਆ, ਨਾ ਬਾਰਡਰ ਤੋਂ ਰੋਕਣਾ। ਬਾਰਡਰ ਤੋਂ ਪਹਿਲਾਂ ਵੀ ਲੰਘੀ ਜਾਂਦੇ ਸੀਗੇ। ਜਦੋਂ ਸਾਡੇ ਇੱਥੇ ਪਹਿਲੀ ਦਫਾ ਕਰੋਨਾ ਆਇਆ, ਉਦੋਂ ਵੀ ਇੱਥੇ ਬਾਰਡਰ ਤੋਂ ਕ੍ਰਾਸ ਕਰੀ ਜਾਂਦੇ ਸੀ ਲੋਕ, ਹੁਣ ਵੀ ਕਰੀ ਜਾਂਦੇ ਆ। ਉਦਾਂ ਕਹਿੰਦੇ ਆਣਾ ਜਾਣਾ ਆਮ ਬੰਦੇ ਦਾ ਬੰਦ ਆ, ਪਰ ਏਦਾਂ ਦੇ ਚੋਰ ਮੋਰੀਆਂ ਵਾਲੇ ਆਈ ਜਾਂਦੇ ਆ, ਐਸੈਂਸ਼ੀਅਲ ਵਰਕਰ ਕਹਿ ਕੇ ਉਹ ਇੱਧਰ ਬੜੀ ਜਾਂਦੇ ਆ। ਨਾ ਗੰਨਾਂ ਵੀ ਆ ਜਾਂਦੀਆਂ, ਲੋਕ ਵੀ ਮਰੀ ਜਾਂਦੇ ਆ। ਉਹ ਰੈੱਡ ਕਰਾਸ ਦੀ ਜਦੋਂ ਬਾਹਰਲੇ ਮੁਲਕਾਂ 'ਚ ਤਾਂ ਰੈੱਡ ਕਰਾਸ ਸਾਡੀ ਕੰਮ ਕਰਦੀ ਹੈ ਕੈਨੇਡਾ ਦੀ, ਹੁਣ ਇੱਥੇ ਰੈੱਡ ਕਰਾਸ ਕਿਉਂ ਨਹੀਂ ਆਪਣੇ ਘੁੰਮਦੀ? ਲੋਕਾਂ ਤੋਂ ਗੱਲਾਂ ਖੋਵੇ ਰੈੱਡ ਕਰਾਸ, ਲੋਕਾਂ ਦੇ ਟੀਕਾ ਲਿਆਵੇ ਰੈੱਡ ਕਰਾਸ, ਜਿਹੜਾ ਕਹਿੰਦੇ ਸਤੰਬਰ ਤੱਕ ਲੱਗਣੇ ਆ ਟੀਕੇ। ਜੇ ਕਿਸੇ ਦੇ ਅੱਜ ਇੱਕ ਟੀਕਾ ਲਾਉਂਦੇ ਆ, ਦੂਸਰਾ ਤਾਂ 4 ਮਹੀਨੇ ਬਾਅਦ ਲੱਗਣਾ। ਇਹਦਾ ਮਤਲਬ 4 ਮਹੀਨੇ ਰੱਖਣਾ ਚਾਹੁੰਦੇ ਆ ਬਿਮਾਰੀ ਨੂੰ। ਕਿਉਂ ਨਹੀਂ ਉਹ 2 ਮਹੀਨੇ ਦੇ ਵਿੱਚ ਖਤਮ ਕਰਦੇ 4 ਵੀਕ ਦੀ ਲਿਮਟ ਦੇ ਵਿੱਚ? ਰੈੱਡ ਕਰਾਸ ਨੂੰ
ਸਾਰਿਆਂ ਦੇ ਟੀਕੇ ਲਾ ਕੇ ਕੰਮ ਲੰਬੇਗਾ ਨਾ, ਪਰ ਇਹਨਾਂ ਨੇ ਨਹੀਂ ਕਰਨਾ ਨਾ। ਜਦੋਂ ਚਾਈਨਾ ਤੋਂ ਪਹਿਲਾਂ 2-3 ਬੰਦੇ ਆਏ ਆ, ਉਹਨਾਂ ਨੇ ਭੁਚਾਲ ਲਿਆਤਾ। ਆ ਜਿਹੜੇ ਹੁਣ ਬਾਰਡਰ ਤੋਂ ਵੀ ਏਦਾਂ ਲੰਘੀ ਜਾਂਦੇ ਆ, ਜਹਾਜ਼ਾਂ ਦੀਆਂ ਫਲਾਈਟਾਂ ਵੀ ਆ, ਨਿਊਜ਼ੀਲੈਂਡ ਨੇ ਬੰਦ ਕਰਤਾ ਜੀ। 22-23 ਬੰਦਿਆਂ ਦੇ ਵਿੱਚੋਂ 19-20 ਬੰਦੇ ਜਿਹੜੇ ਉਹ ਇੰਡੀਅਨ ਲਿਖੇ ਆ ਜਿਨ੍ਹਾਂ ਨੂੰ ਕਰੋਨਾ ਹੋਇਆ ਆ। 3 ਬੰਦੇ ਸਾਰੇ ਬਾਕੀ ਕੰਟਰੀਆਂ ਦੇ ਆ। ਫਿਰ ਕਿੰਨਾ ਆ ਰਿਹਾ ਇੱਥੇ ਫਲਾਟੇ ਜ਼ਿਆਦਾ ਤਾਂ ਇੰਡੀਆ ਤੋਂ ਆਉਂਦੀਆਂ ਸਾਡੀਆਂ, ਉਹ ਕਿੰਨੇ ਕੁ ਨੂੰ ਇਹ ਰੋਕ ਲਓਗੇ? ਚੋਰ ਮੋਰੀਆਂ ਥਾਣੀ ਲੋਕ ਲੰਘੀ ਜਾਂਦੇ ਆ ਤੇ ਇਹ ਕੁਛ ਨਹੀਂ ਕਰ ਰਹੇ ਜੀ। ਬਸ ਲੋਕਾਂ ਦਾ ਬੁਰਾ ਹਾਲ ਆ, ਇਹ ਮੌਜਾਂ ਉਡਾਉਂਦੇ ਆ। ਜੇ ਕਿਤੇ ਇੱਕ MP ਆਪਣੀ ਸੀਟ ਤੋਂ ਲੈ ਜਾਂਦਾ ਜੇ ਉਹ ਆਪ ਨਹੀਂ ਜਾਂਦਾ ਉੱਥੇ ਵੋਟਾਂ ਕਰਾਉਣ ਤੁਰ ਪੈਂਦੇ ਆ। ਦੱਸੋ ਕਿਹੜਾ ਭਜਾ ਆ ਜਾਣਾ ਜੀ? ਇੱਕ MP ਘੱਟ ਹੋਇਆ ਤਾਂ ਕਰਦੇ ਤਾਂ ਬਾਕੀ ਦੇ ਵੀ ਕੱਖ ਨਹੀਂ। ਜਿੱਥੇ ਬਾਕੀ ਬੈਠੇ ਉਹ ਵੀ ਇੱਕ ਬੈਠਾ, ਉੱਥੇ ਵੋਟਾਂ ਤੇ ਤੁਸੀਂ ਪੈਸੇ ਕਿਉਂ ਲਾਣੇ ਆ? ਉਹ ਵੀ ਪੈਸੇ ਹੋਰ ਟੀਕੇ ਖਰੀਦ ਲਓ। ਪੁੱਠਿਆਂ ਕੰਮਾਂ ਨੂੰ ਜ਼ਿਆਦਾ ਜਾਂਦੇ ਆ। ਇੱਥੇ ਇੱਕ ਹੁਣ ਬੰਦੇ ਦੀ ਨਾਮੀਨੇਸ਼ਨ ਦੁਬਾਰਾ ਇਹਨਾਂ ਨੇ ਕਰਨੀ, ਜਿਹੜਾ ਬੰਦਾ ਹਟ ਗਿਆ ਤੇ ਹੁਣ ਉਹਦੇ ਤੇ ਇਹਨਾਂ ਨੇ ਕਿੰਨਾ ਪੈਸਾ ਲਾ ਦੇਣਾ? ਇੱਕ ਬੰਦਾ ਘੱਟ ਹੋ ਕੋਈ ਫਰਕ ਨਹੀਂ ਪੈਣਾ। MP ਇਹਨਾਂ ਨੂੰ ਜਿਹੜੇ ਆ 75% ਉਦਾਂ ਹੀ ਘੱਟ ਕਰ ਦੇਣੇ ਚਾਹੀਦੇ ਆ। ਜਿੰਨੀ ਸਾਰੀ ਪਾਪੂਲੇਸ਼ਨ ਨਹੀਂ, ਜਿੰਨਾ ਮੁਫਤ ਖਾਣੇ ਵਾਲਾ ਲਾਣਾ ਜਿਹੜਾ ਕਹਿੰਦਾ ਉਹ ਕੁਰਸੀਆਂ ਤੇ ਬੈਠਾ ਜੀ। ਹੁਣ ਇਹ ਅਮਰੀਕਾ ਦੀ ਰੀਸ ਕਰਦੇ, ਜਿੱਥੇ 4 ਘਰ ਹੋਣ ਉੱਥੋਂ ਇੱਕ MP ਚੁਣ ਦਿਓ। ਦੱਸੋ ਉਹ ਜਿਹੜੇ 4 ਘਰ ਇੱਕ MP ਦਾ ਖਰਚਾ ਪੂਰਾ ਕਰ ਲਊਗੇ? ਮੁਲਕ ਨੇ ਤਾਂ ਆਪੇ ਕਰਜਾਈ ਹੋਣਾ। ਇਹਨਾਂ ਦੀ ਗਿਣਤੀ ਘੱਟ ਜਾਊਗੀ, ਕਮ ਸੇ ਕਮ 25% ਰੱਖਣ, ਬਾਕੀ ਸਾਰਿਆਂ ਨੂੰ ਹਟਾ ਦੇਣ। ਇਹ ਪ੍ਰੋਵਿੰਸ਼ਲ ਵਾਲਿਆਂ ਦਾ ਹਾਲ। ਜੇ ਪ੍ਰੋਵਿੰਸ਼ਲ ਦੇਖੋ ਇੱਕ ਪ੍ਰੀਮੀਅਰ ਪੂਰੀ ਪ੍ਰੋਵਿੰਸ ਨੂੰ ਚਲਾ ਸਕਦਾ, ਮਿਊਨਿਸਪੈਲਿਟੀਆਂ ਸਾਡੀ 4-4 ਗਜ ਤੇ ਆ, ਉੱਥੇ ਇੱਕ ਮੇਅਰ ਬਣ ਕੇ ਬੈਠਾ $1 ਮਿਲੀਅਨ ਉਹ ਬਟੋਰਦਾ। ਏਦਾਂ ਦੇ ਲੋਕ ਜਿਹੜੇ ਸਭ ਕੁਛ ਚੱਟੀ ਜਾਂਦੇ ਆ। ਅਸੀਂ ਤਾਂ ਬਸ ਉਸੇ ਘੰਟੇ ਲਾਉਣ ਜੋਗੇ ਰਹਿ ਜਾਣਾ। ਇਹਨਾਂ ਦੇ ਨਾ ਕੋਈ ਘੰਟੇ ਗਿਣਦਾ, ਨਾ ਕੋਈ ਸਾਲ ਗਿਣਦਾ। ਆਰਾਮ ਨਾਲ ਪੈਨਸ਼ਨ ਲੈ ਕੇ ਬਹਿ ਜਾਂਦੇ, ਭਾਵੇਂ 50 ਸਾਲ ਦੀ ਉਮਰ ਹੋਵੇ ਇਹਨਾਂ ਦੀ। ਕੰਮ ਕਰਨੇ ਵਾਲਾ 65 ਸਾਲ ਤੱਕ ਹੱਡੀਆਂ ਘੜਾਵੇ, ਫਿਰ ਵੀ ਕਹਿਣਾ ਨਹੀਂ ਜੀ ਤੈਨੂੰ ਇੰਨੇ ਬਣਦੇ, ਇੰਨੇ ਮਿਲਨੇ ਆ। ਇਹ 5000 ਆਪਣੇ ਆਪੇ ਸਾਲ ਦੇ ਵਧਾ ਲੈਂਦੇ ਆ। ਇਹ ਲੋਟੂ ਟੋਲੇ ਸਾਰੇ ਇਕੱਠੇ ਹੋਏ। ਇਹਨਾਂ ਨੇ ਕੋਈ ਬਿਮਾਰੀ ਨਹੀਂ ਰੋਕਣੀ, ਨਾ ਪਹਿਲਾਂ ਰੋਕੀ ਆ ਨਾ ਇਹਨਾਂ ਨੇ ਹੁਣ ਰੋਕਣੀ ਆ। ਲੋਕਾਂ ਨੇ ਲੰਘੀ ਜਾਣਾ ਏਦਾਂ ਜੀ। ਜਿਹਨੇ ਰੋਕਣਾ ਸੀ ਨਿਊਜ਼ੀਲੈਂਡ ਵਾਲੀ ਉਹਨੇ ਰੋਕ ਦਿੱਤੀਆਂ ਫਲਾਈਟਾਂ। ਇੱਕੋ ਹੀ ਉਹਦੇ ਆਦੇਸ਼ ਦੇ ਉੱਤੇ ਉੱਥੇ ਗੱਲਾਂ ਰੁਕ ਗਈਆਂ। ਉਹਦੇ ਇੱਕ ਵਾਰੀ ਕਹਿਣ ਦੇ ਨਾਲ ਉੱਥੇ ਫਲਾਈਟਾਂ ਰੁਕ ਗਈਆਂ। ਕਹਿੰਦੇ ਇੰਡੀਆ ਤੋਂ ਕੋਈ ਫਲਾਈਟ ਹੀ ਨਹੀਂ ਆਊਗੀ ਕਹਿੰਦੇ। ਬਾਕੀ ਕਿਸੇ ਦਾ ਨਾਂ ਨਹੀਂ ਲਿਆ ਉਹਨੇ, ਇੰਡੀਆ ਤੋਂ ਬੰਦ ਕੀਤੀਆਂ ਉਹਨਾਂ ਨੇ। ਕੇਸ ਜ਼ਿਆਦਾ ਜਿੱਥੋਂ ਆ ਰਹੇ ਜੀ ਉੱਥੋਂ ਦੀ ਬੰਦ ਕਰਨੀ। ਹਾਂਜੀ, ਉਹ ਕਹਿੰਦੇ ਉਹ ਇਹ ਵੀ ਕਿਹਾ, ਕਹਿੰਦਾ ਸਾਡਾ ਜੇ ਨਿਊਜ਼ੀਲੈਂਡ 'ਚ ਪੱਕਾ ਰਹਿਣੇ ਵਾਲਾ ਪੁਰਾਣਾ ਸਾਡਾ ਕੋਈ ਬੰਦਾ ਵੀ ਗਿਆ ਹੋਵੇ ਨਾ ਉੱਥੇ, ਉਹ ਵੀ ਨਹੀਂ ਆ ਸਕਦਾ ਕਹਿੰਦੇ। ਬਿਲਕੁਲ ਜੀ, ਧੰਨਵਾਦ ਜੀ। ਧੰਨਵਾਦ। ਇਦਾਂ ਦੇ ਡਿਸੀਜਨ ਜਿਹੜੇ ਰੋਕ ਸਕਦੇ ਬਿਮਾਰੀ ਨੂੰ ਤਾਂ ਨਹੀਂ ਰੁਕਣੀ। ਬਿਲਕੁਲ ਜੀ, ਬਿਲਕੁਲ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਵਾਕਿਆ ਗੱਲ ਸਹੀ ਆ ਤੇ ਤੁਸੀਂ ਆਪਣੇ ਸੁਝਾਅ ਦੇ ਸਕਦੇ ਹੋ ਜੀ 905-405-0002 ਤੇ ਕਾਲ ਕਰਕੇ। ਜਿਹੜੀ ਬਰਗਾੜੀ ਮੋਰਚੇ ਦੇ ਜਿਹੜੀ ਸਿੱਟ ਸੀਗੀ ਉਹਨੂੰ ਕੈਂਸਲ ਕਰ ਦੇਣਾ ਹਾਈ ਕੋਰਟ ਵੱਲੋਂ, ਤੇ ਜਿਹੜਾ DGP ਨੂੰ ਬਦਲ ਦੇਣਾ, ਇਹ ਕਿੱਡੀ ਕੁ ਚੰਗੀ ਗੱਲ ਆ। ਸ਼ਾਇਦ ਇਹਦੇ ਪਿੱਛੇ ਕਿੱਡੀ ਕੁ ਸਿਆਸਤ ਚੱਲ ਰਹੀ ਆ, ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਕੈਪਟਨ ਨੇ ਮੰਤਰੀਆਂ ਨੇ ਕਹਿੰਦੇ ਉਡਾਈਆਂ ਮੁੱਖ ਮੰਤਰੀ ਦੇ ਹੁਕਮਾਂ ਦੀਆਂ ਧੱਜੀਆਂ। ਅਰਸ਼ਦੀਪ ਦੇਖੋ ਜੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਹੜਾ ਪਿਛਲੇ ਦਿਨੀ ਫੈਸਲਾ ਕੀਤਾ ਗਿਆ ਸੀ, ਜਿਹਦੇ ਚ ਉਹਨਾਂ ਸਾਫ਼ ਤੌਰ ਤੇ ਕਿਹਾ ਸੀ ਕਿ ਵੱਡੇ ਇਕੱਠ ਜਿਹੜੇ ਨੇ ਪੰਜਾਬ ਦੇ ਵਿੱਚ ਸਿਆਸੀ ਨਹੀਂ ਕੀਤੇ ਜਾਣਗੇ, ਕਿਉਂਕਿ ਵੱਡੇ ਇਕੱਠ ਜਦੋਂ ਸਿਆਸੀ ਲੀਡਰ ਕਰਦੇ ਨੇ, ਰੈਲੀਆਂ ਕਰਦੇ ਨੇ, ਤਾਂ ਉਹਦੇ ਨਾਲ ਕਰੋਨਾ ਜਿਹੜਾ ਉਹ ਫੈਲਦਾ ਹੈਗਾ ਜੀ। ਪਰ ਅੱਜ ਮੁੱਲਾਪੁਰ ਦਾਖਾ 'ਚ ਜਿਹੜਾ 8 ਕਰੋੜ ਤੋਂ ਵੱਧ ਲਾਗਤ ਨਾਲ ਜਿਹੜਾ ਬੱਸ ਸਟੈਂਡ ਬਣਿਆ, ਉਹਦਾ ਨੀਂਹ ਪੱਥਰ ਸੀ ਤੇ ਨੀਂਹ ਪੱਥਰ ਰੱਖਣ ਦੇ ਲਈ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਪਹੁੰਚੇ ਸਨ। ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਸੰਦੀਪ ਸੰਧੂ, ਇਸ ਤੋਂ ਇਲਾਵਾ ਕਈ ਚੇਅਰਮੈਨ ਤੇ ਹੋਰ ਕਾਂਗਰਸੀ ਆਗੂ ਜਿਹੜੇ ਉਹ ਸਟੇਜ ਤੇ ਮੌਜੂਦ ਸੀ, ਜਿਹਦੇ ਵਿੱਚੋਂ ਮੰਤਰੀ ਸਾਹਿਬ ਤੇ ਸੰਦੀਪ ਸੰਧੂ ਸਾਹਿਬ ਨੇ ਤਾਂ ਮਾਸਕ ਜਿਹੜਾ ਉਹ ਪਾਇਆ ਹੋਇਆ ਸੀ, ਪਰ ਬਾਕੀ ਜਿਹੜੇ 1-2 ਚੇਅਰਮੈਨ ਤੇ ਬਾਕੀ ਲੀਡਰਾਂ ਨੇ ਮਾਸਕ ਵੀ ਜਿਹੜੇ ਉਹ ਨਹੀਂ ਪਾਏ ਹੋਏ ਸੀ। ਇੱਥੇ ਕਰੀਬ 1000 ਵਿਅਕਤੀ ਦਾ ਇਕੱਠ ਜਿਹੜਾ ਸੀ, ਤੇ ਇਕੱਠ ਦੇ ਵਿੱਚ ਬੈਠੇ ਲੋਕਾਂ ਨੇ ਵੀ ਜ਼ਿਆਦਾਤਰ ਨੇ ਮਾਸਕ ਜਿਹੜੇ ਉਹ ਨਹੀਂ ਪਾਏ ਹੋਏ ਸੀ। ਤਾਂ ਇੱਥੋਂ ਸਾਫ਼ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀ ਪਾਰਟੀ ਦੀਆਂ ਰੈਲੀਆਂ ਤੇ ਰੋਕ ਲਾਈ। ਠੀਕ ਹੈ, COVID-19 ਦਾ ਪ੍ਰਸਾਰ ਜ਼ਿਆਦਾ ਹੋ ਰਿਹਾ, ਇਕੱਠਾਂ ਤੇ ਰੋਕ ਲੱਗਣੀ ਚਾਹੀਦੀ ਹੈ, ਪਰ ਜਦੋਂ ਉਹਨਾਂ ਦੇ ਹੀ ਮੰਤਰੀ ਜਾਂ ਉਹਨਾਂ ਦੀ ਪਾਰਟੀ ਦੇ ਨੁਮਾਇੰਦੇ ਜਿਹੜੇ ਉਹ ਧੱਜੀਆਂ ਉਡਾਉਂਦੇ ਨੇ, ਤਾਂ ਉਹਦੇ ਨਾਲ ਸਵਾਲ ਜਿਹੜੇ ਉਹ ਸਾਫ਼ ਤੌਰ ਤੇ ਖੜੇ ਹੋ ਜਾਂਦੇ ਨੇ। ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੂੰ ਇਸ ਬਾਰੇ ਪੁੱਛਿਆ ਗਿਆ, ਤਾਂ ਉਹਨਾਂ ਨੇ ਇਹੀ ਕਿਹਾ ਕਿ ਲੋਕਾਂ ਲਈ ਖੁਸ਼ੀ ਦਾ ਮੌਕਾ ਸੀ, ਇਸ ਕਰਕੇ ਲੋਕ ਜਿਹੜੇ ਉਹ ਵੱਡਾ ਇਕੱਠ ਕਰਕੇ ਆ ਗਏ। ਉਹਨਾਂ ਨੇ ਕਿਹਾ ਇਸ ਤਾਂ ਕੁਰਸੀਆਂ ਵੀ ਨਹੀਂ ਮੰਗਾਈਆਂ ਸੀ, ਪਰ ਉਤਸ਼ਾਹੀ ਇੰਨਾ ਸੀ ਲੋਕਾਂ 'ਚ ਕਿ ਉਹ ਵੱਡੀ ਪੱਧਰ ਤੇ ਆ ਗਏ। ਇਸ ਤੋਂ ਇਲਾਵਾ ਮੁੱਲਾਪੁਰ ਦਾਖਾ ਦੇ SSP ਨਾਲ ਜਦੋਂ ਗੱਲ ਕੀਤੀ ਗਈ, ਜਿਨ੍ਹਾਂ ਦੀ ਕਿ ਜ਼ਿੰਮੇਵਾਰੀ ਹੈ ਕਿ ਲੋਕ COVID-19 ਦੇ ਪ੍ਰੋਟੋਕੋਲ ਜਿਹੜੇ ਉਹ ਨਾ ਤੋੜਨ, ਅਤੇ ਉਹ ਅਕਸਰ ਹੀ ਲੋਕਾਂ ਨੂੰ ਤਾੜਦੇ ਵੀ ਨੇ, ਚਲਾਨ ਵੀ ਕੱਟੇ ਜਾਂਦੇ ਨੇ ਪੁਲਿਸ ਵੱਲੋਂ, ਜਿਹੜੇ ਆਮ ਲੋਕਾਂ ਨੇ ਮਾਸਕ ਜਿਹੜੇ ਉਹ ਨਹੀਂ ਪਾਏ ਹੁੰਦੇ।
ਤਾਂ ਇੱਥੇ ਵੀ ਉਹ ਜਿਹੜੇ ਸੀ ਕੋਵਿਡ ਨਿਯਮਾਂ ਦੀਆਂ ਜਿਹੜੀਆਂ ਧੱਜੀਆਂ ਉੱਡੀਆਂ ਉੱਤੇ ਗੋਲਮੋਲ ਜਵਾਬ ਜਾਂ ਚੁੱਪੀ ਸਾਧਦੇ ਹੋਏ ਪੂਰੀ ਤਰ੍ਹਾਂ ਨਜ਼ਰ ਆਏ। ਕਿਉਂਕਿ ਹੁਣ ਮੀਮ ਵੀ ਪੰਜਾਬ ਦੇ ਵਿੱਚ ਬਣਨ ਲੱਗੇ ਨੇ। ਦੁਕਾਨਦਾਰਾਂ ਨੇ ਕਈਆਂ ਨੇ ਲਿਖ ਕੇ ਲਾਤਾ ਕਿ ਜਦੋਂ ਦੁਕਾਨ 'ਚ ਆਉਣਾ ਹੈ ਤਾਂ ਮਾਸਕ ਪਾ ਕੇ ਆਓ, ਕਿਉਂਕਿ ਤੁਸੀਂ ਸਿਆਸੀ ਲੀਡਰਾਂ ਦੀ ਰੈਲੀ 'ਚ ਨਹੀਂ ਆਏ, ਤੁਸੀਂ ਦੁਕਾਨ 'ਚ ਆਏ ਹੋ, ਇਸ ਕਰਕੇ ਤੁਹਾਡਾ ਮਾਸਕ ਪਾਉਣਾ ਜਿਹੜਾ ਉਹ ਲਾਜ਼ਮੀ ਹੈਗਾ ਜੀ। ਤੇ ਇਸ ਤੋਂ ਇਲਾਵਾ ਜੇ ਕਾਰ 'ਚ ਬੈਠੇ ਹੋ ਤਾਂ ਕਾਰ 'ਚ ਮਾਸਕ ਪਾਓ, ਕਿਉਂਕਿ ਤੁਸੀਂ ਕਾਰ 'ਚੋਂ ਸਰਕਾਰ 'ਚ ਨਹੀਂ ਹੈਗੇ, ਇਸ ਕਰਕੇ ਤੁਹਾਡਾ ਮਾਸਕ ਪਾਉਣਾ ਜਿਹੜਾ ਲਾਜ਼ਮੀ ਹੈਗਾ। ਤਾਂ ਕਈ ਪ੍ਰਕਾਰ ਦੇ ਮੀਮ ਵੀ ਜਿਹੜੇ ਬਣ ਰਹੇ ਨੇ, ਪਰ ਕੈਬਨਿਟ ਮੰਤਰੀ ਦੀ ਮੌਜੂਦਗੀ ਦੇ ਵਿੱਚ ਇੰਨਾ ਵੱਡਾ ਇਕੱਠ ਹੋਣਾ ਜਿਹੜਾ ਉਹ ਜ਼ਰੂਰ ਸਵਾਲ ਖੜੇ ਕਰਦਾ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਬੇਸ਼ੱਕ ਸਹੀ ਸਟੈਪ ਚੁੱਕਿਆ, ਸਿਆਸੀ ਰੈਲੀਆਂ ਤੇ ਰੋਕ ਲਾਈ, ਪਰ ਉਹਨਾਂ ਦੇ ਮੰਤਰੀਆਂ ਨੂੰ ਤੇ ਉਹਨਾਂ ਦੀ ਪਾਰਟੀ ਨੂੰ ਵੀ ਜਿਹੜਾ ਧਿਆਨ ਰੱਖਣਾ ਚਾਹੀਦਾ ਕਿ ਜੇ ਕਿਤੇ ਨੀਂਹ ਪੱਥਰ ਰੱਖਣ ਜਾਣਾ ਹੈ ਤੇ ਸਭ ਤੋਂ ਪਹਿਲਾਂ ਤਾਂ ਉਹ ਵਰਚੁਅਲ ਢੰਗ ਨਾਲ ਰੱਖਿਆ ਜਾਵੇ। ਜੇ ਵਰਚੁਅਲ ਢੰਗ ਨਾਲ ਨਹੀਂ ਵੀ ਰੱਖਣਾ ਤਾਂ 5-7 ਬੰਦੇ ਜਿਹੜੇ ਉਹ ਹੋਣੇ ਚਾਹੀਦੇ ਨੇ, ਅਧਿਕਾਰੀ, ਚੇਅਰਮੈਨ ਤੇ ਮੰਤਰੀ। ਇਸ ਤੋਂ ਇਲਾਵਾ ਜਿਹੜੇ ਉਹ ਐਡਾ ਵੱਡਾ ਇਕੱਠ ਕਰਨਾ, ਉਹ ਸਾਫ਼ ਹੈ ਕਿ ਵਿਧਾਨ ਸਭਾ ਚੋਣਾਂ ਵੀ ਨੇੜੇ ਨੇ ਤੇ ਆਨੇ ਬਾਨੇ ਲੋਕਾਂ ਦਾ ਉਤਸ਼ਾਹ ਦਿਖਾ ਕੇ ਜਿਹੜੇ ਇਕੱਠ ਕੀਤੇ ਜਾ ਰਹੇ ਨੇ, ਜਿਹੜੇ ਕਿ ਮੰਦਭਾਗੇ ਨੇ। ਇਹਦੇ ਤੇ ਵੀ ਸਿਆਸਤ ਹੁਣ ਪੰਜਾਬ ਦੇ ਵਿੱਚ ਜਿਹੜੀ ਸ਼ੁਰੂ ਹੋ ਗਈ ਹੈ, ਜਿਹਦੇ ਤੇ ਵਿਰੋਧੀ ਧਿਰਾਂ ਇਹੀ ਕਹਿ ਰਹੀਆਂ ਕਿ ਮੁੱਖ ਮੰਤਰੀ ਸਾਹਿਬ ਵਿਰੋਧੀ ਧਿਰਾਂ ਦੀ ਆਵਾਜ਼ ਬੰਦ ਕਰਾਉਣ ਦੇ ਲਈ ਜਿਹੜੀ ਐਸੀਆਂ ਪਾਬੰਦੀਆਂ ਪੰਜਾਬ ਦੇ ਵਿੱਚ ਲਗਾ ਰਹੇ ਨੇ। ਬਿਲਕੁਲ ਅਰਸ਼ਦੀਪ, ਆਪਣੀਆਂ ਖਬਰਾਂ ਤੋਂ ਪਹਿਲਾਂ ਕਬੀਰ ਨੇ ਬੜਾ ਵੱਡਾ ਕੁਐਸਚਨ ਰੇਜ਼ ਕੀਤਾ ਸੀਗਾ, ਸੁਝਾਅ ਵੀ ਦਿੱਤੇ ਸੀਗੇ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਕਿਉਂਕਿ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਵੀ ਸਵਾਲ ਚੁੱਕੇ ਜਿੱਥੇ ਬਾਦਲਾਂ ਤੇ ਚੁੱਕੇ ਆ ਜੀ। ਦੇਖੋ ਜੀ, ਪੰਜਾਬ ਦੇ ਵਿੱਚ ਜੇ ਆਰਥਿਕਤਾ ਦਾ ਬੁਰਾ ਹਾਲ ਹੈਗਾ ਤਾਂ ਆਰਥਿਕਤਾ ਦੇ ਬੁਰੇ ਹਾਲ ਦੇ ਲਈ ਤਾਂ ਸੱਤਾਧਿਰ ਪਾਰਟੀਆਂ ਜਿਹੜੀਆਂ ਨੇ ਉਹ ਜ਼ਿੰਮੇਵਾਰ ਹੋ ਸਕਦੀਆਂ ਨੇ। ਤੇ ਸੱਤਾ ਪੰਜਾਬ ਦੇ ਵਿੱਚ ਜਾਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਅਲਾਇੰਸ ਦੇ ਵਿੱਚ ਸਰਕਾਰ ਰਹੀ ਹੈ ਜਾਂ ਕਾਂਗਰਸ ਪਾਰਟੀ ਦੇ ਹੱਥ 'ਚ ਰਹੀ ਹੈ, ਤਾਂ ਪੰਜਾਬ ਜਿਹੜਾ ਕਿ ਨੰਬਰ 1 ਸੂਬਾ ਸੀ ਇੰਡੀਆ ਦਾ ਤੇ ਸਭ ਤੋਂ ਖੁਸ਼ਹਾਲ ਸੂਬਾ ਵੀ ਮੰਨਿਆ ਜਾਂਦਾ ਸੀ, ਜੀ ਉਸ ਸੂਬੇ ਦੀ ਆਰਥਿਕਤਾ ਅੱਜ ਇੰਨੀ ਮਾੜੀ ਹੋ ਚੁੱਕੀ ਹੈ ਕਿ ਸਰਕਾਰ ਜਿਹੜੀ ਹੈ ਉਹ ਤਨਖਾਹਾਂ ਦੇਣ ਤੋਂ ਵੀ ਮੁਹਤਾਜ ਹੈ। ਜ਼ਿਆਦਾਤਰ ਰਕਮ ਜਿਹੜੀ ਉਹ ਤਨਖਾਹਾਂ, ਪੈਨਸ਼ਨਾਂ ਤੇ ਕਰਜ਼ੇ ਦੀਆਂ ਕਿਸ਼ਤਾਂ ਮੋੜਨ ਦੇ ਵਿੱਚ ਚਲੀ ਜਾਂਦੀ ਹੈ। ਤੇ ਇਹਦੇ ਲਈ ਜ਼ਿੰਮੇਵਾਰੀ ਤਾਂ ਜਿਹੜੀ ਉਹਨਾਂ ਦੀ ਵੀ ਤੈਅ ਹੁੰਦੀ ਹੈਗੀ। ਕੁਐਸਚਨ ਜਿਹੜੇ ਉਹਨਾਂ ਤੋਂ ਹੀ ਪੁੱਛੇ ਜਾ ਸਕਦੇ ਨੇ ਕਿ ਐਸੀ ਆਰਥਿਕ ਹਾਲਤ ਜਿਹੜੀ ਉਹ ਪੰਜਾਬ ਦੀ ਕਿਉਂ ਬਣੀ। ਇਸ ਤੋਂ ਇਲਾਵਾ ਉਹਨਾਂ ਨੇ ਜੇ ਪੰਜਾਬ ਦੇ ਆਰਥਿਕ ਸੋਮਿਆਂ ਦੀ ਗੱਲ ਕੀਤੀ, ਨਾਲੋਂ ਨਾਲ ਹਸਪੀਟਲ, ਐਜੂਕੇਸ਼ਨ ਸਿਸਟਮ ਦੀ ਗੱਲ ਕੀਤੀ, ਤਾਂ ਉਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਪੰਜਾਬ ਦੇ ਵਿੱਚ ਹੈਲਥ ਕੇਅਰ ਸਿਸਟਮ ਦਾ ਵੀ ਬੁਰਾ ਹਾਲ ਹੈ। ਇਸ ਤੋਂ ਇਲਾਵਾ ਸਰਕਾਰੀ ਐਜੂਕੇਸ਼ਨ ਸਿਸਟਮ ਦਾ ਵੀ ਬੁਰਾ ਹਾਲ ਹੈ, ਕਿਉਂਕਿ ਜੇ ਐਜੂਕੇਸ਼ਨ ਸਿਸਟਮ ਸਰਕਾਰੀ ਵਧੀਆ ਹੁੰਦਾ ਤਾਂ ਸਰਕਾਰੀ ਮਾਸਟਰਾਂ ਦੇ ਬੱਚੇ ਤਾਂ ਕਮ ਸੇ ਕਮ ਸਕੂਲਾਂ ਦੇ ਵਿੱਚ ਪੜ੍ਹਦੇ, ਸਿਆਸਤਦਾਨਾਂ ਦੇ ਬੱਚੇ ਤਾਂ ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਪਰ ਉਹ ਨਹੀਂ ਪੜ੍ਹਦੇ, ਉਹ ਕਨਵੈਂਟ ਸਕੂਲਾਂ 'ਚ ਪੜ੍ਹਦੇ ਜਾਂ ਬੋਰਡਿੰਗ ਸਕੂਲਾਂ ਦੇ ਵਿੱਚ ਪੜ੍ਹਦੇ ਨੇ। ਤਾਂ ਉੱਥੋਂ ਸਾਫ਼ ਹੈ ਕਿ ਸਰਕਾਰੀ ਸਿੱਖਿਆ ਦੇ ਵਿੱਚ ਸੁਧਾਰ ਦੀ ਲੋੜ ਹੈ, ਹੈਲਥ ਕੇਅਰ ਦੇ ਵਿੱਚ ਸੁਧਾਰ ਦੀ ਲੋੜ ਹੈ, ਤੇ ਇਹ ਸੁਧਾਰ ਜਿਹੜੇ ਉਹ ਨਹੀਂ ਹੋਏ। ਇਹਦੇ ਲਈ ਸਾਰੀਆਂ ਹੀ ਧਿਰਾਂ ਜਿਹੜੀਆਂ ਉਹ ਜ਼ਿੰਮੇਵਾਰ ਨੇ ਜਿਹੜੀਆਂ ਸੱਤਾ ਦੇ ਵਿੱਚ ਰਹੀਆਂ ਨੇ। ਪਰ ਇਹ ਸੱਤਾ ਤਬਦੀਲੀ ਕਿਸ ਤਰ੍ਹਾਂ ਹੋ ਸਕਦੀ ਹੈਗੀ, ਜਾਂ ਕੋਈ ਧਿਰ ਜਿਹੜੀ ਪੰਜਾਬ 'ਚ ਖੇਤਰੀ ਉੱਭਰ ਸਕਦੀ ਹੈਗੀ, ਜਾਂ ਇਹਨਾਂ ਪਾਰਟੀਆਂ ਤੋਂ ਸੁਧਾਰ ਕਿਸ ਤਰ੍ਹਾਂ ਕਰਵਾਏ ਜਾ ਸਕਦੇ ਨੇ, ਉਹ ਜਿਹੜਾ ਉਹ ਲੋਕਾਂ ਤੇ ਡਿਪੈਂਡ ਕਰਦਾ ਹੈ। ਕਿਉਂਕਿ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਨੇ, ਜਿਹਨੂੰ ਲੋਕ ਵੋਟ ਪਾਉਣਗੇ ਉਹਨੇ ਸੱਤਾ ਦੇ ਵਿੱਚ ਆਉਣਾਗਾ। ਤੇ ਇਸ ਕਰਕੇ ਲੋਕਾਂ ਦੀ ਜਾਗਰੂਕਤਾ ਦੀ ਘੜੀ ਵੀ ਇਹ, ਕਿਉਂਕਿ ਕਿਸਾਨ ਅੰਦੋਲਨ ਦੇ ਨਾਲ ਲੋਕ ਜਿਹੜੇ ਉਹ ਕਾਫੀ ਹੱਦ ਤੱਕ ਜਾਗਰੂਕ ਵੀ ਹੋਏ ਨੇ, ਖਾਸ ਕਰਕੇ ਨੌਜਵਾਨ ਸਾਡੇ ਜਿਹੜੇ ਨੇ ਉਹ ਸਿਆਸੀ ਤੌਰ ਤੇ ਅਵੇਅਰ ਹੋਣ ਲੱਗੇ ਨੇ। ਇਸ ਤੋਂ ਇੱਕ ਗੱਲ ਤਾਂ ਸਾਫ਼ ਹੈ ਕਿ ਇਸ ਵਾਰ ਵਿਧਾਨ ਸਭਾ ਚੋਣਾਂ 'ਚ ਸਿਆਸਤਦਾਨਾਂ ਨੂੰ ਸਵਾਲ ਜਿਹੜੇ ਨੇ ਉਹ ਜ਼ਰੂਰ ਚੋਣ ਰੈਲੀਆਂ ਦੌਰਾਨ ਤੇ ਪ੍ਰੈਸ ਕਾਨਫਰੰਸਾਂ ਦੌਰਾਨ ਨੌਜਵਾਨ ਵੀ ਜਿਹੜੇ ਉਹ ਵੱਧ ਚੜ ਕੇ ਪੁੱਛਣਗੇ। ਇਸ ਕਰਕੇ ਪੰਜਾਬ ਦੀ 2022 ਦੀ ਚੋਣ ਅਹਿਮ ਲੱਗਦੀ ਹੈ ਤੇ ਉਹਦੇ ਤੋਂ ਜੇ ਸਿਆਸੀ ਸਮੀਕਰਨ ਬਦਲੇ ਤਾਂ ਉਮੀਦ ਹੈ ਕਿ ਪੰਜਾਬ ਦੀ ਕਿਸਮਤ ਵੀ ਜਿਹੜੀ ਸ਼ਾਇਦ ਉਹ ਬਦਲ ਸਕਦੀ ਹੈ। ਬਿਲਕੁਲ ਜੀ, ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ, 3331 ਸਵਾਗਤ ਹੈ ਵੀਰ ਜੀ। ਹਾਂ ਵੀਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਅਰਸ਼ਦੀਪ ਨੇ ਬੜਾ ਨਾ ਸੋਹਣਾ ਐਕਸਪਲੇਨ ਕਰ ਰਿਹਾ ਜੀ। ਤੇ ਉਹ ਦੇਖੋ, ਆਪਣੇ ਪਹਿਲੀ ਗੱਲ ਤੁਸੀਂ ਕਰਦੇ ਸੀ ਆਪਣੇ ਨਾ ਹਾਈ ਕੋਰਟ ਨੇ ਉਹ ਆਪਣੇ ਜਿਹੜੀ ਆਪਣੇ ਬਣਾਈ ਸੀ ਇਹਨਾਂ ਨੇ ਕਮੇਟੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਜੀ ਤੇ ਉਹਨੂੰ ਰੱਦ ਕੀਤਾ। ਦੇਖੋ, ਪਹਿਲੇ ਦਿਨ ਤੋਂ ਇਹਨਾਂ ਦਾ ਵਿਜੇ ਪ੍ਰਤਾਪ ਸਿੰਘ ਇੱਕ ਜਿਹੜਾ ਬਹੁਤ ਇਮਾਨਦਾਰ ਅਫੀਸਰ ਆ, ਉਹਨੂੰ ਕੱਢਣ ਤੇ ਇਹਨਾਂ ਦਾ ਜ਼ੋਰ ਸੀਗਾ ਜੀ। ਇਹ ਉਹੀ ਅਫੀਸਰ ਆ ਜਿਹਨੇ ਆਪਣੇ ਅੰਮ੍ਰਿਤਸਰ ਕਿਡਨੀਆਂ ਦਾ ਆਪਣੇ ਨਾ ਜਿਹੜੇ ਹੁੰਦਾ ਸੀ ਆਪਣੇ ਕੰਮ ਤੇ ਉਹ ਕਿਡਨੀਆਂ ਵੇਚਦੇ ਸੀ, ਉਹ ਇਹਨਾਂ ਨੇ ਆਪਣੇ ਹਨਾ ਕੀਤਾ ਸੀ ਆਪਣੇ ਯਾਰ ਜੀ। ਤੇ ਦੂਸਰਾ ਵੀਰੇ ਦੇਖੋ, ਦੋ ਗਵਾਹ ਜਿਹੜੇ ਆ, ਇੱਕ ਤੇ ਦੁਕਾਨਦਾਰ ਸੀ ਸਾਹਮਣੇ ਸਵਰਨ ਸਿੰਘ, ਪਤਾ ਨਹੀਂ ਕੀ ਨਾਮ, ਸੌਰੀ ਉਹਨਾਂ ਦਾ ਸੀ, ਜਿੱਥੋਂ ਗੁਰੂ ਗ੍ਰੰਥ ਸਾਹਿਬ ਚੱਕਿਆ ਸੀ ਉਹ ਵੀ ਖਤਮ ਕੀਤਾ ਗਿਆ। ਇੱਕ ਦੂਸਰਾ ਵੀ ਆਪਣੇ ਗਵਾਹ ਸੀ ਜਿਹੜਾ ਮੋਗੇ ਦੇ ਲਾਗਿਓਂ ਤੇ ਉਹ ਇੱਥੋਂ ਦੌੜਿਆ ਵੀ ਹੋਇਆ ਸੀ, ਉਹ ਵੀ ਖਤਮ ਹੋ ਗਿਆ ਜੀ। ਦੇਖੋ, ਇੱਕ ਵਿਜੇ ਪ੍ਰਤਾਪ ਸਿੰਘ ਇੱਕ ਇਮਾਨਦਾਰ ਆਦਮੀ ਨੂੰ ਇਹਨਾਂ ਨੇ ਹੁਣ ਵੀ ਇੱਕ ਪੁਲਿਸ ਦੇ ਅਫੀਸਰ ਨੇ ਹੀ ਆਪਣੇ ਹਾਈ ਕੋਰਟ 'ਚ ਕੇਸ ਕੀਤਾ ਸੀ ਵੀ ਇਹ ਜਿਹੜੀ ਬੰਦ ਹੋਣੀ ਚਾਹੀਦੀ ਜਿਹੜੀ ਬਣਾਈ ਆ ਵਿਜੇ ਪ੍ਰਤਾਪ ਸਿੰਘ ਦੇ ਅੰਡਰ ਹੈ ਜੀ।
ਉਹਦੇ ਵਿਰੁੱਧ ਪੰਜਾਬ ਸਰਕਾਰ ਨੇ ਇੱਕ ਵੀ ਚੰਗਾ ਵਕੀਲ ਜਾ ਕੇ ਕੋਰਟ ਵਿੱਚ ਪੇਸ਼ ਨਹੀਂ ਕੀਤਾ ਵੀ ਜਿਹੜਾ ਪੱਖ ਆਪਦਾ ਪੂਰ ਸਕੇ ਜੀ। ਤਾਂ ਉਹਦੇ ਸੁਪਰੀਮ ਕੋਰਟ ਨੇ ਸੌਰੀ ਭਾਜੀ ਸੁਪਰੀਮ ਕੋਰਟ ਨੇ ਤਾਂ ਹਾਈ ਕੋਰਟ ਨੇ ਤਾਂ ਫੈਸਲਾ ਦੇਣੇ ਸੀ, ਕਿਉਂਕਿ ਤੁਸੀਂ ਉਹਦਾ ਪੈਰਵਾਈ ਨਹੀਂ ਕਰ ਸਕਦੇ ਪੰਜਾਬ ਗੌਰਮੈਂਟ ਵੱਲੋਂ, ਤੇ ਫਿਰ ਉਹਨਾਂ ਦੇ ਪੱਖ ਤੋਂ ਜਾਣਾ ਸੀ। ਇੱਕ ਪੁਲਿਸ ਅੱਧੇ ਆਦਮੀ ਨੇ ਕੀਤਾ ਸੀ ਕੇਸ ਜੀ। ਦੂਸਰਾ ਵੀਰੇ ਹਨਾ ਕਿਸਾਨਾਂ ਦੇ ਅੰਦੋਲਨ ਦੀ ਵੀ ਗੱਲ ਕਰਦੇ, ਆਪਣੇ ਆਰਥਿਕਤਾ ਦੀ ਵੀ ਗੱਲ ਕਰਦੇ ਆ। ਜਦੋਂ ਸ਼ਾਂਤਾ ਕੁਮਾਰ ਕਮੇਟੀ ਵੀ ਬਣਾਈ ਸੀ ਆਪਣੇ ਉਹ ਹਿਮਾਚਲ ਵਾਲਾ ਮਿਨਿਸਟਰ ਦੇ ਅੰਡਰ, ਉਦੋਂ ਸ਼ਰੇਆਮ ਇਹ ਆਪਣੇ ਜਿਹੜੇ ਪੰਜਾਬ ਦੇ ਵੀ ਆ ਹੋਰ ਵੀ ਇਹਨਾਂ ਨੇ ਪੂਰਾ ਆਪਣੇ ਨਾ ਕੋਈ ਉਹਦਾ ਆਪਣਾ ਸੰਯੋਗ ਹੀ ਉਹਨੂੰ ਕਮੇਟੀ ਨੂੰ ਦਿੱਤਾ ਬਿੱਲ ਬਣਾਉਣ ਚ। ਇਹਨਾਂ ਨੇ ਖੁਦ ਵੀ ਭਾਜੀ 2003 ਚ APMC ਐਕਟ ਲਿਆਂਦਾ ਹੋਇਆ ਵਾ ਜੀ, ਬਾਦਲ ਗੌਰਮੈਂਟ ਦੇ ਸਰਕਾਰ ਦੇ ਟਾਈਮ ਤੇ ਵੀ ਲਿਆਂਦੇ ਪੰਜਾਬ ਲੈਵਲ ਤੇ 205/6 ਤੇ ਨਾ ਰਿਲਾਇੰਸ ਨੂੰ ਪੈਟਰੋਲ ਪੰਪ ਤੋਂ ਬਾਅਦ ਖੇਤੀਬਾੜੀ ਚ ਲੈ ਆਂਦਾ ਸੀ। ਇਹ ਖੁਦ ਜਾ ਕੇ ਬੰਬੇ ਮਨਪ੍ਰੀਤ ਹੋਰ ਵੀ ਜਾ ਕੇ ਉਹਨਾਂ ਨੂੰ ਇਨਵਾਈਟ ਕਰਦੇ ਰਹੇ। ਅੱਜ ਉਹ ਕਿਸਾਨ ਜੇ ਉੱਥੇ ਬਿਠਾਏ ਹੋਏ ਆ, ਉਹਨਾਂ ਦੀ ਜ਼ਿੰਮੇਵਾਰੀ ਇਹਨਾਂ ਦੀ ਆ ਸਾਰੀ। ਜੇ ਸੈਂਟਰ ਗੌਰਮੈਂਟ ਦੀ BJP ਦੀ ਆ, ਉਹਦੇ ਬਰਾਬਰ ਦੇ ਭਾਗੀਵਾਨ ਇਹ ਜਿਹੜੇ ਆ ਨਾ ਅਕਾਲੀ ਆ ਤੇ ਦੂਸਰੇ ਆ ਆਪਣੇ ਕਾਂਗਰਸ ਵਾਲੇ ਆ ਜੀ। ਹੁਣ ਦੇਖੋ ਜੀ ਜਦੋਂ ਆਪਣੇ ਬਾਦਲ ਸਰਕਾਰ ਗਈ ਆ 31,000 ਆਪਣੇ ਜੋ ਕ੍ਰੈਡਿਟ ਲਿਮਟ ਸੀਗੀ, ਕੈਸ਼ ਕ੍ਰੈਡਿਟ ਲਿਮਟ ਫਸਲਾਂ ਖਰੀਦਣ ਦੀ, ਉਹ ਇਹਨਾਂ ਨੇ ਫਰਾਡ ਸੀਗਾ ਇਹਨਾਂ ਦਾ ਸ਼ਰੇਆਮ। ਤੇ ਇਹਨਾਂ ਨੇ ਜਾ ਕੇ ਸੈਂਟਰ ਨੂੰ ਮਜਬੂਰ ਕਰਕੇ ਉਹ ਆਪਣੇ ਬਦਲਾਤੀ ਲੋਨ ਚ। ਪਹਿਲਾਂ ਵੀ ਜਿਹੜਾ ਲੋਨ 36,000 ਜਿਹੜਾ ਆਪਣੇ ਡਿਫੈਂਸ ਵਾਸਤੇ ਸੀਗਾ, ਇਹਨਾਂ ਨੇ ਸੱਦਿਆ ਆਪਣੇ ਜੋ ਖਾੜਕੂਵਾਲ ਸੀ, ਉਹ ਵੀ ਆਪਣੇ ਕਰਜ਼ਾ ਜੇ ਅੱਜ 3 ਲੱਖ ਕਰੋੜ ਦੇ ਸਿਰ ਹੈ ਨਾ ਪੰਜਾਬ ਦੇ ਕਰਜ਼ਾ ਆਰਥਿਕਤਾ ਤਬਾਹ ਕੀਤੀ ਆ। ਉਹ ਇਹਨਾਂ ਨੇ ਇਹਨਾਂ ਦੀਆਂ ਜ਼ਿੰਮੇਵਾਰੀਆਂ ਵਾ ਆਪਣੇ ਪੰਜਾਬ ਸਰਕਾਰ ਦੀਆਂ ਜਾਂ ਸੈਂਟਰ ਦੀਆਂ ਨਲੈਕੀਆਂ ਵਾ ਜੀ ਬਿਲਕੁਲ। ਅੱਜ ਕਿਸਾਨ ਵੀ ਉੱਥੇ ਬੈਠੇ ਆ ਵੀਰੇ, ਉਹ ਕੋਈ ਵੱਡੀ ਇੰਡੀਆ ਵਾਸਤੇ ਵੀ ਨਾ ਕੋਈ ਵੱਡੀ ਨਹੀਂ ਕਿ 17 ਲੱਖ ਕਰੋੜ ਚ ਹੈ ਨਾ ਸਾਰੇ ਕੰਟਰੀ ਦੀ ਫਸਲ ਖਰੀਦ ਸਕਦੇ ਆ। ਔਰ ਪੰਜਾਬ ਤੇ ਹਰਿਆਣੇ ਦੀ ਟੋਟਲ ਕਿੰਨੀ ਕਾ 90,000 ਆਪਣੇ ਕਰੋੜ ਆਪਣੇ ਫਸਲ ਚੱਕਣ ਦਾ, ਕਣਕ ਝੋਨਾ 2 ਸਟੇਟਾਂ ਦਾ। 90 ਚੋਂ 40 ਨਾ 50 ਪੰਜਾਬ ਦੇ ਹੋਊਗਾ, 45,000 ਕਰੋੜ ਤੇ ਤਿਆਰ ਨਹੀਂ ਕਰ ਸਕਦੇ। ਤੇ ਇਹ ਖੁਦ ਇਹਨਾਂ ਦੀਆਂ ਨਲੈਕੀਆਂ ਆਪਦੀਆਂ ਜਿਹੜੀਆਂ ਹਰਸ਼ਦੀਪ ਦੂਸਰੇ ਵੀਰ ਵੀ ਬੜੇ ਨਾ ਦੱਸਦੇ ਡਿਟੇਲ ਚ, ਇਹਦੀਆਂ ਨਲੈਕੀਆਂ ਇੱਕ ਦੇ ਸਰ ਨਹੀਂ ਆਪਾਂ ਭੰਨ ਸਕਦੇ। ਇਹਨਾਂ ਦੀਆਂ ਨਲੈਕੀਆਂ ਖੁਦ ਸਰਕਾਰਾਂ ਦੀਆਂ ਵਾ। ਇਹ ਇਹਨਾਂ ਉੱਤਰ ਕਾਟੋ ਚਾਰ ਕਾਟੋ ਉਹ ਹੈ ਨਾ ਇਹਨਾਂ ਨੇ ਟਰਮ ਬਣਾਈ ਹੋਈ ਆ। ਹਨ ਵੀ ਇਹਨਾਂ ਨੇ ਜੇ ਸੁਪਰੀਮ ਕੋਰਟ ਚ ਜਾਣਾ ਵੀ ਆ ਨਾ ਪੰਜਾਬ ਸਰਕਾਰ ਨੇ, ਇਹਨਾਂ ਨੇ ਸਿਰਫ ਇਲੈਕਸ਼ਨ ਲਟਕਾਉਣੇ ਆ ਵੀ ਇਲੈਕਸ਼ਨਾਂ ਤਾਂ ਅਸੀਂ ਕਹਿ ਸਕੀਏ ਵੀ ਉਹ ਸਾਡਾ ਤਾਂ ਕੇਸ ਚੱਲਦਾ ਵਾ। ਇਹ ਲੋਕਾਂ ਨੂੰ ਮੂਰਖ ਬਣਾ ਰਿਹਾ ਵੀਰ ਜੀ। ਸਤਿ ਸ੍ਰੀ ਅਕਾਲ ਵੀਰੇ, ਕੋਈ ਗਲਤ ਹੋ ਮਾਫ। ਧੰਨਵਾਦ। ਬੜੇ ਵਧੀਆ ਵਿਚਾਰ ਦਿੱਤੇ ਆ ਜੀ ਤੁਸੀਂ, ਜਿਹੜੀ ਗੱਲ ਸਹੀ ਆ ਤੁਹਾਡੀ। ਇਸੇ ਨਾਲ ਹੀ ਜਿਹੜਾ ਅਰਸ਼ਦੀਪ ਸਤੀਸ਼ ਕੌਲ ਨਹੀਂ ਰਹੇ ਜੀ ਵੀਕਐਂਡ ਦੇ, ਉਹ ਚਲੇ ਗਏ। ਬੜੀ ਔਖਾ ਸਮਾਂ ਦੇਖਿਆ ਜੀ ਉਹਨਾਂ ਨੇ। ਐਡਾ ਸੁਪਰਸਟਾਰ ਰਹੇ, ਪਹਿਲਾਂ ਉਹਨਾਂ ਨੂੰ ਪੰਜਾਬੀ ਫਿਲਮਾਂ ਦਾ ਅਮਿਤਾਭ ਬੱਚਨ ਕਿਹਾ ਜਾਂਦਾ ਸੀ। ਦੇਖੋ ਜੀ ਸਤੀਸ਼ ਕੌਲ ਜਿਹੜੇ ਨੇ ਉਹ ਕਾਫੀ ਅੱਛੇ ਅਦਾਕਾਰ ਰਹੇ ਨੇ, ਕਾਫੀ ਚੰਗੇ ਕਿਰਦਾਰ ਜਿਹੜੇ ਉਹਨਾਂ ਨੇ ਪੰਜਾਬੀ ਫਿਲਮਾਂ ਦੇ ਵਿੱਚ ਨਿਭਾਏ ਨੇ। ਤੇ ਉਹਨਾਂ ਦੀ ਮੌਤ ਹੋ ਗਈ ਕਿਉਂਕਿ ਉਹ ਕਾਫੀ ਲੰਮੇ ਅਰਸੇ ਤੋਂ ਬਿਮਾਰ ਚੱਲ ਰਹੇ ਸੀ। ਬਿਮਾਰ ਚੱਲਣ ਦੇ ਨਾਲ ਨਾਲ ਆਰਥਿਕ ਤੌਰ ਤੇ ਵੀ ਕਾਫੀ ਜ਼ਿਆਦਾ ਕਮਜ਼ੋਰ ਚੱਲ ਰਹੇ ਸੀਗੇ। ਤੇ ਇਸੇ ਦੌਰਾਨ ਹੀ ਜਿਹੜੇ ਸਰਬੱਤ ਦਾ ਭਲਾ ਟਰੱਸਟ ਦੇ SP ਸਿੰਘ ਉਬਰਾਏ ਸਾਹਿਬ ਨੇ, ਉਹਨਾਂ ਵੱਲੋਂ ਉਹਨਾਂ ਦਾ ਇਲਾਜ ਦਾ ਖਰਚਾ ਵੀ ਚੁੱਕਿਆ ਗਿਆ ਤੇ ਉਹਨਾਂ ਨੂੰ ਪੈਨਸ਼ਨ ਵੀ ਉਹਨਾਂ ਨੇ ਸ਼ਾਇਦ 10,000 ਰੁਪਏ ਪ੍ਰਤੀ ਮਹੀਨਾ ਜਿਹੜੀ ਉਹ ਲਗਾਈ ਹੋਈ ਸੀ। ਇਸ ਕਰਕੇ ਉਹਨਾਂ ਨੇ ਕਾਫੀ ਤੰਗੀਆਂ ਤਰੁਸ਼ਟੀਆਂ ਜਿਹੜੀਆਂ ਉਹ ਆਖਰੀ ਸਮੇਂ ਦੇ ਵਿੱਚ ਦੇਖੀਆਂ ਨੇ। ਅਦਾਕਾਰ ਰਹੇ ਨੇ ਪੰਜਾਬੀ ਫਿਲਮਾਂ ਦੇ ਤੇ ਉਹਨਾਂ ਦੀ ਮੌਤ ਜਿਹੜੀ ਉਹ ਹੋ ਚੁੱਕੀ ਹੈ ਜੀ ਪਿਛਲੇ ਦਿਨ। ਬਿਲਕੁਲ ਜੀ। ਤੇ ਆਪਾਂ ਚੱਲਦੇ ਜਿਹੜੀ ਅਗਲੀ ਖਬਰ, ਥੋੜਾ ਕ੍ਰਿਕਟ ਤੇ ਵੀ ਚਾਨਣਾ ਪਾ ਦਿਓ ਜੀ। ਦੇਖੋ ਜੀ ਕ੍ਰਿਕਟ ਦੇ ਵਿੱਚ ਅੱਜ ਕਾਫੀ ਅਹਿਮ ਮੈਚ ਹੈ ਕਿਉਂਕਿ ਪੰਜਾਬ ਕਿੰਗਸ ਤੇ ਜਿਹੜਾ ਰਾਜਸਥਾਨ ਰਾਇਲਸ ਦੇ ਦਰਮਿਆਨ ਮੈਚ ਹੈ, ਜਿਹਦੇ ਚ ਰਾਜਸਥਾਨ ਰਾਇਲਸ ਨੇ ਟਾਸ ਜਿੱਤ ਕੇ ਜਿਹੜਾ ਪਹਿਲਾਂ ਫੀਲਡਿੰਗ ਦਾ ਫੈਸਲਾ ਲਿਆਗਾ। ਇਸ ਦੌਰਾਨ ਹੀ ਮਯੰਕ ਅਗਰਵਾਲ ਤੇ KL ਰਾਹੁਲ ਵੱਲੋਂ ਜਿਹੜੀ ਓਪਨਿੰਗ ਦੀ ਕਮਾਨ ਸੰਭਾਲੀ ਗਈ ਸੀ। KL ਰਾਹੁਲ ਦਾ ਜਿਹੜੇ ਕਰੀਬ ਸੀ ਉਹ ਡਟੇ ਹੋਏ ਨੇ, ਜਿਨ੍ਹਾਂ ਨੇ 13 ਬਾਲਾਂ ਦੇ ਵਿੱਚ ਕਰੀਬ 15 ਰਨ ਦਾ ਸਕੋਰ ਜਿਹੜਾ ਉਹ ਬਣਾ ਲਿਆਗਾ। ਪਰ ਮਯੰਕ ਅਗਰਵਾਲ ਜਿਹੜੇ ਨੇ ਉਹ ਆਊਟ ਹੋ ਗਏ ਨੇ ਮਹਿਜ 14 ਰਨ ਦੇ ਸਕੋਰ ਦੇ ਉੱਪਰ। ਤਾਂ ਹੁਣ ਕ੍ਰਿਸ ਗੇਲ ਜਿਹੜੇ ਨੇ ਉਹ ਮੈਦਾਨ ਦੇ ਵਿੱਚ ਆਏ ਨੇ। ਕ੍ਰਿਸ ਗੇਲ ਨੇ 8 ਗੇਂਦਾਂ ਦੇ ਵਿੱਚ 7 ਸਕੋਰ ਬਣਾਏ ਨੇ। ਉਮੀਦ ਹੈ ਕਿਉਂਕਿ ਕ੍ਰਿਸ ਗੇਲ ਜਿਸ ਤਰ੍ਹਾਂ ਦੇ ਵੱਡੇ ਹਿੱਟਰ ਮੰਨੇ ਜਾਂਦੇ ਨੇ ਵਰਲਡ ਦੇ, ਤਾਂ ਉਮੀਦ ਹੈ ਕਿ ਉਹ ਵੱਡੀਆਂ ਹਿੱਟਾਂ ਲਾ ਕੇ ਪੰਜਾਬ ਨੂੰ ਜਿਹੜਾ ਜਿੱਤ ਦੇ ਵੱਲ ਲਿਜਾਣਗੇ। ਕਿਉਂਕਿ ਬੀਤੇ ਦਿਨ ਜਿਹੜਾ ਮੈਚ ਸੀਗਾ ਕੋਲਕਾਤਾ ਨਾਈਟ ਰਾਈਡਰਸ ਤੇ ਸਨਰਾਈਜ਼ ਹੈਦਰਾਬਾਦ ਦੇ ਦਰਮਿਆਨ, ਉਹ ਮੈਚ ਵੀ ਕਾਫੀ ਰੌਚਕ ਜਿਹੜਾ ਰਿਹਾ ਹੈਗਾ, ਜਿਹਦੇ ਵਿੱਚ ਕਾਫੀ ਫਸਵੀਂ ਟੱਕਰ ਦੇ ਵਿੱਚ ਕੋਲਕਾਤਾ ਨਾਈਟ ਰਾਈਡਰਸ ਦੀ ਟੀਮ ਜਿਹੜੀ ਉਹ ਜਿੱਤੀ ਹੈਗੀ। ਕਿਉਂਕਿ ਆਖਰੀ ਸਮੇਂ 'ਚ ਜਿਸ ਤਰ੍ਹਾਂ ਵਿਕਟਾਂ ਸਨਰਾਈਜ਼ ਹੈਦਰਾਬਾਦ ਦੀਆਂ
ਗਿਰੀਆਂ ਨੇ ਅਤੇ ਮਨੀਸ਼ ਪਾਂਡੇ ਹੋਣ ਜਾਂ ਬੇਅਰਸਟੋਨ ਹੋਣ, ਸਾਰਿਆਂ ਵੱਲੋਂ ਜਿਹੜੀਆਂ ਹੈ ਸਲੋ ਥੋੜੀ ਜਿਹੀ ਉਹਨਾਂ ਦੀ ਬੈਟਿੰਗ ਰਹੀ ਹੈ। ਦੂਜੇ ਪਾਸੇ ਕੋਲਕਾਤਾ ਦੀ ਬੋਲਿੰਗ ਜਿਹੜੀ ਹੈ ਉਹ ਬੇਹੱਦ ਵਧੀਆ ਰਹੀ ਹੈ, ਕਿਉਂਕਿ ਬੇਸ਼ੱਕ ਐਂਡਰਿਊ ਰਸਲ ਹੋਣ ਜਾਂ ਕ੍ਰਿਸ਼ਨਾ ਹੋਵੇ, ਕ੍ਰਿਸ਼ਨਾ ਵੱਲੋਂ ਵੀ ਵਧੀਆ ਬੋਲਿੰਗ ਕਰਾਏਗੀ। ਐਂਡਰਿਊ ਰਸਲ ਵੱਲੋਂ ਵੀ ਜਿਹੜੇ ਡੈਥ ਓਵਰ ਹੁੰਦੇ ਨੇ, ਆਖਰੀ ਓਵਰ ਹੈ, ਉਹਨਾਂ ਦੇ ਵਿੱਚ ਵਧੀਆ ਬੋਲਿੰਗ ਜਿਹੜੀ ਉਹ ਕਰਵਾਏਗੀ। ਇਸ ਤੋਂ ਇਲਾਵਾ ਨਿਤਿਸ਼ ਰਾਣਾ ਵੱਲੋਂ ਬਹੁਤ ਬਿਹਤਰੀਨ ਪਾਰੀ ਜਿਹੜੀ ਕੋਲਕਾਤਾ ਦੇ ਲਈ 80 ਰਨਾਂ ਦੇ ਬੀਤੇ ਦਿਨ ਖੇਡੀ ਗਈ। ਤੇ ਅੱਜ ਪੰਜਾਬ ਦੇ ਦਰਮਿਆਨ ਤੇ ਰਾਜਸਥਾਨ ਦੇ ਦਰਮਿਆਨ ਮੈਚ ਹੈਗਾ। ਪੰਜਾਬ ਬੈਟਿੰਗ ਕਰ ਰਿਹਾ ਹੈ, ਇੱਕ ਵਿਕਟ ਜਿਹੜੀ ਡਿੱਗ ਚੁੱਕੀ ਹੈ ਤੇ ਉਮੀਦ ਹੈ ਕਿ KL ਰਾਹੁਲ ਤੇ ਕ੍ਰਿਸ ਗੇਲ ਜਿਹੜੇ ਨੇ ਉਹ ਲੰਬੀ ਪਾਰੀ ਖੇਡ ਕੇ ਜਿਹੜਾ ਪੰਜਾਬ ਨੂੰ ਜਿੱਤ ਦੇ ਵੱਲ ਲਿਜਾਣਗੇ। ਬਿਲਕੁਲ ਜੀ, ਦੇਖੋ ਕੀ ਹੁੰਦਾ, ਨਾਂ ਵੀ ਬਦਲਿਆ ਜੀ, ਪੰਜਾਬ ਕਿੰਗਸ 11 ਦਾ ਨਾਮ ਬਦਲ ਕੇ ਹੁਣ ਕਿੰਗ ਪੰਜਾਬ ਕੀਤਾ ਗਿਆ ਤੇ ਦੇਖਦੇ ਕੀ ਹੁੰਦਾ। ਤੇ ਉਮੀਦ ਕਰਦੇ ਹਾਂ ਤੁਸੀਂ ਜ਼ਰੂਰ ਇਸ ਵਿਸ਼ੇ ਤੇ ਗੱਲਬਾਤ ਕਰੋਗੇ। ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜੀ SIT ਆ ਉਹਨੂੰ ਰੱਦ ਕੀਤਾ ਆ ਤੇ ਕੁੰਵਰ ਵਿਜੇ ਪ੍ਰਤਾਪ ਨੂੰ ਕਹਿੰਦੇ ਜੀ ਜੇ ਇਹਨੂੰ ਰੱਖਣੀ ਵੀ ਹੈ ਤਾਂ ਕੁੰਵਰ ਵਿਜੇ ਪ੍ਰਤਾਪ ਨੂੰ ਬਾਹਰ ਕੱਢ ਸਕਦੇ ਹੋ। ਇਸ ਵਿਸ਼ੇ ਤੇ ਆਪਾਂ ਗੱਲ ਕਰਦੇ ਹਾਂ ਜੇ ਨਿੱਕੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਵਾਹ ਜੀ, ਤੁਹਾਡਾ ਘਰ ਤਾਂ ਬਹੁਤ ਸੋਹਣਾ ਹੈ। ਹੋਵੇ ਇੰਨੀ ਮਿਹਨਤ ਕੀਤੀ ਹੈ ਲੱਭਣ ਚ, ਇੰਨੀਆਂ ਟੱਕਰਾਂ ਮਾਰੀਆਂ ਨੇ। ਹੁਣ ਟੱਕਰਾਂ ਮਾਰਨ ਦੀ ਕੋਈ ਲੋੜ ਨਹੀਂ, ਕਿਉਂਕਿ ਤੁਹਾਡੇ ਲਈ ਮਿਹਨਤ ਕਰਦੇ ਨੇ ਰੀਮੈਕਸ ਰਿਐਲਿਟੀ ਦੇ ਪੰਕਜ ਸਪਰਾ ਜੀ। ਇਹ ਤੁਹਾਡੇ ਸੁਪਨਿਆਂ ਦਾ ਘਰ ਲੱਭਣ ਚ ਤੁਹਾਡੀ ਮਦਦ ਕਰਨਗੇ, ਉਹ ਵੀ ਅਫੋਰਡੇਬਲ ਪ੍ਰਾਈਸਸ ਦੇ ਵਿੱਚ। ਘਰ ਵੇਚਣਾ ਜਾਂ ਖਰੀਦਣਾ ਚਾਹੁੰਦੇ ਹੋ ਤੇ ਅੱਜ ਹੀ ਮਿਲੋ ਰੀਮੈਕਸ ਰਿਐਲਿਟੀ ਸਰਵਿਸ ਇਨਕੋਰਪੋਰੇਸ਼ਨ ਦੇ ਪੰਕਜ ਸਪਰਾ ਨੂੰ। ਕਾਲ 4167222385 416 722 2385। Key to happiness is finding the right home। ਘਰ ਦੀ ਚਾਰ ਦੀਵਾਰੀ, ਸੁਪਨਿਆਂ ਦੀ ਫੁਲਵਾੜੀ, ਅਸੀਂ ਬਣਾਂਗੇ ਤੁਹਾਡੇ ਸੁਪਨਿਆਂ ਦੇ ਹਾਣੀ। ਬੇਸਮੈਂਟ, ਬਾਥਰੂਮ, ਕਿਚਨ, ਘਰ ਦੀ ਹਰ ਤਰ੍ਹਾਂ ਦੀ ਰੈਨੋਵੇਸ਼ਨ ਅਤੇ ਇਲੈਕਟ੍ਰਿਕ ਕੰਮ ਕਰਵਾਉਣ ਦੇ ਲਈ ਸੰਪਰਕ ਕਰੋ ਹਰਦਿਆਲ ਸਿੰਘ ਚੀਤਾ ਦੇ ਨਾਲ 6474098915 647 409 9915। क्यों भाई सुखी, क्यों हो इन्ने दुखी? ਡਾਕਟਰ ਕੀ ਵਾਹ ਜੀ, ਤੁਹਾਡਾ ਘਰ ਤਾਂ ਬਹੁਤ ਸੋਹਣਾ ਹੈ। ਸੋਹਣਾ ਕਿਉਂ ਨਾ ਹੋਵੇ, ਇੰਨੀ ਹੋਰ ਸੁਣਾਓ। ਪਿਛਲੇ 2 ਘੰਟਿਆਂ ਤੋਂ ਫੋਨ ਤੇ ਲੱਗੀ ਆ, ਹੱਲੇ ਵੀ ਹੋਰ ਸੁਣਾਓ ਹੋਰ ਸੁਣਾਓ। ਲੈ ਦੱਸ, ਜਦੋਂ ਓਮਾ ਫੋਨ ਸਰਵਿਸ ਵਾਲੇ ਦੇ ਰਹੇ ਨੇ ਅਨਲਿਮਿਟਿਡ ਕਾਲਸ, ਉਹ ਵੀ 60 ਤੋਂ ਵੱਧ ਦੇਸ਼ਾਂ 'ਚ, ਤੇ ਗੱਲਾਂ ਤਾਂ ਫਿਰ ਲੰਬੀਆਂ ਹੋਣਗੀਆਂ ਹੀ ਨਾ। ਜੀ ਹਾਂ, ਇੰਡੀਆ, UK, USA, ਕੈਨੇਡਾ 60 ਦੇਸ਼ਾਂ 'ਚ ਅਨਲਿਮਿਟਿਡ ਕਾਲ ਓਮਾ ਫੋਨ ਸਰਵਿਸ ਦੇ ਨਾਲ। ਤੁਸੀਂ ਓਮਾ ਐਪ 3 ਸੈੱਲ ਫੋਨਸ 'ਚ ਡਾਊਨਲੋਡ ਕਰ ਸਕਦੇ ਹੋ ਤੇ ਕਰੋ ਇੰਟਰਨੈਸ਼ਨਲ ਕਾਲਸ। ਨਾ ਕੋਈ ਕੰਟਰੈਕਟ, ਨਾ ਕੋਈ ਐਗਰੀਮੈਂਟ ਤੇ ਨਾ ਹੀ ਕੈਂਸਲੇਸ਼ਨ ਚਾਰजेस ਤੇ ਹੋਰ क्रेडिट चेक भी नहीं लगेगा। मंथली चार्जेस $1428 प्लस टैक्स। वन टाइम डिवाइस कॉस्ट $49.99 प्लस टैक्स। ज्यादा जानकारी लई कॉल करो प्रिया जी नू 6476494000 647 649 4000। दोपहर 12 बजे तो शाम 7 बजे तक। ਇਮੀਗ੍ਰੇਸ਼ਨ ਦੇ ਮਸਲਿਆਂ ਨੂੰ ਹਲਕੇ ਵਿੱਚ ਲੈਣਾ ਮਹਿੰਗਾ ਪੈ ਸਕਦਾ ਹੈ, ਪਰ ਸੋਚ ਸਮਝ ਕੇ ਲਿਆ ਹੋਇਆ ਫੈਸਲਾ ਤੁਹਾਡੀ ਜ਼ਿੰਦਗੀ ਨੂੰ ਸਵਾਰ ਸਕਦਾ ਹੈ। ਇਸੇ ਲਈ ਡਿਲਾਈਟ ਇਮੀਗ੍ਰੇਸ਼ਨ ਦੇ ਨਵਜੋਤ। ਕੀ ਗੱਲ ਅੰਕਲ ਜੀ, ਬੜੇ ਪਰੇਸ਼ਾਨ ਹੋ? ਕੀ ਦੱਸਾਂ ਪੁੱਤਰ, ਇੱਕ ਤਾਂ ਤੇਰੀ ਆਂਟੀ ਬਹੁਤ ਬਿਮਾਰ ਰਹਿੰਦੇ ਨੇ, ਕੋਈ ਦਵਾਈ ਅਸਰ ਨਹੀਂ ਕਰਦੀ, ਉੱਤੋਂ ਹੱਲੇ ਤੱਕ ਸੋਨੂ ਦੀ ਸ਼ਾਦੀ ਨਹੀਂ ਹੋਣ ਕਰਕੇ ਨਸ਼ੇ ਵਿੱਚ ਪੈ ਗਿਆ, ਤੇ ਨਿੱਕੀ ਦੇ ਘਰ ਦੇ ਕਲੇਸ਼ ਕਰਕੇ ਵੀ ਮੈਨੂੰ ਤੇ ਸਮਝ ਨਹੀਂ ਆਉਂਦਾ ਕੀ ਕਰਾਂ। ਉਹ ਅੰਕਲ ਜੀ, ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਮਿਲੇਗਾ ਤੁਹਾਨੂੰ ਜੋਤਿਸ਼ ਗੁਰੂ ਬਲਦੇਵ ਸਿੰਘ ਜੀ ਕੋਲ, ਜੋ ਕਿ ਭ੍ਰਿਗੂ ਜੋਤਿਸ਼ ਸੰਸਥਾਨ ਦੁਆਰਾ 7 टाइम गोल्ड मेडल जीत चुके ने। जी हाँ, ज्योतिष गुरु बलदेव सिंह जो महादशा, अंतरदशा, नजर दोष, वास्तु, गंडमूल दोष, घरेलू कलेश, जादू टोना, पति पत्नी दा झगड़ा, तलाक दी नौबत आउणा, सौतन दुश्मन तो छुटकारा, संतान कहने तो बाहर होना, ब्याज देरी, PR ना मिलना, बैंड घट होना, लॉटरी ना लगना, इन्हां सारियां समस्यावां नूं हवन पूजा पाठ द्वारा जड़ों खत्म करदे ने। अज ही कॉल करो 7427047267 742 704 7267। ਕੀ ਤੁਸੀਂ ਓਨਰ ਆਪਰੇਟਰ ਬਣਨਾ ਚਾਹੁੰਦੇ ਹੋ, ਟਰੱਕ ਪਾਉਣ ਬਾਰੇ ਸੋਚ ਰਹੇ ਹੋ ਜਾਂ ਡਰਾਈਵਰੀ ਕਰਨੀ ਹੈ ਤਾਂ ਅੱਜ ਹੀ ਸੰਪਰਕ ਕਰੋ ਰੋਇਲ ਕ੍ਰੋਨ ਐਕਸਪ੍ਰੈਸ ਤੇ ਪ੍ਰੀਤ ਕਾਲੋ ਹੁਰਾਂ ਦੇ ਨਾਲ 6472106000 647 210 6000। ਟਰੱਕਾਂ 'ਚ ਅੱਜ ਕੱਲ ਕੁਝ ਨਹੀਂ ਬਚਦਾ। ਉਹ ਤੂੰ ਇੰਸ਼ੋਰੈਂਸ ਕਟਾ ਲੈ। ਇੰਸ਼ੋਰੈਂਸ ਕਟਾ ਕੇ ਕਿਵੇਂ ਚੱਲੂ? ਉਹ ਕਟਾ ਲੈ ਨਹੀਂ, ਘਟਾ ਲੈ। ਕਿਵੇਂ? ਹਰਜੀਤ ਸਿੰਘ ਢੱਡਾ ਨਾਲ ਗੱਲ ਕਰ, ਉਹ ਮੈਕਸਿਮਮ ਡਿਸਕਾਊਂਟਸ ਲੈ ਕੇ ਦਿੰਦੇ ਆ, ਹਰੇਕ ਬਰੀਕੀ ਨੂੰ ਚੰਗੀ ਤਰ੍ਹਾਂ ਸਮਝਦੇ ਤੇ ਚੰਗੀ ਤਰ੍ਹਾਂ ਸਮਝਾਉਂਦੇ ਆ। ਹਰਜੀਤ ਸਿੰਘ ਢੱਡਾ ਨੈਸ਼ਨਲ ਟਰੱਕ ਲੀਗ ਨਾਲ ਕੰਮ ਕਰਦੇ ਆ ਫੋਨ ਕਰ 647 705 5492 6477055492। ਅੱਛਾ, ਇਹਨੂੰ ਕਹਿੰਦੇ ਇੰਸ਼ੋਰੈਂਸ ਪ੍ਰੀਮੀਅਮ ਕੱਟ ਕਰਨਾ। ਨਾ ਸਿਆਣਾ ਤੇ ਬੜਾ ਹੈ ਤੂੰ। ਬਾਪੂ ਪੈਸੇ ਮਿਲ ਗਏ ਸੀ ਨਾ ਟਾਈਮ ਸਿਰ? ਹਾਂ ਬਿਲਕੁਲ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਹੈ ਜੀ। ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ ਸ਼ੱਬੀ ਜੀ, ਸਵਾਗਤ ਹੈ ਵੀਰ ਜੀ।
ਵੀਰ ਜੀ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਖਾਲਸਾ ਫਤਿਹ ਜੀ। ਵੀਰ ਜੀ 84 ਦਾ ਹੋਇਆ ਸੀ ਅਗਨਾ ਕਾਂਡ। ਸਾਰਿਆਂ ਨੂੰ ਪਤਾ, ਜਿਹਨਾਂ ਲੋਕਾਂ 90 ਤੋਂ ਬਾਅਦ ਹੋਇਆ ਜਨਮ ਉਹਨਾਂ ਨੂੰ ਨਹੀਂ ਪਤਾ ਜੀ। ਤੇ 90 ਤੋਂ ਪਹਿਲਾਂ ਵਾਲੇ ਉਹਨਾਂ ਸਾਰਿਆਂ ਨੇ ਉਹ ਇੰਡੀਆ ਦੇ ਹਾਲਾਤ ਵੇਖੇ ਵੀ ਆ, ਕਈ ਇੱਥੇ ਵੀ ਆ ਗਏ, ਕਈ ਸਾਡੇ ਇੰਡੀਆ 'ਚ ਵੀ ਬੈਠੇ ਭਰਾ ਸਾਡੇ, ਕਈ ਤਾਂ ਵਿਚਾਰੇ ਰਹੇ ਹੀ ਨਹੀਂ ਜੀ। ਜਦੋਂ ਵੀਰ ਜੀ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਤੁਹਾਨੂੰ ਪਤਾ ਹੁਣ ਜਦ ਫੁਲਕਾ ਸਾਹਿਬ ਦੱਸਦੇ ਕਹਿੰਦੇ ਉਹਨਾਂ ਟਾਈਮਾਂ ਵਿੱਚ ਇਹਦੇ ਕੋਲ ਵੈਸਪਾ ਸਕੂਟਰ ਹੁੰਦਾ ਸੀ ਇੱਕ ਜੀ। ਇਹਨੇ ਜਿਹੜੀ ਆਪਣੀ ਵਿਡੋ ਕਲੋਨੀ ਬਣੀ ਆ ਦਿੱਲੀ ਅੰਦਰ, ਇਹਨੇ ਕਹਿੰਦੇ ਉਹਨਾਂ ਦੇ ਸਾਈਨ ਕਰਾ ਕੇ ਉਹਨਾਂ ਬੀਬੀਆਂ ਦੇ, ਤੇ ਇਹਨਾਂ ਨੇ ਸਾਰੇ ਜਿੰਨੇ ਵੀ ਭਗਤ ਦੇ ਨਾਲ ਹੋਣੇ ਸੀ ਉੱਥੇ ਦਾਖਲ ਆਪਣੇ ਕੋਰਟ 'ਚ, ਸਾਰੇ ਇਹਨੇ ਬਰੀ ਕਹਿੰਦੇ ਅੰਡਰਗਰਾਊਂਡ ਕਰਕੇ ਕਰਵਾ ਦਿੱਤੇ ਸੀਗੇ। ਹੈਲੋ ਨਹੀਂ ਵੀਰ, ਇਹਦੇ ਬਾਰੇ ਤਾਂ ਆਪਾਂ ਨੂੰ ਕੋਈ ਪਤਾ ਨਹੀਂਗਾ, ਕਿਉਂਕਿ ਫੂਲਕਾ ਸਾਹਿਬ ਤਾਂ ਹੁਣ ਤੱਕ ਵੀ ਲੜਾਈ ਲੜ ਰਿਹਾ। ਬਾਕੀ ਇਹ ਜ਼ਰੂਰੀ ਨਹੀਂ ਜੇ ਵੈਸਪਾ ਸਕੂਟਰ ਹੁੰਦਾ, ਸੁਪਰੀਮ ਕੋਰਟ ਦਾ ਵਕੀਲ ਆ ਵੀਰ, ਤੇ ਐਡੀ ਜੇ ਉਹਨੇ ਕਾਰ ਲੈ ਲਈ, ਮੈਨੂੰ ਪਤਾ ਤੁਸੀਂ ਕਿਹੜੀ ਗੱਲ ਕਰ ਰਹੇ ਹੋ, ਉਹਨੇ ਮਰਸੀਡੀਜ਼ ਕਾਰ ਲਈ, ਸੁਪਰੀਮ ਕੋਰਟ ਦਾ ਵਕੀਲ ਹੈ ਜੀ, ਉਹ ਕੋਈ ਛੋਟੀ ਮੋਟੀ ਗੱਲ ਨਹੀਂ ਗੀ। ਤੇ ਕਾਰ ਲੈਣੀ ਕੋਈ ਏਡੀ ਵੱਡੀ ਗੱਲ ਨਹੀਂ ਗੀ ਉੱਥੇ ਜੀ। ਜਿਹੜੀ ਜੋ ਸੁਣਨ ਵਿੱਚ ਆਇਆ, ਅਸੀਂ ਕਿਹੜਾ ਦੇਖਿਆ ਉਹਨਾਂ ਨੂੰ, ਸੁਣਨ 'ਚ ਆਇਆ ਸੀ ਵੀ ਇਸ ਬੰਦੇ ਨੇ ਯਾਨੀ ਕਿ ਸਾਰੇ ਜਿਹੜੇ ਕੇਸ ਹੈਗੇ ਨਾ ਉਹ ਡਿਲੇ ਹੌਲੀ ਹੌਲੀ ਕਰਕੇ ਕਰਵਾਤੇ ਨੇ, ਕਿਉਂਕਿ ਬੜੇ ਬੜੇ ਬੰਦਿਆਂ ਨਾਲ ਮਿਲ ਕੇ ਸਾਈਨ ਸੂਨ ਕਰਾ ਲਿਆ। ਆਈ ਡੋਂਟ, ਮੈਂ ਆਪਾਂ ਕਿਹੜਾ ਦੇਖਿਆ ਵਿਚਾਰੇ। ਬਾਕੀ ਵੀਰ ਹੋਰ ਬੜੇ ਆ ਉੱਥੇ, ਜੇ ਇਹਨੇ ਕਰਾਏ ਹੁੰਦੇ ਤਾਂ ਹੁਣ ਲੋਕਾਂ ਨੇ ਜਲੂਸ ਕੱਢ ਦੇਣਾ ਸੀਗਾ। ਅੱਛਾ, ਤੇ ਫਿਰ ਇੱਕ ਨਾਮਧਾਰੀ ਆਇਆ ਸੀ, ਤੁਹਾਨੂੰ ਪਤਾ, ਉਹਨੇ ਬੀਬੀ ਨੂੰ ਦਿੱਤੇ ਸੀ, ਮੈਂ ਕੋਸ਼ਿਸ਼ ਕੀਤੀ ਤੂੰ ਵੀ ਪੈਸੇ ਲੈ ਲਾ, ਤੂੰ ਬੀਬੀ ਨੇ ਜਵਾਬ ਦੇ ਦਿੱਤਾ ਸੀ, ਬੀਬੀ ਜਗਦੀਸ਼ ਕੌਰ ਜੀ ਦਾ ਨਾਂ ਸੀ, ਬਿਲਕੁਲ ਜੀ। ਤਾਂ ਉਹਨੇ ਵੀ ਕਹਿੰਦਾ ਮੈਂ ਪੈਸੇ ਨਹੀਂ ਲੈਣੇ, ਤਾਂ ਮੈਂ ਗਾਈ ਦੇਣੀ ਇਹਦੇ, ਇਹਨੇ ਇੰਨਾ ਘਾਣ ਕਰਾਇਆ ਸਾਡਾ। ਹੁਣ ਅੱਜ ਦੀ ਗੱਲ ਆਪਣੀ ਜਿਹੜੀ ਹੁਣ ਅੱਜ ਦੀ ਹੋ ਰਹੀ ਹੈ, ਪੰਥ ਦੀ ਜਿਹੜੀ ਆਪਣੀ ਗੱਲ ਚੱਲ ਰਹੀ ਹੈ ਵੀ ਬਾਦਲ ਹੋਣਾ ਨੂੰ ਕਲੀਨ ਚਿੱਟ ਮਿਲ ਗਈ, ਉਧਰੋਂ ਉਹਨਾਂ ਨੇ ਕਹਿ ਦਿੱਤਾ ਵੀ ਇਹ ਅਸੀਂ ਮੰਨਦੇ ਹੀ ਨਹੀਂ, ਸੁਪਰੀਮ ਕੋਰਟ ਨੇ ਕਹਿ ਦਿੱਤਾ ਜੀ। ਇਹਦਾ ਵੀ ਜੀ ਕੋਈ ਇੱਕ ਹੱਲ ਆ, ਸਾਰੀ ਸਿੱਖ ਸੰਗਤ ਆਪਣੀ ਸੁਣ ਲਵੇ, ਜੋ ਮੈਂ ਬਾਕੀਆਂ ਦਾ ਨਹੀਂ ਕਹਿੰਦਾ, ਜਿਹੜੇ ਗੁਰੂ ਨੂੰ ਬਹੁਤ ਜ਼ਿਆਦਾ ਅੰਦਰੋਂ ਪ੍ਰੇਮ ਕਰਦੇ ਆ, ਆਪਣੇ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਆ ਜੀ। ਇਲਾਜ ਹੈ ਜੀ ਇਹਦਾ ਹੋਰ ਕੋਈ ਇਲਾਜ ਨਹੀਂ, ਸਿਰਫ ਗੁਰੂ ਸਾਹਿਬ ਅੱਗੇ ਇੱਕ ਸੱਚੀ ਅਰਦਾਸ ਕੀਤੀ ਜਾਵੇ ਵੀ ਮਹਾਰਾਜ ਇਹਨੇ ਤੇਰੇ ਗੁਰੂ ਗ੍ਰੰਥ ਸਾਹਿਬ ਨੂੰ ਅੱਗਾਂ ਲਵਾਈਆਂ ਆ, ਜਿਹੜੇ ਪਰਿਵਾਰ ਨੇ ਏਦਾਂ ਬੇਸ਼ੱਕ ਨਾ ਲੈਣ, ਨਾ ਜ਼ਰੂਰ ਨਹੀਂ ਬਾਦਲ ਕਹਿਣਾ ਬਾਦਲ ਨੇ ਲਵਾਈਆਂ, ਜਿਹੜੇ ਵੀ ਬੰਦੇ ਨੇ ਅੱਗਾਂ ਲਵਾਈਆਂ ਕਹਿ ਕੇ, ਔਰ ਜਿਹਦੇ ਕਹਿਣ ਦੇ ਲੱਗੀਆਂ ਔਰ ਜਿਹਨੇ ਲਾਈਆਂ, ਤੇ ਸੱਚੇ ਪਾਤਸ਼ਾਹ ਜੀਂਦੇ ਜੀ ਸਾਨੂੰ ਦਿਖਾਲਦਾ ਦਿਓ ਉਹਨਾਂ ਦਾ ਹਾਲ। 101% ਹੈ, ਜੇ ਨਾ ਉਹਨਾਂ ਦਾ ਹਾਲ ਉਹੋ ਜਿਹਾ ਹੋ ਗਿਆ ਤਾਂ ਹੁਣ ਇਹ ਧੁੰਮੇ ਵਾਂਗੂ ਥੋੜੋ ਵੀ ਅਰਦਾਸਾਂ ਕਰਾਉਣਗੇ ਜੀ ਇਹਨਾਂ ਨੂੰ ਕਾਮਯਾਬ ਕਰਾਓ। ਹੈਗੇ ਬਹੁਤ ਸਿੱਖ ਕੌਮ ਵਿੱਚ ਸਿੰਘ ਨਾਮ ਜਪਣ ਵਾਲੇ, ਕੋਈ ਸਿੰਘਾਂ ਨੂੰ ਕਹੋ ਵੀ ਅਰਦਾਸ ਕਰੋ। ਇਹ ਅਰਦਾਸ ਨਾ ਲਓ, ਕੋਰਟ ਨੇ ਬਿਲਕੁਲ ਇਨਸਾਫ ਨਹੀਂ ਦੇਣਾ ਜੀ, ਹੁਣ ਤੱਕ ਨਹੀਂ ਦਿੱਤਾ। 84 'ਚ ਆਪਣੇ ਇੰਨੇ ਨੌਜਵਾਨ ਮਾਰੇ ਸ਼ਹੀਦ ਹੋ ਗਏ ਆ, ਉਹਨਾਂ ਦਾ ਕਿਸੇ ਨੇ ਇਨਸਾਫ ਨਹੀਂ ਦਿੱਤਾ। ਤੁਸੀਂ ਸਾਡੇ ਵੱਡਾ ਇੱਕ ਸਿੰਘ ਆ, ਮੈਂ ਨਾਂ ਨਹੀਂ ਜਾਣਦਾ ਯਾਰ, ਪੱਖੋਵਾਲ, ਕਿੰਨੇ ਸਿੰਘਾਂ ਨੂੰ ਇੱਥੇ ਲੈ ਕੇ ਆਇਆ, ਤੁਹਾਡੇ ਇੰਟਰਵਿਊ ਉਹਨੇ ਲਿਆਂਦੀਆਂ ਬੰਦੇ ਨੇ। ਬਿਲਕੁਲ ਜੀ, ਜਿਹੜੇ ਬੰਦੇ ਅੰਨੇ ਆ, ਮੈਂ ਇਹੀ ਕਹੂੰਗਾ, ਮੈਂ ਤਾਂ ਅੰਨੇ ਕਹੂੰਗਾ, ਜਿਹੜੇ ਕਹਿੰਦੇ ਜੀ ਉਹਨਾਂ ਪੁਲਿਸ ਨੇ ਕੀਤਾ ਕੁਛ ਨਹੀਂ, ਲੋਕ ਝੂਠ ਬੋਲਦੇ ਆ 84 ਵਿੱਚ, ਉਹ ਪੱਖੋਵਾਲ ਦੀਆਂ ਸਾਰੀਆਂ ਵੀਡੀਓ ਦੇਖ ਲੈਣ ਜੀ। ਉਹ ਸਾਰੇ ਪਰਿਵਾਰਾਂ ਨਾਲ ਜੁੜਿਆ ਆ, ਉਹ ਇਹ ਨਹੀਂ ਮੈਂ ਕਹੂੰਗਾ ਵੀ ਉਹ ਇਕੱਲੇ ਸਿੰਘਾਂ ਨਾਲ ਜੁੜਿਆ ਆ, ਉਹ ਸਾਰੇ ਪਰਿਵਾਰਾਂ ਦੇ ਘਰ ਜਾ ਕੇ ਉਹ ਲੈ ਕੇ ਆਉਂਦਾ ਇੰਟਰਵਿਊ, ਕਿਹੜੇ ਪਰਿਵਾਰ ਨੇ ਪੁਲਿਸ ਦੇ ਨਾਲ। ਇੱਕ ਬਾਈ ਦਾ ਨਾਂ ਬੜਾ ਚੱਲਦਾ ਸੀ, ਸਾਰਿਆਂ ਦੀਆਂ ਉਹਨੇ ਇੰਟਰਵਿਊ ਲਿਆ ਕੇ ਲੋਕਾਂ ਸਾਹਮਣੇ ਪੇਸ਼ ਕੀਤੀਆਂ। ਹੁਣ ਲੋਕਾਂ ਨੂੰ ਸੋਚ ਲੈਣਾ ਚਾਹੀਦਾ ਵੀ ਦੇਖ ਲੈਣ ਅਗਰ ਕੋਈ ਝੂਠ ਬੋਲਦੇ। ਬਾਕੀ ਦੂਸਰੀ ਗੱਲ ਹੈ, ਇੱਕ ਜਿਹੜੇ ਜਿੰਨੇ ਪੁਲਿਸ ਵਾਲੇ ਆ, ਇੱਕ ਤਾਂ ਇਹਨਾਂ ਦੇ ਨਿਆਣੇ ਨਾ ਵਿਆਹੁਣ। ਸਾਡੇ ਬਾਹਰਲੇ ਕੈਨੇਡਾ ਅਮਰੀਕਾ ਵਾਲਿਆਂ ਨੂੰ ਮੇਰੀ ਬਹੁਤ ਹੱਥ ਜੋੜ ਕੇ ਬੇਨਤੀ ਆ ਵੀ ਇਹਨਾਂ ਦੇ ਨਿਆਣਿਆਂ ਦੇ ਆਪਣੇ ਘਰ ਰਿਸ਼ਤੇ ਨਾ ਕਰੋ। ਜੇ ਪਤਾ ਲੱਗਾ ਪੁਲਿਸੀਆ ਆ ਔਰ ਇਹਨੇ ਗਲਤ ਕੰਮ ਕੀਤੇ ਆ 84 ਦੇ ਟਾਈਮ, ਇਹਨਾਂ ਦੇ ਨਿਆਣੇ ਨਾ ਵਿਆਹੋ, ਤਾਂ ਕਿ ਇਹਨਾਂ ਦੇ ਸਾਹਮਣੇ ਇਹਨਾਂ ਦੀ ਬਣਾਈ ਹੋਈ ਪ੍ਰਾਪਰਟੀ ਲੋਕਾਂ ਦੀ ਉਦਾਂ ਹੀ ਜਾਵੇ, ਆਪਣੀ ਅੱਖਾਂ ਨਾਲ ਦੇਖਣ ਵੀ ਇਹ ਬਣਿਆ ਸਾਡੇ ਨਾਲ, ਕੀ ਲੋਕ ਉਹਨਾਂ ਨੂੰ ਕਹਿਣ ਵੀ ਤੂੰ ਲੋਕਾਂ ਦੇ ਪੁੱਤ ਮਾਰੇ ਆ, ਲੋਕਾਂ ਦੀ ਜ਼ਮੀਨਾਂ ਸਾਂਭੀਆਂ, ਇਹ ਉਹ ਖਰਿਆਜਾ ਪੁੱਤ ਭੁਗਤਣਾ ਆ। ਇਹ ਸਵਾਦ ਆ, ਪਰ ਇਹ ਲੋਕ ਪਰ ਪੈਸੇ ਦੇ ਬਕਾਊ ਆ ਭਾਈ, ਪਰ ਹੁਣ ਕਹਿ ਵੀ ਕਿਸੇ ਨੂੰ ਸਕਦੇ ਆ। ਕਈ ਵੀਰ ਮਾਫ ਕਰਨਾ, ਅਰਦਾਸ ਵੀ ਉਲਟ ਬੰਨੇ ਵੀ ਚੱਲ ਜਾਂਦੀ ਹੈ। ਚਲੋ ਅਰਦਾਸ ਦੇ ਵਿੱਚ ਬੜਾ ਬਾਲਿਆ, ਪਰ ਜੇ ਤੁਹਾਡਾ ਨਿਸ਼ਚਾ ਹੋਵੇ ਤਾਂ ਉਹ ਇੱਕ ਕਹਾਵਤ ਆ ਜੀ, ਕਹਿੰਦੇ ਕੋਈ ਬੰਦਾ ਰੋਜ਼ ਮੰਦਿਰ ਦੇ ਵਿੱਚ ਦੀਵਾ ਜਗਾਉਣ ਜਾਂਦਾ ਸੀ ਤੇ ਕੋਈ ਮੇਰੇ ਵਰਗਾ ਬੁਝਾਉਣ ਚੱਲ ਜਾਂਦਾ ਸੀ, ਤੇ ਉਹ ਜਗਾਇਆ ਕਰੇ, ਦੂਜਾ ਬੁਝਾਇਆ ਕਰੇ। ਉਹ ਹੁਣ ਇੱਕ ਦਿਨ ਮੀਂਹ ਹਨੇਰੀ ਆਇਆ ਸੀਗਾ ਤੇ ਜਗਾਉਣ ਵਾਲਾ ਗਿਆ ਨਾ ਤੇ ਬੁਝਾਉਣ ਵਾਲਾ ਚਲਿਆ ਗਿਆ, ਤਾਂ ਰੱਬ ਪ੍ਰਗਟ ਹੋ ਗਿਆ ਵੀ ਕਹਿੰਦੇ ਤੇਰੀ ਸ਼ਰਧਾ ਉਹਦੇ ਨਾਲੋਂ ਜ਼ਿਆਦੀ ਆ, ਵੀ ਤੂੰ ਤਾਂ ਅੱਜ ਫੇਰ ਆਇਆ, ਮੰਗ ਕੀ ਮੰਗਣਾ। ਹੁਣ ਜੇ ਇਹਨਾਂ ਮੁੜ ਕੇ ਬਾਦਲ ਗਿਆ ਵਰਗੇ ਜਿਹੜੇ ਉਹ ਜਿਆਦੀ ਅਰਦਾਸ ਕਰਦੇ ਹੁਣ। ਇੱਕ ਜ਼ਿਮੀਂਦਾਰਾਂ ਨੂੰ ਤਾਂ ਸੱਚ ਆੜਤੀਆਂ ਨੂੰ ਚਾਹੀਦਾ ਆਪਣਾ ਵੀਰ ਜੀ ਬੰਦਾ ਜ਼ਰੂਰ ਖੜਾ ਕਰਨੇ, ਜਿਹੜਾ ਨਾ ਕਹਿੰਦੇ ਅਸੀਂ ਪੁਲਿਸ 'ਚ ਆਉਣਾ ਨਹੀਂ, ਇਹਨਾਂ ਨੇ ਮਾਰ ਖਾ ਜਾਣੀ। ਸਮਾਂ ਨੀਗਾ ਜੀ, ਪਹਿਲਾਂ ਜਿੱਤ ਲੈਣ, ਮੋਰਚਾ ਫਤਿਹ ਹੋ ਜਾਵੇ, ਲੜਾਈ ਜਿੱਤਣ ਤੋਂ ਬਾਅਦ ਇਹ ਸਾਰੇ ਕੰਮ ਹੁੰਦੇ ਆ। ਜੇ ਹੁਣੇ ਖੱਖੜੀਆਂ ਕਰੇਲੇ ਹੋ ਜਾਣੇ ਸਾਰਾ ਕੁਝ। ਨਹੀਂ ਤੇ ਜੇ ਹੁਣ ਆਪਣੇ ਪੁਰਾਣੇ ਬੰਦੇ ਫਿੱਟ ਹੋ ਗਏ ਫਿਰ ਆਪ ਨਾ ਐਡੀ ਛੇਤੀ ਵੀ ਕੁਝ ਨਹੀਂ ਹੁੰਦਾ। ਡੋਂਟ ਵੈਰੀ, ਬੜੀ ਗਰਾਊਂਡ ਬਣੀ ਹੋਈ ਹੈ ਜੀ, ਕਿਸਾਨਾਂ ਦੀ ਬਹੁਤ ਵੱਡੀ ਗਰਾਊਂਡ ਬਣੀ ਹੈ। ਉਹ ਤੇ ਇੱਕ ਸਿਰਫ ਆਵਾਜ਼ ਦੇਣ ਦੀ ਲੋੜ ਆ, ਇੱਕ ਆਵਾਜ਼ ਤੇ ਲੱਖਾਂ ਬੰਦਾ ਪਹੁੰਚ ਸਕਦਾ ਤਾਂ ਕੀ ਨਹੀਂ ਹੋਊਗਾ। ਲੱਖੇ ਸਧਾਣੇ ਦੇ ਭਰਾ ਬਾਰੇ ਜਿਹੜੀ ਉਹ ਕੋਈ ਹੈ ਨਹੀਂ। ਹਾਂਜੀ ਭਾਜੀ, ਸਾਂਝੀ ਕੀਤੀ ਆਪਾਂ ਆਲਰੇਡੀ, ਸ਼ਾਇਦ ਤੁਸੀਂ ਬਾਅਦ ਦੇ ਵਿੱਚ ਜੁੜੇ ਹੋ, ਉਹ ਸਾਰੀ ਕਵਰ ਕੀਤੀ ਆਪਾਂ ਦੁਬਾਰਾ ਫਿਰ ਪੁੱਛ ਲੈਂਦੇ ਹਾਂ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਹੁਣੇ ਲਾਇਆ ਟੀਵੀ, ਨਹੀਂ, ਪਹਿਲਾਂ ਕਵਰ ਕਰ ਲਈ ਜੀ ਆਪਾਂ। ਅੱਛਾ ਜੀ, ਬਹੁਤ ਸ਼ੁਕਰੀਆ। ਧੰਨਵਾਦ ਵੀ, ਧੰਨਵਾਦ।
ਆਪਾਂ ਪੁੱਛਦੇ ਹਾਂ ਜੀ, ਪਹਿਲਾਂ ਕਾਲ ਲੈ ਲਈਏ। ਹਾਂਜੀ 0407 ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਆਪਣੇ ਇੱਕ ਦੱਸਣਾ ਵੀ ਜਿਹੜਾ ਹਾਈ ਕੋਰਟ ਦੇ ਜੱਜ ਨੇ ਫੈਸਲਾ ਦਿੱਤਾ ਇਹ ਵੀ ਉਹ ਕਹਿੰਦੇ ਗੁਰਸਿੱਖ ਆ, ਕਿਰਪਾਨ ਪਾਈ ਹੋਈ ਆ, ਗੱਲ ਸੱਚੀ ਹੈ ਇਹ? ਮੈਂ ਵੀ ਇਹੀ ਸੁਣਿਆ ਵੀਰ, ਮੈਂ ਤਾਂ ਅੱਗੇ ਗੱਲ ਕਰਨੀ ਚਾਹੁੰਦਾ ਸੀ ਪਰ ਸਾਡੇ ਸਰੋਤੇ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਆ, ਧੰਨਵਾਦ ਤੁਹਾਡਾ। ਇਸ ਵਿਸ਼ੇ ਤੇ ਕੋਈ ਗੱਲ ਹੀ ਨਹੀਂ ਕਰਨ ਡਿਆ। ਕਹਿੰਦੇ ਜੀ ਗੁਰਸਿੱਖ ਆ ਬੰਦਾ ਜੀ, ਉਹ ਪੱਕਾ ਗੁਰਸਿੱਖ ਆ, ਚੜ੍ਹਦੀ ਕਲਾ ਆ, ਤੇ ਲਾਹਨਤ ਆ ਜੇ ਇਹੋ ਜੀ ਚੜ੍ਹਦੀ ਕਲਾ ਉਹਦੀ ਆ ਜੇ ਇੱਦਾਂ ਦਾ ਫੈਸਲਾ ਦੇਣਾ। ਉੱਥੇ ਬੋਲ ਕੇ ਬੈਠ ਕੇ ਤਾਂ ਨਹੀਂ ਬੋਲ ਸਕਦੇ ਪਰ ਆਪਾਂ ਤਾਂ ਬੋਲ ਸਕਦੇ ਆ, ਐਡੀ ਆਵਾਜ਼ ਨਹੀਂ ਚੱਕ ਸਕਦੇ। ਜੇ ਉਹ ਗੁਰਸਿੱਖ ਆ, ਕਾਹਦੀ ਗੁਰਸਿੱਖੀ ਹੈ ਜਿਹਨੇ ਇੱਦਾਂ ਦਾ ਫੈਸਲਾ ਦਿੱਤਾ ਉਹਨੇ? ਉਹ ਤਾਂ ਫਿਰ ਗਵਰਨਮੈਂਟ ਦਾ ਗੁਰਸਿੱਖ ਆ, ਗੁਰੂ ਦਾ ਗੁਰਸਿੱਖ ਨਹੀਂ ਹੈ। ਬਿਲਕੁਲ ਜੀ ਬਿਲਕੁਲ। ਬਾਕੀ ਅਰਸ਼ਦੀਪ ਨੂੰ ਆਪਾਂ ਪੁੱਛ ਲੈਣੇ। ਅਰਸ਼ਦੀਪ, ਹੈ ਕੋਈ ਪਤਾ ਇਹਦੇ ਬਾਰੇ? ਦੇਖੋ ਜੀ, ਜੱਜ ਭਾਵੇਂ ਗੁਰਸਿੱਖ ਹੈ, ਉਹਦੀ ਸ਼ਰਧਾ ਸਤਿਕਾਰ ਹੋ ਸਕਦਾ, ਪਰ ਉਹ ਇੱਕ ਜਿਹੜੀ ਪੋਸਟ ਤੇ ਬੈਠਾਗਾ ਉਸ ਸਮੇਂ ਜੇ ਕੋਈ ਇੱਕ ਪੱਖ ਇਹ ਕਹਿ ਰਿਹਾ ਕਿ ਸਾਸੀ ਆਈਜੀ ਕੁਬਰ ਵਿਜੇ ਪ੍ਰਤਾਪ ਸਿੰਘ ਨਾਲ ਸਹਿਮਤ ਨਹੀਂ, ਪੱਖਪਾਤ ਦੇ ਨਾਲ ਇਹ ਜਾਂਚ ਕੀਤੀ ਗਈ ਹੈ, ਆਈਜੀ ਕੁਬਰ ਵਿਜੇ ਪ੍ਰਤਾਪ ਨੂੰ ਵੀ ਹਟਾਓ ਤੇ ਜਾਂਚ ਵੀ ਜਿਹੜੀ ਰੱਦ ਕਰੋ, ਤਾਂ ਗਵਰਨਮੈਂਟ ਦੀ ਧਿਰ ਦਾ ਫਰਜ਼ ਬਣਦਾ ਸੀ ਕਿ ਜਿਹੜਾ ਉਹ ਫੈਕਟ ਪੇਸ਼ ਕਰ ਰਹੇ ਨੇ ਸਾਹਮਣੇ, ਤਾਂ ਉਹਨੂੰ ਤੁਸੀਂ ਸਾਹਮਣੇ ਤੋਂ ਟੱਕਰ ਜਿਹੜੀ ਉਹ ਕਿਸ ਤਰ੍ਹਾਂ ਦੇਣੀ ਹੈ। ਕਿਉਂਕਿ ਅਦਾਲਤ ਦੇ ਵਿੱਚ ਫੈਸਲਾ ਤਾਂ ਜਿਹੜਾ ਤੱਥਾਂ ਦੇ ਤੇ ਬਹਿਸ ਨਾ ਹੋਣਾਗਾ। ਕੀ ਤੁਸੀਂ ਉਸ ਤਤਪਰ ਦੇ ਨਾਲ ਉਸ ਤਰ੍ਹਾਂ ਜਿਹੜੀ ਹੈ ਗੰਭੀਰਤਾ ਦੇ ਨਾਲ ਬਹਿਸ ਕੀਤੀ, ਉਹ ਤੱਥ ਸਾਹਮਣੇ ਤੋਂ ਪੇਸ਼ ਕੀਤੇ, ਪ੍ਰੂਵ ਕਰਨ ਦੀ ਕੋਸ਼ਿਸ਼ ਕੀਤੀ ਕਿ ਆਈਜੀ ਕੁਬਰ ਵਿਜੇ ਪ੍ਰਤਾਪ ਨੇ ਵੀ ਸਹੀ ਤਰੀਕੇ ਨਾਲ ਜਾਂਚ ਕੀਤੀ ਹੈ ਤੇ ਨਾਲੋਂ ਨਾਲ ਜਿਹੜੀ ਹੈ ਦੂਜੇ ਪਾਸੇ ਫੈਕਟ ਵੀ ਜਿਹੜੇ ਉਹ ਸਹੀ ਕੋਖੇ ਗਏ ਨੇ। ਕਿਉਂਕਿ ਜੱਜ ਤਾਂ ਗੁਰਸਿੱਖ ਹੈ ਭਾਵੇਂ ਨਾ ਵੀ ਹੁੰਦਾ, ਪਰ ਜੇ ਬਹਿਸ ਸਾਹਮਣੇ ਤੋਂ ਤੁਸੀਂ ਕੇਸ ਉਸ ਹਿਸਾਬ ਦੇ ਨਾਲ ਪੇਸ਼ ਨਹੀਂ ਕਰ ਸਕੇ ਤਾਂ ਹਰੇਕ ਜੱਜ ਨੂੰ ਜਿਹੜਾ ਉਹ ਫੈਸਲਾ ਸੁਣਾਉਣਾ ਪੈਣਾ ਸੀ, ਕਿਉਂਕਿ ਅਦਾਲਤ ਦਾ ਫੈਕਟ ਬੇਸ ਚੱਲੂਗੀ। ਇਸ ਕਰਕੇ ਮਸਲਾ ਇਹੀ ਹੈ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿ ਇੰਨੀ ਜ਼ਬਰਦਸਤ ਤਰੀਕੇ ਦੇ ਨਾਲ ਉੱਥੇ ਕੇਸ ਰੱਖਿਆ ਜਾਂਦਾ ਕਿ ਹਾਈ ਕੋਰਟ ਜਿਹੜੀ ਉਹ ਰੋਕ ਇਸ ਮਾਮਲੇ ਤੇ ਨਾ ਲਾਉਂਦੀ। ਤਾਂ ਹਾਲੇ ਵੀ ਮੌਕਾ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਕੇਸ ਹੈਗਾ ਉਹ ਇਸ ਤਰੀਕੇ ਨਾਲ ਫੈਕਟ ਬੇਸ ਰੱਖਿਆ ਜਾਵੇ ਕਿ ਪੰਜਾਬ ਸਰਕਾਰ ਨੂੰ ਉੱਥੇ ਜਾ ਕੇ ਜਿਹੜੀ ਹੈ ਦੁਬਾਰਾ ਤੋਂ ਹਾਰ ਦਾ ਸਾਹਮਣਾ ਜਿਹੜਾ ਉਹ ਨਾ ਕਰਨਾ ਪਵੇ, ਕਿਉਂਕਿ ਮਸਲਾ ਬੇਹੱਦ ਗੰਭੀਰ ਹੈਗਾ। ਮਸਲਾ ਸਿੱਖ ਭਾਵਨਾਵਾਂ ਦੇ ਨਾਲ ਕਿ ਮਨੁੱਖਤਾ ਦੀਆਂ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਹੈਗਾ, ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਂਝੀ ਬਾਲਤਾ ਦਾ ਉਪਦੇਸ਼ ਦਿੰਦੇ ਨੇ ਤੇ ਇਸ ਕਰਕੇ ਜਦੋਂ ਉਹਨਾਂ ਦੀ ਬੇਅਦਬੀ ਦਾ ਮਸਲਾ ਗਾ ਤੇ ਇਨਸਾਫ ਲੈਣ ਲਈ ਸੰਗਤਾਂ ਤੇ ਸ਼ਾਂਤਮਈ ਬੈਠੀਆਂ ਸੰਗਤਾਂ ਤੇ ਗੋਲੀ ਚਲਾਉਣ ਦਾ ਮਸਲਾ ਗਾ, ਇਹ ਮੁੱਦਾ ਗੰਭੀਰ ਹੈਗਾ। ਇਸ ਕਰਕੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਕੇਸ ਜਿਹੜਾ ਅੱਗੇ ਉਸ ਹਿਸਾਬ ਦੇ ਨਾਲ ਚੱਲਣਾ ਚਾਹੀਦਾ। ਨਹੀਂ ਜੀ ਨਹੀਂ, ਏਦਾਂ ਨਹੀਂ ਗੱਲ। ਨਾਲੇ ਗੁਰਸਿੱਖ ਹੋਵੇ ਨਾਲੇ ਹਾਈ ਕੋਰਟ ਦਾ ਜੱਜ ਹੋਵੇ ਤਾਂ ਫਿਰ ਹੋਰ ਹੁਣ ਕਿਹਦੇ ਕੋਲੇ ਜਾਣਾ? ਬਸ ਗੱਲ ਖਤਮ ਹੋ ਗਈ, ਸਰ ਗਿਆ ਕੰਮ ਜੀ। ਹਾਂਜੀ, ਧੰਨਵਾਦ ਜੀ, ਧੰਨਵਾਦ। ਦੇਖੋ ਜੀ, ਜੇ ਅੱਜ ਆਪਾਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਉਹ ਪੱਖਪਾਤ ਨਾਲ ਫੈਸਲਾ ਦੇਣ ਫੈਕਟ ਤੋਂ ਬਿਨਾਂ, ਤੇ ਕੱਲ੍ਹ ਨੂੰ ਜੇ ਆਪਣੇ ਵੱਲੋਂ ਕੋਈ ਫੈਸਲਾ ਉੱਥੇ ਆਇਆ ਤਾਂ ਫਿਰ ਆਪਣੇ ਵੱਲੋਂ ਜਿਹੜਾ ਕੁਐਸਚਨ ਆ ਉਹ ਕੀਤਾ ਜਾਊਗਾ ਕਿ ਜੱਜ ਜਿਹੜਾ ਉਹ ਪੱਖਪਾਤ ਕਰਦਾ ਹੈਗਾ। ਇਸ ਕਰਕੇ ਜਿਸ ਧਿਰ ਵੱਲੋਂ ਕਮਜ਼ੋਰੀ ਰਹੀ ਹੈ ਉਹਦੇ ਤੇ ਉਂਗਲ ਜਿਹੜੀ ਉਹ ਚੁੱਕਣੀ ਬਣਦੀ ਹੈਗੀ, ਨਾ ਕਿ ਜੱਜ ਤੇ ਉਂਗਲੀ ਚੁੱਕਣੀ ਬਣਦੀ ਹੈਗੀ। ਹਾਂ ਬਿਲਕੁਲ ਜੀ। ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 1313 ਸਵਾਗਤ ਹੈ ਜੀ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਤਾਂ ਬਾਈ ਇੰਨਾ ਕਹਿਣਾ ਸੀ, ਜਿਹੜਾ ਬਾਈ ਜੀ ਕਹਿ ਕੇ ਗਿਆ ਨਾ ਵੀ ਮਤਲਬ ਫੂਲਕਾ ਸਾਹਿਬ ਕੋਲੇ ਵਿਸਪਾ ਹੁੰਦਾ ਸੀ, ਭਾਜੀ ਫੂਲਕਾ ਸਾਹਿਬ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਚੋਂ ਆ ਜੀ, ਔਰ ਭਦੌੜ ਦੇ ਵਿੱਚ ਭਾਜੀ ਇਸ ਪਰਿਵਾਰ ਕੋਲੇ ਉਨੀ ਜ਼ਮੀਨ ਸੀ ਜਿੰਨੀ ਮੇਰਾ ਖਿਆਲ ਆ ਬਾਈ ਜੀ ਹੋਰਾਂ ਦੇ ਸਾਰੇ ਪਿੰਡ ਦੀ ਜ਼ਮੀਨ ਨਹੀਂ ਹੋਣੀ ਜੀ। ਇਹ ਫੂਲਕਾ ਪਹਿਲਾਂ ਲੁਧਿਆਣੇ ਭਾਜੀ ਮਤਲਬ ਪ੍ਰੈਕਟਿਸ ਕਰਦਾ ਸੀ, ਉਦੋਂ ਬਾਅਦ ਜਿਵੇਂ ਆਪਾਂ ਪੜ੍ਹਾਈ ਕਰਕੇ ਹਾਈ ਸੁਪਰੀਮ ਕੋਰਟ ਦਾ ਜੱਜ ਬਣ ਗਿਆ। ਸਾਡੇ ਕੋਲੇ 1 ਮਿੰਟ ਦਾ ਟਾਈਮ ਨਹੀਂ ਹੈਗਾ ਕਿਸੇ ਵਾਸਤੇ ਭਾਜੀ, ਦੋਸ਼ ਲਾਉਣੇ ਬੜੇ ਸੌਖੇ ਆ। ਇਹ ਮਤਲਬ ਫੂਲਕਾ ਜਿਹਾ ਜਿਹਾ ਹੈਗਾ ਤੁਸੀਂ ਹੁਣ ਦੇਖ ਹੀ ਸਕਦੇ ਹੋ। ਇਹ ਜੇ ਵਿਸਪੇ ਵਾਲੇ ਦੋਸ਼ ਨਹੀਂ ਲਾਉਣੇ ਚਾਹੀਦੇ, ਜੇ ਅਸੀਂ ਕੈਨੇਡਾ ਅਮਰੀਕਾ ਆ ਗਏ ਬਹੁਤ ਤਕੜੇ ਨਹੀਂ ਬਣ ਗਏ, ਸਮਝੇ? ਹਾਂ ਨਹੀਂ ਵੀਰ, ਮੈਂ ਤਾਂ ਪਹਿਲਾਂ ਕਹਿ ਦਿੱਤਾ ਵੀ ਉਹ ਸੁਪਰੀਮ ਕੋਰਟ ਦਾ ਵਕੀਲ ਆ, ਕੋਈ ਛੋਟਾ ਮੋਟਾ ਨਹੀਂਗਾ। ਲੱਖ ਰੁਪਈਆ ਉੱਥੇ ਪੇਸ਼ੀ ਦਾ ਲੈਂਦੇ, ਉਹ ਕੋਈ ਐਡੀ ਛੋਟੀ ਗੱਲ ਨਹੀਂ। ਹਾਂਜੀ, ਬਾਕੀ ਭਾਜੀ ਕਾਰਨ ਇਹ ਆ, ਦੇਖੋ ਜਿਹੜੀਆਂ ਅਦਾਲਤਾਂ ਉਹ ਫੈਸਲੇ ਭਾਵਨਾ ਨਾਲ ਨਹੀਂ ਕਰਦੀਆਂ, ਉਹ ਤਾਂ ਸਬੂਤਾਂ ਅਨੁਸਾਰ ਕਰਦੀਆਂ ਨੇ ਭਾਜੀ। ਬਿਲਕੁਲ ਜੀ। ਬਾਕੀ ਤੁਹਾਡਾ ਵਕੀਲ ਉੱਥੇ ਕੀ ਬੋਲਦਾ ਕੀ ਨਹੀਂ ਬੋਲਦਾ ਇਹ ਦੇਖਣ ਯੋਗ ਆ। ਹੁਣ ਜੇ ਸਾਡਾ ਕੇਸ ਬੜਾ ਤਕੜਾ ਹੋਵੇ ਭਾਜੀ, ਜੇ ਸਾਡਾ ਵਕੀਲ ਹੀ ਨਹੀਂ ਬੋਲੂਗਾ ਉੱਥੇ ਕੀ ਕਰਨਾ ਜੀ। ਬਿਲਕੁਲ ਜੀ, ਧੰਨਵਾਦ। ਬਾਕੀ ਭਾਜੀ ਇਹਨਾਂ ਦੀ ਨੀਤ ਖਰਾਬ ਹੋ ਗਈ ਕੈਪਟਨ ਅਮਰਿੰਦਰ ਸਿੰਘ ਦੀ। ਬਿਲਕੁਲ ਇਹਨਾਂ ਨੂੰ ਪਹਿਲਾਂ ਲਾਲਚ ਸੀਗਾ ਭਾਜੀ 17 ਵਾਲੀਆਂ ਚੋਣ ਜਿੱਤਣ ਦਾ, ਫਿਰ ਇਹਨਾਂ ਨੂੰ ਲਾਲਚ ਹੋ ਗਿਆ ਵੀ ਇਹ ਮੁੱਦੇ ਨਾਲ ਅਸੀਂ ਮਤਲਬ ਆਪਣੀਆਂ 19 ਵਾਲੀਆਂ ਚੋਣਾਂ ਜਿੱਤ ਲਾਂਗੇ। ਫਿਰ ਹੁਣ 22 ਤੇ ਹੋ ਗਿਆ, ਹੋ ਸਕਦਾ ਇਹ ਹੋ ਗਿਆ ਵੀ ਗਾਹਾਂ ਵੀ ਆਪਾਂ ਇਦੋਂ ਅਗਲੀ ਜਿਹੜੀ 24 ਵਾਲੀ ਇਲੈਕਸ਼ਨ ਉਹ ਵੀ ਜਿੱਤ ਲਈਏ। ਹਾਂ, ਇਹਦੇ ਚ ਕਾਰਨ ਇਹ ਆ ਭਾਜੀ ਵੀ ਦੇਖੋ ਇਹ ਸਰਕਾਰਾਂ ਬੇਈਮਾਨ ਹੋ ਜਾਂਦੀਆਂ ਨੇ ਜੀ।
ਇੱਕ ਚੀਜ਼ ਹੋਰ ਵੇਖਣ ਵਾਲੀ ਆ ਭਾਜੀ, ਇਹ ਵੀ ਸਾਨੂੰ ਸਿੱਖ ਕੌਮ ਨੂੰ ਸੋਚਣਾ ਚਾਹੀਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਆ ਉਹਦਾ ਲਾਭ ਕਿਹਨੂੰ ਮਿਲਿਆ। ਹਾਂ, ਤੁਸੀਂ ਇਹ ਦੇਖੋ ਵੀ ਤੁਹਾਡਾ ਸਟੂਡੀਓ ਆ, ਤੁਸੀਂ ਆਪਦਾ ਸਟੂਡੀਓ ਭੰਨੋਗੇ ਕਿਸੇ ਚਾਰਜ ਕਰਕੇ, ਕਿਸੇ ਨੂੰ ਲਾਉਣ ਦੀ ਖਾਤਰ। ਇਹ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਬੰਦਿਆਂ ਨੂੰ ਭਾਜੀ ਸਨਮਾਨ ਕਿਹਨੇ ਦਿੱਤਾ, ਟਿਕਟਾਂ ਨਾਲ ਕਿਹਨੇ ਨਵਾਜਿਆ, 15-15 ਲੱਖ ਕਿਉਂ ਦਿੱਤਾ, ਸਿੱਧੂ ਵਰਗਿਆਂ ਦੀਆਂ ਫੋਟੋਆਂ ਉਹਨਾਂ ਬੰਦਿਆਂ ਦੇ ਨਾਲ ਕਿਉਂ ਆ। ਉਹ ਬੰਦੇ ਅੱਜ ਤੱਕ ਲਾਈ ਡਿਟੈਕਟਿਵ ਨਹੀਂ ਕਰਾਉਣ ਨੂੰ ਤਿਆਰ। ਬਿਲਕੁਲ ਜੀ। ਹਾਂ, ਇਹ ਸੋਚਣ ਵਾਲੀ ਗੱਲ ਆ। ਸਿੱਖ ਕੌਮ ਨੂੰ ਬੁੱਧੂ ਬਣਾਇਆ ਜਾ ਰਿਹਾ ਸਾਰੀਆਂ ਪਾਰਟੀਆਂ ਵੱਲੋਂ ਜੀ। ਧੰਨਵਾਦ ਜੀ, ਧੰਨਵਾਦ ਜੀ, ਧੰਨਵਾਦ। ਵਾਕਿਆ ਤੁਹਾਡੇ ਵਿਚਾਰ ਬਹੁਤ ਵਧੀਆ ਜੀ। ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਸਾਥ ਦੇ ਰਹੇ ਜੀ ਸਾਡਾ ਪੀਲ ਆਟੋ ਕੋਲੀਜਨ ਵਾਲੇ। ਤੁਸੀਂ ਕਾਰ ਦਾ ਐਕਸੀਡੈਂਟ ਹੋ ਗਿਆ, ਪੇਂਟ ਕਰਾਉਣੀ ਚਾਹੁੰਦੇ, ਬੰਪਰ ਪੇਂਟ ਕਰਾਉਣਾ ਚਾਹੁੰਦੇ, ਜਾਂ ਹੁਣ ਸਮਰ ਆ ਗਈ ਹੈ, ਤੁਸੀਂ ਆਪਣੇ ਰਿਮ ਪੇਂਟ ਕਰਾਉਣਾ ਚਾਹੁੰਦੇ, 14 ਹੇਲ ਰੋਡ ਬਰੈਂਪਟਨ, 905 459 1300 ਤੇ ਦਲਬਾਰਾ ਸਿੰਘ ਉਹਨਾਂ ਕੋਲ ਪਹੁੰਚ ਸਕਦੇ ਹੋ। ਸਾਡੀ ਬੇਨਤੀ ਹੈ ਜੀ, ਤੁਸੀਂ ਕਿਸੇ ਵੀ ਸਪਾਂਸਰ ਦੇ ਕੋਲ ਜਾਂਦੇ ਹੋ ਤਾਂ ਪਲੀਜ਼ ਨਾਂ ਜ਼ਰੂਰ ਦੱਸਿਆ ਕਰੋ ਪਿਜਨ 24 ਦਾ। CVR IFTA US ਡਾਟ ਲੈਣਾ ਜੀ। G&G ਟਰੈਕਿੰਗ ਸੋਲੂਸ਼ਨ 905 461 2525 ਤੇ ਤਨਵੀਰ ਢਾਡਾ ਉਹਨਾਂ ਨੂੰ ਕਾਲ ਕਰ ਲਓ। ਡਰੱਗ ਟੈਸਟ ਵੀ ਕਰਾ ਸਕਦੇ ਹੋ G&G ਟਰੈਕਿੰਗ ਸੋਲੂਸ਼ਨ 905 461 2525 ਤੇ। ਆਪਾਂ ਚੱਲਦੇ ਜੀ ਅਗਲੀ ਐਡ ਤੇ, ਜਿਹੜੀ ਤਾਜ਼ਾ ਸਵਾਦਲਾ ਖਾਣਾ ਖਾਣਾ ਜੀ। ਬਾਬਾ ਢਾਬਾ 2 ਲੋਕੇਸ਼ਨਾਂ ਤੋਂ ਸਰਵ ਕਰਦੇ ਆ, 905 499 4314 ਤੇ। ਇੰਡੀਆ ਪੈਸੇ ਭੇਜਣੇ ਜਾਂ ਮੰਗਵਾਉਣੇ ਆ ਜੀ, US ਡਾਲਰ ਆ, ਕੈਨੇਡੀਅਨ ਡਾਲਰ ਆ। ਅਪਰਾ ਟ੍ਰੇਡਿੰਗ ਕੰਪਨੀ ਜਗਤਾਟ ਆ, ਉਹਨਾਂ ਨੂੰ ਕਾਲ ਕਰ ਲਓ 905 794 3233। ਮੌਂਟਰੀਅਲ ਚਾਈਪੀ TV ਬਾਕਸ ਲਵਾਉਣਾ ਜੀ 514 566 0055। ਤੁਸੀਂ ਘਰ ਖਰੀਦਣਾ ਵੇਚਣਾ ਤੇ ਪੰਕਜ ਸਪਰਾ ਉਹਨਾਂ ਨੂੰ ਕਾਲ ਕਰ ਸਕਦੇ ਹੋ। ਰੀਮੈਕਸ ਰਿਐਲਟੀ ਨਾਲ ਕੰਮ ਕਰਦੇ 416 722 2385 ਤੇ। ਬੈਸਟ ਕੁਆਲਿਟੀ ਦੇ ਵਿੱਚ ਫਰਨੀਚਰ ਲੈਣਾ ਜੀ, 2 ਲੋਕੇਸ਼ਨਾਂ ਤੋਂ ਸਰਵ ਕਰਦੇ ਆ। ਸਟੀਫਨ ਫਰਨੀਚਰ ਵਾਲੇ, ਉਹਨਾਂ ਨੇ ਬਹੁਤ ਭਾਰੀ ਸੇਲ ਲਾਈ ਹੋਈ ਹੈ ਜੀ, ਵਿਸਾਖੀ ਦੀ ਸੇਲ ਆ। ਬਹੁਤ ਜ਼ਿਆਦਾ ਡਿਸਕਾਊਂਟ ਦਿੱਤਾ ਜਾ ਰਿਹਾ ਤੇ 905 790 0560 ਤੇ ਕਾਲ ਕਰ ਸਕਦੇ ਹੋ। ਤੁਸੀਂ 60 ਕੰਟਰੀਆਂ ਨੂੰ ਫ੍ਰੀ ਫੋਨ ਕਰਨਾ ਜੀ, ਉਮਾ ਫੋਨ 60 ਕੰਟਰੀਆਂ ਨੂੰ ਸਿਰਫ 3 ਫੋਨਾਂ ਤੇ ਤੁਸੀਂ ਐਪ ਡਾਊਨਲੋਡ ਕਰ ਸਕਦੇ ਹੋ। ਬੈਸਟ ਕੁਆਲਿਟੀ ਹੈ ਜੀ, USA ਕੈਨੇਡਾ UK ਹਰੇਕ ਜਗ੍ਹਾ ਤੇ। ਮੰਥਲੀ ਚਾਰਜ $14.28 ਆ। 647 649 4000 ਤੇ ਕਾਲ ਕਰ ਸਕਦੇ ਹੋ। ਪ੍ਰਿਆ ਜੀ ਉਹਨਾਂ ਨੂੰ। ਚੱਲਦੇ ਜੀ ਆਪਾਂ ਨੈਕਸਟ ਕਾਲ ਤੇ। ਹਾਂਜੀ 0805 ਸਵਾਗਤ ਹੈ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਛੋਟੀ ਜਿਹੀ ਬੇਨਤੀ ਸੀਗੀ ਜੀ। ਜੀ ਜੀ। ਪਹਿਲੀ ਗੱਲ ਤਾਂ ਜੀ, ਸਾਡੇ ਜਿੰਨੇ ਵੀ ਰਾਜ ਆ ਜੀ, ਕੋਈ ਵੀ ਇੱਥੇ ਸਾਡੇ ਕੋਈ ਸੰਸਦ ਵਿੱਚ ਆ ਜੀ, ਕੋਈ ਕਹਿੰਦੇ ਜੀ ਇਹ ਸਿੱਖ ਆ, ਸਾਡਾ ਸਿੱਖ ਚਿਹਰਾ ਜੀ ਭਾਜੀ, ਦਾੜੀ ਕੇਸ ਕਛਹਿਰਾ ਕਿਰਪਾਨ ਪਾਉਣ ਦੇ ਨਾਲ ਕੋਈ ਸਿੱਖ ਨਹੀਂ ਬਣ ਜਾਂਦਾ ਜਿੰਨਾ ਚਿਰ ਉਹ ਅੰਦਰੋਂ ਸਿੱਖ ਨਹੀਂ ਬਣਦਾ। ਸਿੱਖ ਦੀ ਜਿਹੜੀ ਸਿੱਖੀ ਹੈ ਜੀ, ਇਹ ਆਪਾਂ ਕਹਿ ਨਹੀਂ ਸਕਦੇ ਵੀ ਸਿੱਖੀ ਕਿਹਨੂੰ ਸਿੱਖੀ ਕਹਿੰਦੇ, ਇਹਨਾਂ ਨੂੰ ਸਿੱਖੀ ਦੇ ਮਤਲਬ ਦਾ ਹੀ। ਇੱਕ ਮਿੰਟ ਵੀਰ ਜੀ, ਅਰਸ਼ਦੀਪ ਤੁਹਾਡੇ ਵੱਲੋਂ ਡਿਸਟਰਬੈਂਸ ਬਹੁਤ ਆ ਰਹੀ ਹੈ ਬੈਕ ਤੋਂ। ਅਰਸ਼ਦੀਪ ਯਾਰ ਡਿਸਟਰਬੈਂਸ ਬਹੁਤ ਆ ਰਹੀ। ਹਾਂਜੀ ਵੀਰ ਜੀ, ਕੰਟੀਨਿਊ ਪਲੀਜ਼। ਹਾਂਜੀ ਵੀਰ ਜੀ, ਸਾਨੂੰ ਤਾਂ ਇਹ ਨਹੀਂ ਪਤਾ ਵੀ ਸਿੱਖੀ ਕਹਿੰਦੇ ਕਿਹਨੂੰ ਆ ਜੀ। ਜੀ। ਜਿੱਦਣ ਸਾਨੂੰ ਇਹ ਪਤਾ ਲੱਗ ਜਾਏ ਕਿ ਸਿੱਖੀ ਕਹਿੰਦੇ ਕਿਹਨੂੰ ਆ ਜੀ, ਦੁਨੀਆ ਵਿੱਚ ਹੀ ਸਿੱਖ ਜਾਣੀ ਆਪਾਂ ਸੁਖੀ ਹੋ ਸਕਦੇ ਹਾਂ ਜੀ। ਸਿੱਖ ਦਾ ਸਿਧਾਂਤ ਕੁਝ ਹੋ ਰਿਹਾ ਜੀ, ਅਸੀਂ ਬਸ ਇੱਕ ਵੋਟਾਂ ਪਾਉਣ ਤੱਕ ਤੇ ਇੱਕ ਪ੍ਰਾਪਰਟੀਆਂ ਬਣਾਉਣ ਤੱਕ ਜੀ, ਤੇ ਬਸ ਆਪਣੇ ਆਪ ਨੂੰ ਵੱਡਾ ਸ਼ੋਅ ਕਰਨ ਤੱਕ, ਦੂਜੇ ਤੋਂ ਵੱਡਾ, ਦੂਜੇ ਦੇ ਲੱਤਾਂ ਖਿੱਚਣ ਤੱਕ ਹੀ ਉਹਨੂੰ ਅਸੀਂ ਕਹਿੰਦੇ ਨੇ ਜੀ ਅਸੀਂ ਦਾੜੇ ਕੇਸ ਰੱਖਿਆ ਤੇ ਅਸੀਂ ਸਿੱਖ ਬਣ ਗਏ ਜੀ। ਬਿਲਕੁਲ ਜੀ। ਗੁਰੂ ਦਾ ਸਿੱਖ ਬਣਨਾ ਭਾਜੀ, ਗੁਰੂ ਜੀ ਨੇ ਸਭ ਕੁਝ ਤੁਹਾਨੂੰ ਦੱਸ ਕੇ ਗਿਆ ਵੀ ਏਦਾਂ ਦਾ ਸਿੱਖ ਹੁੰਦਾ ਜੀ। ਪਰ ਅਸੀਂ ਉਹਨਾਂ ਦੇ ਨਾ ਸ਼ਹੀਦੀਆਂ ਨੂੰ ਕਹਿ ਦਿੰਦੇ ਆ ਜੀ, ਉਹ ਸ਼ਹੀਦ ਹੋ ਗਏ ਜੀ, ਉਹ ਗੁਰੂ ਦੇ ਸਿੱਖ ਸੀਗੇ ਜੀ, ਹਨਾ ਜੀ। ਪਰ ਅਸੀਂ ਇਹ ਨਹੀਂ ਸੋਚਦੇ ਵੀ ਉਹ ਸ਼ਹੀਦ ਕਾਹਦੇ ਲਈ ਹੋਏ ਜੀ, ਹਨਾ ਵੀ ਕਿਉਂ ਹੋਏ। ਸਾਨੂੰ ਦੱਸਣ ਵਾਸਤੇ ਹੋਏ, ਸਾਨੂੰ ਉਹ ਪੜ੍ਹਾਈ ਦੀ ਇੱਕ ਤਰ੍ਹਾਂ ਦੀ ਕਿਤਾਬ ਹੀ ਖੁੱਲੀ ਮੋਰੇ ਜਿੰਨੀਆਂ ਸ਼ਹੀਦੀਆਂ ਦੇ ਕੇ ਗਏ ਜੀ, ਉਹ ਸਾਡੀ ਪੜ੍ਹਾਈ ਸਾਨੂੰ ਪੜ੍ਹਾ ਕੇ ਗਏ ਆ ਵੀ ਤੁਸੀਂ ਆਹ ਕੰਮ ਕਰਨੇ ਜੀ। ਪਰ ਅਸੀਂ ਉਧਰ ਨੂੰ ਸੋਚਣ ਦੀ ਬਜਾਏ ਬਸ ਅਸੀਂ ਉਹਨਾਂ ਦੀ ਨਾ ਸ਼ਹੀਦੀਆਂ ਨੂੰ ਆਪਣਾ ਬਿਜ਼ਨਸ ਬਣਾ ਕੇ ਲੋਕਾਂ ਵਿੱਚ ਪ੍ਰਮੋਟ ਕਰੀ ਜਾਂਦੇ ਆ ਜੀ। ਸਾਡੇ ਸਿੱਖ ਏਦਾਂ ਸੀਗੇ ਜੀ, ਸਾਡੇ ਸਿੱਖ ਚਰਖੜੀਆਂ ਤੇ ਚੜ ਗਏ ਜੀ, ਸਾਡੇ ਸਿੱਖਾਂ ਨੇ ਜੀ ਸ਼ਹੀਦੀਆਂ ਦੇਤੀਆਂ ਨਾ, ਉਹ ਖਿਚਵਾਲੇ ਸਿੱਖੀ ਦੀ ਖਾਤਰ ਖਿਚਵਾਲੇ। ਪਰ ਅਸੀਂ ਕੀ ਕਰਦੇ ਹਾਂ ਜੀ? ਬਿਲਕੁਲ ਜੀ। ਕਦੇ ਅਸੀਂ ਸੋਚਿਆ ਵੀ ਉਹ ਤਾਂ ਕਰ ਗਏ, ਪਰ ਹੁਣ ਅਸੀਂ ਕੀ ਕਰਨਾ? ਅਸੀਂ ਹੁਣ ਲੋਕਾਂ ਦੀਆਂ ਲੱਤਾਂ ਖਿੱਚਣੀਆਂ ਕਿ ਲੋਕਾਂ ਦੀਆਂ ਲੱਤਾਂ ਵੱਢਣੀਆਂ ਕਿ ਢਿੱਡ ਵੱਢਣੇ ਜੀ? ਅਸੀਂ ਤਾਂ ਹਰ ਕੁਝ ਵੱਢਣ ਤੇ ਹੋਏ ਹਾਂ ਜੀ। ਜੋ ਮੁਗਲਾਂ ਨੇ ਕੀਤਾ ਨਾ ਜੀ, ਉਹ ਹੁਣ ਅਸੀਂ ਦਾੜੇ ਕੇਸ ਰੱਖ ਕੇ ਕਰਦੇ ਹਾਂ ਵੀ ਉਹ ਘੱਟ ਕਰਕੇ ਗਏ, ਅਸੀਂ ਥੋੜਾ ਜ਼ਿਆਦਾ ਕਰ ਦਈਏ ਜੀ। ਬਾਕੀ ਸਾਡੇ ਸਿੱਖ ਦਾ ਇਹ ਨਹੀਂ ਹੈਗਾ ਵੀ ਅਸੀਂ ਆਪਣੇ ਲਈ ਕਰਨਾ ਜੀ। ਸਿੱਖ ਦਾ ਸਿਧਾਂਤ ਇਹ ਆ ਕਿ ਦੂਜੇ ਲਈ ਕਰਕੇ ਦਿਖਾਣਾ ਜੀ, ਆਪਣਾ ਆਪ ਵੀ ਵਾਰ ਦੇਣਾ ਜੀ।
ਇਹ ਨਹੀਂ ਵੀ ਤੁਸੀਂ ਆਪਣੇ ਘਰ ਬਣਾ ਕੇ ਕਹੋ ਜੀ ਮੈਂ ਦੁਨੀਆ ਦਾ ਸਭ ਤੋਂ ਵੱਡਾ ਸਿੱਖ ਹਾਂ। ਜੋ ਸਿੱਖ ਨਹੀਂਗਾ, ਜੋ ਸਭ ਤੋਂ ਵੱਡਾ ਨਰਕਧਾਰੀ ਬੰਦਾ ਸਿੱਖੀ ਨੂੰ ਲਾਜ ਲਾਉਣ ਵਾਲਾ ਬੰਦਾ ਜੀ। ਬਸ ਇੰਨਾ ਕਿ ਕਹਿਣਾ ਜੀ ਵੀਰ ਜੀ। ਬਾਕੀ ਧੰਨਵਾਦ ਵੀਰ ਜੀ, ਧੰਨਵਾਦ। ਵਧੀਆ ਵਿਚਾਰ ਦਿੱਤੇ ਆ ਜੀ ਤੁਸੀਂ, ਧੰਨਵਾਦ ਤੁਹਾਡਾ। ਹਾਂਜੀ 0033 ਸਵਾਗਤ ਹੈ ਜੀ। ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ। ਹਾਂਜੀ ਭਾਜੀ ਆ ਮਾੜਾ ਖਬਰ ਦਾ ਚਾਨਣਾ ਪਾਇਓ ਇੱਥੇ ਆਪਣੇ QW ਤੇ ਆਪਣੇ ਜਿਹੜੀ ਉਹ ਕੋਇਲਾਂ ਨੇ ਸਕੇਲਾਂ ਪੈਂਦੇ ਨਾ ਡਰਮ ਟੱਕਰ ਉਹ ਕੀਤੀ ਸਟ੍ਰੈਕ ਜੀ ਹਨਾ ਬੰਦ ਕਰੀ ਆ ਥੋੜਾ ਜਿਹਾ ਪਤਾ ਮਾਰਾ ਦੱਸਿਓ ਨਾ ਕੀ ਗੱਲ। ਹਾਂ ਵੀਰੇ ਮੇਰੇ ਕੋਲ ਇਨਫੋਰਮੇਸ਼ਨ ਹੈ ਨਹੀਂ, ਜੇ ਵੀਰ ਕੋਈ ਸੁਣਦਾ ਹੋਵੇ ਤਾਂ ਜਰੂਰ ਕਾਲ ਕਰਕੇ ਦੇ ਸਕਦਾ 905 405 0002 ਤੇ। ਜੇ ਤੁਹਾਡੇ ਕੋਲ ਹੈਗੀ ਤੁਸੀਂ ਦੱਸ ਸਕਦੇ ਹੋ ਜੀ। ਨਹੀਂ ਭਾਜੀ ਮੈਂ ਨਿਕਲਿਆ ਸੀ, ਮੈਂ ਤਾਂ ਦੇਖਿਆ ਨਾ ਵੀ ਕੀ ਚੱਕਰ ਆ ਨਾ, ਕੋਈ ਪਤਾ ਨਹੀਂ ਕਿਹੜੀਆਂ ਸਕੇਲਾਂ ਤੇ ਆਪਣੇ QW ਤੇ ਓਕਵਿਲ ਪੈਂਦੀ ਨੇ ਦੋਨੇ ਸਾਈਡ ਤੇ ਡੱਬ ਤੱਕ ਖੜੇ ਦੋਨੇ ਸਾਈਡਾਂ ਨੂੰ ਬਲੌਕ ਕਰੀਆਂ ਪਈਆਂ, ਬੰਦ ਕਰਵਾਈਆਂ ਪਈਆਂ। ਅੱਛਾ ਜੀ, ਹਾਂ ਬਿਲਕੁਲ ਜੀ। ਜੇ ਕੋਈ ਵੀਰ ਸੁਣਦਾ ਹੋਵੇ ਤਾਂ ਜਰੂਰ ਕਾਲ ਕਰੇ 905 405 0002 ਤੇ ਤੁਸੀਂ ਜਾਣਕਾਰੀ ਦੇ ਸਕਦੇ ਹੋ। ਧੰਨਵਾਦ ਵੀਰ ਜੀ। ਓਕੇ ਜੀ, ਧੰਨਵਾਦ ਜੀ। ਵਾਕਿਆ ਗੱਲ ਸਹੀ ਹੈ। ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਸਾਥ ਦੇ ਰਹੇ ਜੀ ਨਿਊ ਮਿਲੇਨੀਅਮ ਟਾਇਰ ਸੈਂਟਰ ਵਾਲੇ। ਟਰੱਕਾਂ ਬੱਸਾਂ ਕਾਰਾਂ ਦੇ ਟਾਇਰ ਪਾਉਣੇ, BF ਗੋਡਰੇਜ ਮਿਸ਼ਲਨ ਜਾਂ ਚੈਨੀ ਟਾਇਰ ਪਾਉਣੇ ਆ 25 ਕਲਾਰਕ ਬੁੱਲੇਵਾਰਡ ਬਰੈਂਪਟਨ ਦੇ ਵਿੱਚ 905 452 0111 ਤੇ। ਤੁਸੀਂ ਕਸਟਮ ਮੇਡ ਘਰ ਬਣਾਉਣਾ ਚਾਹੁੰਦੇ ਹੋ, ਤੁਹਾਡੇ ਕੋਲ ਪੁਰਾਣਾ ਘਰ ਹੈ ਉਹਨੂੰ ਢਾਹ ਕੇ ਬਣਾਉਣਾ ਚਾਹੁੰਦੇ ਹੋ, ਕਈ ਵਾਰੀ ਤੁਹਾਡੇ ਕੋਲ ਫਾਰਮ ਹੁੰਦਾ ਜੀ, ਤਾਂ ਤੁਸੀਂ ਉੱਥੇ ਤੁਹਾਨੂੰ ਮਨਜ਼ੂਰੀ ਲੈ ਕੇ ਵੀ ਜਿੱਦਾਂ ਮਰਜ਼ੀ ਘਰ ਬਣਾ ਸਕਦੇ ਹੋ। 2000 ਸਕੁਅਰ ਫੁੱਟ ਤੋਂ ਲੈ ਕੇ 20000 ਸਕੁਅਰ ਫੁੱਟ ਤੱਕ ਮਹਿਲ ਵਰਗਾ ਘਰ ਤੇ ਰੈਨੋਵੇਸ਼ਨ। ਜੇ ਤੁਸੀਂ ਉਹਦਾ ਘਰ ਖਰੀਦਦੇ ਮਹਿੰਗਾ ਮਿਲਦਾ, ਕਈ ਵਾਰੀ ਬਣਾਉਣ 'ਚ ਸਸਤਾ ਪੈ ਸਕਦਾ। ਕੁਲਵਿੰਦਰ ਸਿੰਘ ਪੱਤੜ ਉਹਨਾਂ ਨੂੰ ਕਾਲ ਕਰ ਲਓ 416 841 0478। ਇਮੀਗ੍ਰੇਸ਼ਨ ਦੀਆਂ ਸੇਵਾਵਾਂ ਲੈਣੀਆਂ ਬਰੈਂਪਟਨ ਇਮੀਗ੍ਰੇਸ਼ਨ ਹੈ ਜੀ। ਸਟੂਡੈਂਟ ਵਿਜ਼ਟਰ ਵੀਜ਼ਾ, LMI, ਰਿਫਿਊਜੀ ਕੇਸ, ਅਪੀਲ, ਦਲੀਲ ਕੁਝ ਵੀ ਕਰਨਾ 647 786 2012 ਤੇ ਸੰਦੀਪ ਸਿੰਘ ਉਹਨਾਂ ਨੂੰ ਕਾਲ ਕਰ ਸਕਦੇ ਹੋ। ਜੌਬ ਦੀ ਭਾਲ ਵਿੱਚ ਤਾਂ ਸੇਫਐਕਸ ਟਰਾਂਸਪੋਰਟ ਆ, ਤੁਹਾਡੇ ਕੋਲ ਟਰੱਕ ਦਾ ਲਾਇਸੈਂਸ ਹੈਗਾ, ਐਕਸਪੀਰੀਅੰਸ ਹੈਗਾ। ਮੌਂਟਰੀਅਲ ਦੇ ਵਿੱਚ ਜਾਂ ਟੋਰਾਂਟੋ ਦੇ ਵਿੱਚ, ਟੋਰਾਂਟੋ ਦੇ ਵਿੱਚ ਵੀ ਉਹਨਾਂ ਦੀ ਬੋਲਟਨ ਦੇ ਵਿੱਚ ਟਰਮੀਨਲ ਆ ਜੀ, ਤੇ ਮੌਂਟਰੀਅਲ ਦੇ ਵਿੱਚ ਕਾਲ ਕਰਨੀ ਹੈ ਰਮਿੰਦਰਦੀਪ ਜਾਂ ਅਮਨਦੀਪ ਉਹਨਾਂ ਨੂੰ 514 625 0025 514 887 0025 ਤੇ। ਰੈਨੋਵੇਸ਼ਨ ਕਰਾਉਣੀ ਹੈ ਘਰ ਦੀ ਤੁਸੀਂ GTA ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ ਕੋ ਛੱਤ ਦੇ ਪੂਰਾ ਸਮਾਨ ਲਿਆ ਸਕਦੇ ਹੋ। 241 ਕਲੀਅਰੈਂਸ ਸਟਰੀਟ ਬਰੈਂਪਟਨ ਦੇ ਵਿੱਚ ਬਹੁਤ ਸਸਤੀ ਹੈ, ਡਾਲਰ ਦੀ ਟਾਇਲ ਲਾਈ ਹੋਈ ਹੈ ਜੀ ਉਹਨਾਂ ਨੇ। 905 792 0036 ਬੈਸਟ ਕੁਆਲਿਟੀ ਦੇ ਵਿੱਚ ਸੋਫਾ ਲੈਣਾ ਤੁਸੀਂ, L ਸ਼ੇਪ, ਰਾਉਂਡ ਸ਼ੇਪ, ਕੱਪੜੇ ਵਾਲਾ, ਲੈਦਰ ਵਾਲਾ। ਸ਼ਗਨਦੀਪ ਉਹਨਾਂ ਨੂੰ ਕਾਲ ਕਰ ਲਓ 905 799 8877 ਤੇ। ਇੱਕ ਨਿੱਕੀ ਜੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਅਰਸ਼ਦੀਪ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ ਸਰੋਤੇ ਤੇ ਦਰਸ਼ਕਾਂ ਨੂੰ ਇੱਕ ਵਾਰ ਮੁੜ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਓਏ ਹੈ ਕਿ ਨਾ, ਮੈਂ ਕਿਹਾ ਮੈਂ ਮੋਣਿਓ ਗੱਡੀ ਦਾ ਟਾਇਰ ਤੇ ਗਿਆ ਨਾ, ਹੁਣ ਕੀ ਕਰੀਏ। ਹੋਏ ਹੋਏ ਓਹੋ, ਕਿੰਨੀ ਵਾਰ ਕਿਹਾ ਹੈ ਕਿ ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਹੀ ਟਾਇਰ ਲਿਆ ਕਰੋ, ਜਿੱਥੇ ਮਿਲਦੇ ਨੇ ਟਰੱਕ, ਟਰਾਲੇ ਤੇ ਕਾਰ ਦੇ ਲਈ ਹਰ ਤਰ੍ਹਾਂ ਦੇ ਵਧੀਆ ਟਾਇਰ। ਇੱਥੇ ਮਿਸ਼ਲਿਨ, BF ਗੁੱਡਰਿਚ, ਬ੍ਰਿਜਸਟੋਨ, ਫਾਇਰਸਟੋਨ, ਚਾਈਨੀਜ਼ ਬ੍ਰਾਂਡ ਹੋਰ ਵੀ ਕਈ ਕੰਪਨੀਆਂ ਦੇ ਟਾਇਰ ਘੱਟ ਰੇਟ ਤੇ ਮਿਲਦੇ ਨੇ। ਹੁਣੇ ਪਹੁੰਚੋ ਨਿਊ ਮਿਲੇਨੀਅਮ ਟਾਇਰ ਸੈਂਟਰ 25 ਕਲਾਰਕ ਬੁੱਲੇਵਾਰਡ ਬਰੈਂਪਟਨ। ਕਾਲ 905 452 0111 905 452 0111। ਜੇਕਰ ਤੁਸੀਂ ਟਰੱਕ ਦਾ ਲਾਇਸੈਂਸ ਲੈਣ ਬਾਰੇ ਸੋਚ ਰਹੇ ਹੋ ਤਾਂ ਦੇਰ ਨਾ ਕਰੋ, ਅੱਜ ਹੀ ਪਹੁੰਚੋ ਫਸਟ ਕੈਨੇਡੀਅਨ ਡਰਾਈਵਿੰਗ ਸਕੂਲ 7050 ਟੈਲਫੋਰਡ ਵੇ, ਯੂਨਿਟ 11, ਮਿਸੀਸਾਗਾ। ਚੰਗੇ ਡਰਾਈਵਰ ਬਣਨ ਲਈ ਯਾਦ ਰੱਖੋ ਇੱਕੋ ਨਾਂ, ਫਸਟ ਕੈਨੇਡੀਅਨ ਡਰਾਈਵਿੰਗ ਸਕੂਲ। ਸੰਪਰਕ ਕਰੋ 905 678 9191 905 678 9191 ਤੇ। ਗੱਲ ਸੁਣੋ, ਮੈਂ ਨਾ ਜੀ ਸੁਪਨੇ 'ਚ ਦੇਖਿਆ ਕਿ ਮੇਰਾ ਘਰ ਬੜਾ ਆਲੀਸ਼ਾਨ, ਬੜਾ ਵੱਡਾ ਤੇ ਬੜਾ ਸੋਹਣਾ ਹੈ। ਬਸ ਸੁਪਨਾ ਇਹ ਤਾਂ ਸੱਚ ਹੋ ਕਮਲੀਏ। ਬਸ ਸਰਬਲੋ ਡਿਜ਼ਾਈਨ ਐਂਡ ਬਿਲਡ ਲਿਮਟਿਡ ਵਾਲਿਆਂ ਨੂੰ ਫੋਨ ਕਰ। ਜੀ ਹਾਂ, ਜੇ ਤੁਸੀਂ ਵੀ ਲਗਜ਼ਰੀ ਕਾਰ, ਛੋਟਾ ਜਾਂ ਵੱਡਾ ਨਵਾਂ ਘਰ ਲੈਣਾ ਚਾਹੁੰਦੇ ਹੋ ਜਾਂ ਫਿਰ ਪੁਰਾਣਾ ਘਰ ਢਾਹ ਕੇ ਨਵਾਂ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਮਿਲੋ ਸਰਬਲੋ ਡਿਜ਼ਾਈਨ ਐਂਡ ਬਿਲਡਿੰਗ ਵਾਲੇ ਕੁਲਵਿੰਦਰ ਪੱਤੜ ਜੀ ਨੂੰ। ਇਹਨਾਂ ਕੋਲ 15 ਸਾਲ ਦਾ ਤਜਰਬਾ ਹੈ ਤੇ ਹਾਂ, ਤੁਸੀਂ 20000 ਸਕੁਅਰ ਫੁੱਟ ਦਾ ਘਰ ਵੀ ਬਣਵਾ ਸਕਦੇ ਹੋ। ਲਗਜ਼ਰੀ ਹੋਮ ਤੁਹਾਡੇ ਬਜਟ ਵਿੱਚ। ਕਾਲ ਕੁਲਵਿੰਦਰ ਪੱਤੜ 416841 0478 416 841 0478। ਹੋਏ ਹੋਏ ਹੈ ਕਿ ਨਾ, ਮੈਂ ਕਿਹਾ ਮੈਂ ਮੋਣਿਓ ਗੱਡੀ ਦਾ ਟਾਇਰ ਤੇ ਗਿਆ
ਨਾ ਹੁਣ ਕੀ ਕਰੀਏ ਹੋਏ ਹੋਏ ਓਹੋ ਕਿੰਨੀ ਵਾਰ ਕਿਹਾ ਹੈ ਕਿ ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਹੀ ਟਾਇਰ ਲਿਆ ਕਰੋ, ਜਿੱਥੇ ਮਿਲਦੇ ਨੇ ਟਰੱਕ, ਟਰਾਲੇ ਤੇ ਕਾਰ ਦੇ ਲਈ ਹਰ ਤਰ੍ਹਾਂ ਦੇ ਵਧੀਆ ਟਾਇਰ। ਇੱਥੇ ਮਿਸ਼ਲਿਨ, BF ਗੁੱਡ ਰਿਚ, ਬ੍ਰਿਜਸਟੋਨ, ਫਾਇਰਸਟੋਨ, ਚਾਈਨੀਜ਼ ਬ੍ਰਾਂਡ ਹੋਰ ਵੀ ਕਈ ਕੰਪਨੀਆਂ ਦੇ ਟਾਇਰ ਘੱਟ ਰੇਟ ਤੇ ਮਿਲਦੇ ਨੇ। ਹੁਣੇ ਪਹੁੰਚੋ ਨਿਊ ਮਿਲੇਨੀਅਮ ਟਾਇਰ ਸੈਂਟਰ, 25 ਕਲਾਰਕ ਬੁਲੇਵਾਰਡ, ਬਰੈਂਪਟਨ। Call 905-452-0111 905 452 0111। ਆਹਾਹਾਹਾ ਛੁੱਟੀ ਦਾ ਦਿਨ ਹੋਵੇ ਤੇ ਨਿਆਗਰਾ ਫਾਲਸ, CN ਟਾਵਰਸ, ਕਿਊਬਿਕ ਸਿਟੀ ਘੁੰਮਣ ਜਾਣ ਦਾ ਮਨ ਹੈ, ਪਰ ਇੰਨੀ ਡਰਾਈਵ ਕੌਣ ਕਰੇ? ਜੀ ਐਲੋ ਨੰਬਰ ਤੇ ਹੁਣੇ ਬੁਕਿੰਗ ਕਰੋ। ਬੈਸਟ ਕੈਨੇਡੀਅਨ ਰਾਈਡ ਸਰਵਿਸ, ਟੋਰਾਂਟੋ ਤੋਂ ਮੌਂਟਰੀਅਲ ਤੇ ਮੌਂਟਰੀਅਲ ਤੋਂ ਟੋਰਾਂਟੋ, ਜਿੱਥੇ ਵੀ ਘੁੰਮਣ ਦਾ ਮਨ ਹੋਵੇ ਬਸ ਇੱਕ ਕਾਲ ਤੇ ਹਾਜ਼ਰ ਤੇ ਸੋਨੇ ਤੇ ਸੁਹਾਗਾ ਪਾਰਸਲਸ ਵੀ ਡਿਲੀਵਰ ਕਰਦੇ ਨੇ ਹਰ ਰੋਜ਼ ਮਾਰਨਿੰਗ, ਆਫਟਰਨੂਨ ਐਂਡ ਈਵਨਿੰਗ, ਸਵੇਰੇ ਦੁਪਹਿਰ ਸ਼ਾਮ 24 ਘੰਟੇ ਸਰਵਿਸ। ਕਾਲ 5145606613। ਮੋਰਗੇਜ ਮਿਲੇ ਛੇਤੀ ਤੇ ਟੈਨਸ਼ਨ ਹੋਵੇ ਘੱਟ, ਇਸ ਲਈ ਯਾਦ ਰੱਖੋ ਇੱਕੋ ਨਾ ਪਰਮਿੰਦਰ ਮੰਗਟ। 16 ਸਾਲਾਂ ਤੋਂ ਵੱਧ ਐਕਸਪੀਰੀਅੰਸ ਤੇ RBC ਨਾਲ ਟੌਪ ਪ੍ਰੋਡਿਊਸਰ ਰਹਿ ਚੁੱਕੇ ਪਰਮਿੰਦਰ ਮੰਗਟ ਹੁਣ ਆਪਣੀ ਮੋਰਗੇਜ ਅਲਾਈਅੰਸ ਟੀਮ ਰਾਹੀਂ ਤੁਹਾਨੂੰ ਬਹੁਤ ਸਾਰੇ ਬੈਂਕਸ ਤੋਂ ਬੈਸਟ ਡੀਲਸ ਲੈ ਕੇ ਦੇ ਸਕਦੇ ਨੇ। ਸੈਲਫ ਇੰਪਲੋਇਡ ਵਾਸਤੇ ਖਾਸ ਪ੍ਰੋਗਰਾਮ, no last minute surprises, ਫਰਸਟ ਮੋਰਗੇਜ, ਸੈਕੰਡ ਮੋਰਗੇਜ, ਪ੍ਰਾਈਵੇਟ ਫੰਡਸ, ਟਰੱਕ ਲੋਨਸ, ਬਿਜ਼ਨਸ ਲੋਨਸ, ਸਾਰੇ ਹੀ ਕੰਮਾਂ ਲਈ ਇੱਕੋ ਨਾ, ਜਿੱਥੇ ਕੰਮ ਹੋਵੇ ਛੇਤੀ ਤੇ ਟੈਨਸ਼ਨ ਹੋਵੇ ਘੱਟ। ਪਰਮਿੰਦਰ ਮੰਗਟ 6472859119 ਜਾਨੀ 647-285-9119। ਪਰਮਿੰਦਰ ਮੰਗਟ ਵਿਦ ਮੋਰਗੇਜ ਅਲਾਈਅੰਸ। Broker license number 10530। ਮੈਂ ਨਾ ਜੀ ਸੁਪਨੇ 'ਚ ਦੇਖਿਆ ਕਿ ਮੇਰਾ ਘਰ ਬੜਾ ਆਲੀशान, बड़ा ਵੱਡਾ ਤੇ हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए, और जब तलाश हो ऐसे फर्नीचर की तो यहाँ ये स्टीवंस फर्नीचर, एन अल्ट्रा मॉडर्न फर्नीचर डेस्टिनेशन इन GTA, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग ओनली एट स्टीवंस फर्नीचर सिंस 1992। Visit in store for much more. 2 locations to serve you. Stevens Furniture. ਪ੍ਰੋਪਰਟੀ ਰੇਟ ਹੋਵੇ ਉੱਤੇ ਜਾਂ ਥੱਲੇ, ਰਾਇਲ ਲੀਪੇਜ ਵਾਲੇ ਹਰਪਾਲ ਭੱਲਾ ਹਮੇਸ਼ਾ ਕਰਾਉਂਦੇ ਨੇ ਬੱਲੇ ਬੱਲੇ। ਇਹਨਾਂ ਕੋਲ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇਨਵੈਸਟਮੈਂਟ, ਲੀਜ਼ ਤੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟ ਹਮੇਸ਼ਾ ਅਵੇਲੇਬਲ ਰਹਿੰਦੇ ਨੇ। ਇਹ ਫ੍ਰੀ ਹੋਮ ਐਵੋਲੂਸ਼ਨ ਵੀ ਕਰਦੇ ਨੇ। ਨਵੇਂ ਰੀਅਲਟਰਸ ਜੇ ਇਹਨਾਂ ਨੂੰ ਜੁਆਇਨ ਕਰਨਾ ਚਾਹਣ ਤਾਂ ਐਡਵਾਈਸ ਲੈ ਸਕਦੇ ਨੇ। ਟੌਪ ਰੀਅਲਟਰ ਰਾਇਲ ਲੀਪੇਜ, ਕਾਲ ਹਰਪਾਲ ਪੱਲਾ 4165602400 416 560 2400। ਜਦੋਂ ਸਵਾਦ ਖਾਣੇ ਦੀ ਕ੍ਰੇਵਿੰਗ ਹੋਵੇ ਤਾਂ ਇੱਕੋ ਨਾਮ ਯਾਦ ਆਵੇ, ਬਾਬਾ ਢਾਬਾ, ਜਿੱਥੇ ਮਿਲਦੀ ਏ ਖਾਣੇ ਦੀ ਹਿਊਜ ਵੈਰਾਈਟੀ। ਇਹ 2 ਲੋਕੇਸ਼ਨਸ ਤੋਂ ਸਰਵ ਕਰਦੇ ਨੇ। ਤਾਜ਼ਾ ਤੇ ਸਵਾਦਲਾ ਖਾਣਾ ਖਾਣ ਲਈ ਜ਼ਰੂਰ ਆਓ। ਬਾਬਾ ਢਾਬਾ ਰੈਸਟੋਰੈਂਟ, 255 ਰਦਰਫੋਰਡ ਰੋਡ, ਸਾਊਥ ਬਰੈਂਪਟਨ। ਸਰਵਿਸ 2 ਲੋਕੇਸ਼ਨ। ਕਾਲ ਮਹਾਵੀਰ ਬਾਟ 9054994314 905 499 4314। ਟਰੱਕਾਂ 'ਚ ਅੱਜ ਕੱਲ ਕੁਝ ਨਹੀਂ ਬਚਦਾ। ਉਹ ਤੂੰ ਇੰਸ਼ੋਰੈਂਸ ਕਟਾ ਲੈ। ਇੰਸ਼ੋਰੈਂਸ ਕਟਾ ਕੇ ਕਿਵੇਂ ਚੱਲੂ? ਉਹ ਕਟਾ ਲੈ ਨਹੀਂ, ਘਟਾ ਲੈ। ਕਿਵੇਂ? ਹਰਜੀਤ ਸਿੰਘ ਢੱਡਾ ਨਾਲ ਗੱਲ ਕਰ, ਉਹ ਮੈਕਸਿਮਮ ਡਿਸਕਾਊਂਟਸ ਲੈ ਕੇ ਦਿੰਦੇ ਆ, ਹਰੇਕ ਬਰੀਕੀ ਨੂੰ ਚੰਗੀ ਤਰ੍ਹਾਂ ਸਮਝਦੇ ਤੇ ਚੰਗੀ ਤਰ੍ਹਾਂ ਸਮਝਾਉਂਦੇ ਆ। ਹਰਜੀਤ ਸਿੰਘ ਢੱਡਾ ਨੈਸ਼ਨਲ ਟਰੱਕ ਲੀਗ ਨਾਲ ਕੰਮ ਕਰਦੇ ਆ ਫੋਨ ਕਰ 647 705 5492 6477055492। ਅੱਛਾ, ਇਹਨੂੰ ਕਹਿੰਦੇ ਇੰਸ਼ੋਰੈਂਸ ਪ੍ਰੀਮੀਅਮ ਕੱਟ ਕਰਨਾ। ਨਾ ਸਿਆਣਾ ਤੇ ਬੜਾ ਹੈ ਤੂੰ। ਉਹ ਘਰ ਤੇ ਤੈਨੂੰ ਬਹੁਤ ਵਧੀਆ ਬਣਾ ਕੇ ਦੇਣਾ ਤੇ ਕੱਢ ਦੇਣੇ ਆ ਕੜੇਲਾ, ਜਿੰਨੂੰ ਵੇਖ ਕੇ ਜਾਣਗੇ ਸ਼ਰੀਕ ਵੀ ਹਿੱਲ। ਸ਼ਰੀਕਾਂ ਦੇ ਕੱਢਦੇ ਕੱਢਦੇ ਕੜੇਲ ਕਿਤੇ ਆਪਣਾ ਘਰ ਨਾ ਜਾਵੇ ਹਿੱਲ। ਧਿਆਨ ਰੱਖੀ, ਘਰ ਦੇ ਵਿੱਚ ਪਲੰਬਿੰਗ ਐਂਡ ਇਲੈਕਟ੍ਰੀਕਲ ਦਾ ਸਮਾਨ ਹੋਵੇ ਨੰਬਰ 1। ਓਏ GTA ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ ਬਰਮਟਨ ਵਿੱਚ ਸਟੋਰ ਆ ਨੰਬਰ 1। ਅੱਛਾ, ਉਹੀ GTA ਵਾਲੇ ਜਿੱਥੋਂ ਕੰਟਰੈਕਟਰਸ ਲਈ ਘਰ ਦੇ ਵਿੱਚ ਪਲੰਬਿੰਗ ਤੇ ਇਲੈਕਟ੍ਰੀਕਲ ਦਾ ਸਾਰਾ ਸਮਾਨ ਡਿਸਕਾਊਂਟ ਤੇ ਮਿਲਦਾ। ਵਾਸ਼ਰੂਮ ਲਈ ਵੈਂਟੀਜ਼, ਟੈਪਸ, ਸਪੌਟਲਾਈਟਸ ਤੇ ਰੇਂਜ ਮਿਲਦੇ ਆ। ਫਿਰ ਕਾਹਨੂੰ ਕਰਨੀ ਹੈ ਦੇਰ, ਅੱਜ ਹੀ ਪਹੁੰਚੋ 241 ਕਲੈਰੈਂਸ ਸਟਰੀਟ ਬਰੈਂਪਟਨ ਤੇ ਸੰਪਰਕ ਕਰੋ 905 792 0036 905 792 0036। ਬਿਲਕੁਲ ਜੀ, ਪ੍ਰੋਗਰਾਮ ਦਾ ਸਮਾਂ ਸਮਾਪਤ ਹੈ ਜੀ। ਤੁਸੀਂ ਮੇਰੇ ਨਾਲ ਸੰਪਰਕ ਕਰਨਾ 5149169593। ਸੰਦੀਪ ਸਿੰਘ ਭੱਟੀ ਹੁਣੀ ਸਟੂਡੀਓ 'ਚ ਪਹੁੰਚ ਚੁੱਕੇ ਆ। ਦਿਓ ਇਜਾਜ਼ਤ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਕਿਆ ਬਾਤ ਬਈ, ਗੱਡੀ ਤਾਂ ਨਵੀਂ ਕਢਾਈ ਲੱਗਦੀ। ਉਹ ਨਾ